ਸਤਿ ਸ਼੍ਰੀ ਅਕਾਲ ਦੋਸਤੋ। ਲੈ ਕੇ ਆਏ ਆ ਤੁਹਾਡੇ ਸਾਹਮਣੇ ਤੁਹਾਡੀ ਸਭ ਤੋਂ ਮਹੱਤਵਪੂਰਨ ਕਲਾਸ ਜਿਹਦਾ ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀਗੇ। ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਵਿੱਚ। ਅੱਜ ਦੀ ਕਲਾਸ ਜਿਹੜੀ ਹੈਗੀ ਆ ਬੇਟੇ ਆਪਣੀ ਮੈਰਾਥਨ ਹੈ। ਇਹ ਆਪਾਂ ਅੱਜ ਕਰਨ ਜਾ ਰਹੇ ਹਾਂ ਪੰਜਾਬੀ ਗ੍ਰਾਮਰ ਦੇ ਉੱਪਰ। ਠੀਕ ਹੈ ਜੀ, ਕੰਪਿਊਟਰ ਦੀ ਆਪਣੀ ਹੋ ਚੁੱਕੀ ਹੈ ਮੈਰਾਥਨ। ਸਪੈਸ਼ਲ ਆਪਣਾ ਜਿਹੜਾ ਫੋਰੈਸਟ ਗਾਰਡ ਦਾ ਪੇਪਰ ਹੋਣ ਜਾ ਰਿਹਾ ਐਤਵਾਰ ਨੂੰ, ਤੇ ਅੱਜ ਪੰਜਾਬੀ ਗ੍ਰਾਮਰ ਦੀ ਲੱਗੇਗੀ ਤੇ ਕੱਲ ਆਪਾਂ ਪੰਜਾਬ ਜੀਕੇ ਦੀ ਮੈਰਾਥਨ ਕਲਾਸ ਲਗਾਵਾਂਗੇ। 3 ਸਬਜੈਕਟ ਆਪਾਂ ਕਰਵਾ ਰਹੇ ਹਾਂ ਤੇ ਇਹਦੀ 101% ਤਿਆਰੀ ਕਰਵਾਈ ਆਪਾਂ ਆਪਣੇ YouTube ਚੈਨਲ ਤੇ ਵੀ ਤੇ ਪੇਡ ਕੋਰਸਾਂ ਦੇ ਵਿੱਚ ਵੀ। ਤਾਂ ਸਟਾਰਟ ਕਰਦੇ ਹਾਂ ਬੇਟੇ ਅੱਜ ਦੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਹੰਬਲ ਰਿਕਵੈਸਟ ਕਰੂੰਗਾ, ਜਿਹੜੇ ਬੱਚੇ ਨਵੇਂ ਆਏ ਨੇ ਚੈਨਲ ਤੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਕਿਉਂਕਿ ਤੁਹਾਨੂੰ ਇੱਥੇ ਮਿਲਦਾ ਰਹਿੰਦਾ ਐਗਜ਼ਾਮ ਰਿਲੇਟਡ ਕੰਟੈਂਟ ਬਿਲਕੁਲ ਫ੍ਰੀ ਆਫ ਕਾਸਟ, ਔਰ ਡੈਫੀਨੇਟਲੀ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲਦਾ ਹੈ। ਤੇ ਬਾਕੀ ਕਲਾਸ ਨੂੰ ਐਂਡ ਤੱਕ ਜਰੂਰ ਦੇਖਿਓ, ਤੁਹਾਡੇ ਵਾਸਤੇ ਮਿਹਨਤ ਕੀਤੀ ਹੈ ਬੇਟੇ, ਤੁਸੀਂ ਐਂਡ ਤੱਕ ਦੇਖੋਗੇ ਡੈਫੀਨੇਟਲੀ ਤੁਹਾਨੂੰ ਫਾਇਦਾ ਹੋਊਗਾ। ਬਾਕੀ ਕਲਾਸ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਵੀ ਇੱਕ એનર્ਜੀ ਮਿਲਦੀ ਹੈ। ਤੇ ਅੱਜ ਦਾ ਜਿਹੜੀ ਕਲਾਸ ਹੈਗੀ ਆ ਬੇਟੇ, ਇਹਦੇ ਵਿੱਚ ਆਪਾਂ 200 ਮਹੱਤਵਪੂਰਨ ਕੁਐਸਚਨ ਕਰਾਂਗੇ ਪੰਜਾਬੀ ਗ੍ਰਾਮਰ ਦੇ, ਜਿਹੜੇ ਵਾਰ-ਵਾਰ ਪੇਪਰਾਂ 'ਚ ਰਿਪੀਟ ਹੁੰਦੇ ਆ। ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਜੋ ਮੇਰੇ ਬਣਦੀ ਜ਼ਿੰਮੇਵਾਰੀ ਹੈ, ਦੇਖੋ ਟੀਚਰ ਦਾ ਕੰਮ ਕੱਲਾ ਸਿਲੇਬਸ ਕਵਰ ਕਰਾਉਣਾ ਨਹੀਂ ਹੁੰਦਾ, ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ ਵੀ ਟੀਚਰ ਦਾ ਕੰਮ ਹੁੰਦਾ। ਜਿੰਨੀ ਕੁ ਮੈਨੂੰ ਪਰਮਾਤਮਾ ਨੇ ਸਮਝ ਬਖਸ਼ੀ ਆ, ਮੈਂ ਤੁਹਾਡੇ ਨਾਲ ਗਿਆਨ ਵੰਡਦਾ ਰਹਿਣਾ। ਇੱਕ ਚੀਜ਼ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰੂੰਗਾ, ਜੇ ਤੁਸੀਂ ਸੀਰੀਅਸ ਮੋਡ ਦੇ ਉੱਪਰ ਜਾਂ ਸੱਚਮੁੱਚ ਤੁਸੀਂ ਮੈਨੂੰ ਕੋਈ ਮਤਲਬ ਕਿ ਗੁਰੂ ਦਕਸ਼ਨਾ ਦੇਣਾ ਚਾਹੁੰਦੇ ਆ ਤਾਂ ਪੰਜਾਬੀ ਬੋਲਿਆ ਕਰੋ। ਕਿ ਦੇਖੋ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਖਿੱਤਾ ਹੈ, ਚਾਹੇ ਆਪਾਂ ਸਿੱਖ ਭਾਈਚਾਰੇ ਦੇ ਲੋਕ ਆ, ਚਾਹੇ ਹਿੰਦੂ ਭਾਈਚਾਰੇ ਦੇ ਲੋਕ ਆ, ਚਾਹੇ ਕ੍ਰਿਸਚਨ ਆ, ਚਾਹੇ ਕੋਈ ਵੀ ਭਾਈਚਾਰੇ ਦੇ ਲੋਕ ਆਪਾਂ, ਕਿਉਂਕਿ ਪੰਜਾਬ ਵਿੱਚ ਰਹਿੰਦੇ ਆ, ਪੰਜਾਬੀ ਆਪਣੀ ਮਾਤ ਭਾਸ਼ਾ ਬਣਦੀ ਹੈ। ਠੀਕ ਹੈ ਜੀ, ਪੰਜਾਬ ਦੀ ਆਫੀਸ਼ੀਅਲ ਲੈਂਗੁਏਜ ਵੀ, ਦਫ਼ਤਰੀ ਭਾਸ਼ਾ ਵੀ ਪੰਜਾਬੀ ਹੈ। ਤਾਂ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਤੇ ਪੰਜਾਬੀ ਵੀ ਬਣੋ। ਠੀਕ ਹੈ, ਪੰਜਾਬੀ ਬਣਨ ਦਾ ਮਤਲਬ ਕੀ ਹੈ ਕਿ ਜਿੱਥੇ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਜਾਂ ਕੋਈ ਮੈਸੇਜ ਕਰਦੇ ਹੋ, WhatsApp ਯੂਜ਼ ਕਰਦੇ ਹੋ, ਉੱਥੇ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰਿਓ। ਦੇਖੋ ਇਹ ਚੀਜ਼ ਕਹਿਣ ਨੂੰ ਬਹੁਤ ਛੋਟੀ ਆ, ਪਰ ਜਦੋਂ ਆਪਾਂ ਸਾਰੇ ਕਰਨ ਲੱਗ ਜਾਾਂਗੇ ਤਾਂ ਇਹ ਬਹੁਤ ਚੀਜ਼ ਮਤਲਬ ਕਿ ਇੱਕ ਮੁਹਿੰਮ ਜਿਹੜੀ ਹੈਗੀ ਆ ਬਹੁਤ ਵੱਡੀ ਮੁਹਿੰਮ ਬਣ ਜੂਗੀ। ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ, ਤਾਂ ਹੀ ਸਿਆਣਿਆਂ ਨੇ ਕਿਹਾ 1 ਤੇ 1 11 ਹੁੰਦੇ ਆ। ਤੇ ਕਿਰਪਾ ਕਰਿਓ ਇਸ ਚੀਜ਼ ਤੇ ਗੌਰ ਕਰਿਓ। ਬਾਕੀ ਦੇਖੋ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਲੱਖ ਚਾਚੀਆਂ ਮਾਸੀਆਂ ਹੋਣ ਪਰ ਮਾਂ ਕੋਈ ਨਹੀਂ ਬਣ ਸਕਦੀ, ਤਾਂ ਮਾਂ ਹੀ ਹੁੰਦੀ ਆ। ਦੇਖੋ ਸਾਰੀਆਂ ਭਾਸ਼ਾਵਾਂ ਸਿੱਖੋ, ਅੰਗਰੇਜ਼ੀ ਸਿੱਖੋ, ਹਿੰਦੀ ਸਿੱਖੋ, ਠੀਕ ਹੈ, ਫ੍ਰੈਂਚ ਸਿੱਖੋ, ਜੋ ਮਰਜ਼ੀ ਸਿੱਖੋ, ਪਰ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰੋ। ਮਾਂ ਦਾ ਸਤਿਕਾਰ ਜੋ ਬਣਦਾ ਮਾਂ ਨੂੰ ਦੇਣਾ ਚਾਹੀਦਾ, ਬਾਕੀ ਚਾਚੀਆਂ ਮਾਸੀਆਂ ਨੂੰ ਸਤਿਕਾਰ ਦੇਣਾ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਬਹੁਤ ਵਧੀਆ ਢੰਗ ਦੇ ਨਾਲ। ਗੱਲ ਕਰਦੇ ਹਾਂ ਜੀ ਪਹਿਲਾਂ ਆਪਾਂ ਸਿਲੇਬਸ ਦੀ। ਸਿਲੇਬਸ ਲਗਭਗ ਹਰ ਇੱਕ ਪੇਪਰ ਵਾਸਤੇ ਸੇਮ ਹੈ। ਇਹ ਮੈਂ ਤਾਂ ਦੱਸ ਰਿਹਾ, ਬਹੁਤ ਸਾਰੇ ਬੱਚੇ ਪੁੱਛਣ ਲੱਗ ਜਾਂਦੇ ਆ ਕਿ ਸਰ ਜੀ ਇਹ ਸਪੈਸ਼ਲ ਫੋਰੈਸਟ ਗਾਰਡ ਵਾਸਤੇ ਹੀ ਕਰਨੀ ਹੈ। ਦੇਖੋ ਸਪੈਸ਼ਲ ਫੋਰੈਸਟ ਗਾਰਡ ਦਾ ਮਤਲਬ ਇਹ ਨਹੀਂ ਹੈਗਾ 15 ਨੰਬਰ ਦੀ ਆਉਣੀ ਆ ਇਹ, ਚਾਹੇ ਤੁਸੀਂ ਐਕਸਾਈਜ਼ ਵਾਸਤੇ ਪੜ੍ਹ ਲਓ, ਚਾਹੇ ਅਕਾਊਂਟ ਕਲਰਕ ਵਾਸਤੇ ਪੜ੍ਹ ਲਓ, ਚਾਹੇ ਲਾਇਬ੍ਰੇਰੀ ਸਾਇੰਸ ਵਾਸਤੇ ਪੜ੍ਹ ਲਓ, ਜਿਹਦੇ ਵਾਸਤੇ ਮਰਜ਼ੀ ਪੜ੍ਹ ਲਓ। ਪੰਜਾਬੀ ਦਾ ਸਿਲੇਬਸ ਸੇਮ ਹੀ ਹੈ ਰਾਜੇ। ਜੋ ਇਹ ਸਾਰਾ ਸਿਲੇਬਸ ਜਿਹੜਾ ਹੈਗਾ, ਇਹਦੀ ਜਿਹੜੀ ਥਿਊਰੀ ਹੈਗੀ ਆ ਸਾਰੀ, ਮੈਂ ਉਹ ਤੁਹਾਨੂੰ ਇੱਥੇ ਕਰਾਈ ਹੋਈ ਆ ਆਪਣੇ YouTube ਚੈਨਲ ਤੇ ਫ੍ਰੀ। ਠੀਕ ਹੈ ਜੀ, ਤੇ ਅੱਜ ਆਪਾਂ MCQ ਕਰਾਂਗੇ 200 ਮਹੱਤਵਪੂਰਨ MCQ। ਤਾਂ ਸਟਾਰਟ ਕਰਦੇ ਬੇਟੇ ਅੱਜ ਦੀ ਕਲਾਸ ਤੋਂ ਪਹਿਲਾਂ ਤੁਹਾਨੂੰ ਦੇਖੋ ਇੱਕ ਮੋਟੀਵੇਸ਼ਨਲ ਕੋਡ ਦੇਣਾ ਮੇਰਾ ਫਰਜ਼ ਹੁੰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀ ਇਹ ਅੱਜ ਦੀ ਕਲਾਸ ਹੈਗੀ ਹੈ ਆਪਣੀ ਸਪੈਸ਼ਲੀ ਪੰਜਾਬੀ ਗ੍ਰਾਮਰ ਦੇ ਉੱਪਰ ਹੈ, ਗੁਰਮੁਖੀ ਦੇ ਉੱਪਰ ਹੈ। ਤਾਂ ਗੁਰਮੁਖੀ ਜਿਹੜੇ ਆਪਣੇ ਦੂਸਰੇ ਗੁਰੂ ਸਾਹਿਬ ਜੀ ਸੀਗੇ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਉਹਨਾਂ ਦੇ ਮੁਖ ਤੋਂ ਉਚਾਰੀ ਗਈ ਹੈ। ਤਾਂ ਹੀ ਦੇਖੋ ਕਹਿੰਦੇ ਗੁਰਮੁਖੀ, ਗੁਰੂ ਦੇ ਮੁਖ ਤੋਂ ਉਚਾਰੀ ਗਈ ਹੈ ਗੁਰਮੁਖੀ। ਤਾਂ ਸਾਰੇ ਆਪਣੇ ਦੇਖੋ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਤਾਂ ਹੀ ਦੱਸ ਸਕਾਂਗੇ ਜੇ ਆਪਾਂ ਨੂੰ 35 ਆਉਂਦੀ ਹੋਈ, 41 ਆਉਂਦੀ ਹੋਈ, ਜੇ ਆਪਾਂ 35 ਪੜ੍ਹਨ ਨਹੀਂ ਜਾਣਦੇ ਹੋਏ, ਜੇ ਆਪਾਂ ਨੂੰ ਲਿਪੀ ਨਹੀਂ ਆਉਂਦੀ ਤਾਂ ਆਪਾਂ ਬੋਲੀ ਕਿੱਥੇ ਬੱਚਿਆਂ ਨੂੰ ਸਿਖਾਵਾਂਗੇ। ਤਾਂ ਸਾਰੇ ਕਿਰਪਾ ਕਰਕੇ ਦੇਖੋ ਆਪਣੇ ਘਰਾਂ ਵਿੱਚ ਬਹੁਤ ਸਾਰੇ ਪੋਸਟਰ ਲੱਗੇ ਹੁੰਦੇ ਆ, ਜੋ ਵੀ ਤੁਹਾਡਾ ਕੋਈ ਆਈਡੀਅਲ ਹੈ। ਜ਼ਿਆਦਾਤਰ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਆ ਸਿੰਗਰਾਂ ਦੇ, ਜਾਂ ਫਿਰ ਜਿਹੜੇ ਮਤਲਬ ਕਿ ਅਸਲੀ ਰੀਅਲ ਹੀਰੋ ਨਹੀਂ ਹੈਗੇ, ਉਹਨਾਂ ਦੇ ਫੈਨ ਬਣਦੇ ਜਾ ਰਹੇ ਆ। ਆਪਣੇ ਰੀਅਲ ਹੀਰੋ ਜਿਹੜੇ ਹੈਗੇ ਆ ਤੁਹਾਨੂੰ ਪਤਾ ਹੀ ਹੈ ਬੇਟੇ, ਜਿਵੇਂ ਆਪਣੇ ਯੋਧੇ ਹੋ ਗਏ, ਜੱਸਾ ਸਿੰਘ ਆਹਲੂਵਾਲੀਆ ਜੀ ਹੋ ਗਏ, ਠੀਕ ਹੈ ਜੀ, ਆਪਣੇ ਹਰੀ ਸਿੰਘ ਨਲੂਆ ਜੀ ਹੋ ਗਏ, ਆਪਣੇ ਬਹੁਤ ਸਾਰੇ ਯੋਧੇ ਹੋਏ ਨੇ ਜਿਨ੍ਹਾਂ ਨੇ ਆਪਣੇ ਖਿੱਤੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਤੇ ਇਹਦਾ ਜ਼ਰੂਰ ਪ੍ਰਿੰਟ ਕੱਢ ਕੇ ਤੁਸੀਂ ਆਪਣੇ ਘਰਾਂ ਵਿੱਚ ਲਗਾਓ, ਕਿਉਂਕਿ ਜੇ ਪ੍ਰਿੰਟ ਘਰਾਂ ਵਿੱਚ ਲੱਗਾ ਹੋਊਗਾ ਬੱਚਾ ਜ਼ਰੂਰ ਪੁੱਛੂਗਾ ਕਿ ਤੁਹਾਨੂੰ ਕੀ ਤੁਹਾਡਾ ਚਾਹੇ ਭੈਣ ਭਰਾ ਛੋਟਾ, ਚਾਹੇ ਤੁਹਾਡਾ ਕੋਈ ਜਵਾਕ ਹੈ, ਚਾਹੇ ਤੁਸੀਂ ਆਪ ਆ ਜਾਂ ਤੁਹਾਡੇ ਮਾਂ-ਬਾਪ ਹੈ। ਠੀਕ ਹੈ ਜੀ, ਤਾਂ ਤੁਸੀਂ ਜ਼ਰੂਰ ਇਹਦਾ ਪ੍ਰਿੰਟ ਕੱਢ ਕੇ ਲਾਇਓ ਪੰਜਾਬੀ ਮਾਂ ਬੋਲੀ ਦਾ। ਤਾਂ ਸਟਾਰਟ ਕਰਦੇ ਆ ਬੇਟਾ ਅੱਜ ਦੀ ਕਲਾਸ। ਸਭ ਤੋਂ ਪਹਿਲੇ ਕੁਐਸਚਨ ਵੱਲ ਵੱਧਦੇ ਆ। ਠੀਕ ਹੈ, ਆਪਦੇ ਵੱਲੋਂ ਮੈਂ ਬਿਲਕੁਲ ਬੈਸਟ ਤੋਂ ਬੈਸਟ ਕਲਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਤਾਂ ਜੋ ਤੁਹਾਨੂੰ ਜ਼ਰੂਰ ਇੱਥੋਂ ਕੀ ਮਿਲੇ, ਮਦਦ ਮਿਲੇ, ਤੁਹਾਨੂੰ ਪੇਪਰ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਣ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਬੇਟੇ ਅੱਜ ਦੀ ਕਲਾਸ। ਕੁਐਸਚਨ ਤੁਹਾਡੇ ਸਾਹਮਣੇ ਰਿਹਾ, ਸਕਰੀਨ ਤੇ ਕੁਐਸਚਨ ਪੜ੍ਹਨਾ ਤੁਸੀਂ ਤੇ ਐਂਡ ਦੇ ਵਿੱਚ ਤੁਸੀਂ ਦੱਸਣਾ ਵੀ ਤੁਹਾਡਾ ਕਿੰਨਾ ਰੈਂਕ ਆਇਆ। ਠੀਕ ਹੈ, ਕਿੰਨੇ ਕੁਐਸਚਨ ਤੁਹਾਡੇ ਠੀਕ ਹੋਏ ਆ। ਪਹਿਲੇ ਕੁਐਸਚਨ ਵੱਲ ਵਧਦੇ ਆ। ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਦਾ ਮੁੱਖ ਤੌਰ ਤੇ ਵਿਆਕਰਨ ਦਾ ਭਾਗ ਨਹੀਂ ਹੈਗਾ। ਠੀਕ ਹੈ, ਵਿਆਕਰਨ ਤੁਹਾਨੂੰ ਮੈਂ ਸਾਰਾ ਕਰਵਾਇਆ ਹੋਇਆ ਵੀ ਵਿਆਕਰਨ ਦੇ ਵਿੱਚ ਕਿਹੜੇ ਕਿਹੜੇ ਭਾਗ ਆ ਜਾਂਦੇ ਆ। ਤਾਂ ਹੁਣ ਆਪਸ਼ਨਾਂ ਮੈਂ ਸਾਰੀਆਂ ਨਹੀਂ ਪੜੂੰਗਾ, ਪਰ ਤੁਸੀਂ ਪੇਪਰ ਵਿੱਚ ਜ਼ਰੂਰ ਪੜ੍ਹਨੀ ਆ ਬੇਟੇ। ਇਹ ਗਲਤੀ ਆਪਾਂ ਕਰਦੇ ਆ, ਜਦੋਂ ਪੁੱਛਿਆ ਹੋਵੇ ਵੀ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ, ਉਦੋਂ ਸਾਰੀਆਂ ਆਪਸ਼ਨਾਂ ਪੜ੍ਹਨੀਆਂ ਜ਼ਰੂਰੀ ਹੋ ਜਾਂਦੀਆਂ। ਹੁਣ ਦੇਖੋ ਜਿਵੇਂ ਸ਼ਬਦ ਬੋਧ ਹੋ ਗਿਆ, ਅਰਥ ਬੋਧ ਹੋ ਗਿਆ, ਵਾਕ ਬੋਧ ਹੋ ਗਿਆ, ਇਹ ਸਾਰੇ ਵਿਆਕਰਨ ਦੇ ਭਾਗ ਹੁੰਦੇ ਆ। ਬਟ ਜਿਹੜੀ ਲਿਪੀ ਹੁੰਦੀ ਹੈ ਰਾਜੇ, ਇਹ ਲਿਪੀ ਵਿਆਕਰਨ ਦੀ ਕੀ ਹੁੰਦੀ ਹੈ, ਬੋਧ ਨਹੀਂ ਹੁੰਦਾਗਾ। ਲਿਪੀ ਅਲੱਗ ਚੀਜ਼ ਹੈ। ਲਿਪੀ ਬੇਸਿਕਲੀ ਆਪਾਂ ਕਹਿ ਦਿੰਦੇ ਆ ਅੱਖਰਾਂ ਦੀ ਬਣਾਵਟ ਨੂੰ। ਠੀਕ ਹੈ ਜੀ, ਤਾਂ ਲਿਪੀ ਬੋਧ ਨਹੀਂ ਹੁੰਦਾ ਉੱਥੇ। ਤਾਂ ਆਨਸਰ ਕੀ ਬਣ ਜਾਊਗਾ ਤੁਹਾਡਾ, ਡੀ ਬਣ ਜਾਊਗਾ। ਠੀਕ ਹੈ ਜੀ, ਨੈਕਸਟ ਚੱਲਦੇ ਆ ਆਪਾਂ। ਜਿਹੜਾ ਕੁਐਸਚਨ ਜ਼ਿਆਦਾ ਡਿਸਕਸ ਕਰਨ ਵਾਲਾ ਹੋਊਗਾ ਆਪਾਂ ਕਰਾਂਗੇ, ਨਹੀਂ ਜਸਟ ਆਪਾਂ ਕੁਐਸਚਨ ਨੂੰ ਦੇਖਾਂਗੇ ਤੇ ਆਨਸਰ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਕਹਿੰਦਾ ਜੀ ਪੰਜਾਬੀ ਵਰਨਮਾਲਾ ਦੇ ਵਿੱਚ ਕਿੰਨੇ ਵਿਅੰਜਨ ਅੱਖਰ ਹੁੰਦੇ ਨੇ। ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਪੰਜਾਬੀ ਵਰਨਮਾਲਾ ਹੈਗੀ ਆ ਉਹਦੇ ਵਿੱਚ ਟੋਟਲ ਕੁੱਲ ਕਿੰਨੇ ਅੱਖਰ ਨੇ। ਤਾਂ ਕੁੱਲ ਇਸ ਟਾਈਮ ਰਾਜੇ 41 ਅੱਖਰ ਨੇ। ਕਈਆਂ ਨੂੰ ਨਹੀਂ ਪਤਾ ਹੋਊਗਾ ਰਾਜੇ, 35 ਸੀਗੇ। ਠੀਕ ਹੈ, ਫਿਰ 5 ਨਵੇਂ ਫਾਰਸੀ ਜਿਹੜੇ ਅੱਖਰ ਸੀ ਐਡ ਕੀਤੇ ਗਏ ਤੇ ਇੱਕ ਨਵਾਂ ਐਡ ਕੀਤਾ ਗਿਆ ਪੰਜਾਬ ਭਾਸ਼ਾ ਵਿਭਾਗ ਵੱਲੋਂ। ਤਾਂ ਟੋਟਲ ਕਿੰਨੇ ਬਣ ਗਏ, 41 ਬਣ ਗਏ। ਇਹ ਦੱਸਿਆ ਹੋਇਆ ਤੁਹਾਨੂੰ ਮੈਂ ਜਿਹੜੀ ਆਪਣੀ ਥਿਊਰੀ ਦੀ ਕਲਾਸਿਸ ਹੈਗੀਆਂ ਨੇ। ਹੁਣ ਵਿਅੰਜਨ ਠੀਕ ਹੈ ਹੁੰਦੇ ਆ ਤੇ ਆਪਣੇ ਕੋਲੇ ਸਵਰ ਹੁੰਦੇ ਆ, ਜਿਹਨੂੰ ਆਪਾਂ ਵੋਵਲ ਕਹਿ ਦਿੰਦੇ ਆ, ਕੌਨਸੋਨੈਂਟ ਕਹਿ ਦਿੰਦੇ ਆ। ਤਾਂ ਹੁਣ ਇਹਨਾਂ ਨੇ ਵਿਅੰਜਨ ਪੁੱਛਿਆ ਬੇਟੇ, ਕੌਨਸੋਨੈਂਟ ਪੁੱਛਿਆ ਆਪਾਂ ਨੂੰ ਕਿੰਨੇ ਹੁੰਦੇ ਆ। ਤਾਂ 38 ਹੁੰਦੇ ਆ ਬੇਟੇ। ਠੀਕ ਹੈ ਜੀ, ਕਿੰਨੇ ਹੁੰਦੇ, 38। ਕਿਉਂਕਿ ਜਿਹੜਾ ਊੜਾ ਹੋ ਗਿਆ, ਆੜਾ ਹੋ ਗਿਆ ਤੇ ਈੜੀ ਹੋ ਗਈ, ਇਹ ਵੋਵਲਸ ਹੁੰਦੇ ਜਿਹਨੂੰ ਆਪਾਂ ਸਵਰ ਅੱਖਰ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਚੱਲਦੇ ਹਾਂ ਜੀ ਆਪਾਂ ਅੱਗੇ। ਇਹਦਾ ਆਨਸਰ ਆਊਗਾ ਜੀ ਸੀ 38। 38 ਕਹਿੰਦੇ ਪੰਜਾਬੀ ਦੇ ਵਿੱਚ। ਮੈਂ ਨਾਲ ਨਾਲ ਇੰਗਲਿਸ਼ ਵਿੱਚ ਤਾਂ ਬੋਲਦਾ ਹੁੰਦਾ ਕਿਉਂਕਿ ਮੇਰਾ ਮੇਨ ਮਕਸਦ ਇਹ ਹੁੰਦਾ ਵੀ ਸਾਰੇ ਬੱਚਿਆਂ ਦੀ ਮਦਦ ਹੋਵੇ। ਕਿਉਂਕਿ ਹੁਣ ਬਹੁਤ ਸਾਰੇ ਬੱਚੇ ਹੈਗੇ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਤਾਂ ਹੋਈ ਆ, ਪਰ ਉਹਨਾਂ ਨੂੰ ਇੰਨੀ ਠੇਠ ਪੰਜਾਬੀ ਨਹੀਂ ਆਉਂਦੀ। ਤਾਂ ਆਪਾਂ ਪਿੰਡਾਂ ਵਾਲੇ ਆਪਾਂ ਤਾਂ ਦੇਖੋ ਸਭ ਕੁਝ ਸਮਝਦੇ ਆ, ਸਰਕਾਰੀ ਸਕੂਲ 'ਚ ਪੜ੍ਹੇ ਹੋਏ ਆਪਾਂ। ਦੇਖੋ ਇੱਕ ਚੀਜ਼ ਹੋਰ ਧਿਆਨ ਰੱਖਣੀ, ਜਿਹੜੀ ਆਪਣੀ ਵਰਨਮਾਲਾ ਹੈਗੀ ਆ ਬੇਟੇ, ਉਹਦੇ ਵਿੱਚ ਆ ਵਰਗ ਜ਼ਰੂਰ ਯਾਦ ਰੱਖਣੇ ਆ ਕਿ ਮੁੱਖ ਵਰਗ ਕਿਹਨੂੰ ਕਹਿੰਦੇ ਆ, ਅੰਤਿਮ ਵਰਗ ਕਿਹਨੂੰ ਕਹਿੰਦੇ ਆ, ਨਵੀਨ ਵਰਗ ਕਿਹਨੂੰ ਕਹਿੰਦੇ ਆ। ਮੁੱਖ ਵਰਗ ਦਾ ਮਤਲਬ ਹੁੰਦਾ ਜਿੱਥੋਂ ਆਪਣੀ 35 ਸਟਾਰਟ ਹੁੰਦੀ ਆ, ਊੜਾ, ਆੜਾ, ਈੜੀ, ਸੱਸਾ, ਹਾਹਾ ਹੈ। ਕੈ ਵਰਗ ਹੋ ਗਿਆ, ਚੈ, ਟੈ, ਤੈ, ਪੈ ਹੋ ਗਿਆ। ਅੰਤਿਮ ਵਰਗ ਹੋ ਗਿਆ ਯਈਆ, ਰਾਰਾ, ਲੱਲਾ, ਵਾਵਾ, ਰਾੜਾ। ਤੇ ਨਵਾਂ ਜਿਹੜਾ ਬੇਟੇ, ਜਿਹੜੇ ਫਾਰਸੀ ਦੇ ਕੁਝ ਅੱਖਰ ਸੀਗੇ ਉਹ ਬਿੰਦੀ ਨਾਲ ਚੱਲਦੇ ਸੀਗੇ। ਛੱਛੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਜਿਹੜਾ ਹੈਗਾ ਰਾਜੇ, ਇਹ ਭਾਸ਼ਾ ਵਿਭਾਗ ਨੇ ਬਾਅਦ ਚ ਐਡ ਕੀਤਾ। ਠੀਕ ਹੈ ਜੀ, ਟੋਟਲ ਤੁਹਾਡੇ ਕਿੰਨੇ ਬਣ ਗਏ, 41 ਬਣ ਗਏ ਟੋਟਲ। ਠੀਕ ਹੈ ਜੀ, 41 ਵਿੱਚੋਂ 38 ਕੌਨਸੋਨੈਂਟ ਹੈ ਤੇ 3 ਕੀ ਨੇ ਤੁਹਾਡੇ ਸਵਰ ਅੱਖਰ ਨੇ, ਊੜਾ, ਆੜਾ ਤੇ ਈੜੀ। ਇਹ ਯਾਦ ਰੱਖ ਲਿਓ, ਉੱਥੇ ਬਹੁਤ ਕੁਐਸਚਨ ਆਉਂਦੇ ਆ। ਪਰ ਮੈਂ ਲੈਵਲ ਜਿਹੜਾ ਲੈ ਕੇ ਚੱਲ ਰਿਹਾ ਅੱਜ ਦੀ ਕਲਾਸ ਦਾ, ਉਹ ਫੋਰੈਸਟ ਗਾਰਡ ਦਾ ਲੈ ਕੇ ਚੱਲ ਰਿਹਾ, ਕਲਰਕ ਦਾ ਲੈ ਕੇ ਚੱਲ ਰਿਹਾ, ਕਿਉਂਕਿ ਇੱਥੇ ਜ਼ਿਆਦਾ ਕੋਈ ਔਖੀ ਨਹੀਂ ਆਊਗੀ। ਠੀਕ ਹੈ, ਐਗਜ਼ਾਮੀਨਰ ਨੂੰ ਵੀ ਪਤਾ ਹੁੰਦਾ ਕਿਸ ਪੋਸਟ ਦਾ ਲੈਵਲ ਕਿੰਨਾ ਹੈ। ਚਲੋ ਜੀ ਆਪਾਂ ਨੈਕਸਟ ਪੜ੍ਹਦੇ ਹਾਂ। ਸਵਰ ਤੇ ਵਿਅੰਜਨ ਤੁਹਾਨੂੰ ਮੈਂ ਦੱਸਦੇ ਬੇਟਾ। ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਕਹਿੰਦਾ ਜੀ ਕੋਈ ਅੰਗ ਜਿਹੜਾ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਧੁਨੀ ਨਿਕਲਦੀ ਹੈ, ਠੀਕ ਹੈ ਜੀ, ਕੋਈ ਰੁਕਾਵਟ ਨਹੀਂ ਪਾਉਂਦੀਗੀ। ਠੀਕ ਹੈ, ਰੁਕਾਵਟ ਨਹੀਂ ਪੈਦਾ ਹੁੰਦੀ। ਊੜਾ, ਆੜਾ, ਈੜੀ ਬੋਲ ਕੇ ਦੇਖ ਲਿਓ। ਵਿਅੰਜਨ ਬੋਲੋਗੇ ਥੋੜੀ ਬਹੁਤੀ, ਜਿਵੇਂ ਆਪਣਾ ਮੂੰਹ ਬੰਦ ਹੋ ਸਕਦਾ ਕੁਝ ਦੇਰ ਵਾਸਤੇ, ਤਾਲੂ ਨਾਲ ਜੀਭ ਟੱਚ ਕਰ ਸਕਦੀ ਹੈ, ਦੰਦਾਂ ਵਿੱਚੋਂ ਆਵਾਜ਼ ਆ ਸਕਦੀ ਹੈ, ਨੱਕ ਚੋਂ ਆਵਾਜ਼ ਆ ਸਕਦੀ ਹੈ, ਉਹਨੂੰ ਵਿਅੰਜਨ ਕਹਿੰਦੇ ਆ। ਚਲੋ ਜੀ ਆਪਾਂ ਬਾਕੀ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ, ਕਰਵਾਇਆ ਹੋਇਆ ਤੁਹਾਨੂੰ ਥਿਓਰੈਟੀਕਲ ਪਾਰਟ ਦੇ ਵਿੱਚ। ਅਗਲਾ ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਮ ਦੀ ਕਿਸਮ ਨਹੀਂ ਹੈ। ਠੀਕ ਹੈ ਜੀ, ਨਾਮ ਪੜਨਾਮ ਮੈਂ ਸਾਰਾ ਕੁਝ ਕਰਵਾਇਆ ਹੋਇਆ। ਤੁਹਾਨੂੰ ਪਤਾ ਪੜਨਾਮ ਕਿੰਨੇ ਤਰ੍ਹਾਂ ਦੇ ਹੁੰਦੇ, ਜੇ ਨਹੀਂ ਪਤਾ ਤਾਂ ਕਮੈਂਟ ਕਰ ਦਿਓ। ਮੈਂ ਅੱਗੇ ਜਾ ਕੇ ਕੁਐਸਚਨ ਵੀ ਆ ਜਾਊਗਾ, ਜੇ ਪਤਾ ਤਾਂ ਜਲਦੀ ਕਮੈਂਟ ਕਰ ਦਿਓ, ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਬੱਚਿਆਂ ਨੇ ਇੰਟਰਸਟ ਲੈ ਰਹੇ ਆ ਕਲਾਸ ਦੇ ਵਿੱਚ, ਨਾਲ ਨਾਲ ਕਮੈਂਟ ਕਰੀ ਜਾ ਰਹੇ ਆ। ਤਾਂ ਇਹਨਾਂ ਵਿੱਚੋਂ ਕਿਹੜਾ ਪੜਨਾਮ ਦੀ ਕਿਸਮ ਨਹੀਂ ਹੈਗਾ। ਤਾਂ ਇਹ ਪੁੱਛ ਰਿਹਾ ਬੇਟੇ ਤੁਹਾਨੂੰ। ਦੇਖੋ ਪੁਰਖਵਾਚਕ ਪੜਨਾਮ ਵੀ ਹੁੰਦਾ ਹੈ, ਨਿਸ਼ਚੈਵਾਚਕ ਵੀ ਹੁੰਦਾ ਹੈ, ਅਨਿਸ਼ਚੈਵਾਚਕ ਵੀ ਹੁੰਦਾ ਹੈ, ਪ੍ਰਸ਼ਨਵਾਚਕ ਵੀ ਹੁੰਦਾ ਹੈ, ਪਰ ਭਾਵਵਾਚਕ ਨਾਮ ਦਾ ਕੋਈ ਵੀ ਪੜਨਾਮ ਨਹੀਂ ਹੁੰਦਾ। ਤਾਂ ਆਪਣਾ ਸਹੀ ਉੱਤਰ ਕਿਹੜਾ ਬਣ ਗਿਆ, ਡੀ ਬਣ ਗਿਆ। ਤਾਂ ਆਹ ਦੇਖੋ ਜੀ 6 ਤਰ੍ਹਾਂ ਦੇ ਹੁੰਦੇ ਆ ਪੜਨਾਮ। ਪੁਰਖਵਾਚਕ, ਨਿਜਵਾਚਕ, ਪੁਰਖਵਾਚਕ ਵੀ ਅੱਗੇ 3 ਤਰ੍ਹਾਂ ਦੇ ਹੁੰਦੇ ਆ, ਉੱਤਮ ਪੁਰਖ, ਮੱਧਮ ਪੁਰਖ। ਠੀਕ ਹੈ, ਤਾਂ ਇਸ ਤਰ੍ਹਾਂ 3 ਤਰ੍ਹਾਂ ਦੇ ਹੁੰਦੇ ਆ। ਨਿਸ਼ਚੈਵਾਚਕ, ਅਨਿਸ਼ਚੈਵਾਚਕ, ਸੰਬੰਧਵਾਚਕ, ਪ੍ਰਸ਼ਨਵਾਚਕ, ਪਰ ਭਾਵਵਾਚਕ ਨਾਮ ਦਾ ਕੋਈ ਵੀ ਪੜਨਾਮ ਨਹੀਂ ਹੁੰਦਾ। ਚਲੋ ਜੀ ਆਪਾਂ ਅੱਗੇ ਵਧਦੇ ਹਾਂ। ਅਗਲਾ ਕੁਐਸਚਨ ਆ ਗਿਆ ਆਪਣਾ ਜੀ। ਦੇਖੋ ਕਹਿੰਦਾ ਹੇਠ ਲਿਖਿਆਂ ਵਿੱਚੋਂ ਲਗਾ ਤੇ ਲਗਾ ਅੱਖਰ ਦੇ ਮਤਲਬ ਜਿਹੜੇ ਆ ਦਿੱਤੇ ਹੋਏ ਇਹਨਾਂ ਵਿੱਚ ਲਗਾ ਵੀ ਹੈਗੀਆਂ ਨੇ ਤੇ ਲਗਾ ਅੱਖਰ ਵੀ ਹੈਗੇ ਨੇ। ਕਹਿੰਦਾ ਹੇਠ ਦਿੱਤੇ ਲਗਾ ਤੇ ਲਗਾ ਅੱਖਰਾਂ ਵਿੱਚੋਂ ਕੀ ਦੱਸਣਾ, ਆਪਾਂ ਲਗਾ ਦੱਸਣੀਆਂ ਨੇ। ਹੁਣ ਲਗਾ ਕਿੰਨੀਆਂ ਹੁੰਦੀਆਂ ਬੇਟੇ, 10 ਲਗਾ ਹੁੰਦੀਆਂ ਨੇ ਪੰਜਾਬੀ ਦੇ ਵਿੱਚ। ਕੀ ਲਗਾ ਕਿਹੜੀਆਂ ਹੁੰਦੀਆਂ, ਜਿਵੇਂ ਕੰਨਾ, ਠੀਕ ਹੈ ਜੀ, ਸਿਹਾਰੀ, ਬਿਹਾਰੀ,
ਲਾਂ, ਦਲਾਵਾਂ, ਔਂਕੜ, ठीक है, ये सारियां लगा हुंदियां ने। हुण तुसीं समझ गए होंगे, इहदा उत्तर करना कोई ज्यादा औखा नहीं हैगा। इहदा उत्तर बनदा ए, ठीक है, ए ही इहदा उत्तर बनदा है। देखो कन्ना हो गया, सिहारी हो गया, लां हो गया। हुण इहदे विच जिहड़ी बिंदी ते टिप्पी है वो की है, लगा अखर, ठीक है। वो की ने लगा अखर तीन तरह के हुंदे राजे, किहड़े किहड़े हुंदे है? एक की हुंदी है जी बिंदी, एक की हुंदी है जी टिप्पी, ते एक हुंदा जी अदक, ठीक है। ये तिन्ने की हुंदे ने? लगा अखर हुंदे ने। ये बिल्कुल बेसिक क्वेश्चन है, बहुत सौखा क्वेश्चन है। इस तरह के क्वेश्चन तुहानूं देखण नूं मिल सकदे है। चलो जी आपां अगे वधदे हां। आ देखो लगा अपने कोले 10 हुंदियां ने बेटा। एक मुक्ता लग हुंदी है। मुक्ता मतलब जिहदे नाल कुछ भी चिन्ह नहीं लगा हुंदा, जिवें आड़ा। कन्ना हो गया अपने नाल, ठीक है, सस्से नूं कन्ना। सिहारी, बिहारी, औंकड़, दलैंकड़, लां, दलावां, हौड़ा, कनौड़ा। तो अपने कोल टोटल कितनियां हो गईयां? 10। ये जरूर याद रखनियां ने। लगा अपने कोले 10 तरह दीयां हुंदियां। अगे आ गया जी, कहंदा गुरमुखी लिपि विच जिन्हां अखरां दी वरतों अखरां दे पैर विच कीती जांदी है। हुण देखो हिंदी दे विच अद्धे अखर हुंदे आ, उवें पंजाबी दे विच पैर दे विच अखर पैंदे, उहनूं कह दिंदे आ, की कह दिंदे आ? दुत्त अखर। किहड़े अखर बोलदे आ बेटा? दुत्त अखर बोलिया जांदा है। हुण दुत्त अखर किहड़े किहड़े हुंदे आ? 3 तरह दे हुंदे आ। सॉरी 3 अखर ही हुंदे। दुत्त अखर ये भी क्वेश्चन आ जांदा है कि टोटल पंजाबी विच दुत्त अखर किन्ने ने? 3 ने। किहड़े किहड़े ने बेटा? हाहा, रारा ते वावा। पैर दे विच हाहा पैंदा जां फिर रारा पैंदा जां फिर की पैंदा? वावा पैंदा। ये याद रख लिओ। आ दुत्त अखर ने बेटा तुहाडे हाहा, रारा ते वावा, ठीक है जी। जिवें हुण हाहे दी वरतों की है? पढ़ाई। तो हाहा देखो आ रहा जड़, जिन्ना, ये सारे शब्दां विच हाहा आ रहा है। जे मैं रारे की गल करां, प्रश्न, प्रार्थना, प्रोफैसर, इहदे विच की आ रहा? रारा आ रहा है। वावा कित्थे आ रहा? जिवें स्वर, स्वै जीवनी, स्वैमान, स्वै विश्वास। तो सारियां विच की आ रहा जी? पैर दे विच आ रहा। जिहड़े पैर च अखर हुंदे बेटे उहनूं कह दिंदे आ दुत्त अखर। अगे वधदे हां जी, कहंदा जी ब्यास नदी किस तरह का नाम हैगा? देखो कुछ हुंदे आ आम नाम, ठीक है। आम नाम किवें हो गया? शहर। हुण शहर कोई भी हो सकता भाई, चंडीगढ़ भी हो सकता, बठिंडा भी, फाजिलका भी, ठीक है जी। हुण ये आम है। जिवें मैं कह दवां दरिया, दरिया, नदी कह दवां, नदी कोई भी हो सकती है, रावी भी हो सकती है, ब्यास भी, झेलम भी, चनाब भी। पर इत्थे खास लिखिया देखो ब्यास नदी। तो ब्यास मतलब नाल उहदे शब्द की आ रहा? ब्यास आ रहा है। तो यह की बन गया जी? आम तो की बन गया? खास बन गया, ठीक है जी। की बन गया? खास बन गया। तो किहड़ा नाम है बेटे? यह खास नाम है। अगे वधदे हां जी आपां। देखो ज्यादा डिटेल च नहीं मैं जाऊंगा, ज्यादा डिटेल च जान लगे क्लास बड़ी लंबी हो जूगी, जिहदे करके इंटरस्ट खत्म हो जाता है। फिर मेरी कीती मेहनत भी नहीं तुहानूं मतलब पल्ले पैंदी, तो स्वाद नहीं आउंदा। जदों मतलब पता की गल है, जो दिखता है वही बिकता है। हिंदी च मैं दस रहा, जो दिखता वही बिकता है ना। जे व्यूज नहीं ना आउंदे, बच्चे देखते नहीं क्लास, यार इत्थे व्यूज नहीं ना आए, काम की क्लास नहीं होगी। पर इदां दी गल नहीं हुंदी गी, कई बारी उच्चा दुकान ते फिक्का पकवान भी मिल जाता है। तो सारियां क्लासां देखनियां चाहीदियां। खास नाम हो गया, कहता जी जिहड़े शब्द तो किसी खास व्यक्ति, जीव, खास वस्तु, खास स्थान का पता लगे। जिवें आपां कह दईए गुरु साहब, तो गुरु साहब तो कोई भी आ सकते हैं। जे आपां कह दईए श्री गुरु गोबिंद सिंह जी, आनंदपुर साहब, सतलुज, ब्यास, रावी, ठीक है, कुछ भी कह दईए वो खास बना दिंदा है। अगे चलदे हां जी आपां। काल, कहंदा जी काल किन्नी तरह के हुंदे आ? तो तुहानूं सारिआं नूं पता बेटे काल 3 तरह के हुंदे आ, ठीक है जी। 3 तरह के काल वरते जाते हैं, जिन्होंने तुसीं अंग्रेजी विच प्रेजेंट, फ्यूचर, पास्ट कह दिंदे हो। तो पंजाबी विच भी याद रखना भाई 3 तरह के हुंदे किहड़े किहड़े? भूतकाल, ठीक है जी, जिन्होंने तुसीं पास्ट कह दिंदे आ। वर्तमान जिन्होंने तुसीं प्रेजेंट कहने आ। भविख जिन्होंने तुसीं फ्यूचर कह दिंदे आ। तो ठीक है जी। कहंदा राम पढ़दा है, राम ने पाठ पढ़िया ते राम पाठ पढ़ेगा, ठीक है जी। पढ़दा है मतलब पढ़ी आ रहा, तो की है जी? वर्तमान दे विच है। राम ने पाठ पढ़िया मतलब पास्ट भूतकाल हो गया। तो राम पाठ पढ़ेगा, पढ़ेगा मतलब पता नहीं पढ़ूगा कि नहीं पढ़ूगा, ठीक है जी। क्लास देखूगा पता नहीं देखूगा कि नहीं देखूगा। तो कहने का मतलब की हो गया? तुहाडा फ्यूचर हो गया, फ्यूचर। अगे आ गया जी मुहावरे ते खान बहुत पुछदे आ तुहानूं बेटा। खेरू खेरू हो जाना, खेरू खेरू हो जाना मुहावरे का अर्थ की है? हुण हुंदे बड़े सौखे आ मुहावरे, पर उत्थे जाके प्रैशर इन्ना हुंदा पेपर दे विच जाके बच्चे नूं नहीं पता लगता। तो खेरू खेरू का मतलब की है बेटे? इत्थे खेरू खेरू का मतलब हुंदा तबाह हो जाना, ठीक है जी। लुट्टिया पुट्टिया जाना, तबाह हो जाना, ठीक है जी, याद रख लिओ, ठीक है। अगे चलते हैं जी आपां। अगे कहंदा जी हेठ दित्तिआं विचों किहड़ा अनुनासिकी व्यंजन नहीं हैगा? अनुनासिकी कह दो या फिर नासकी कह दो। नासकी व्यंजन किहड़े हुंदे आ बेटा? जिहड़े बोलण समय नक विचों आवाज आउंदी है। मीका सिंह नूं सुणदे आ सारे, मीका वो नक च गाउंदा है, जां हमेश रशमैया जिहा सीगा वो गाउंदा हुंदा सीगा नक चों, है ना। तो नक चों आवाज आउंदी है जदों आपां अनुनासिकी व्यंजन बोलदे आ। उन्होंने कहा भी किहड़ा नहीं हैगा। हुण नहीं पुछ लिया, जे आपां नूं पता होगा भी किहड़ा हैगा तां ही दस्सांगे ना नहीं किहड़ा हैगा। तो इहदे विचों देखो यईयां बोलो, है नाना बोलो, ये नक चों आवाज आ रही है,
पर जो आड़ा बोलते हैं बोल के देख लो, आड़ा बोलांगे नक चो आवाज नहीं आती, तो उन्हें नहीं पूछा सीगा, तो आड़ा आंसर हो गया। तुहानूं मैं दस भी दिना राजे, अनुनासिकी व्यंजन वो धुनियां ने जिन्हां दे उचारण समय कुछ आवाज नक चो निकलती है। ठीक है, जिवें मैं कहता मम्मा, नन्ना, नाना, यईया। ठीक है जी, तो ये चीज़ां जिहड़ियां बोल के देख लो तुसीं की है, नक चो आवाज आऊगी। अगे गल करते हैं जी, कहता बच्चे हाकी खेड रहे हैं, वाक विच करता शब्द किहड़ा? करता। पंजाबी जिहड़ा वाक हुंदा उह च करता भी हुंदा, कर्म भी हुंदा ते किरिया भी हुंदी है। अगे जाके दसूंगा दी तरतीब की हुंदी, क्वेश्चन आउंदा हुंदा। फिलहाल दी घड़ी उन्होंने कहा भी करता दसो। करता कौन हुंदा? जिहड़ा काम करन वाला। करता कौन हुंदा? काम करन वाला। इत्थे काम कौन कर रहा? बच्चे हाकी खेड रहे हैं, तो बच्चे खेड रहे हैं ना, तो करता कौन बन गया राजे? बच्चे। क्योंकि बच्चे नहीं होणगे तो हाकी कौन खेडूगा? तो बच्चे की बन गए? थोड़े करता बन गए। अगे चलते हैं जी आप नैक्सट क्वेश्चन वाल। अगे कहता जी पंजाब की टकसाली भाषा, टकसाली हुंदी है जिहड़ी आपां लिखत मतलब कि लिखत पढ़त वास्ते वरतदे हां, तो पंजाब की टकसाली भाषा किहड़ी हैगी है भाई? माझी। हुण कई इत्थे मैनूं क्वेश्चन करन लग जांदे, सर जी मलवई नहीं हैगी। ਉਹ नहीं भाई, तुसीं पेपर वास्ते याद रखनी है, इमोशनल नहीं होनागा। माझी आ माझी। ठीक है जी, पंजाब की टकसाली भाषा किहड़ी है? माझी। अगे गल करते हैं जी आपां पंजाबी दे होठी व्यंजन किहड़े ने? राजे होठी हुंदे है, दंती हुंदे है, तलवी हुंदे है। होठी मतलब होंठ की हो गया अपना होंठ। ठीक है जी, होठी व्यंजन। तो इहदे विच किहड़े होणगे? अपने आप बोल के देख लिया करो। ठीक है, बोल के देखो। पप्पा, देखो थोड़े जिहड़े बुल हैगे जुड़ जांदे आ। पप्पा, फफ्फा, बब्बा, भब्बा, मम्मा, बाबा। तो किहड़े होठी व्यंजन किहड़े हो गए तुहाडे? बी हो गया तुहाडा आंसर। ठीक है जी, अगे चलते हैं जी आपां बिंदी। बिंदी की है? मैं हुणे पढ़ा के आया। ठीक है, तुहानूं हुणे पढ़ाया कि तीन तरह के लगा अखर होंगे आ। बिंदी की है? तुहाडा लगा अखर है। ठीक है जी, तो सारा कुछ याद रखना बेटे। बिंदी होगी, ठीक है जी, टिप्पी होगी तुहाडी, अदक हो गया। ये तीन तरह के की होंगे तुहाडे कोले? लगा अखर होंगे ने। ठीक है, याद रख लियो, बहुत सौखा पेपर आऊगा। अगे गल करते हैं जी, देखो फ्री के नंबर होंगे बेटे, नंबर आपां खा जाने हैं। मतलब कंप्यूटर हो गया, पंजाब जीके होगी, पंजाबी ग्रामर चक दांगे फट्टे। ठीक है जी, छड्डना नहीं बस। लगा, देखो लगा का संबंध अखरां नाल हुंदा है। लगा अखर का मतलब की है? जिहड़ी आपां लगा लाउने आ, कन्ना, हौड़ा, कनौड़ा, लां, दलावां, उहदा अखरां नाल संबंध हुंदा है। तो दोवां दे सुमेल तो जिवें हुण मैं कह देवां आड़े नूं कन्ना, ये अखर है, ये की होगी मेरी? ठीक है जी, लां होगी। तो दोनों का मिलाप की हो गया? लगा अखर हो गया। ठीक है, हुण बेसिकली अपने कोल तीन तरह के होंगे, बिंदी, टिप्पी ते अदक। बिंदी, टिप्पी ते अदक होंगे। जिवें गेंद, हुण आपां कल्ली गेंद आपां ऐ पा दईए तो गल नहीं बनेगी। ਉਹ ਇੱਕ ਨਾ ਇੱਕ बड़ा ਵਧੀਆ ਕੋਟ ਆਉਂਦਾ ਹੁੰਦਾ ਕਿ ਅੰਗਰੇਜ਼ੀ ਦੇ ਤਾਂ ਕੁਝ ਅੱਖਰ ਸਾਇਲੈਂਟ ਨੇ, ਸਾਡੀ ਤਾਂ ਬਿੰਦੀ ਵੀ ਬੋਲਦੀ ਹੈ। ਹੁਣ ਦੇਖੋ ਬਿੰਦੀ ਕਿਵੇਂ ਬੋਲਦੀ ਹੈ? ਆ ਦੇਖੋ ਗੇਂਦ, ਆ ਗੇਂਦ ਲਿਖਿਆ ਤੇ ਵਿੱਚ ਬਿੰਦੀ ਪਾ ਦੂੰਗਾ ਤਾਂ ਗੇਂਦ, ਆ ਗੇਂਦ ਬਣਦਾ, ਇਹ ਗਲਤ ਹੈ। ਤਾਂ ਗੇਂਦ ਬਿੰਦੀ ਵੀ ਸਾਡੀ ਬੋਲਦੀ ਹੈ ਪੰਜਾਬੀ ਦੀ ਭਾਈ। ਟਿੱਪੀ ਹੋ ਗਿਆ ਸੰਗ, ਸੰਦ, ਚੰਦ। ਅਦਕ ਹੋ ਗਿਆ ਸੱਚ, ਪੱਤਾ, ਮੱਕੀ। ਠੀਕ ਹੈ ਜੀ, ਇਹ ਸਾਰੇ ਅਦਕ ਵਾਸਤੇ ਵਰਤੇ ਜਾਂਦੇ ਆ। ਅੱਗੇ ਆ ਗਿਆ ਜੀ, ਕਹਿੰਦਾ ਜੀ ਪੰਜਾਬੀ ਦਾ ਪਹਿਲਾ ਵਿਆਕਰਨ ਕਿਸਨੇ ਲਿਖਿਆ? ठीक है जी, व्याकरण किसने लिखा पंजाबी का पहला? तो किने लिखा जी? आ बंदा विलियम कैरी। किहड़ा जी? विलियम कैरी। हुण कदों लिखिया इहदे बारे मतलब अलग अलग डेट्स मिलदियां ने, पर तुसीं मैनूं कमेंट कर सकदे हो। जे तुहानूं पता तो कमेंट कर दिओ, तुहानूं मैं करैक्ट कर दूंगा जे तुसीं गलत लिखिया होया। तो विलियम कैरी ने लिखिया सी पहला पंजाबी व्याकरण। ठीक है जी, दस दिओ मैनूं कमेंट करके जरूर। अगे चलदे हां जी, आपां नैक्सट क्वेश्चन वाल वधदे हां। गुरमुखी लिपि किस प्रांतन लिपि तो उपजी है? ठीक है जी, गुरमुखी लिपि का जिहड़ा जन्म होया किहड़ी प्रांतन लिपि तो होया? ये क्वेश्चन बहुत पुछदे हुंदे आ बेटे। ये होया ब्रह्मी तो। किहड़ी तो? ब्रह्मी तो होया। ठीक है जी, याद रख लियो। बाकी मैं एक चार्ट करवाया होया, अगे जाके कराऊंगा। इस तो इलावा होर किहड़ियां-किहड़ियां भाषावां हैगियां ने जिन्हां तो ये पंजाबी अपनी बन के आई है, भाषा बन के आई है। तो ये लिपि की गल हो रही है इत्थे। ठीक है, भाषा की गल नहीं हो रही, लिपि की गल हो रही है। तो ब्रह्मी तो आया जी। अगे देखो, चलो एक क्वेश्चन रिपीट हो गया, रिपीट नहीं कह सकते, पूछण दा ढंग चेंज हो गया। कहता जो अखर पैर विच लिखे जाण उन्होंने की कहते हैं? तो मैं तुहानूं दस के हटिया किहड़े अखर हुंदे ने राजे? दुत्त अखर हुंदे ने। हुण दुत्त अखर किहड़े-किहड़े ने? हाहा, रारा ते वावा। ये याद रख लो, मैं वार-वार तां बोलदा तुहाडी पक्की प्रैक्टिस हो जाए, तुहानूं याद हो जाए चीज़। अगे कहता जी गुरमुखी वर्णमाला विच इस समय कुल किन्ने अखर ने? मैं हुणे दस के हटिया 45, 40, 41 या 46। 47 या गलत लिखा गया 46। तो 41 अखर ने टोटल इस टाइम ते। 41 जिन्होंने तुसीं कह दिंदे हो 41। ठीक है जी, 41 अखर ने। तुहानूं पढ़ाते मैं पिछे जे है ना, तो आ सारा देखो पढ़ाया होया। देखो 5-5 का कर लो, 1 2 3 4 5 6 7 ते 8 8 5 40 ते एक एक्स्ट्रा 40 + 1 कितना हो गया? 41। ठीक है जी,
ਅੱਗੇ ਚੱਲਦੇ ਹਾਂ ਜੀ ਆਪਾਂ। ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਆ? ਹੁਣ ਬਹੁਤੇ ਬੱਚਿਆਂ ਨੂੰ ਪਤਾ ਹੀ ਹੁੰਦਾ, ਇਹ ਤਾਂ ਦੇਖੋ ਬਹੁਤ ਸੌਖਾ ਕੁਐਸਚਨ ਹੈ। 5 ਤਰ੍ਹਾਂ ਦੇ ਨਾਮ ਹੁੰਦੇ ਆ, ਠੀਕ ਹੈ ਜੀ। ਇਹ ਆਪਾਂ ਪੜਿਆ ਹੋਇਆ, ਆਪਾਂ ਮੈਨੂੰ ਲੱਗਦਾ 7ਵੀਂ 8ਵੀਂ ਤੋਂ ਕੁੱਟ ਖਾਣ ਲੱਗ ਗਏ ਸੀ ਮਾਸਟਰਾਂ ਤੋਂ ਇਹਦੇ ਪਿੱਛੇ। ਨਾਮ ਕਿੰਨੀ ਤਰ੍ਹਾਂ ਦੇ ਹੁੰਦਾ, ਪੜਨਾਮ ਕਿੰਨੀ ਤਰ੍ਹਾਂ ਦਾ ਹੁੰਦਾ, ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਤਾਂ ਇਹ ਆਪਾਂ ਨੂੰ ਯਾਦ ਹੋਣਾ ਚਾਹੀਦਾ। ਪੇਪਰ ਵਿੱਚ ਇਹ ਚੀਜ਼ਾਂ ਬਹੁਤ ਕਨਫਿਊਜ਼ ਕਰਦੀਆਂ। ਤਾਂ 5 ਤਰ੍ਹਾਂ ਦੇ ਹੁੰਦੇ ਆ ਬੇਟੇ। ਕਿਹੜੇ ਕਿਹੜੇ ਹੁੰਦੇ ਆ? ਆਮ ਨਾਮ ਜਿਹਨੂੰ ਆਪਾਂ ਜਾਤੀਵਾਚਕ ਵੀ ਕਹਿ ਦਿੰਦੇ ਆ, ਖਾਸ ਨਾਮ ਜਿਹਨੂੰ ਆਪਾਂ ਨਿੱਜਵਾਚਕ ਕਹਿ ਦਿੰਦੇ ਆ, ਵਸਤੂਵਾਚਕ, ਇਕੱਠਵਾਚਕ, ਭਾਵਵਾਚਕ। ਠੀਕ ਹੈ ਜੀ, ਸਾਰਾ ਕੁਝ ਯਾਦ ਰੱਖਣਾ। ਭਾਵਵਾਚਕ ਨਾਮ ਹੁੰਦਾ। ਅੱਗੇ ਆ ਗਿਆ ਜੀ ਆਪਣਾ ਕਾਰਕ। ਕਹਿੰਦਾ ਜੀ ਕਾਰਕ ਕਿੰਨੀ ਪ੍ਰਕਾਰ ਦਾ ਹੁੰਦਾ? ਹੁਣ ਕਾਰਕ ਪਤਾ ਨਾ ਸਾਰਿਆਂ ਨੂੰ, ਕਾਰਕ ਕੀ ਹੁੰਦਾ? ਕਾਰਕ ਬੇਸਿਕਲੀ ਹੁੰਦਾ ਬੇਟੇ ਜਿਹੜਾ ਨਾਮ ਜਾਂ ਪੜਨਾਮ ਦਾ ਹੋਰਨਾਂ ਸ਼ਬਦਾਂ ਦੇ ਨਾਲ ਸੰਬੰਧ ਦੱਸਦਾ ਹੈ। ਠੀਕ ਹੈ, ਜਿਹੜਾ ਨਾਮ ਤੇ ਪੜਨਾਮ ਦਾ ਹੋਰਨਾਂ ਸ਼ਬਦਾਂ ਦੇ ਨਾਲ ਕੀ ਕਰਦਾ? ਸੰਬੰਧ ਪ੍ਰਗਟ ਕਰਦਾ, ਉਹਨੂੰ ਕਹਿ ਦਿੰਦੇ ਕਾਰਕ। ਤਾਂ ਪੜਾਇਆ ਹੋਇਆ, ਜੇ ਨਹੀਂ ਪਤਾ ਲੱਗ ਰਿਹਾ ਤਾਂ ਕਲਾਸਾਂ ਦੇਖ ਲਿਓ ਭਾਈ, ਕਿਉਂਕਿ ਅੱਜ ਕੱਲ ਪੰਜਾਬੀ ਦਾ ਲੈਵਲ ਵੀ ਅਪ ਹੋ ਗਿਆ। ਕਾਰਦੰਤਕ ਹੋ ਗਿਆ, ਕਾਰਕ ਹੋ ਗਿਆ, ਸੰਬੰਧਕ ਹੋ ਗਿਆ, ਯੋਜਕ ਹੋ ਗਿਆ, ਵਾਕ ਹੋ ਗਈ, ਮਿਸ਼ਰਤ ਵਾਕ ਹੋ ਗਏ, ਸੰਯੁਕਤ ਗੁੰਝਲਦਾਰ ਵਾਕ ਹੋ ਗਏ। ਇਹਦੇ ਵਿੱਚ ਬਹੁਤ ਕੁਐਸਚਨ ਆਉਂਦੇ ਆ, ਬੱਚੇ ਨੂੰ ਇਹ ਚੀਜ਼ ਕਲੀਅਰ ਨਹੀਂ ਹੁੰਦੀ। ਕਿਤਾਬਾਂ ਤਾਂ ਬਹੁਤ ਹੈਗੀਆਂ ਨੇ ਆਪਣੇ ਕੋਲੇ ਸੋਹਣੀਆਂ ਸੋਹਣੀਆਂ, ਪਰ ਕਹਿੰਦੇ ਆ ਜੀ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਤਾਂ ਥੋੜਾ ਜਿਹਾ ਪੜ੍ਹ ਲਿਓ, ਫ੍ਰੀ ਚ ਕਰਾਇਆ ਹੋਇਆ, ਆਪਾਂ ਕਿਹੜਾ ਪੈਸੇ ਲੈਣੇ ਆ, ਤੇ ਟਾਈਮ ਤੁਹਾਨੂੰ ਲਗਾਉਣਾ ਹੀ ਪਊਗਾ। ਤਾਂ ਇਹ ਆਪਣੇ ਕਰਵਾਇਆ ਹੋਇਆ YouTube ਚੈਨਲ ਤੇ ਪਿਆ। ਤਾਂ ਕਾਰਕ ਤੁਹਾਨੂੰ ਮੈਂ ਦੱਸਤਾ ਰਾਜੇ, ਕਾਰਕ ਹੁੰਦੇ ਕਿੰਨੀ ਤਰ੍ਹਾਂ ਦੇ ਆ, ਇਹ ਕੁਐਸਚਨ ਆਇਆ ਤੁਹਾਨੂੰ। ਤਾਂ ਇਹ ਕੁਐਸਚਨ ਹੈਗਾ ਜੀ, ਕਾਰਕ ਜਿਹੜੇ ਹੁੰਦੇ ਬੇਟੇ 8 ਤਰ੍ਹਾਂ ਦੇ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਚਾਹੀਏ ਯਾਦ ਨਾ ਰੱਖਿਓ, ਬਟ ਇਹ ਯਾਦ ਰੱਖ ਲਿਓ ਵੀ ਹੁੰਦੇ ਕਿਹੜੇ ਆ, ਕਿੰਨੇ ਤਰ੍ਹਾਂ ਦੇ ਹੁੰਦੇ ਆ। 8 ਤਰ੍ਹਾਂ ਦੇ ਹੁੰਦੇ ਆ। ਬਾਕੀ ਯਾਦ ਰੱਖਣ ਨੂੰ ਕੋਈ ਔਖਾ ਕੰਮ ਨਹੀਂ ਹੈਗਾ। ਕਰਤਾ ਕਾਰਕ ਹੁੰਦਾ, ਕਰਮ ਕਾਰਕ ਹੁੰਦਾ, ਕਰਨ ਕਾਰਕ ਹੁੰਦਾ, ਸੰਪਰਦਾਨ ਕਾਰਕ ਹੁੰਦਾ, ਅਪਾਦਾਨ ਕਾਰਕ ਹੁੰਦਾ, ਸੰਬੰਧ ਕਾਰਕ ਹੁੰਦਾ, ਅਧਿਕਰਨ ਤੇ ਸੰਬੋਧਨ ਕਾਰਕ ਹੁੰਦਾ। ਇਹਨਾਂ ਸਾਰਿਆਂ ਦਾ ਮੀਨਿੰਗ ਮੈਂ ਸਮਝਾਇਆ ਹੋਇਆ। ਕਰਨ ਕਾਰਕ ਬਹੁਤ ਹੁੰਦਾ, ਜਿਹਦੇ ਕਾਰਨ ਮਤਲਬ ਜਿਹਦੇ ਕਰਕੇ ਕੰਮ ਹੋ ਰਿਹਾ, ਜਿਹੜੀ ਚੀਜ਼ ਦੇ ਰਾਹੀਂ ਕੰਮ ਹੋ ਰਿਹਾ। ਠੀਕ ਹੈ ਜੀ, ਤਾਂ ਇਹ ਬਹੁਤ ਪੁੱਛਦੇ ਹੁੰਦੇ ਆ, ਤਾਂ ਯਾਦ ਰੱਖ ਲਿਓ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਵਿਸ਼ੇਸ਼ਣ। ਠੀਕ ਹੈ ਜੀ, ਜਿਹੜਾ ਵਿਸ਼ੇਸ਼ਤਾ ਦੱਸਦਾ। ਤਾਂ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਆ ਪੰਜਾਬੀ ਦੇ ਵਿੱਚ? ਤਾਂ ਵਿਸ਼ੇਸ਼ਣ ਹੁੰਦੇ ਆ ਬੇਟੇ 5 ਤਰ੍ਹਾਂ ਦੇ। ਕਿੰਨੇ ਤਰ੍ਹਾਂ ਦੇ ਹੁੰਦੇ ਆ? 5 ਤਰ੍ਹਾਂ ਦੇ ਹੁੰਦੇ ਆ। ਤਾਂ ਕਿਹੜੇ ਕਿਹੜੇ ਹੁੰਦੇ ਆਪਣੇ ਕੋਲੇ? ਗੁਣਵਾਚਕ, ਸੰਖਿਆਵਾਚਕ, ਪ੍ਰਮਾਣਵਾਚਕ, ਨਿਸ਼ਚੈਵਾਚਕ ਤੇ ਪੜਨਾਮੀ ਵਿਸ਼ੇਸ਼ਣ। ਠੀਕ ਹੈ ਜੀ, ਅੱਗੇ ਹੁੰਦੇ ਕੀ ਕੀ ਹੈ ਢੰਗ ਥੋੜਾ ਕੁਝ ਪੜਨ ਵਾਸਤੇ ਤੁਹਾਨੂੰ ਥਿਊਰੀ ਕਲਾਸਾਂ ਦੇਖਣੀਆਂ ਪੈਣਗੀਆਂ। ਤਾਂ ਆਨਸਰ ਇੱਥੇ ਬਣਦਾ ਜੀ ਤੁਹਾਡਾ B। 5 ਤਰ੍ਹਾਂ ਦੇ ਹੁੰਦੇ ਆ। ਅੱਗੇ ਚੱਲਦੇ ਹਾਂ ਜੀ ਪੜਨਾਮ। ਚਲੋ ਮੈਂ ਦੱਸ ਚੁੱਕਿਆ, ਪੜਨਾਮ 6 ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਦੁਬਾਰਾ ਪੜਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ ਜੀ, ਪੜਨਾਮ ਕਿੰਨੇ ਤਰ੍ਹਾਂ ਦੇ ਹੁੰਦੇ ਆ? 6 ਤਰ੍ਹਾਂ ਦੇ ਹੁੰਦੇ ਆ। ਤਾਂ ਕਿਹੜੇ ਕਿਹੜੇ ਹੁੰਦੇ ਰਾਜੇ? ਪੁਰਖਵਾਚਕ, ਨਿੱਜਵਾਚਕ, ਨਿਸ਼ਚੈਵਾਚਕ, ਅਨਿਸ਼ਚੈਵਾਚਕ, ਸੰਬੰਧਵਾਚਕ ਤੇ ਪ੍ਰਸ਼ਨਵਾਚਕ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਕਿਰਿਆ ਵਿਸ਼ੇਸ਼ਣ। ਦੇਖੋ ਬੱਚੇ ਕਨਫਿਊਜ਼ ਹੁੰਦੇ ਰਾਜੇ, ਕਿਰਿਆ ਤੇ ਵਿਸ਼ੇਸ਼ਣ ਅਲੱਗ-ਅਲੱਗ ਹੈ। ਹੁਣ ਵਿਸ਼ੇਸ਼ਣ ਪੜਾਤਾ ਮੈਂ, ਕਿਰਿਆ ਅਲੱਗ ਹੈ, ਵਿਸ਼ੇਸ਼ਣ ਅਲੱਗ ਹੈ। ਤਾਂ ਕਿਰਿਆ ਵਿਸ਼ੇਸ਼ਣ ਅਲੱਗ ਹੈ। ਠੀਕ ਹੈ ਜੀ, ਕਿਰਿਆ ਵਿਸ਼ੇਸ਼ਣ ਹੁਣ ਕਿੰਨੇ ਤਰ੍ਹਾਂ ਦੇ ਹੁੰਦੇ ਆ? ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਆ ਰਾਜੇ? ਕਿਰਿਆ ਵਿਸ਼ੇਸ਼ਣ ਹੁੰਦੇ ਆ 8 ਤਰ੍ਹਾਂ ਦੇ। ਸੌਰੀ, ਇੱਥੇ ਆਨਸਰ ਲਿਖਿਆ ਹੀ ਪਿਆ। ਤਾਂ 8 ਤਰ੍ਹਾਂ ਦੇ ਹੁੰਦੇ ਆ ਬੇਟੇ। ਠੀਕ ਹੈ, ਯਾਦ ਰੱਖ ਲਿਓ ਕਿਰਿਆ ਵਿਸ਼ੇਸ਼ਣ ਕਿਹੜੇ ਕਿਹੜੇ ਹੁੰਦੇ ਰਾਜੇ? ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਮਿਣਤੀਵਾਚਕ, ਸੰਖਿਆਵਾਚਕ, ਨਿਰਣਾਵਾਚਕ, ਕਾਰਨਵਾਚਕ ਤੇ ਨਿਸ਼ਚੈਵਾਚਕ। ਠੀਕ ਹੈ ਜੀ, ਨਾਮ ਜ਼ਰੂਰ ਯਾਦ ਰੱਖਣੇ ਆ। ਹੋ ਸਕਦਾ ਕੋਈ ਤੁਹਾਨੂੰ ਪੁੱਛ ਲੈਣ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਰਿਆ ਵਿਸ਼ੇਸ਼ਣ ਨਹੀਂ ਹੈਗਾ, ਉੱਥੇ ਗੱਡੀ ਫਸ ਜੂਗੀ। ਉੱਥੇ ਜੇ ਨਾਂ ਨਹੀਂ ਪਤਾ ਹੋਣਗੇ ਤਾਂ ਪੰਗਾ ਪੈ ਜਾਊਗਾ। ਠੀਕ ਹੈ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਆ ਜੀ। ਦੇਖੋ ਕੁੰਡੀਆਂ ਦੇ ਸਿੰਘ ਫਸ ਗਏ, ਨਿੱਤਰੂ ਵੜੇਵੇਂ ਖਾਣੀ ਵਾਲਾ ਕੰਮ ਹੋਣਾ। ਠੀਕ ਹੈ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਪੜਨ ਦਾ ਢੰਗ, ਚਾਹੇ ਕੰਪਿਊਟਰ ਪੜਨਾ, ਪੰਜਾਬੀ ਪੜਨੀ ਆ, ਪੰਜਾਬ ਜੀਕੇ ਪੜਨੀ, ਪਹਿਲਾਂ ਥਿਊਰੀ ਪੜਨੀ ਫਿਰ MCQ ਕਰਨੇ ਆ। ਮੈਂ ਆਪਣਾ ਪੇਡ ਵਾਲਾ MCQ ਬੈਚ ਨਹੀਂ ਦਿੰਦਾ ਜਿਹੜੇ ਬੱਚੇ ਨੇ ਥਿਊਰੀ ਨਹੀਂ ਕੀਤੀ ਹੁੰਦੀ। ਮੈਂ ਪੁੱਛ ਲੈਣਾ ਹੁੰਦਾ ਥਿਊਰੀ ਕੀਤੀ ਤਾਂ ਲਈ, ਨਹੀਂ ਰਹਿਣ ਦੇ। ਬਾਅਦ ਚ ਮੇਰੀ ਬਦਨਾਮੀ ਹੋਣੀ ਆ ਵੀ ਸਰ ਤੋਂ ਬੈਚ ਲਿਆ ਸੀ ਤਾਂ ਮੈਨੂੰ ਕੁਝ ਆਇਆ ਨਹੀਂ ਉਹਦੇ ਵਿੱਚੋਂ। ਤਾਂ ਇਸ ਕਰਕੇ ਦੇਖੋ ਜਿਹੜੇ ਡਾਇਰੈਕਟ ਕਲਾਸ ਲਾ ਰਹੇ MCQ ਦੀ, ਹੁਣ ਘਾਬਰਨ ਦੀ ਜ਼ਰੂਰਤ ਨਹੀਂ ਹੈਗੀ, ਦਿਨ ਬਹੁਤ ਥੋੜੇ ਆ। ਹਾਂ, ਤੁਸੀਂ ਕੱਲੀ MCQ ਦੀ ਕਲਾਸ ਲਗਾਓਗੇ 60-70% ਕਵਰ ਹੋ ਜਾਊਗਾ, ਪਰ 100% ਉਸ ਬੰਦੇ ਦਾ ਕਵਰ ਹੋਊਗਾ ਜਿਹਨੇ ਥਿਊਰੀ ਪੜ੍ਹੀ ਹੋਊਗੀ। ਕਿਉਂਕਿ ਕੁਐਸਚਨ ਦੇ ਬੈਕਐਂਡ ਉਸ ਬੰਦੇ ਨੂੰ ਪਤਾ ਹੋਊਗਾ, ਬੈਕਗ੍ਰਾਉਂਡ ਵੀ ਕੁਐਸਚਨ ਕਿੱਥੋਂ ਮਰ ਰਿਹਾ, ਦਾ ਕਾਰਨ ਕੀ ਹੈ ਬਣਦਾ। ਠੀਕ ਹੈ, ਤਾਂ ਗੱਲ ਕਰਦੇ ਹਾਂ ਜੀ ਹੁਣ ਜੇ ਇਸ ਪੇਪਰ ਵਾਸਤੇ ਨਹੀਂ ਪੜ੍ਹੀ ਥਿਊਰੀ ਤਾਂ ਅਗਲੇ ਪੇਪਰਾਂ ਵਾਸਤੇ ਜ਼ਰੂਰ ਪੜ੍ਹਿਓ, ਬਿਲਕੁਲ ਫ੍ਰੀ ਆਪਣੇ ਚੈਨਲ ਤੇ। ਗੱਲ ਕਰਦੇ ਹਾਂ ਜੀ, ਕਹਿੰਦਾ ਪਵਾਦੀ ਕੀ ਹੈ। ਠੀਕ ਹੈ ਜੀ, ਇਹ ਕੁਐਸਚਨ ਆ ਜਾਂਦਾ ਹੁੰਦਾ ਰਾਜੇ। ਮਾਝੀ, ਠੀਕ ਹੈ ਜੀ, ਪਠੋਰੀ, ਪਵਾਦੀ, ਇਹ ਕੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ? ਇਹ ਆਪਣੀਆਂ ਉਪਭਾਸ਼ਾ ਹੁੰਦੀਆਂ ਨੇ। ਠੀਕ ਹੈ ਜੀ, ਉਪਭਾਸ਼ਾ ਜਿਹੜੀ ਅਲੱਗ-ਅਲੱਗ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਆਕਰਮਕ ਕਿਰਿਆ, ਕਿਰਿਆ 2 ਤਰ੍ਹਾਂ ਦੀ ਹੁੰਦੀ ਰਾਜੇ, ਸਕਰਮਕ ਤੇ ਆਕਰਮਕ। ਠੀਕ ਹੈ ਜੀ, ਹੁਣ ਆਕਰਮਕ ਕਿਰਿਆ ਨੂੰ ਵਾਰ-ਵਾਰ ਪੁੱਛਿਆ ਜਾਂਦਾ ਕਿਉਂਕਿ ਰਾਜੇ ਇਹਦੇ ਵਿੱਚ ਕੀ ਹੁੰਦਾ ਜੀ? ਕਹਿੰਦਾ ਸਿਰਫ ਕਰਤਾ ਹੁੰਦਾ, ਕਰਮ ਨਹੀਂ ਹੁੰਦਾ ਇਹਦੇ ਵਿੱਚ। ਇਹਦੇ ਵਿੱਚ ਕਰਤਾ ਹੋਵੇ ਪਰ ਕਰਮ ਨਹੀਂ ਹੁੰਦਾ ਇਹਦੇ ਵਿੱਚ। ਠੀਕ ਹੈ, ਉਹਨੂੰ ਕਹਿ ਦਿੰਦੇ ਆ ਆਕਰਮਕ ਕਿਰਿਆ। ਠੀਕ ਹੈ, ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦਾ ਜੀ ਪੰਜਾਬੀ ਵਿੱਚ ਕਿਸ ਦੀ ਵਰਤੋਂ ਵੇਲੇ ਬਲ ਦਿੱਤਾ ਜਾਂਦਾ ਹੈ? ਮਤਲਬ ਥੋੜਾ ਜਿਹਾ ਸਟ੍ਰੈਸ ਦਿੱਤਾ ਜਾਂਦਾ। ਤੁਸੀਂ ਦੱਸੋ। ਟਿੱਪੀ, ਅਦਕ, ਕੰਨਾ, ਸਿਹਾਰੀ। ਇਹ ਮੈਂ ਤੁਹਾਨੂੰ ਦੱਸਿਆ ਸੀ ਯਾਦ ਰੱਖਣ ਦਾ ਢੰਗ ਕੀ ਹੈ, ਇਹ ਅਦਕ ਹੁੰਦਾ ਹੈ। ਯਾਦ ਰੱਖਣ ਦਾ ਢੰਗ ਕੀ ਹੈ? ਜੁੱਤੀ। ਕਿਉਂਕਿ ਜਦੋਂ ਆਪਣੀ ਜੁੱਤੀ ਪੈਂਦੀ ਨਾ ਬਾਪੂ ਤੋਂ, ਆਪਣੇ ਚੰਗਾ ਬਲ ਆ ਜਾਂਦਾ ਆਪਣੇ ਸਰੀਰ ਤੇ।
कष्ट आ जाता, अपने शरीर ते बल आ जाता है। तो जुत्ती तो याद रख लियो, जुत्ती तो बापू की जुत्ती याद आ गई होनी है, या फिर मास्टरां दी। असीं तां बहुत खाधियां बई सरकारी स्कूल दे विच। तो जुत्ती ते आपां अदक पाउणे आ, तो अदक मेले टाइम की आ जाता, अपने शरीर ते बल आ जाता है। ठीक है, शरीर ते चलो मैं तां दस रहा, ये थोड़ा जिहा मैं कोरलेट तां कर रहा, ये क्वेश्चन बहुत आउंदा, बच्चे कन्फ्यूज हो जाते हैं। तो थोड़ा जिहा फन दे विच करोगे तो याद रह जाऊगा। तो अगे चलते हैं जी आपां। अगे कहंदा जी संसार दे विच, एक मिनट बेटा, एक मिनट बस। संसार दे विच कहंदा जी सब तो पहली किहड़ी लिपि पैदा हुई है। तो दुनिया विच देखो सब तो पहला बंदियां नूं बोलना नहीं आउंदा सीगा, हौली हौली मनुख दा विकास होया। तो सब तो पहला जिहड़ी चलदी सी राजे संकेत लिपि चलदी सीगी। ਉਹ ਵਿਚਾਰੇ ਜਿਹੜੇ ਡੀਫ ਐਂਡ ਡੰਮ ਨਹੀਂ ਹੁੰਦੇ, ਜਿਹੜੇ ਗੂੰਗੇ ਬੋਲੇ ਹੁੰਦੇ ਆ ਵਿਚਾਰੇ, ਉਹ ਸੰਕੇਤ ਮਤਲਬ ਹੱਥਾਂ ਦੇ ਸੰਕੇਤ ਨਾਲ ਕੀ ਕਰਦੇ ਆ, ਗੱਲ ਸਮਝਾਉਂਦੇ ਆ। ਤਾਂ ਪੁਰਾਣੇ ਟਾਈਮ ਦੇ ਵਿੱਚ ਜਾਂ ਸਟਾਰਟਿੰਗ ਦੇ ਵਿੱਚ ਕਹਿ ਲਓ ਵੀ ਜਦੋਂ ਬੋਲਣਾ ਨਹੀਂ ਆਉਂਦਾ ਸੀ ਇਨਸਾਨ ਨੂੰ, ਮਨੁੱਖ ਨੂੰ ਬੋਲਣਾ ਨਹੀਂ ਆਉਂਦਾ ਸੀ, ਉਦੋਂ ਕਿਹੜੀ ਲਿਪੀ ਚੱਲਦੀ ਸੀਗੀ, ਸੰਕੇਤ ਲਿਪੀ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਪੁਰਖਵਾਚਕ ਪੜਨਾਮ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ। ਤਾਂ ਤੁਹਾਨੂੰ ਮੈਂ ਦੱਸਿਆ ਸੀ ਬੇਟੇ, ਜਿਹੜਾ ਪੁਰਖਵਾਚਕ ਪੜਨਾਮ ਹੈਗਾ ਉਹ 3 ਭਾਗਾਂ ਵਿੱਚ ਵੰਡਿਆ ਜਾਂਦਾ, 3 ਭਾਗਾਂ ਦੇ ਵਿੱਚ। ਉਹ 3 ਭਾਗ ਕਿਹੜੇ ਕਿਹੜੇ ਨੇ ਤੁਹਾਨੂੰ ਮੈਂ ਦੱਸਿਆ ਹੀ ਹੋਇਆ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਫਸਟ ਪਰਸਨ ਕਹਿ ਦਿੰਦੇ ਹੋ, ਉੱਤਮ ਪੁਰਖ। ਠੀਕ ਹੈ, ਜਿਹੜਾ ਗੱਲ ਕਰ ਰਿਹਾ ਹੁੰਦਾ ਹੈ। ਮੱਧਮ ਪੁਰਖ ਜਿਹਦੇ ਨਾਲ ਗੱਲ ਹੋ ਰਹੀ ਹੁੰਦੀ ਹੈ, ਤੇ ਥਰਡ ਪਰਸਨ ਜਾਂ ਅਨਿਆ ਪੁਰਖ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਹੈ। ਜਿਵੇਂ ਕਹਿਤਾ ਕਿ ਉਹ ਬੰਦਾ ਅੱਜ ਕਲਾਸ ਮਤਲਬ ਮੋਹਨ ਅੱਜ ਕਲਾਸ ਲਾਉਣ ਨਹੀਂ ਆਇਆ, ਤਾਂ ਮੋਹਨ ਥਰਡ ਪਰਸਨ ਹੋ ਗਿਆ। ਜਿਹੜਾ ਕਹਿ ਰਿਹਾ ਉਹ ਫਸਟ ਪਰਸਨ, ਜਿਹੜਾ ਸੁਣ ਰਿਹਾ ਉਹ ਸੈਕੰਡ ਪਰਸਨ ਹੈ ਭਾਈ। ਠੀਕ ਹੈ ਜੀ, ਤਾਂ 3 ਤਰ੍ਹਾਂ ਦਾ ਹੁੰਦਾ ਭਾਈ ਤੁਹਾਡਾ ਪੁਰਖਵਾਚਕ ਪੜਨਾਮ। ਅੱਗੇ ਆ ਗਿਆ ਜੀ, ਕਹਿੰਦਾ ਜੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਭਾਸ਼ਾ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈਗੀ ਆ ਬੇਟੇ, ਉਹ ਹੁੰਦੀ ਹੈ ਧੁਨੀ। ਕਿਹੜੀ ਇਕਾਈ ਹੁੰਦੀ ਹੈ ਜੀ ਰਾਜੇ, ਧੁਨੀ ਹੁੰਦੀ ਹੈ, ਧੁਨੀ। ਠੀਕ ਹੈ, ਯਾਦ ਰੱਖਿਓ, ਬਹੁਤ ਵਾਰੀ ਆਉਂਦਾ ਕੁਐਸਚਨ, ਇਹ ਪੇਪਰਾਂ ਵਿੱਚ ਵਾਰ-ਵਾਰ ਪੁੱਛਦੇ ਆ, ਮੈਨੂੰ ਲੱਗਦਾ ਤੁਹਾਨੂੰ ਫੋਰੈਸਟ ਗਾਰਡ ਜ਼ਰੂਰ ਪੁੱਛਣਗੇ। ਤਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਜੀ, ਧੁਨੀ। ਧੁਨੀ ਕੀ ਹੁੰਦੀ ਹੈ, ਜਦੋਂ ਆਪਾਂ ਕੋਈ ਚੀਜ਼ ਬੋਲਦੇ ਆਪਣੇ ਮੂੰਹ ਵਿੱਚੋਂ ਆਵਾਜ਼ ਪੈਦਾ ਹੁੰਦੀ, ਉਹਨੂੰ ਕਹਿ ਦਿੰਦੇ ਧੁਨੀ। ਹੁਣ ਜਿਵੇਂ ਮੈਂ ਬੋਲ ਰਿਹਾ ਤਾਂ ਮੇਰੇ ਮੂੰਹ ਚੋਂ ਆਵਾਜ਼ ਨਿਕਲ ਰਹੀ, ਤਾਂ ਤੁਸੀਂ ਮੈਨੂੰ ਸੁਣ ਰਹੇ ਹੋ ਨਾ, ਤੈਨੂੰ ਆਪਾਂ ਕੀ ਕਹਿ ਦਾਂਗੇ, ਧੁਨੀ ਕਹਿ ਦਾਂਗੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਪੰਜਾਬੀ ਭਾਸ਼ਾ ਵਿੱਚ ਕਿਸ ਲੱਗ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਤਾਂ ਮੈਂ ਹੁਣੇ ਦੱਸ ਕੇ ਹਟਿਆ ਕਿਹਦਾ ਚਿੰਨ੍ਹ ਨਹੀਂ ਹੁੰਦਾ ਬੇਟੇ, ਮੁਕਤਾ। ਠੀਕ ਹੈ, ਜਿਵੇਂ ਮੈਂ ਇੱਥੇ ਕਹਿ ਦੇਵਾਂ ਆੜਾ, ਇਹਦੇ ਵਿੱਚ ਕੋਈ ਚਿੰਨ੍ਹ ਨਹੀਂ ਹੈਗਾ, ਇਹ ਮੁਕਤਾ ਹੈ, ਇਹਦੇ ਨਾਲ ਕੋਈ ਲੱਗ ਨਹੀਂ ਲੱਗੀ ਹੋਈ। ਤਾਂ ਤੁਹਾਨੂੰ ਮੈਂ ਜਿਵੇਂ ਆਪਾਂ ਇੱਕ ਵਾਕ ਲਿਖਦੇ ਹਾਂ, ਕਹਿੰਦਾ ਜਸ ਘਰ ਚੱਲ, ਤਾਂ ਭਾਈ ਆਹ ਨਾ ਤੇ ਇਹਦੇ ਨਾਲ ਕੋਈ ਹੈਗਾ, ਕੋਈ ਲਾਂ ਕੋਈ ਨਹੀਂ ਲੱਗੀ ਹੋਏਗੀ, ਲੱਗ ਨਹੀਂ ਲੱਗੀ ਹੋਈ, ਇਹ ਕੀ ਨੇ, ਮੁਕਤਾ ਹੈ, ਮੁਕਤਾ। ਠੀਕ ਹੈ ਜੀ, ਮੁਕਤ ਹੋ ਗਿਆ ਇਹ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਆ ਗਿਆ ਜੀ ਤੁਹਾਡਾ ਕੁਐਸਚਨ, ਪੰਜਾਬੀ ਵਾਕ ਦੀ ਤਰਤੀਬ ਕੀ ਹੈ। ਤਾਂ ਪੰਜਾਬੀ ਦੇ ਵਿੱਚ ਕੀ ਆਉਂਦਾ ਭਾਈ। ਠੀਕ ਹੈ ਜੀ, ਸਭ ਤੋਂ ਪਹਿਲਾਂ ਕੀ ਆਉਂਦਾ ਹੈ, ਤੇ ਵਿਚਕਾਰ ਕੀ ਆਉਂਦਾ, ਤੇ ਬਾਅਦ ਚ ਕੀ ਆਉਂਦਾ ਹੈ। ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਰਾਜੇ। ਸਭ ਤੋਂ ਪਹਿਲਾਂ ਕਰਤਾ ਆਉਂਦਾ, ਫਿਰ ਕਰਮ ਤੇ ਫਿਰ ਕਿਰਿਆ। ਜਿਵੇਂ ਮੈਂ ਕਹਿ ਦਵਾਂ ਮੈਂ ਪੜ੍ਹਾ ਰਿਹਾ ਹਾਂ, ਹੁਣ ਭਾਈ ਸਭ ਤੋਂ ਪਹਿਲਾਂ ਕੌਣ ਆ ਗਿਆ, ਮੈਂ ਆ ਗਿਆ, ਕਰਤਾ। ਪੜ੍ਹਾ ਕੌਣ ਰਿਹਾ, ਬਲਜਿੰਦਰ ਸਿੰਘ, ਟੀਚਰ ਪੜ੍ਹਾ ਰਿਹਾ, ਮੈਂ ਪੜ੍ਹਾ ਰਿਹਾ, ਤਾਂ ਮੈਂ ਕਰਤਾ ਹੋ ਗਿਆ। ਕਰਮ ਕੀ ਕਰ ਰਿਹਾ, ਮੈਂ ਪੜ੍ਹਾ ਰਿਹਾ, ਪੜ੍ਹਾ ਤੇ ਰਿਹਾ ਹਾਂ, ਇਹ ਕਿਰਿਆ ਹੋ ਗਈ ਮੇਰੀ। ਠੀਕ ਹੈ ਜੀ, ਕਰਤਾ ਕਰਮ ਤੇ ਕਿਰਿਆ। ਅੱਗੋਂ ਅੱਖੇ ਨੈਕਸਟ ਆ ਗਿਆ ਜੀ ਤੁਹਾਡਾ ਅੱਖੋਂ ਅੰਨੀ ਨਾ ਚਰਾਗੋ। ਅੱਖੋਂ ਅੰਨੀ ਨਾਂ ਦਾ ਮਤਲਬ ਇੱਥੇ ਰਾਜੇ ਪੰਜਾਬੀ ਵਿੱਚ ਠੇਠ ਚ ਨਾਂ ਦਾ ਮਤਲਬ ਹੁੰਦਾ ਨਾਮ। ਮੈਂ ਕਹਿੰਦਾ ਮੇਰਾ ਨਾਮ ਕੀ ਹੈ, ਬਲਜਿੰਦਰ ਸਿੰਘ। ਚੈਨਲ ਦਾ ਨਾਮ ਕੀ ਹੈ, ਪੋਜ਼ਿਟਿਵ ਵਾਈ ਪੰਜਾਬ। ਤਾਂ ਅੱਖੋਂ ਅੰਨੀ ਨਾ ਚਰਾਗੀ ਕਿਸ ਵਿਅਕਤੀ ਲਈ ਵਰਤਿਆ ਜਾਂਦਾ ਬੇਟੇ, ਦੱਸੋ। ਇਹ ਤਾਂ ਬਹੁਤ ਸੌਖਾ ਹੈ, ਜਿਹੜੇ ਤੁਸੀਂ ਇਹ ਆਪਣਾ ਵਿਰਸਾ ਹੈ ਇਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ। ਤਾਂ ਕਹਿੰਦਾ ਜੀ ਜਿਹੜਾ ਬੰਦਾ ਆਪਣੇ ਗੁਣ ਦੇ ਉਲਟ ਹੋਵੇ, ਜਿਹੜਾ ਬੰਦਾ ਆਪਣੇ ਗੁਣਾਂ ਦੇ ਉਲਟ ਹੋਵੇ, ਜਿਵੇਂ ਕਿਸੇ ਨੇ ਰੱਖਿਆ ਹੋਵੇ ਨਾਮ ਭਲਵਾਨ ਸਿੰਘ ਤੇ ਮੇਰੇ ਵਾਂਗੂ ਹੱਡੀ ਸਿੰਗਲ ਹੋਵੇ ਉਹਦੀ, ਤਾਂ ਉਹ ਨਾਂ ਦੇ ਉਲਟ ਹੋਊਗਾ। ਜਾਂ ਜਿਵੇਂ ਮੇਰਾ ਬਾਪੂ ਕਹਿੰਦਾ ਹੁੰਦਾ ਸਾਡੇ, ਮਤਲਬ ਚਲੋ ਮਾਫ ਕਰਨਾ ਕਿਸੇ ਦਾ ਨਾਮ ਨਾ ਹੋਵੇ, ਮੈਂ ਕਿਸੇ ਨੂੰ ਉੱਤੇ ਕਹਿ ਕੇ ਗੱਲ ਨਹੀਂ ਲਾ ਰਿਹਾ, ਹਰੇਕ ਬੰਦਾ ਆਪਣੇ ਨਾਂ ਦੇ ਵੈਸੇ ਉਲਟ ਹੀ ਹੁੰਦਾ, ਮੈਂ ਜ਼ਿਆਦਾਤਰ ਦੇਖਿਆ। ਜਿਵੇਂ ਕਹਿ ਦਿੰਦੇ ਇੱਕ ਬੰਦਾ ਸਾਡੇ ਪਿੰਡ ਸੁਖਚੈਨ, ਬਾਪੂ ਕਹਿੰਦਾ ਉਹਦਾ ਨਾਂ ਹੈਗਾ ਦੁਖਚੈਨ ਹੈ, ਉਹ ਦੁੱਖ ਬਹੁਤ ਦਿੰਦਾ, ਤਾਂ ਸੁਖਚੈਨ ਉਹਦਾ ਨਾਂ ਹੈ ਪਰ ਦਿੰਦਾ ਉਹ ਦੁੱਖ ਹੀ ਹੈ। ਤਾਂ ਇਸ ਤਰ੍ਹਾਂ ਹੈ। ਠੀਕ ਹੈ ਜੀ, ਬਾਕੀ ਸ਼ੁਕਰ ਹੈ ਪ੍ਰਮਾਤਮਾ ਦਾ, ਆਪਣੇ ਚੈਨਲ ਦਾ ਨਾਮ ਪੋਜ਼ਿਟਿਵ ਵਾਈ ਪੰਜਾਬ, ਤੇ ਬੱਚੇ ਕਹਿੰਦੇ ਜ਼ਰੂਰ ਆ ਵੀ ਸਰ ਵੀ ਚੈਨਲ ਤੇ ਪੋਜ਼ਿਟਿਵਿਟੀ ਮਿਲਦੀ ਹੈ। ਤਾਂ ਸ਼ੁਕਰਾਨੇ ਮਹਾਰਾਜ ਦੇ, ਆਪਣੇ ਵਾਸਤੇ ਇਹ ਅਖਾਣ ਨਹੀਂ ਵਰਤਿਆ ਜਾਊਗਾ, ਅੱਖੋਂ ਅੰਨੀ ਨਾ ਚਰਾਗੋ। ਠੀਕ ਹੈ, ਤਾਂ ਕੋਸ਼ਿਸ਼ ਪੂਰੀ ਆ ਵੀ ਆਪਣੇ ਜਿਹੜਾ ਨਾਂ ਹੈਗਾ ਉਹਨੂੰ ਬਰਕਰਾਰ ਰੱਖੀਏ। ਨੈਕਸਟ ਚੱਲਦਾ ਜੀ, ਕਹਿੰਦਾ ਜੀ ਇਹਨਾਂ ਵਿੱਚੋਂ ਉਲਟ ਜੀਬੀ ਵਿਅੰਜਨ ਕਿਹੜੇ ਨੇ। ਹੁਣ ਦੇਖੋ ਉਲਟ ਜੀਬੀ, ਠੀਕ ਹੈ ਜੀ, ਹੁਣ ਬੋਲ ਕੇ ਦੇਖ ਲਓ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ, ਜੇ ਬੋਲੋਗੇ ਪਤਾ ਲੱਗ ਜੂ। ਜਿਵੇਂ ਦੇਖੋ ਆਹ ਬੋਲ ਲਓ, ਇਹੀ ਆਂਸਰ ਹੈ, ਟੈਂਕਾ, ਠੱਠਾ, ਡੱਡਾ, ਨਾਣਾ, ਲੱਲਾ, ਰਾੜਾ। ਜੀਭ ਦਾ ਅਗਲਾ ਹਿੱਸਾ ਦੇਖੋ ਥੋੜਾ ਜਿਹਾ ਉਲਟ ਨਹੀਂ ਹੋ ਰਿਹਾ, ਪੁੱਠਾ ਨਹੀਂ ਹੋ ਰਿਹਾ। ਠੀਕ ਹੈ ਜੀ, ਇਹਨੂੰ ਉਲਟ ਜੀਬੀ ਕਹਿ ਦਿੰਦੇ ਆ। ਤਾਂ ਉਲਟ ਜੀਬੀ ਵਿਅੰਜਨ ਕਿਹੜੇ ਹੁੰਦੇ ਆ ਬੇਟੇ, ਜਿਹਨੂੰ ਉਚਾਰਨ ਦੇ ਸਮੇਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਥੋੜਾ ਜਿਹਾ ਉਲਟਾ ਹੋ ਕੇ ਆਪਣੇ ਤਾਲੂ, ਜਿਹੜਾ ਆਪਣਾ ਤਾਲੂ ਹੁੰਦਾ ਉਹਦੇ ਨਾਲ ਛੂੰਹਦਾ। ਤਾਲੂ ਬਹੁਤ ਨਰਮ ਹੁੰਦਾ, ਕੋਮਲ ਹੁੰਦਾ। ਜਿਵੇਂ ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ,
ये सारे की ने अपने उल्ट जीबी व्यंजन ने, की ने बेटा उल्ट जीबी व्यंजन। अगे आ गया जी, कहता जी गुरमुखी विच किन्नियां लगां दी वरतों हुंदी है। गुरमुखी विच किन्नियां लगां मैं तुहानूं दस के हटिया राजे, 10 लगां दी वरतों हुंदी है। की दस के हटिया तुहानूं मैं 10 लगां दी वरतों हुंदी है। हुण किहड़ियां-किहड़ियां मैं तुहानूं पढ़ा चुकिया। अगे आ गया जी, कहता जी वो किहड़ा अखर है जिस नाल हौड़ा लगाउण समय उसका मूँह खुला कर दिता जाता है। तो बेटे ये हैगा जी ऊड़ा। हुण देखो ऐस ऊड़े ते ऐस ऊड़े दे विच फर्क है। ऐस ऊड़े का मतलब हैगा हौड़ा, जिवें मैं मान लो इत्थे ला देवां हौड़ा, ठीक है जी, आ हौड़ा ला देवां तो इत्थे हौड़ा नहीं लगता, इहदा मूँह खुले का मतलब की है हौड़ा है, ठीक है। जिवें मैं कह देवां ओना ओना, ये हौड़ा लग गया भाई उन्हां दा, ठीक है। उन्हां दा घर है, उन्हां दी क्लास चल रही है, उन्हां दी जमीन है, ठीक है। तो इत्थे हौड़ा लग चुकिया है, मूँह खुले का मतलब की है इत्थे हौड़ा लग्या होया, तो ऊड़े का मूँह खुला भाई, ठीक है जी। तो नैक्सट चलते हैं जी, आप अगले क्वेश्चन वाल मूव करते हैं। अगे आ गया जी वाक खान्यों जाना। खान्यों जाना का मतलब की है घबरा जाना। जिवें कोई बंदा घबरा जाता है पेपर देख के, जिवें हुण मान लो पेपर मतलब पढ़िया विचों ना आवे बंदे दा की हुंदा, खान्यों चला जाता है, घबरा जाता भी आ की हो गया यार, पढ़िया कुछ होर सीगा यार, कोर्स विच भी पता नहीं की पढ़ाई गए सर, पर आया कुछ नहीं, तो उन्होंने कह दिंदे जी खान्यों जाना, घबरा जाना, ठीक है जी। नैक्सट चलते हैं आपां। कहता जी ये मोहन दा स्कूटर है। दा नूं देखो मैं कोड दे विच लिखिया होया अपने कोमियां दे विच, ये मोहन दा स्कूटर है। तो वाक विच दा की है, वाक विच जिहड़ा दा शब्द है वो है की एक्चुअल दे विच, ये संबंधक हुंदे आ बेटा, संबंधक जिहड़े संबंध दसदे आ। जिवें मैं कह दवां ये मेरा घर है, ठीक है जी, संबंधक हुंदे ने, ठीक है जी। तो ये डिटेल च मैं करवाया होया तुहानूं। अगे चलदे हां जी, आपां थोड़ा जिहा दस दिना वैसे मैं संबंधक हुंदे किहड़े आ। कहंदा जी जिहड़े वाक विच नाम पड़नाम जां विशेषण शब्दां दा वाक दे दूसरे शब्दां नाल की करन, संबंध प्रगट करन। जिवें ये पेन राम दा है, दा शब्द की दस रहा भी जिहड़ा पेन हैगा ये राम दा है भाई, इहदा है। धन्ने दी मझ काले रंग दी है, दी शब्द इत्थे हो गया। गायत्री कोल एक कैमरा है, कोल शब्द हो गया। ये सारे की ने तुहाडे संबंधक ने, संबंध दसदे राजे तुहाडे। अगे आ गया जी अपने कोले क्वेश्चन बहुत वधिया, कहंदा जी रूप के आधार ते योजक किन्नी प्रकार दे हुंदे आ। रूप के आधार ते जिहड़े योजक हुंदे आ बेटे वो दो तरह के हुंदे आ, दो तरह के योजक पाए जाते हैं। किहड़े-किहड़े हुंदे आ, ठीक है जी, वो तुहानूं मैं दस दिना, विकारी ते अविकारी, ठीक है। मैं करवाया होया, प्लीज इहनूं पढ़ लिओ। विकारी हुंदा ते एक हुंदे आ अविकारी, ठीक है जी, अविकारी दो तरह के हुंदे आ। नैक्सट चलते हैं जी, आप अगले क्वेश्चन वाल मूव करते हैं। देखो थोड़ा जिहा अगर मैं तुहानूं दसना होवे इत्थे विकारी की हुंदा ते अविकारी की हुंदा है। विकारी वो हुंदे आ बेटे जिहड़े विकारी जिहड़े हुंदे आ जो वाक विच कहंदे जी विचरदे अपना रूप नूं की कर लैंदे, बदल लैंदे आ, अपने रूप नूं की कर लैंदे, बदल लैंदे। जिवें आपां कह दिंदे आ जेड़ा, ठीक है जी। ते जिहड़े अविकारी हुंदे आ वो की करदे आ, वो रूप बदलदे नहीं अपना। बाकी डिटेल च देखनी है तो तुहानूं पूरी देखनी पऊगी भाई। नैक्सट चलदे हां जी आपां। अगला क्वेश्चन आ गया जी, पंजाबी दे विच कारक किन्नी प्रकार दे हुंदे आ। कारक जिहड़े हुंदे आ बेटे 8 तरह दे हुंदे ने। किहड़े-किहड़े हुंदे आ? करता कारक जिन्होंने नोमीनेटिव केस कह दिंदे तुसीं, कारक का मतलब केस हुंदा है। कर्म कारक हो गया, ऑब्जेक्टिव केस, कर्ण कारक, संप्रदान कारक हो गया, अपादन कारक हो गया, संबंध कारक हो गया, अधिकरण हो गया, संबोधन कारक हो गया। तो सारे याद रख लिओ 8 तरह के हुंदे आ। अगे आ गया जी, कहंदा वाक, कहंदा वो गरीब है फिर भी दानी है। हुण वाक बहुत बारी पुछदे बेटा, वाक जिहड़े वैसे तां देखो 3 तरह के वाक हुंदे आ। पेपर विच हमेशा रैफरेंस लैना जिहड़ा पंजाब स्कूल सिक्ख्या बोर्ड की किताबां तो लैना। 3 तरह के वाक हुंदे आ, सधारण, मिश्रित ते संयुक्त। ते एक हुंदा गुंझलदार। गुंझलदार जिहड़ा हैगा वो एक्स्ट्रा पढ़दे आ, ठीक है। हुण इत्थे पुछ रिहा भी जिहड़ा वाक हैगा किस किस्म का वाक है, वो गरीब है पर फिर भी दानी है। वाक की किस्म पुछ रिहा है, तो गरीब है पर फिर भी दानी है, तो राजे किहड़ा वाक है? यह संयुक्त वाक है। सॉरी किहड़ा वाक है? संयुक्त वाक है बेटे, ठीक है जी। इनू अगर डिटेल च पढ़ना हो तो तुहानूं मैं पढ़ाया होया। देखो वाक बनतर पक्षों 3 तरह के हुंदे आ, सधारण, संयुक्त ते मिश्रित। सधारण वाक किहड़ा हुंदा जिहदे विच एक ही क्रिया हुंदी, सिंगल क्रिया। जिवें बच्चा रो रहा है, लड़का खेडदा है, तो जिवें खेडदा ते रो रहा है, ये सिंगल क्रिया हो रही है, इहनूं सधारण वाक कहंदे आ। पर जिहड़ा संयुक्त वाक होऊगा बेटे, इहदे विच 2 सधारण वाक हुंदे जां समान वाक हुंदे आ। उन्हां नूं समान योजकां नाल की कीता जांदा, जोड़िया जांदा है, पर एक दूजे पर आधारित नहीं हुंदेगे। दोनों वाकां दा आपस विच संबंध नहीं हुंदा। जिवें माता खाना पका रही है पर बच्चे खेड रहे ने, हुण माता खाना पका रही है, खेड रहे हैं, कोई संबंध नहीं हैगा, पर इन्हां नूं जोड़िया गया 2 समान वाकां नूं, इहनूं कह दिंदे आ संयुक्त वाक। हुण देखो संयुक्त वाक आ गया, तो आ देखो गरीब है फिर भी दानी है, ठीक है जी। ते दोनों अलग-अलग शब्द ने, दानी होना या गरीब होने दे नाल ओहदा कोई लेना देना नहीं हैगा, ठीक है। तो अगला हैगा जी अपने कोले लास्ट जिहड़ा हैगा वो हैगा मिश्रित।
ਜਿਹਦੇ ਵਿੱਚ ਇੱਕ ਪ੍ਰਧਾਨ ਹੋਊਗਾ ਵਾਕ ਤੇ ਇੱਕ ਕੀ ਹੋਊਗਾ ਉਹਦੇ ਅਧੀਨ ਵਾਕ ਹੋਊਗਾ। ਕਹਿਣ ਦਾ ਮਤਲਬ ਇੱਕ ਵਾਕ ਦੂਜੇ ਉੱਪਰ ਕੀ ਹੋਊਗਾ ਨਿਰਭਰ ਹੋਊਗਾ। ਹੁਣ ਕਹਿੰਦਾ ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ ਹੈ। ਉਹਦੇ ਖੁਸ਼ ਹੋਣ ਦਾ ਕਾਰਨ ਕੀ ਹੈ ਕਿ ਉਹ ਜਮਾਤ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਤਾਂ ਖੁਸ਼ ਹੋ ਰਹੀ ਹੈ। ਭਾਰਤੀ ਟੀਮ ਜਿੱਤ ਗਈ ਹੈ ਨਾ ਕਿਉਂਕਿ ਉਹਨਾਂ ਨੇ ਭਾਰਤੀ ਟੀਮ ਖੁਸ਼ ਹੈ ਕਿਉਂਕਿ ਉਹਨਾਂ ਨੇ ਮੈਚ ਜਿੱਤ ਲਿਆ। ਖੁਸ਼ ਤਾਂ ਵੀ ਜੇ ਮੈਚ ਜਿੱਤਿਆ, ਨਹੀਂ ਫਿਰ ਰੋਂਦੇ ਹੋਣਾ ਸੀ ਉਹਨਾਂ ਨੇ। ਤਾਂ ਕਹਿਣ ਦਾ ਭਾਵ ਇਹ ਵਾਕ ਦੀ ਕੀ ਹੁੰਦੀ ਹੈ ਰਾਜੀ ਕਿਸਮ ਹੁੰਦੀ ਹੈ। ਅੱਗੇ ਆ ਗਿਆ ਜੀ ਆਪਣਾ ਭਿਆਉਣਾ। ਪੰਜਾਬੀ ਦਾ ਠੇਠ ਸ਼ਬਦ ਹੈ ਭਿਆਉਣਾ। ਤਾਂ ਭਿਆਉਣੇ ਦਾ ਮਤਲਬ ਕੀ ਵਿਰੋਧੀ ਸ਼ਬਦ ਕੀ ਹੋਊਗਾ? ਭਿਆਉਣ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਆਪਾਂ ਗਿੱਲਾ ਕਰ ਦਿੰਦੇ ਨਾ ਉਹਨੂੰ ਕਹਿ ਦਿੰਦੇ ਭਿਆਉਣਾ, ਠੀਕ ਹੈ। ਜਾਂ ਪੰਜਾਬੀ ਵਿੱਚ ਭਿਆਉਣਾ, ਵੈਸੇ ਤਾਂ ਦੇਖੋ ਭਿਆਉਣੇ ਪੰਜਾਬੀ ਵਿੱਚ ਹਰ ਇੱਕ ਸ਼ਬਦ ਦਾ ਦੋ ਦੋ ਮੀਨਿੰਗ ਹੁੰਦੇ। ਭਿਆਉਣ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਣਕ ਪੀ ਕੇ ਆਉਣੇ ਆ, ਕਣਕ ਭਿਆ ਲਿਆ, ਸਾਡੇ ਪੰਜਾਬੀ ਚ ਮਾਲਵੇ ਚ ਕਹਿੰਦੇ ਕਣਕ ਭਿਆ ਕੇ ਲਿਆ, ਮਤਲਬ ਕਣਕ ਦਾ ਆਟਾ ਬਣਵਾ ਕੇ ਲਿਆ, ਚੱਕੀ ਤੇ ਸੱਟ ਕੇ ਆ। ਪਰ ਇੱਥੇ ਸ਼ਬਦ ਦਾ ਜਿਹੜਾ ਮਤਲਬ ਹੈਗਾ ਭਿਆਉਣ ਦਾ ਮਤਲਬ ਹੈਗਾ ਗਿੱਲਾ ਕਰਨਾ। ਤਾਂ ਇੱਥੇ ਇਹਦਾ ਵਿਰੋਧੀ ਸ਼ਬਦ ਪੁੱਛਿਆ ਉਹਨਾਂ ਨੇ, ਤਾਂ ਵਿਰੋਧੀ ਸ਼ਬਦ ਕੀ ਬਣੂਗਾ? ਸੁਕਾਉਣਾ, ਠੀਕ ਹੈ ਜੀ। ਭਿਆਉਣੇ ਦਾ ਮਤਲਬ ਕੀ ਹੈ ਇੱਥੇ ਮੈਂ ਲਿਖ ਹੀ ਦਿੰਦਾ, ਕਿਤੇ ਕਨਫਿਊਜ਼ ਨਾ ਹੋ ਜਾਓ ਬਾਅਦ ਚ ਕਹੋਗੇ ਸਰ ਜੀ ਕੀ ਕਰਵਾਤਾ। ਇਹਦਾ ਮਤਲਬ ਹੁੰਦਾ ਗਿੱਲਾ ਕਰਨਾ। ਕੀ ਕਰਨਾ? ਗਿੱਲਾ ਕਰਨਾ। ਅੱਗੇ ਆ ਗਿਆ ਜੀ ਕੰਡਾ। ਹੁਣ ਦੇਖੋ ਕੰਡੇ ਦੇ ਸ਼ਬਦ ਦੇ ਵੀ ਕਿੰਨੇ। ਹੁਣ ਕੰਡੇ ਦਾ ਮਤਲਬ ਹੁੰਦਾ ਇੱਕ ਕੰਡਾ ਜਿਹਦੇ ਉੱਪਰ ਆਪਾਂ ਤੋਲਦੇ ਆ ਕੋਈ ਚੀਜ਼, ਠੀਕ ਹੈ। ਇੱਕ ਕੰਡਾ ਹੁੰਦਾ ਪੈਰ ਚ ਵੱਜ ਜਾਂਦਾ ਜਿਹਨੂੰ ਆਪਾਂ ਸੂਲ ਕਹਿ ਦਿੰਦੇ ਆ, ਸੂਲੀ ਵੀ ਕਹਿ ਦਿੰਦੇ ਆ। ਹੁਣ ਕਹਿੰਦਾ ਜੀ ਕੰਡਾ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ। ਕੰਡਾ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ, ਠੀਕ ਹੈ ਜੀ। ਸਮਾਨਾਰਥਕ ਮਤਲਬ ਨਾਲ ਮਿਲਦਾ ਜੁਲਦਾ। ਤਾਂ ਹੁਣ ਤੁਸੀਂ ਦੱਸੋ ਵੀ ਕੰਡੇ ਸ਼ਬਦ ਦਾ ਕੀ ਆਊਗਾ ਸਮਾਨਾਰਥਕ? ਤਾਂ ਕੰਡੇ ਦਾ ਆਊਗਾ ਜੀ ਸੂਲ, ਠੀਕ ਹੈ। ਕੀ ਆਊਗਾ? ਸੂਲ ਆਊਗਾ। ਇੱਥੇ ਕੰਡਾ ਕੀ ਹੈ ਜੀ? ਇਹ ਹੁਣ ਦੇਖੋ ਇੱਥੇ ਜਿਹੜਾ ਕੰਡਾ ਸ਼ਬਦ ਆਪਾਂ ਵਰਤ ਰਹੇ ਹਾਂ ਉਹ ਕੰਡਾ, ਇਹ ਕੰਡਾ ਅਲੱਗ ਹੈ, ਇਹ ਕੰਡਾ ਤੋਲ ਵਾਲਾ ਹੈ। ਸੂਲੀ ਹੁੰਦਾ ਫਾਂਸੀ, ਠੀਕ ਹੈ। ਆਹ ਕੰਡਾ ਹੁੰਦਾ ਜਿਹੜਾ ਪੈਰ 'ਚ ਵੱਜ ਜਾਂਦਾ, ਇਹ ਹੁੰਦਾ ਜੀ ਫਾਂਸੀ ਦਿੰਦੇ ਆ ਉਹਨੂੰ ਕਹਿੰਦੇ ਸੂਲੀ। ਮੇਖ ਅਲੱਗ ਚੀਜ਼ ਹੈ ਜਿਹਨੂੰ ਆਪਾਂ ਕਿੱਲ ਕਹਿ ਦਿੰਦੇ ਆ, ਸਕਰਿਊ। ਪਰ ਸੂਲ ਤੇ ਕੰਡਾ ਸ਼ਬਦ ਕੀ ਨੇ? ਸਮਾਨਾਰਥਕ ਨੇ। ਤਾਂ ਸੀ ਆਨਸਰ ਆਊਗਾ ਤੁਹਾਡਾ। ਅੱਗੇ ਆ ਗਿਆ ਜੀ ਖਰਵਾ। ਖਰਵਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਖਰਵਾ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਨਾ ਯਾਰ ਰਫ ਏਰੀਆ ਕਹਿ ਦਿੰਦੇ ਆ, ਸਰਫੇਸ ਜਿਹੜਾ ਹੁੰਦਾ ਰਫ ਹੁੰਦਾ। ਤਾਂ ਰਫ ਦਾ ਉਲਟ ਕੀ ਹੋਊਗਾ ਰਾਜੇ? ਮੁਲਾਇਮ, ਠੀਕ ਹੈ। ਰਫ ਦਾ ਮਤਲਬ ਕੀ ਹੈ ਕਿ ਖੜਵਾ, ਜਿਹਨੂੰ ਆਪਾਂ ਕਹਿ ਦਿੰਦੇ ਆ ਖਰਮਾ ਵੀ ਕਹਿ ਦਿੰਦੇ ਆ, ਖੜਵਾ ਵੀ ਕਹਿ ਦਿੰਦੇ ਆ। ਤਾਂ ਇਹਦਾ ਮਤਲਬ ਕੀ ਹੈ ਜੀ? ਮੁਲਾਇਮ। ਇਹਦਾ ਕੀ ਬਣ ਜਾਊਗਾ? ਵਿਰੋਧੀ ਸ਼ਬਦ ਬਣ ਜਾਊਗਾ। ਅੱਗੇ ਆ ਗਿਆ ਜੀ ਖਾਨ ਆ ਗਿਆ। ਆਪੇ ਫਾਥੜੀਏ ਤੈਨੂੰ ਡੈਸ਼। ਕਹਿਣ ਦਾ ਮਤਲਬ ਇਸ ਤਾਂ ਆਪ ਭਰਾਈ, ਜਿਵੇਂ ਕੋਈ ਕਹਿ ਦੇਵੇ ਭਾਈ 5000 ਰੁਪਇਆ ਦੇ ਦੇ, ਆਪਾਂ ਕਹਿੰਦੇ ਯਾਰ ਨਾ ਯਾਰ ਮੇਰੇ ਕੋਲ ਕਿੱਥੇ, ਮੈਂ ਤਾਂ ਆਪ ਗਰੀਬ ਆ। ਕਹਿਣ ਦਾ ਮਤਲਬ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਕਹਿਣ ਦਾ ਮਤਲਬ ਸਾਡੇ ਕੋਲ ਤਾਂ ਆਪ ਜ਼ਹਿਰ ਖਾਨ ਨੂੰ ਪੈਸਾ ਹੈ ਨਹੀਂ, ਤੈਨੂੰ ਕਿੱਥੇ ਉਧਾਰ ਦਈਏ। ਤਾਂ ਇਹਦਾ ਜਿਹੜਾ ਬੀ ਬਣਦਾ ਰਾਜੇ ਆਨਸਰ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਅਸੀਂ ਤਾਂ ਆਪ ਫੜੇ ਹੋਏ ਆ ਭਾਈ, ਤੈਨੂੰ ਕੌਣ ਛਡਾਵੇ। ਤਾਂ ਇਹਦਾ ਮੀਨਿੰਗ ਐਗਜ਼ੈਕਟਲੀ ਇਹ ਬਣਦਾ ਹੈ। ਆਗੇ ਆਹ ਕੁਐਸਚਨ ਜਿਹੜਾ ਆ ਗਿਆ ਬੇਟੇ, ਮੈਂ ਨਾ ਇੱਕ ਡਾਇਗਰਾਮ ਕਰਾਈ ਹੋਈ ਹੈ ਵੀ ਪੰਜਾਬੀ ਭਾਸ਼ਾ ਕਿੱਥੋਂ ਆਈ ਹੈ, ਠੀਕ ਹੈ। ਪੰਜਾਬੀ ਭਾਸ਼ਾ ਆਰੀਆ ਲੋਕਾਂ ਦੀ ਭਾਸ਼ਾ ਸੀਗੀ। ਇਹ ਵੈਦਿਕ ਭਾਸ਼ਾ ਤੋਂ ਬਣੀ, ਸੰਸਕ੍ਰਿਤ, ਸੰਸਕ੍ਰਿਤ ਤੋਂ ਪਾਲੀ, ਪਾਲੀ ਤੋਂ ਦੋ ਬਣ ਗਈਆਂ ਸ਼ਰਸ਼ੈਣੀ ਤੇ ਪੈਸਾਚੀ। ਪੈਸਾਚੀ ਤੋਂ ਬਾਅਦ ਫਿਰ ਕੀ ਆ ਜੀ, ਇਹਨਾਂ ਤੋਂ ਆਪ੍ਰੰਸ਼ ਬਣ ਗਈਆਂ ਦੋਨੇ। ਫਿਰ ਕਕਈ ਤੇ ਟਾਕਰੀ ਬਣ ਗਈ, ਟਾਕਰੀ ਤੋਂ ਪੰਜਾਬੀ ਬਣ ਗਈ। ਇਹ ਤੁਸੀਂ ਜ਼ਰੂਰ ਯਾਦ ਰੱਖਣੀਆਂ ਨੇ। ਹੁਣ ਕੁਐਸਚਨ ਕੀ ਆਇਆ ਸੀ ਇੱਕ ਵਾਰੀ, ਇਹ ਕੁਐਸਚਨ ਮੈਨੂੰ ਲੱਗਦਾ ਇਲੈਕਸ਼ਨ ਕਾਨਗੋ ਚ ਆਇਆ ਹੋਇਆ, ਮੈਨੂੰ ਧਿਆਨ ਚ ਨਹੀਂ ਹੈਗਾ, ਪਰ ਆਇਆ ਹੋਇਆ ਪੁਰਾਣੇ ਪੇਪਰਾਂ ਦੇ ਵਿੱਚ। ਕਹਿੰਦਾ ਕੀ ਹੈ? ਕਹਿੰਦਾ ਜੀ ਪੰਜਾਬੀ ਭਾਸ਼ਾ ਦਾ ਜਿਹੜਾ ਮੌਜੂਦਾ ਰੂਪ ਹੈ ਇਤਿਹਾਸਿਕ ਤੌਰ ਤੇ ਕਿਹੜੀਆਂ ਭਾਸ਼ਾਵਾਂ ਵਿੱਚੋਂ ਨਿਖਰ ਕੇ ਆਇਆ। ਤਾਂ ਹੁਣ ਤੁਸੀਂ ਧਿਆਨ ਨਾਲ ਅਗਰ ਦੇਖੋਗੇ ਤਾਂ ਸਾਰੀਆਂ ਭਾਸ਼ਾਵਾਂ ਵਿੱਚੋਂ ਨਿਕਲ ਕੇ ਆਇਆ। ਪਰ ਨਾਲ ਇਹਨੇ ਕੁਐਸਚਨ ਕੀ ਪੁੱਛ ਲਿਆ? ਕਹਿੰਦਾ ਜੀ ਇਹਨਾਂ ਦਾ ਸਹੀ ਕ੍ਰਮ ਲਿਖੋ, ਵੀ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਆਈ, ਬਾਅਦ ਚ ਕਿਹੜੀ ਆਈ। ਦੇਖੋ ਇਹ ਤਾਂ ਪਤਾ ਲੱਗ ਗਿਆ ਵੀ ਕਿੱਥੋਂ ਕਿੱਥੋਂ ਆਇਆ, ਪਰ ਕਿਹੜੇ ਆਰਡਰ ਦੇ ਵਿੱਚ ਆਇਆ। ਕੁਐਸਚਨ ਬੜਾ ਇਹਨਾਂ ਨੇ ਡਿਫਿਕਲਟ ਪੁੱਛਿਆ ਹੋਇਆ। ਤਾਂ ਆਰਡਰ ਜਿਹੜਾ ਬਣਦਾ ਦੇਖੋ, ਸਭ ਤੋਂ ਪਹਿਲਾਂ ਜਿਹੜੀ ਆਈ ਸੀ ਵੈਦਿਕ ਭਾਸ਼ਾ ਆਈ ਸੀਗੀ। ਤਾਂ ਸਭ ਤੋਂ ਆ ਇਹਦਾ ਆਨਸਰ ਬਣਦਾ, ਸਭ ਤੋਂ ਪਹਿਲਾਂ ਵੈਦਿਕ ਆਈ ਸੀਗੀ ਰਾਜੇ, ਵੈਦਿਕ ਭਾਸ਼ਾ ਆਈ ਸੀਗੀ। ਫਿਰ ਆਪਣੇ ਕੋਲ ਸੰਸਕ੍ਰਿਤ ਆਈ ਹੈ, ਸੰਸਕ੍ਰਿਤ ਤੋਂ ਬਾਅਦ ਕੀ ਆ ਗਈ ਹੈ? ਪ੍ਰਾਕ੍ਰਿਤਿਕ ਆ ਗਈ ਹੈ, ਤੇ ਫਿਰ ਆਪਣੇ ਕੋਲੇ ਆਈ ਹੈ ਆਪ੍ਰੰਸ਼, ਠੀਕ ਹੈ ਜੀ। ਕਹਿਣ ਦਾ ਮਤਲਬ ਕੀ ਹੈ ਜੀ, ਤੁਹਾਡੇ ਕੋਲੇ ਆ ਚੀਜ਼ ਹੈ 1 2 3 4, ਇਹ ਦਾ ਕੀ ਨਿਕਲ ਕੇ ਆ ਗਿਆ? ਆਰਡਰ ਨਿਕਲ ਕੇ ਆ ਗਿਆ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਏਡ ਲਿਖਿਆ ਵਿੱਚੋਂ ਸੰਘੋਸ਼ ਵਿਅੰਜਨ ਕਿਹੜੇ ਨੇ। ਬੜੇ ਕੁਐਸਚਨ ਆਏ ਮੈਨੂੰ, ਬੜਾ ਮੈਂ ਕਹਿੰਦਾ ਵੀ ਕੱਲੇ ਕੱਲੇ ਬੱਚੇ ਦਾ ਕੁਐਸਚਨ ਆਇਆ ਹੋਊਗਾ ਸਰ ਜੀ। ਅਲਪ ਪ੍ਰਾਣ, ਮਹਾਂ ਪ੍ਰਾਣ, ਸੰਘੋਸ਼, ਅਘੋਸ਼, ਇਹ ਕਿਹੜੀਆਂ ਧੁਨੀਆਂ ਹੁੰਦੀਆਂ ਭਾਈ, ਠੀਕ ਹੈ ਜੀ। ਕਿਹੜੀਆਂ ਹੁੰਦੀਆਂ ਨੇ ਇਹ ਧੁਨੀਆਂ, ਠੀਕ ਹੈ। ਵੈਸੇ ਮੇਰਾ ਟਾਈਮ ਨਹੀਂ ਲੱਗਾ, ਮੈਂ ਇੱਕ ਲੈਕਚਰ ਲਗਾਉਣਾ ਚਾਹੁੰਦਾ ਸੀ ਇੱਥੇ, ਕਿਉਂਕਿ ਬਹੁਤ ਜ਼ਿਆਦਾ ਕਨਫਿਊਜ਼ਨ ਸੀ ਬੱਚਿਆਂ ਦੀ। ਮੈਂ ਕੋਸ਼ਿਸ਼ ਕਰੂੰਗਾ ਵੀ ਆਉਣ ਵਾਲੇ ਪੇਪਰਾਂ ਵਿੱਚ ਇਹਦਾ ਲੈਕਚਰ ਲਗਾਇਆ ਜਾਵੇ, ਥਿਓਰੈਟੀਕਲ ਹੋਰ ਸਮਝਾਇਆ ਜਾਵੇ ਤੁਹਾਨੂੰ ਡਿਟੇਲ ਦੇ ਵਿੱਚ। ਤੁਹਾਨੂੰ ਦੱਸਦਾ ਵੈਸੇ ਇਹਦਾ ਜਿਹੜਾ ਆਨਸਰ ਬਣਦਾ ਇਹ। ਹੁਣ ਦੇਖੋ ਸੰਘੋਸ਼ ਵਿਅੰਜਨ ਕਿਹੜੇ ਹੁੰਦੇ ਆ। ਦੇਖੋ ਆ ਤੁਸੀਂ ਫਿਲਹਾਲ ਦੀ ਘੜੀ ਜੇ ਤੁਹਾਨੂੰ ਨਹੀਂ ਚੀਜ਼ ਸਮਝ ਆਉਂਦੀ, ਵੈਸੇ ਮੈਂ ਅੱਜ ਤੱਕ ਨਹੀਂ ਕਹਿੰਦਾ ਰੱਟਾ ਮਾਰੋ, ਬਟ ਮੈਂ ਪਹਿਲੀ ਵਾਰੀ ਕਹਿ ਰਿਹਾ ਜੇ ਤੁਸੀਂ ਫੋਰੈਸਟ ਗਾਰਡ ਪੇਪਰ ਦੇਣ ਜਾ ਰਹੇ ਹੋ ਰੱਟਾ ਮਾਰ ਲਿਓ ਵੀ ਸੰਘੋਸ਼ ਕਿਹੜੇ ਹੁੰਦੇ ਆ, ਜਿਹੜੇ ਜਦੋਂ ਆਪਾਂ ਬੋਲਦੇ ਆ ਜਿਹੜੀ ਆਵਾਜ਼ ਹੁੰਦੀ ਆ ਨਾਦੀ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ। ਹੁਣ ਜਿਵੇਂ ਬੱਬਾ, ਦੱਦਾ, ਧੱਦਾ, ਡੱਡਾ, ਜੱਜਾ, ਗੱਗਾ, ਘੱਗਾ, ਇਹ ਨਾਦੀ ਧੁਨੀਆਂ ਨੇ। ਇਹ ਹੁੰਦੀਆਂ ਜੀ ਨਾਦੀ ਰਹਿਤ ਹੋ ਗਈਆਂ, ਜਿਹਨੂੰ ਆਪਾਂ ਠੀਕ ਹੈ ਜੀ ਸੰਘੋਸ਼ ਵੀ ਕਹਿ ਦਿੰਦੇ ਆ, ਸੌਰੀ ਨਾਦ ਰਹਿਤ ਹੋ ਗਈਆਂ। ਇਹ ਨਾਦ ਵਾਲੀਆਂ ਸੰਘੋਸ਼ ਹੁੰਦੀਆਂ ਨੇ।
ਨਾਦ ਰਹਿਤ ਹੋ ਗਈਆਂ ਪੱਪਾ ਫੱਫਾ ਤੱਤਾ ਥੱਥਾ ਟੈਂਕਾ ਠੱਠਾ। ਅਘੋਸ਼ ਹੋ ਗਿਆ ਜਿਵੇਂ ਚੱਚਾ ਛੱਛਾ ਕੱਕਾ ਖੱਖਾ। ਠੀਕ ਹੈ, ਮਾਂ ਪ੍ਰਾਣ ਹੋ ਗਿਆ, ਅਲਪ ਪ੍ਰਾਣ ਹੋ ਗਿਆ। ਜੇ ਤਾਂ ਰੱਟਾ ਵੱਜਦਾ ਠੀਕ ਹੈ, ਨਹੀਂ ਰੱਟਾ ਵੱਜਦਾ ਤੁਹਾਨੂੰ ਮੈਂ ਸਮਝਾ ਵੀ ਦਿੰਦਾ, ਹੁੰਦਾ ਕਿ ਕੋਈ ਔਖੀ ਗੱਲ ਵੀ ਨਹੀਂ ਹੈਗੀ, ਇੰਨੀ ਔਖੀ ਵੀ ਨਹੀਂ ਹੈਗੀ। ਤੁਹਾਨੂੰ ਮੈਂ ਦੱਸ ਦਿੰਦਾ, ਦੇਖੋ ਰਾਜੇ ਦੋ ਤਰ੍ਹਾਂ ਦੇ ਵਿਅੰਜਨ ਹੁੰਦੇ, ਡੱਕਵੇਂ ਤੇ ਅਡੱਕਵੇਂ ਹੁੰਦੇ ਆ। ਡੱਕਵੇਂ ਮਤਲਬ ਕਿ ਆਪਾਂ ਕਹਿੰਦੇ ਆਪਾਂ ਫਲਾਣੇ ਬੰਦੇ ਨੂੰ ਡੱਕ ਲਿਆ, ਮਤਲਬ ਫੜ ਲਿਆ। ਆਪਾਂ ਪੰਜਾਬੀ 'ਚ ਕਹਿ ਦਿੰਦੇ ਡੱਕਣ ਦਾ ਮਤਲਬ ਹੁੰਦਾ ਕਿਸੇ ਨੂੰ ਫੜ ਲੈਣਾ। ਹੁਣ ਉਚਾਰਨ ਸਮੇਂ ਜਦੋਂ ਆਪਾਂ ਕੋਈ ਧੁਨੀ ਉਚਾਰਦੇ ਆ, ਮੂੰਹ 'ਚ ਬੋਲਦੇ ਆ, ਤਾਂ ਇੱਕ ਨਾ ਆਵਾਜ਼, ਇੱਕ ਕੰਬਣੀ ਪੈਦਾ ਹੁੰਦੀ ਸਰੀਰ ਦੇ ਵਿੱਚ। ਤੁਸੀਂ ਬੋਲ ਕੇ ਦੇਖਿਓ ਆਪਣੇ ਸਰੀਰ ਦੇ ਵਿੱਚ ਕੀ ਇੱਕ ਕੰਬਣੀ ਪੈਦਾ ਹੁੰਦੀ, ਜਿਵੇਂ ਆਪਾਂ ਕਹਿੰਦੇ ਨੇ ਤਰੰਗਾਂ ਛਿੜਦੀਆਂ ਨੇ। ਹੁਣ ਤੁਸੀਂ ਕੱਕੇ ਤੋਂ ਲੈ ਕੇ ਪੱਪੇ ਵਰਗ ਦੀ ਗੱਲ ਕਰਦਾ ਮੈਂ, ਕੈ ਵਰਗ ਤੋਂ ਲੈ ਕੇ ਪੈ ਵਰਗ ਦੀ ਗੱਲ ਕਰਦਾ। ਹਰ ਤੀਜਾ ਅੱਖਰ ਜਿਹੜਾ ਹੈਗਾ ਬੇਟੇ ਉਹ ਤੁਹਾਡਾ ਕੀ ਹੈ? ਸੰਘੋਸ਼ ਹੈ। ਜਿਵੇਂ ਗੱਗਾ, ਜੱਜਾ, ਡੱਡਾ, ਦੱਦਾ, ਬੱਬਾ, ਤਾਂ 5 ਹੋ ਗਏ ਤੁਹਾਡੇ। ਠੀਕ ਹੈ ਜੀ। ਤਾਂ ਕੱਕੇ ਤੋਂ ਬਾਅਦ ਦੇਖੋ, ਕੱਕੇ ਤੋਂ ਸ਼ੁਰੂ ਕਰ ਲਓ ਤੇ ਪੱਪੇ ਤੇ ਖਤਮ ਕਰ ਲਓ। ਠੀਕ ਹੈ ਜੀ। ਤਾਂ ਹਰੇਕ ਥਰਡ ਅੱਖਰ ਲਿਖਣਾ ਹੈ। ਠੀਕ ਹੈ, ਹਰੇਕ ਥਰਡ ਅੱਖਰ ਦੀ ਮੈਂ ਗੱਲ ਕਰ ਰਿਹਾ। ਤਾਂ ਇਹ 5 ਆਪਣੇ ਕੋਲ ਕੀ ਹੋਣਗੇ? ਸੰਘੋਸ਼ ਅੱਖਰ ਹੋਣਗੇ, ਇਹ ਯਾਦ ਰੱਖ ਲਿਓ। ਸੰਘੋਸ਼ ਤੋਂ ਬਾਅਦ ਆਘੋਸ਼ ਆ ਜਾਂਦੇ, ਜਿਹਨੂੰ ਆਪਾਂ ਕਹਿੰਦੇ ਨੇ ਨਾਦੀ ਰਹਿਤ। ਆਘੋਸ਼ ਕਿਹੜੇ ਹੁੰਦੇ ਆ? ਜਿਹੜੇ ਨਾਦ ਤੋਂ ਰਹਿਤ ਹੁੰਦੇ ਆ, ਜਿਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀਗੀ। ਠੀਕ ਹੈ ਜੀ, ਕਿਸੇ ਰੁਕਾਵਟ ਤੋਂ ਬਿਨਾਂ ਆਪਣੇ ਬਾਹਰ ਆਉਂਦੀਆਂ ਨੇ। ਹੁਣ ਜਿਵੇਂ ਕੱਕੇ ਤੋਂ ਲੈ ਕੇ ਪੱਪੇ ਤੱਕ ਕੀ ਹੁੰਦੇ ਆ ਬੇਟੇ, ਬਟ ਇਹਦੇ ਵਿੱਚ ਪਹਿਲੇ 2 ਅੱਖਰ ਹੁੰਦੇ ਆ। ਜਿਵੇਂ ਉਹਦੇ ਵਿੱਚ ਕੀ ਆ? ਤੀਜਾ ਅੱਖਰ ਆ ਨਾ, ਥਰਡ ਅੱਖਰ। ਕੱਕੇ ਤੋਂ ਪੱਪੇ ਦੇ ਵਿੱਚ ਥਰਡ ਅੱਖਰ ਚੱਕ ਲਿਆ, ਉਵੇਂ ਇਹਦੇ ਵਿੱਚ ਪਹਿਲੇ 2 ਅੱਖਰ ਚੱਕਣੇ ਆ। ਕੱਕਾ, ਖੱਖਾ, ਜੱਜਾ, ਚੱਚਾ, ਛੱਛਾ, ਟੈਂਕਾ, ਠੱਠਾ, ਤੱਤਾ, ਥੱਥਾ, ਪੱਪਾ, ਪੱਫਾ। ਠੀਕ ਹੈ, ਕੱਕਾ ਕੱਕੇ ਵਾਲੀ ਲਾਈਨ ਆ ਗਈ। ਠੀਕ ਹੈ ਜੀ। ਫਿਰ ਤੁਹਾਡੀ ਚੱਚੇ ਵਾਲੀ ਆ ਗਈ, ਫਿਰ ਤੁਹਾਡੀ ਕੀ ਆ ਜੀ? ਟੈਂਕੇ ਵਾਲੀ ਆ ਗਈ, ਤੱਤੇ ਵਾਲੀ ਆ ਗਈ, ਪੱਪੇ ਵਾਲੀ ਆ ਗਈ। ਤਾਂ ਪਹਿਲਾਂ ਆਪਾਂ ਥਰਡ ਅੱਖਰ ਚੱਕਿਆ ਸੀ, ਹੁਣ ਪਹਿਲੇ 2 ਚੱਕਣੇ ਨੇ। ਤਾਂ 2 ਕਿਹੜੇ ਹੋ ਗਏ ਆਪਣੇ? ਅਘੋਸ਼ ਹੋ ਗਏ, ਜਿਹਨੂੰ ਆਪਾਂ ਨਾਦ ਰਹਿਤ ਕਹਿ ਦਿੰਦੇ ਆ। ਹੁਣ ਆ ਗਿਆ ਜੀ ਮਾਂ ਪ੍ਰਾਣ। ਮਾਂ ਪ੍ਰਾਣ ਮਤਲਬ ਕੀ ਕਹਿੰਦੇ? ਜਦੋਂ ਆਪਾਂ ਕੋਈ ਚੀਜ਼ ਉਚਾਰਦੇ ਆ ਨਾ, ਜਿਹੜੀ ਹਵਾ ਹੁੰਦੀ ਹੈ ਜ਼ਿਆਦਾ ਮੂੰਹ ਚੋਂ ਬਾਹਰ ਆਉਂਦੀ ਹੈ, ਫਰਾਟੇ ਵਾਂਗੂ। ਫਰਾਟਾ ਆਪਾਂ ਕਹਿੰਦੇ ਨਾ, ਫਰਾਟਾ ਪੱਖਾ ਲੈ ਕੇ ਆਏ। ਫਰਾਟੇ ਦਾ ਮਤਲਬ ਹੁੰਦਾ ਜਿਹੜਾ ਬਹੁਤ ਤੇਜ਼ ਪੱਖਾ ਹਵਾ ਦਿੰਦਾ ਹੈ। ਆਪਣੇ ਮੂੰਹ ਚੋਂ ਆਵਾਜ਼ ਬਹੁਤ ਤੇਜ਼ੀ ਨਾਲ ਬਾਹਰ ਆਉਂਦੀ ਹੈ। ਤਾਂ ਜਿਵੇਂ ਤੇ ਮੈਂ ਗੱਲ ਕਰਾਂ, ਕਹਿੰਦਾ ਜੀ ਕੱਕੇ ਤੋਂ ਲੈ ਕੇ ਪੱਪੇ ਵਰਗ ਦੇ ਵਿੱਚ ਜਿਹੜਾ, ਠੀਕ ਹੈ ਜੀ, ਹਰ ਦੂਜਾ ਅੱਖਰ ਹੋਊਗਾ। ਜਿਵੇਂ ਖੱਖਾ, ਛੱਛਾ, ਠੱਠਾ, ਥੱਥਾ, ਫੱਫਾ। ਦੇਖੋ ਆਵਾਜ਼ ਕਿੰਨੀ ਫਾਸਟ ਬਾਹਰ ਆ ਰਹੀ ਹੈ, ਇਹਨੂੰ ਕਹਿ ਦਿੰਦੇ ਆ ਮਾਂ ਪ੍ਰਾਣ। ਲਾਸਟ ਰਹਿ ਗਿਆ ਜੀ ਤੁਹਾਡਾ ਅਲਪ ਪ੍ਰਾਣ। ਅਲਪ ਪ੍ਰਾਣ ਦੇ ਵਿੱਚ ਆਵਾਜ਼, ਹਵਾ ਬਹੁਤ ਘੱਟ ਬਾਹਰ ਆਉਂਦੀ ਹੈ। ਤਾਂ ਜੇ ਮੈਂ ਗੱਲ ਕਰਾਂ, ਇਹ 10 ਹੁੰਦੇ ਨੇ ਰਾਜੇ। ਜਿਵੇਂ ਪਹਿਲਾ ਤੇ ਤੀਜਾ ਅੱਖਰ ਹੁੰਦਾ ਹੈ, ਪਹਿਲਾ ਤੇ ਤੀਜਾ ਅੱਖਰ ਕੱਕੇ ਤੋਂ ਲੈ ਕੇ ਪੱਪੇ ਵਰਗ ਤੱਕ। ਇਹ ਯਾਦ ਰੱਖ ਲਿਓ, ਕੱਕੇ ਤੋਂ ਪੱਪੇ ਵਰਗੀ ਤੱਕ ਹੀ ਹੋਣਗੇ ਹਰੇਕ ਡੱਕਵੇਂ ਤੇ ਅਡੱਕਵੇਂ ਵਿਅੰਜਨ। ਠੀਕ ਹੈ ਜੀ। ਹੁਣ ਇਹਦੇ ਵਿੱਚ ਜਿਵੇਂ ਦੇਖੋ, ਕੱਕਾ, ਗੱਗਾ, ਚੱਚਾ, ਜੱਜਾ, ਟੈਂਕਾ, ਠੱਠਾ, ਡੱਡਾ, ਤੱਤਾ, ਦੱਦਾ, ਪੱਪਾ, ਬੱਬਾ, ਇਹ 10 ਹੁੰਦੇ ਆਪਣੇ ਕੋਲੇ। ਪਰ ਇਹ ਆਵਾਜ਼ ਦੇਖੋ ਆਪਣੀ ਜਿਹੜੀ ਹਵਾ ਹੈਗੀ ਘੱਟ ਬਾਹਰ ਆਈ ਹੈ। ਤਾਂ ਪਲੀਜ਼ ਇਹਨੂੰ 1-2 ਵਾਰੀ ਪੜੋਗੇ, ਸਕਰੀਨਸ਼ਾਟ ਲੈ ਲਿਓ, ਰੋਕ ਕੇ ਵੀਡੀਓ ਪਾਉਜ਼ ਕਰ ਲਿਓ, ਸਕਰੀਨਸ਼ਾਟ ਲੈ ਲਿਓ। ਇਹਨੂੰ 2-3 ਵਾਰੀ ਪੜੋਗੇ, ਸਮਝ ਆ ਜਾਊਗੀ। ਥੋੜਾ ਜਿਹਾ ਦੇਖੋ, ਜਿਹੜਾ ਵਿਆਕਰਨ ਹੁੰਦਾ, ਐਵੇਂ ਥੋੜੀ ਕੋਈ ਵਿਆਕਰਨ ਮਾਸਟਰੇਟ ਕਰਦੇ, ਡਿਗਰੀਆਂ ਕਰਦੇ, ਡਾਕਟਰੇਟ ਬਣਦੇ ਆ ਪੰਜਾਬੀ ਦੇ ਵਿੱਚ। ਮੈਂ ਪੜ੍ਹਾ ਜ਼ਰੂਰ ਰਿਹਾ, ਲੇਕਿਨ ਮੈਂ ਡਾਕਟਰੇਟ ਨਹੀਂ ਕੀਤੀ ਹੋਈ। ਠੀਕ ਹੈ ਜੀ। ਹੁਣ ਤੁਸੀਂ ਮੈਨੂੰ ਕੰਪਿਊਟਰ ਦਾ ਕੁਝ ਵੀ ਪੁੱਛੋਗੇ, ਮੈਂ ਦੱਸ ਦੂੰਗਾ ਝੱਟ ਦੇ ਵਿੱਚ। ਪਰ ਜੇ ਮੈਂ ਪੰਜਾਬੀ ਨੂੰ ਧਿਆਨ ਨਾਲ ਪੜੂੰਗਾ ਤਾਂ ਹੀ ਮੈਨੂੰ ਸਮਝ ਆਊਗੀ ਨਾ। ਤਾਂ ਹਰੇਕ ਚੀਜ਼ ਇਹ ਨਹੀਂ ਹੈਗੀ ਕਿ ਸਾਨੂੰ 10ਵੀਂ ਕਲਾਸ ਦੀ ਕਿਤਾਬ ਪੜ੍ਹ ਲਈ ਸਾਨੂੰ ਸਾਰਾ ਕੁਝ ਹੀ ਆਉਂਦਾ ਹੈ। ਨਹੀਂ, ਕੁਝ ਚੀਜ਼ਾਂ ਗੁਰੂ ਤੋਂ ਸਿੱਖਣੀਆਂ ਪੈਂਦੀਆਂ ਹੁੰਦੀਆਂ। ਮੈਂ ਇਹ ਨਹੀਂ ਕਹਿੰਦਾ ਮੈਂ ਹੀ ਗੁਰੂ ਹਾਂ। ਜਿਹੜਾ ਵੀ ਤੁਸੀਂ ਗੁਰੂ ਤੋਂ ਪੜ੍ਹਦੇ ਹੋ, ਜਿਹੜੇ ਵੀ ਤੁਸੀਂ ਟੀਚਰ ਤੋਂ ਪੜ੍ਹਦੇ ਹੋ, ਤਾਂ ਚੀਜ਼ਾਂ ਨੂੰ ਧਿਆਨ ਨਾਲ ਸਮਝਿਆ ਕਰੋ। ਗੱਲ ਕਰਦੇ ਆ ਜੀ ਅੱਗੇ ਆਪਾਂ ਵੱਧਦੇ। ਕਹਿੰਦਾ ਜੀ ਏਟ ਲਿਖੇ ਸਵਰਾਂ ਦੇ ਵਿੱਚੋਂ ਹਰਸਵਰ ਹਾਸਵਰ ਸਵਰ ਦੱਸਣਾ ਆਪਾਂ। ਠੀਕ ਹੈ। ਹੁਣ ਇਹ ਵੀ ਪੰਗਾ। ਹੁਣ ਇਹ ਵੀ ਨਹੀਂ ਪਤਾ ਹੋਊਗਾ ਆਪਾਂ ਨੂੰ ਵੀ ਸਵਰ, ਜਿਹੜੇ ਸਵਰ ਹੁੰਦੇ ਆ ਉਹਦੇ ਵਿੱਚ ਅੱਗੇ ਅਲੱਗ-ਅਲੱਗ ਟਾਈਪ ਆ ਜਾਂਦੀਆਂ ਨੇ। ਠੀਕ ਹੈ ਜੀ। ਹਰਸਵ ਜਿਹੜਾ ਹੁੰਦਾ, ਹੁਣ ਤੁਹਾਨੂੰ ਮੈਂ ਦੱਸ ਦਿੰਦਾ ਇਹਦੇ ਵਿੱਚੋਂ ਕਿਹੜਾ ਹੁੰਦਾ। ਜਿਹੜਾ ਮੇਨ ਇਹਦੀ ਐਗਜ਼ਾਮਪਲ ਤੁਹਾਨੂੰ ਮੈਂ ਕਰਵਾ ਦਿੰਦਾ, ਸਾਰੇ ਕਰਵਾ ਦਿੰਦਾ। ਵੈਸੇ ਤਾਂ ਇਹਦਾ ਆਨਸਰ ਜਿਹੜਾ ਬਣਦਾ ਰਾਜੇ, ਊੜੇ ਨੂੰ ਔਂਕੜ ਬਣਦਾ। ਹੁਣ ਸਵਰ ਆਪਾਂ, ਸਵਰ ਦਾ ਮਤਲਬ ਕੀ ਹੈ? ਦੇਖੋ ਜਿਵੇਂ ਆਪਾਂ ਮਤਲਬ ਜਦੋਂ ਬੋਲਦੇ ਆ ਨਾ, ਕਿਤੇ ਘੱਟ ਸਾਹ ਲੈਂਦੇ ਆ, ਕਿਤੇ ਵੱਧ ਸਾਹ ਲੈਂਦੇ ਆ। ਹੁਣ ਜਿਹੜਾ ਹਰਸਵ ਹੁੰਦਾ ਜਾਂ ਫਿਰ ਲਘੂ ਸਵਰ ਹੁੰਦਾ, ਉਹ 'ਚ ਘੱਟ ਸਾਹ ਲੈਂਦੇ ਆ ਆਪਾਂ। ਇੱਕ ਹੁੰਦਾ ਦੀਰਘ। ਦੀਰਘ ਦੇ ਵਿੱਚ ਵੱਧ ਸਾਹ ਲੈਣਾ ਪੈਂਦਾ। ਹੁਣ ਜਿਵੇਂ ਪੰਜਾਬੀ ਵਿੱਚ 3 ਤਰ੍ਹਾਂ ਦੇ ਨੇ ਜਿਹੜੇ ਹਰਸਵਰ ਨੇ। ਆਪਣੇ ਕੋਲੇ ਊੜਾ ਔਂਕੜ ਹੋ ਗਿਆ, ਆੜਾ ਹੋ ਗਿਆ, ਈੜੀ ਨੂੰ ਸਿਹਾਰੀ ਹੋ ਗਈ। ਇਹ ਆਪਣੇ ਕੋਲ 3 ਤਰ੍ਹਾਂ ਦੇ ਹੀ ਸਵਰ ਧੁਨੀਆਂ ਹੁੰਦੀਆਂ, ਲਘੂ ਸਵਰ ਧੁਨੀਆਂ। ਲਘੂ ਦਾ ਮਤਲਬ ਛੋਟਾ ਹੁੰਦਾ। ਤਾਂ ਆਪਣੇ ਕੋਲ 3 ਤਰ੍ਹਾਂ ਦੀਆਂ ਲਘੂ ਸਵਰ ਧੁਨੀਆਂ ਹੁੰਦੀਆਂ, ਜਿਹਨੂੰ ਆਪਾਂ ਹਰਸਵ ਵੀ ਕਹਿ ਦਿੰਦੇ ਆ। ਤੇ ਦੀਰਘ ਸਵਰ ਧੁਨੀਆਂ ਆਪਣੇ ਕੋਲੇ ਹੁੰਦੀਆਂ ਨੇ। ਦੇਖੋ ਜਿਵੇਂ ਬਾਕੀ ਹੋ ਗਈਆਂ ਆ, ਈ, ਊ, ਏ, ਐ, ਓ, ਔ। ਠੀਕ ਹੈ। ਇਹ ਸਾਰੇ ਜਿਵੇਂ ਮਤਲਬ ਕਿ ਆਪਣੇ ਜਿਹੜੇ ਜਦੋਂ ਆਪਾਂ ਬੋਲਦੇ ਆ, ਉਚਾਰਦੇ ਆ ਧੁਨੀਆਂ, ਤਾਂ ਆਪਾਂ ਨੂੰ ਟਾਈਮ ਲੱਗਦਾ ਹੈ, ਕਿਸੇ 'ਚ ਘੱਟ ਲੱਗਦਾ, ਕਿਸੇ 'ਚ ਵੱਧ ਲੱਗਦਾ। ਪਰ ਜਿਹੜੀ ਦੀਰਘ ਹੁੰਦੀ ਉਹਦੇ ਵਿੱਚ ਡਬਲ ਟਾਈਮ ਲੱਗਦਾ ਲਘੂ ਨਾਲੋਂ। ਤਾਂ ਲਘੂ ਦਾ ਮਤਲਬ ਛੋਟਾ ਹੀ ਹੁੰਦਾ। ਆਹ ਨਾਮ ਵੀ ਯਾਦ ਰੱਖ ਲਿਓ, ਆ ਵੀ ਯਾਦ ਰੱਖ ਲਿਓ। ਤਾਂ ਇੱਥੇ ਦੇਖੋ, ਅਗਰ ਆਪਾਂ ਦੇਖੀਏ, ਆਹ ਸਾਰੇ ਕੀ ਨੇ ਆਪਣੀਆਂ ਦੀਰਘ ਨੇ। ਲਘੂ ਕਿਹੜੀ ਹੈਗੀ ਹੈ? ਸਿਰਫ ਬੀ ਵਾਲੀ। ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ। 1 ਮਿੰਟ ਪਾਣੀ ਪੀ ਲਿਆ, ਹੁਣ ਤਾਂ ਜਮਾਨ ਵੀ ਫਿਸਲਣ ਲੱਗ ਗਈ। ਠੀਕ ਹੈ, 1 ਮਿੰਟ ਦੇ ਦਿਓ ਬਸ।
ਅੱਗੇ ਚੱਲਦੇ ਹਾਂ ਜੀ। ਕਹਿੰਦਾ ਲਕੀਰੇ ਸ਼ਬਦ ਦੇ ਪੜਨਾਮ ਦੀ ਕਿਸਮ ਦੱਸੋ। ਲਕੀਰਾ ਸ਼ਬਦ ਕਿਹੜਾ ਹੈ? ਜਿਹੜੇ। ਇਹ ਪੜਨਾਮ ਹੈ ਰਾਜੇ। ਕਹਿੰਦਾ ਜਿਹੜੇ ਮਿਹਨਤ ਕਰਦੇ ਨੇ ਉਹ ਸਫਲ ਹੁੰਦੇ ਨੇ। ਇਹ ਤਾਂ ਪੱਕੀ ਗੱਲ ਹੈ ਜੀ, ਜਿਹੜਾ ਮਿਹਨਤ ਕਰੂਗਾ ਉਹੀ ਸਫਲ ਹੋਊਗਾ, ਤੁੱਕੇ ਨਾਲ ਸਫਲ ਨਹੀਂ ਹੋਣਾ। ਤਾਂ ਦੇਖੋ ਜਿਹੜੇ ਮਿਹਨਤ ਕਰਨਗੇ ਉਹੀ ਸਫਲ ਹੋਣਗੇ। ਤਾਂ ਸੰਬੰਧ ਹੈ ਇੱਥੇ ਵੀ ਸਫਲ ਕਿਹੜੇ ਬੰਦੇ ਹੁੰਦੇ ਆ? ਜਿਹੜੇ ਮਿਹਨਤ ਕਰਦੇ ਆ। ਤਾਂ ਕਿਹੜਾ ਹੋ ਗਿਆ ਬੇਟੇ? ਇਹ ਸੰਬੰਧਵਾਚਕ ਹੋ ਗਿਆ। ਕਿਹੜਾ ਪੜਨਾਮ ਹੋ ਗਿਆ? ਸੰਬੰਧਵਾਚਕ ਪੜਨਾਮ ਹੋ ਗਿਆ। ਆਹ ਕੁਐਸਚਨ ਨੇ ਬੜਾ ਚੱਕਰਾਂ 'ਚ ਪਾਇਆ ਬੱਚਿਆਂ ਨੂੰ। ਬੜੇ ਮੈਨੂੰ ਮੈਸੇਜ ਆਏ, ਤੁਹਾਨੂੰ ਮੈਂ ਦੱਸਦਾ ਇੱਥੇ ਹੈ ਕੀ ਚੱਕਰ, ਹੈ ਕੀ ਆ। ਬੜੇ ਧਿਆਨ ਨਾਲ ਸਮਝਣ ਵਾਲਾ ਕੁਐਸਚਨ ਹੈ, ਬੜਾ ਪਿਆਰਾ ਕੁਐਸਚਨ ਹੈ। ਕਹਿੰਦਾ ਜੀ ਲਕੀਰਿਆਂ ਸ਼ਬਦ ਦੇ ਵਿੱਚੋਂ ਕਿਸ ਸ਼ਬਦ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ? ਜਿਹੜਾ ਲਕੀਰਾ ਸ਼ਬਦ ਕਿਹੜਾ ਹੈ? ਲਕੀਰਾ ਸ਼ਬਦ ਹੈਗਾ ਉਹ। ਧਿਆਨ ਦੇ ਨਾਲ, ਕੱਲਾ ਉਹ ਸ਼ਬਦ ਲਕੀਰ ਹੈ। ਲਕੀਰ ਦਾ ਮਤਲਬ ਕੀ ਹੈ? ਥੱਲੇ ਦੇਖੋ ਹਾਈਲਾਈਟ ਕੀਤਾ ਹੋਇਆ, ਉਹ ਦੇ ਥੱਲੇ ਦੇਖੋ ਇਸ ਤਰ੍ਹਾਂ ਹਾਈਲਾਈਟ ਕੀਤਾ ਹੋਇਆ। ਉਹ ਮੁੰਡਾ ਮੇਰਾ ਭਰਾ ਹੈ। ਹੁਣ ਇਹ ਨਾਮ ਹੈ, ਪੜਨਾਮ ਹੈ, ਵਿਸ਼ੇਸ਼ਣ ਹੈ, ਸੰਬੰਧਕ ਹੈ, ਇਹ ਦੱਸਣਾ ਹੈ। ਹੁਣ ਇੱਥੇ ਪੰਗਾ ਪੈਂਦਾ ਵਿਸ਼ੇਸ਼ਣ ਤੇ, ਠੀਕ ਹੈ ਜੀ। ਵਿਸ਼ੇਸ਼ਣ ਤੇ ਆਪਣੇ, ਠੀਕ ਹੈ ਜੀ, ਪੜਨਾਮ ਦੇ ਵਿੱਚ ਪੰਗਾ ਪੈ ਜਾਂਦਾ। ਹੁਣ ਬੰਦਿਆਂ ਨੂੰ ਪਤਾ ਨਹੀਂ ਹੁੰਦਾ, ਬੰਦੇ ਮੈਨੂੰ ਕਹਿ ਦਿੰਦੇ ਸਰ ਜੀ ਤੁਸੀਂ ਗਲਤ ਆਨਸਰ ਲਾਏ ਆ ਜੀ, ਤੁਸੀਂ ਕੋਰਸ ਵਿੱਚ ਵੀ ਗਲਤ ਆਨਸਰ ਲਾਇਆ। ਪਰ ਕੁਝ ਚੀਜ਼ਾਂ ਆਪਾਂ ਨੂੰ ਕਲੀਅਰ ਨਹੀਂ ਹੁੰਦੀਆਂ ਗੀਆਂ, ਫਿਰ ਕਲੀਅਰ ਕਰਨੀਆਂ ਪੈਂਦੀਆਂ। ਹੁਣ ਜੇ ਮੈਂ ਗੱਲ ਕਰਾਂ, ਇੱਥੇ ਪੜਨਾਮ ਹੈ, ਇੱਥੇ ਕੀ ਹੈ ਰਾਜੇ? ਇਹ ਪੜਨਾਮ ਦੀ ਗੱਲ ਕਰ ਰਿਹਾ। ਹੁਣ ਵਿਸ਼ੇਸ਼ਣ ਕਦੋਂ ਹੋਊਗਾ ਇਹ? ਉਹ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ ਧਿਆਨ ਨਾਲ ਦੇਖੋ, ਦੋਵੇਂ ਜਿਹੜੇ ਦੇਖੋ ਮੈਂ ਦੋਨੇ ਕੁਐਸਚਨ ਪਾਏ ਹੋਏ ਆ। ਉਹ ਮੁੰਡਾ ਮੇਰਾ ਭਰਾ ਹੈ ਤੇ ਉਹ ਮੁੰਡਾ ਮੇਰਾ ਭਰਾ ਹੈ। ਦੇਖੋ ਦੋਨੇ ਸ਼ਬਦ ਇੱਕੋ ਜਿਹੇ ਹੈ, ਪਰ ਇੱਕ ਦੇ ਵਿੱਚ ਮੈਂ ਜਿਵੇਂ ਸਪੋਜ਼ ਮੈਂ ਕਹਿ ਦੇਵਾਂ ਕਿ ਇਹਦੇ ਵਿੱਚ ਮੈਂ ਕੱਲਾ ਆ ਲਕੀਰਤਾ ਤੇ ਇਹਦੇ ਵਿੱਚ ਮੈਂ ਆ ਲਕੀਰਤਾ, ਤਾਂ ਬੜਾ ਫਰਕ ਪੈ ਜਾਣਾ। ਇੱਕ ਦੇ ਵਿੱਚ ਵਿਸ਼ੇਸ਼ਣ ਬਣ ਜਾਊਗਾ, ਇੱਕ ਦੇ ਵਿੱਚ ਕੀ ਬਣ ਜਾਊਗਾ? ਪੜਨਾਮ। ਹੁਣ ਦੇਖੋ ਜਿਹੜਾ ਇੱਥੇ ਦੋਵੇਂ ਵਾਕਾਂ ਦੇ ਵਿੱਚ ਕੀ ਆ ਰਿਹਾ? ਜਿਹੜਾ ਉਹ ਸ਼ਬਦ ਆ ਰਿਹਾ, ਜਿਹੜੇ ਆ ਸ਼ਬਦ ਆ, ਉਹ ਮੇਰਾ ਭਰਾ ਹੈ, ਉਹ ਮੁੰਡਾ ਮੇਰਾ ਭਰਾ ਹੈ। ਚਲੋ ਆਪਾਂ ਲਕੀਰੇ ਸ਼ਬਦ ਦੀ ਨਹੀਂ ਗੱਲ ਕਰਦੇ, ਸਿੰਪਲ ਹੀ ਗੱਲ ਕਰ ਲੈਂਦੇ ਆ। ਉਹ ਮੇਰਾ ਭਰਾ ਹੈ ਤੇ ਉਹ ਮੁੰਡਾ ਮੇਰਾ ਭਰਾ ਹੈ। ਦੇਖੋ ਦੋ ਸ਼ਬਦ ਹੋ ਗਏ ਨਾ, ਦੋ ਸ਼ਬਦ ਹੋ ਗਏ। ਕਹਿੰਦਾ ਦੋਵਾਂ ਵਾਕਾਂ ਵਿੱਚ ਉਹ ਸ਼ਬਦ ਦੀ ਵਰਤੋਂ ਹੋ ਰਹੀ ਆ। ਹੁਣ ਬੰਦਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਨਿਸ਼ਚੈਵਾਚਕ, ਇਹਨਾਂ ਵਿੱਚੋਂ ਕਿਹੜਾ ਸ਼ਬਦ ਨਿਸ਼ਚੈਵਾਚਕ ਵਿਸ਼ੇਸ਼ਣ ਹੈ ਤੇ ਕਿਹੜਾ ਨਿਸ਼ਚੈਵਾਚਕ ਪੜਨਾਮ ਹੈ। ਨਿਸ਼ਚੈਵਾਚਕ ਦਾ ਮਤਲਬ ਹੁੰਦਾ ਕਿ ਪੱਕਾ ਜਿਹੜਾ ਬੰਦਾ ਆਪਣੇ ਕੋਲੇ ਬੈਠਾ ਹੋਊਗਾ, ਆਪਾਂ ਕਹਾਂਗੇ ਯਾਰ ਆਹ ਮੁੰਡਾ ਜਾਂ ਉਹ ਮੁੰਡਾ, ਆਪਾਂ ਇਸ਼ਾਰਾ ਕਰਾਂਗੇ ਸਾਹਮਣੇ ਬੈਠਾ ਹੋਊਗਾ। ਤਾਂ ਨਿਸ਼ਚੈਵਾਚਕ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਦੱਸ ਸਕਦੇ ਹਾਂ, ਪੂਰੇ ਨਿਸ਼ਚੈ ਨਾਲ ਦੱਸ ਸਕਦੇ ਹਾਂ, ਪੂਰੇ ਗਰੰਟੀ ਨਾਲ ਦੱਸ ਸਕਦੇ ਹਾਂ ਵੀ ਉਹ ਬੰਦਾ, ਜਿਵੇਂ ਆਪਾਂ ਕਹਿ ਦਈਏ ਉਹ ਮੇਰਾ ਘਰ ਹੈ, ਠੀਕ ਹੈ। ਹੁਣ ਜਿਵੇਂ ਇਹਦੇ ਵਿੱਚ ਅਗਰ ਮੈਂ ਗੱਲ ਕਰਾਂ, ਕਹਿੰਦਾ ਜੀ ਉਹ ਮੇਰਾ ਭਰਾ ਹੈ, ਪਹਿਲੇ ਦੀ ਗੱਲ ਕਰਦਾ ਮੈਂ, ਉਹ ਮੇਰਾ ਭਰਾ ਹੈ। ਇਹਦੇ ਵਿੱਚ ਜਿਹੜਾ ਉਹ ਸ਼ਬਦ ਆ ਕੀ ਆ ਰਾਜੇ? ਨਿਸ਼ਚੈਵਾਚਕ ਪੜਨਾਮ ਹੈ। ਇੱਥੇ ਪੜਨਾਮ ਦੀ ਗੱਲ ਹੋ ਰਹੀ ਹੈ। ਹੁਣ ਵਿਸ਼ੇਸ਼ਣ ਕਦੋਂ ਹੋਊਗਾ? ਵੀ ਪੰਜ ਮੁੰਡੇ, ਦੇਖੋ ਮੈਂ ਕਹਿ ਦਵਾਂ ਇੱਥੇ ਤਿੰਨ ਮੁੰਡੇ ਬੈਠੇ ਸੀਗੇ ਤਾਂ ਆਹ ਦੋ ਬੰਦੇ ਗੱਲਾਂ ਕਰ ਰਹੇ ਆ। ਆਹ ਬੰਦੇ ਨੇ ਇਸ਼ਾਰਾ ਕੀਤਾ ਵੀ ਉਹ ਜਿਹੜਾ ਹੈਗਾ ਨਾ ਉਹ ਮੇਰਾ ਭਰਾ ਹੈ, ਠੀਕ ਹੈ। ਹੁਣ ਉਹਦੇ ਵਿੱਚ ਕੋਈ ਬੰਦਾ ਵੀ ਆ ਸਕਦਾ, ਮੰਨ ਲਓ A B C ਕੋਈ ਮੁੰਡਾ ਵੀ ਆ ਸਕਦਾ ਹੈ, ਪਰ ਇਹ ਤਾਂ ਇੱਥੇ ਕੀ ਬਣ ਗਿਆ? ਪੜਨਾਮ ਬਣ ਗਿਆ। ਹੁਣ ਮੈਂ ਕਹਿ ਦਵਾਂ ਉਹ ਮੁੰਡਾ, ਇਹਨੇ ਦੱਸਤਾ ਵੀ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਉਹ ਮੁੰਡਾ ਦਾ ਮਤਲਬ ਕੀ? ਜਿਵੇਂ ਕਿਸੇ ਨੇ ਪੀਲੀ ਸ਼ਰਟ ਪਾਈ ਹੈ ਤਾਂ ਉਹ ਮੁੰਡਾ, ਜਦੋਂ ਉਹ ਮੁੰਡੇ ਦੀ ਗੱਲ ਆ ਗਈ ਭਾਈ, ਤਾਂ ਉਹ ਕੀ ਬਣ ਜਾਊਗਾ? ਤੁਹਾਡਾ ਇੱਥੇ ਵਿਸ਼ੇਸ਼ਣ ਬਣ ਜਾਊਗਾ। ਮੈਂ ਵਿਸ਼ੇਸ਼ ਦੱਸਤਾ ਵੀ ਉਹਨਾਂ ਮੁੰਡਿਆਂ ਵਿੱਚੋਂ ਉਹ ਮੁੰਡਾ, ਠੀਕ ਹੈ, ਤਿੰਨ ਮੁੰਡਿਆਂ ਵਿੱਚੋਂ ਫਲਾਨਾ ਮੁੰਡਾ ਜਿਹੜਾ ਹੈਗਾ ਮੇਰਾ ਭਰਾ ਹੈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕੁਐਸਚਨ ਬੜਾ ਪਿਆਰਾ ਹੈ, ਬੜਾ ਵਧੀਆ। ਉਹੀ ਬੰਦਾ ਸਮਝੂ ਜਿਹਨੇ ਦਿਮਾਗ ਤੋਂ ਖੋਪੜ ਤੋਂ ਭਾਰ ਉਤਾਰਿਆ ਹੋਇਆ। ਦੋ ਸ਼ਬਦ ਨੇ, ਉਹ ਦੋ ਵਾਕ ਨੇ, ਉਹ ਮੇਰਾ ਭਰਾ ਹੈ ਤੇ ਉਹ ਮੁੰਡਾ ਮੇਰਾ ਭਰਾ ਹੈ। ਉਹ ਮੇਰਾ ਭਰਾ ਦੇ ਵਿੱਚ ਸਿਰਫ ਤਿੰਨ ਬੰਦਿਆਂ ਦੀ ਸਾਹਮਣੇ ਤਿੰਨ ਬੰਦੇ ਬੈਠੇ ਆ, ਮੈਂ ਕਹਿ ਦੂੰਗਾ ਉਹ ਮੇਰਾ ਭਰਾ ਹੈ। ਉਹਨਾਂ ਵਿੱਚ ਤਿੰਨਾਂ ਵਿੱਚ ਕੋਈ ਵੀ ਮੇਰਾ ਭਰਾ ਹੋ ਸਕਦਾ ਹੈ। ਮੈਂ ਪੜਨਾਮ, ਇੱਥੇ ਕੀ ਹੈ ਜੀ? ਪੜਨਾਮ, ਠੀਕ ਹੈ ਜੀ। ਦੂਜੇ ਚ ਕਹਤਾ ਉਹ ਮੁੰਡਾ ਮੇਰਾ ਭਰਾ ਹੈ, ਤਾਂ ਕੀ ਬਣ ਜਾਊਗਾ ਜੀ? ਵਿਸ਼ੇਸ਼ਣ ਬਣ ਜਾਊਗਾ। ਤਾਂ ਹੁਣ ਤਾਂ ਨਹੀਂ ਦਿਮਾਗ ਤੇ ਹੁੰਦਾ ਤੁਹਾਡੇ ਕੋਈ ਬੋਝ। ਬਹੁਤ ਬੱਚੇ ਕਹਿੰਦੇ ਸਰ ਜੀ ਤੁਸੀਂ ਆਨਸਰ ਗਲਤ ਪਾਏ ਹੋਏ ਆ ਜੀ, ਪੰਜਾਬੀ ਦੇ ਜਿਹੜਾ ਤੁਹਾਡਾ ਕੋਰਸ ਹੈਗਾ, ਆਨਸਰ ਨਹੀਂ ਗਲਤ ਪਾਏ ਹੋਏ ਬੇਟੇ, ਤੁਹਾਨੂੰ ਚੀਜ਼ਾਂ ਕਲੀਅਰ ਨਹੀਂ ਹੈਗੀਆਂ। ਮੈਂ ਇਹ ਨਹੀਂ ਕਹਿੰਦਾ ਤੁਸੀਂ ਮਾੜੇ ਥਾਂ ਤੋਂ ਪੜ੍ਹ ਕੇ ਆਏ ਹੋ। ਕਈ ਵਾਰੀ ਆਪਾਂ ਇੰਨੀ ਬਰੀਕੀ ਚ ਪੜ੍ਹਦੇ ਨਹੀਂ, ਕਿਉਂਕਿ ਪਹਿਲਾਂ ਪੰਜਾਬੀ ਆਉਂਦੀ ਸੀ 5 ਨੰਬਰ ਦੀ ਪੇਪਰਾਂ ਦੇ ਵਿੱਚ, ਸੌਖੀ ਜੀ ਪੁੱਛਦੇ ਸੀਗੇ, ਨਾਮ ਕਿੰਨੀ ਤਰ੍ਹਾਂ ਦੇ, ਪੜਨਾਮ ਕਿੰਨੀ ਤਰ੍ਹਾਂ ਦੇ ਆ। ਹੁਣ ਆਉਂਦੀ 15 ਨੰਬਰ ਦੀ, ਤਸੱਲੀ ਕਰਾ ਦਿੰਦੇ ਆ ਉਹ, ਠੀਕ ਹੈ। ਤਾਂ ਤਸੱਲੀ ਆਈ ਹੋਊਗੀ ਜੇ ਤੁਸੀਂ ਸਹੀ ਟੀਚਰ ਤੋਂ ਪੜ੍ਹੋਗੇ। ਤਾਂ ਅੱਗੇ ਗੱਲ ਕਰਦੇ ਆ ਜੀ। ਕਹਿੰਦਾ ਉਜੜੇ ਬਾਗਾਂ ਦੇ ਡੈਸ਼, ਠੀਕ ਹੈ ਜੀ। ਇਹ ਬੜਾ ਕੁਐਸਚਨ ਆਉਂਦਾ ਹੁੰਦਾ ਤੇ ਇਹਦੀਆਂ ਆਪਸ਼ਨਾਂ ਪੜ੍ਹ ਕੇ ਬੜਾ ਹਾਸਾ ਹੁੰਦਾ। ਉਜੜੇ ਬਾਗਾਂ ਦੇ ਮਾਲੀ ਨਿਕੰਮੇ, ਉਜੜੇ ਬਾਗਾਂ ਦੇ ਫਲ ਮਿੱਠੇ, ਅਮਰੂਦ ਕੌੜੇ। ਨਹੀਂ ਭਾਈ, ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਇਹਦਾ ਮਤਲਬ ਕੀ ਹੁੰਦਾ ਹੈ ਕਿ ਸਪੋਜ਼ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਦਾ ਮਤਲਬ ਕੀ ਹੈ ਕਿ ਸਪੋਜ਼ ਕੋਈ ਪਿੰਡ ਸੀਗਾ, ਉਹ ਪਿੰਡ ਦੇ ਵਿੱਚ ਮਤਲਬ ਕਿ ਕੋਈ ਬੰਦਾ ਬਚਿਆ ਹੀ ਨਹੀਂਗਾ। ਉਹ ਪਿੰਡ ਮੰਨ ਲਓ ਉਜੜ ਗਿਆ, ਕੋਈ ਰਹਿੰਦਾ ਨਹੀਂ ਗਾ, ਤਾਂ ਉੱਥੇ 2-4 ਬੰਦੇ ਰਹਿੰਦੇ। ਹੁਣ ਕਵੇ ਜੀ ਮੈਂ ਤਾਂ ਇਸ ਪਿੰਡ ਦਾ ਸਰਪੰਚ ਹਾਂ, ਉਹਨੂੰ ਆਪਾਂ ਕਹਾਂਗੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਪਿੰਡ ਤੇ ਬੰਦੇ ਯਾਦ ਨਹੀਂ ਆ ਕਿ ਤੂੰ ਕਾਹਦਾ ਸਰਪੰਚ ਆ, ਠੀਕ ਹੈ। ਤਾਂ ਉੱਥੇ ਖਾਣ ਵਰਤਿਆ ਜਾਂਦਾ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਦੇਖੋ ਜਿਵੇਂ ਮਤਲਬ ਕਿ ਬੰਦਾ ਆਪਣੀ ਜਦੋਂ ਧੌਂਸ ਜਮਾਉਂਦਾ ਹੁੰਦਾ ਪਰ ਉਹ ਗੱਲ ਬਣਦੀ ਨਹੀਂ ਗੀ, ਠੀਕ ਹੈ। ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਅੱਗੇ ਗੱਲ ਕਰਦੇ ਹਾਂ ਜੀ। ਇਹ ਕੁਐਸਚਨ ਵੀ ਆਇਆ ਸੀਗਾ, ਵੈਸੇ ਜੀਕੇ ਦਾ ਕੁਐਸਚਨ ਹੈ। ਗੁਰਬਾਣੀ ਵਿੱਚ ਆਸਾਂ ਦੀ ਵਾਰ ਜਿਹੜੀ ਹੈਗੀ ਹੈ, ਜਿਹੜਾ ਪਾਠ ਹੈਗਾ ਆਸਾਂ ਦੀ ਵਾਰ ਦਾ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਆ ਗਿਆ, ਉਹ ਕਿਸ ਧੁਨੀ ਦੇ ਗਾਇਨ ਕਰਨ ਦਾ ਆਦੇਸ਼ ਦਿੱਤਾ ਗਿਆ? ਕਿਹੜੀ ਧੁਨੀ ਦੇ ਉੱਪਰ ਗਾਉਣ ਦਾ
ਉਦੇਸ਼ ਹੈ ਜੀ ਉਹ ਹੈਗਾ ਜੀ ਟੁੰਡੇ ਅਸਰਾਜੇ ਦੀ ਧੁਨੀ, ਟੁੰਡੇ ਅਸਰਾਜੇ ਦੀ ਧੁਨੀ ਦੇ ਉੱਪਰ ਗਾਇਆ ਜਾਂਦਾ ਰਾਜੇ ਆਸਾਂ ਦੀ ਵਾਰ। ਇਹ ਕੁਐਸਚਨ ਆਇਆ ਸੀਗਾ ਪੰਚਾਇਤ ਸੈਕਟਰੀ 2016 ਦੇ ਵਿੱਚ, B ਆਂਸਰ ਬਣਦਾ ਇਹਦਾ। ਅੱਗੇ ਚੱਲਦੇ ਹਾਂ ਜੀ, ਆਪਾਂ 50 ਮਾਰ ਲਈ ਹੈ। ਅੱਗੇ ਆ ਗਿਆ ਜੀ ਵਿਸਮਿਕ। ਵਿਸਮਿਕ ਕੀ ਹੁੰਦਾ ਰਾਜੇ? ਜਿਹੜਾ ਹਮੇਸ਼ਾ ਵਾਕ ਦੇ ਕਿੱਥੇ ਆਉਂਦਾ? ਅੱਗੇ ਪਿੱਛੇ ਜਾਂ ਫਿਰ ਵਾਕ ਦੇ ਵਿਚਕਾਰ ਆਉਂਦਾ ਜਾਂ ਕਿਤੇ ਵੀ ਨਹੀਂ ਆਉਂਦਾ ਹੈਗਾ। ਤਾਂ ਜਿਹੜਾ ਵਿਸਮਿਕ ਹੁੰਦਾ ਬੇਟੇ ਹਮੇਸ਼ਾ ਵਾਕ ਦੇ ਅੱਗੇ ਆਉਂਦਾ ਹੈ। ਹੁਣ ਵਿਸਮਿਕ ਤੁਸੀਂ ਪੜ੍ਹੇ ਹੋਏ ਆ, ਤੁਹਾਨੂੰ ਮੈਂ ਵਿਸਮਿਕ ਚਿੰਨ੍ਹ ਵੀ ਦੱਸ ਦਿੰਦਾ ਰਾਜੇ, ਆਹ ਵਿਸਮਿਕ ਚਿੰਨ੍ਹ ਹੁੰਦਾ ਹੈ, ਠੀਕ ਹੈ। ਹੁਣ ਹੁੰਦਾ ਕੀ ਹੈ ਉਹ ਅੱਗੇ ਜਾ ਕੇ ਤੁਹਾਨੂੰ ਦੱਸ ਦਿੰਦਾ ਮੈਂ, ਠੀਕ ਹੈ। ਵਿਸਮਿਕ ਬਹੁਤ ਤਰ੍ਹਾਂ ਦੇ ਹੁੰਦੇ ਆ, ਠੀਕ ਹੈ ਜੀ। ਅੱਗੇ ਕਹਿੰਦਾ ਜੀ ਜਿਸ ਵਾਕ ਦੇ ਵਿੱਚ ਪ੍ਰਧਾਨ ਉਪਵਾਕ, ਸਮਾਨ ਉਪਵਾਕ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮਿਸ਼ਰਿਤ ਵਾਕ ਹੋਵੇ, ਉਹ ਕਿਹੜਾ ਵਾਕ ਹੁੰਦਾ ਬੇਟੇ? ਉਹ ਹੁੰਦਾ ਜੀ ਗੁੰਝਲਦਾਰ ਵਾਕ। ਕਿਹੜਾ ਵਾਕ ਹੁੰਦਾ? ਉਹ ਹੁੰਦਾ ਜੀ ਗੁੰਝਲਦਾਰ ਵਾਕ ਹੁੰਦਾ, ਜਿਹਦੇ ਵਿੱਚ ਠੀਕ ਹੈ ਜੀ ਮਿਸ਼ਰਿਤ ਵਾਕ ਆ ਜਾਵੇ ਉਹਨੂੰ ਗੁੰਝਲਦਾਰ ਵਾਕ ਕਿਹਾ ਜਾਂਦਾ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਚੱਲੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ। ਕਿਰਿਆ ਦੇ ਜਿਸ ਰੂਪ ਤੋਂ ਪਤਾ ਚੱਲੇ ਕਿ ਕੰਮ ਆਉਣ ਵਾਲੇ ਟਾਈਮ 'ਚ ਹੋਣਾ ਪਰ ਕਿਸੇ ਸ਼ਰਤ ਦੇ ਉੱਪਰ ਹੋਣਾ, ਉਹਨੂੰ ਆਪਾਂ ਕੀ ਕਵਾਂਗੇ ਰਾਜੇ? ਉਹਨੂੰ ਆਪਾਂ ਕਵਾਂਗੇ ਸ਼ਰਤੀ ਭਵਿੱਖ ਕਾਲ। ਸ਼ਰਤ ਦਾ ਮਤਲਬ ਕੀ ਹੈ ਕਿ ਫਲਾਨਾ ਕੰਮ ਤਾਂ ਹੋਊਗਾ ਜੇ ਕੋਈ ਸ਼ਰਤ ਪੂਰੀ ਹੋਊਗੀ। ਜਿਵੇਂ ਮੈਂ ਕਹਿੰਦਾ ਮੈਂ ਤੇਰੇ ਘਰੇ ਆਉਂਗਾ ਜੇ ਵਰਖਾ ਨਾ ਹੋਈ, ਜੇ ਮੀਂਹ ਨਾ ਪਿਆ, ਕਿ ਮੈਂ ਤੇਰੇ ਘਰੇ ਤਾਂ ਆਉਂਗਾ ਜੇ ਮੀਂਹ ਨਾ ਪਿਆ, ਮਤਲਬ ਮੌਸਮ ਖਰਾਬ ਹੈ, ਮੈਂ ਤੇਰੇ ਘਰੇ ਤਾਂ ਆਉਂਗਾ ਜੇ ਮੀਂਹ ਨਾ ਪਊਗਾ, ਤਾਂ ਸ਼ਰਤ ਹੋਗੀ। ਜੇ ਤਾਂ ਮੀਂਹ ਪੈ ਗਿਆ ਫਿਰ ਮੈਂ ਨਹੀਂ ਜਾਊਂਗਾ, ਜੇ ਮੀਂਹ ਨਾ ਪਿਆ ਸ਼ਰਤ ਪੂਰੀ ਹੋ ਗਈ ਫਿਰ ਮੈਂ ਉਹਦੇ ਘਰੇ ਜਾਊਂਗਾ, ਠੀਕ ਹੈ ਜੀ। ਅੱਗੇ ਗੱਲ ਕਰਦੇ, ਦੇਖੋ ਇਹਦੀ ਪਰਿਭਾਸ਼ਾ ਵੀ ਆਪਾਂ ਦੱਸ ਦਿੰਦੇ ਆ। ਦੇਖੋ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ। ਕਹਿੰਦਾ ਜੀ ਜੇ ਉਹ ਪੜ੍ਹੇਗਾ ਤਾਂ ਪਾਸ ਹੋ ਜਾਏਗਾ, ਜੇ ਉਹ ਮੈਰਾਥਨ ਲਾਊਗਾ ਤਾਂ ਉਹਦੇ ਨੰਬਰ ਆ ਸਕਦੇ ਆ, ਜੇ ਮੈਰਾਥਨ ਨਹੀਂ ਲਾਊਗਾ ਤਾਂ ਨਹੀਂ ਆਉਣਗੇ। ਤਾਂ ਕਹਿਣ ਦਾ ਮਤਲਬ ਸ਼ਰਤ ਪੂਰੀ ਕਰੋ ਭਾਈ, ਮੈਰਾਥਨ ਕਲਾਸ ਐਂਡ ਤੱਕ ਜ਼ਰੂਰ ਲਾਇਓ। ਅੱਗੇ ਕਹਿੰਦਾ ਜੀ ਰੱਬ ਕਰੇ ਕਿ ਮੈਂ ਵਧੀਆ ਲਿਖਾਰੀ ਬਣ ਸਕਾਂ। ਰੱਬ ਕਰੇ ਕਿ ਮੈਂ ਵਧੀਆ ਲਿਖਾਰੀ ਬਣ ਸਕਾਂ ਕਿਹੜਾ ਕਾਲ ਹੈ? ਤਾਂ ਇਹ ਤੁਸੀਂ ਬਹੁਤ ਸੌਖਾ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਹਰੇਕ ਬੰਦੇ ਨੂੰ ਇਹ ਆਉਂਦਾ ਹੋਊਗਾ। ਅਨਿਸ਼ਚਿਤ ਭਵਿੱਖਤ ਕਾਲ। ਪਹਿਲਾਂ ਤਾਂ ਗੱਲ ਇਹ ਹੈ ਕਿ ਇਹ ਭਵਿੱਖਤ ਕਾਲ ਹੈ, ਮਤਲਬ ਕਿ ਫਿਊਚਰ ਹੈ, ਫਿਊਚਰ ਕਿ ਮੈਂ ਹਜੇ ਬਣਿਆ ਨਹੀਂ, ਮੈਂ ਬਣਨਾ ਚਾਹੁੰਦਾ, ਮੈਂ ਵਧੀਆ ਲਿਖਾਰੀ ਬਣ ਸਕਾਂ ਰੱਬ ਕਰੇ। ਤਾਂ ਅਨਿਸ਼ਚਿਤ ਦਾ ਮਤਲਬ ਹੁੰਦਾ ਕਿ ਇਹ ਨਹੀਂ ਪਤਾ ਮੈਂ ਬਣ ਨੂੰ ਕੱਲ ਬਣ ਜਾ, ਬਣ ਨੂੰ 10 ਸਾਲ ਨਾ ਬਣਾ, ਬਣ ਨੂੰ ਮੈਂ 20 ਸਾਲ ਨਾ ਬਣਾ, ਪਰ ਮੈਂ ਸੋਚ ਰਿਹਾ। ਤਾਂ ਅਨਿਸ਼ਚਿਤ ਭਵਿੱਖਤ ਕਾਲ ਦੇ ਅੰਡਰ ਕੈਟਾਗਰੀ 'ਚ ਇਹ ਸ਼ਬਦ ਆਊਗਾ, ਵਾਕ ਆਊਗਾ। ਅੱਗੇ ਚੱਲਦੇ ਹਾਂ ਜੀ। ਕਹਿੰਦਾ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿੱਚ 3 ਅਵਸਥਾਵਾਂ ਆਉਂਦੀਆਂ ਨੇ? ਤਾਂ ਇਹ ਅਵਸਥਾਵਾਂ ਤੁਹਾਨੂੰ ਪਤਾ ਹੀ ਹੈ ਰਾਜੇ, ਫਸਟ ਡਿਗਰੀ, ਸੈਕੰਡ ਡਿਗਰੀ ਤੁਸੀਂ ਕੀਤਾ ਹੋਊਗਾ। ਤਾਂ ਇਹਦੇ ਵਿੱਚ ਆਂਸਰ ਜਿਹੜਾ ਬਣਦਾ ਰਾਜੇ, ਇਹ ਬਣਦਾ ਜੀ ਇਹ ਗੁਣਵਾਚਕ ਵਿਸ਼ੇਸ਼ਣ। ਤਾਂ ਗੁਣਵਾਚਕ ਵਿਸ਼ੇਸ਼ਣ ਦੇ ਵਿੱਚ ਰਾਜੇ 3 ਤਰ੍ਹਾਂ ਦੀਆਂ ਡਿਗਰੀਆਂ ਆਉਂਦੀਆਂ ਹੁੰਦੀਆਂ, ਜੇ ਤੁਹਾਨੂੰ ਪਤਾ ਹੋਵੇ। ਕੁਆਲਿਟੇਟਿਵ, ਠੀਕ ਹੈ ਜੀ, ਐਡਜੈਕਟਿਵ ਬੋਲਦੇ ਆਪਾਂ ਗੁਣਵਾਚਕ ਨੂੰ। ਕਹਿੰਦਾ ਜੀ ਜਿਹੜੇ ਵਿਸ਼ੇਸ਼ਣ ਆਪਣੀ ਵਿਸ਼ੇਸ਼ ਦੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਨੂੰ ਪ੍ਰਗਟ ਕਰਦੇ ਆ ਜਾਂ ਫਿਰ ਕਹਿ ਸਕਦੇ ਆ ਆਮ ਤੋਂ ਖਾਸ ਬਣਾਉਂਦੇ ਆ, ਉਹਨਾਂ ਨੂੰ ਕੀ ਕਹਿ ਦਾਂਗੇ? ਗੁਣਵਾਚਕ। ਜਿਵੇਂ ਆਪਾਂ ਕਹਿ ਦਾਂਗੇ ਜੀ ਹਰੀ ਸਿੰਘ ਨਲੂਆ ਜੀ ਬਹੁਤ ਬਹਾਦਰ ਯੋਧੇ ਸਨ, ਖੱਟੀ ਚਟਨੀ ਬਹੁਤ ਚੰਗੀ ਲੱਗਦੀ ਹੈ, ਠੀਕ ਹੈ ਜੀ। ਰਜਿੰਦਰ ਸਰ ਦੀ ਮੈਰਾਥਨ ਕਲਾਸ ਵਧੀਆ ਲੱਗਦੀ ਹੈ। ਤਾਂ ਕਹਿਣ ਦਾ ਮਤਲਬ ਇਹ ਗੁਣਵਾਚਕ ਹੈ ਭਾਈ। ਤਾਂ ਗੁਣਵਾਚਕ ਦੇ ਵਿੱਚ 3 ਤਰ੍ਹਾਂ ਦੇ ਹੁੰਦੇ, ਇੱਕ ਪੋਜ਼ਿਟਿਵ ਡਿਗਰੀ, ਇੱਕ ਹੁੰਦੀ ਹੈ ਜੀ ਕੰਪੈਰੇਟਿਵ ਡਿਗਰੀ, ਇੱਕ ਹੁੰਦੀ ਹੈ ਜੀ ਸੁਪਰਲੇਟਿਵ ਡਿਗਰੀ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਸਧਾਰਨ ਅਵਸਥਾ, ਅਧਿਕਤਰ ਅਵਸਥਾ ਤੇ ਅਧਿਕਤਮ ਅਵਸਥਾ। ਤਾਂ ਇਹ ਆਉਂਦਾ ਜੀ ਤੁਹਾਡਾ ਗੁਣਵਾਚਕ ਦੇ ਵਿੱਚ। ਇਹਨੂੰ ਅਗਰ ਡਿਟੇਲ 'ਚ ਪੜ੍ਹਨਾ ਚਾਹੁੰਦੇ ਹੋ ਤਾਂ ਜਲਦੀ ਪਹੁੰਚੋ ਪੋਜ਼ਿਟਿਵ ਹੈ ਪੰਜਾਬ ਦੀ ਪੰਜਾਬੀ ਪਲੇ ਲਿਸਟ ਦੇ ਵਿੱਚ, ਤੇ ਉਹਦਾ ਜਿਹੜਾ ਲਿੰਕ ਹੈਗਾ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਜਾਊਗਾ। ਦੇਖੋ ਚਲੋ ਮੈਂ ਹੁਣ ਡਿਟੇਲ 'ਚ ਕਰਾਉਣਾ ਨਹੀਂ ਚਾਹੁੰਦਾ ਕੀ ਹੁੰਦੀ ਹੈ, ਕਿਵੇਂ ਪੜ੍ਹਦੇ ਆ, ਪੋਜ਼ਿਟਿਵ ਡਿਗਰੀ ਕੀ ਹੁੰਦੀ ਹੈ, ਠੀਕ ਹੈ ਜੀ, ਇਹ ਤੁਸੀਂ ਪੜ੍ਹ ਲਿਓ। ਕੰਪੈਰੇਟਿਵ ਡਿਗਰੀ ਕੀ ਹੁੰਦੀ ਹੈ, ਕੰਪੈਰੇਟਿਵ ਡਿਗਰੀ ਕੀ ਹੁੰਦੀ ਹੈ, ਸੁਪਰਲੇਟਿਵ ਕੀ ਹੁੰਦੀ ਹੈ, ਠੀਕ ਹੈ, ਪੜ੍ਹ ਲਿਓ ਪਲੀਜ਼। ਹੁਣ ਅੱਗੇ ਆ ਗਿਆ, ਚਲੋ ਆਹ ਤਾਂ ਸੇਮ ਮੈਨੂੰ ਲੱਗਦਾ ਰਿਪੀਟ ਹੋ ਗਿਆ। ਖਾਨਿਓ ਜਾਣਾ ਮਤਲਬ ਕੀ ਹੈ? ਘਬਰਾ ਜਾਣਾ, ਠੀਕ ਹੈ ਜੀ, ਇਹ ਦੁਬਾਰਾ ਹੋ ਗਿਆ ਰਿਪੀਟ, ਮਾਫੀ ਚਾਹੁੰਦੇ ਆ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦਾ ਜੀ ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ। ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ, ਵਾਕ ਵਿੱਚ ਸੰਬੰਧਮਾਨ ਦੱਸੋ। ਤੇ ਜਿਹਨੂੰ ਇਹ ਸੰਬੰਧੀ ਪਤਾ ਹੋਊਗਾ, ਸੰਬੰਧਮਾਨ ਤਾਂ ਹੀ ਦੱਸ ਸਕਦਾ ਭਾਈ, ਤਾਂ ਹੀ ਦੱਸ ਸਕਦਾ ਹੈ। ਥਿਊਰੀ ਦੀ ਗੱਲ ਫੇਰ ਆ ਗਈ। ਤਾਂ ਇਹਦੇ ਵਿੱਚ ਰਾਜੇ ਸੰਬੰਧਮਾਨ ਕੌਣ ਹੈ? ਵਿੱਚ। ਸੰਬੰਧਮਾਨ ਕਿਹੜਾ ਹੈਗਾ ਜੀ? ਵਿੱਚ। ਹੁਣ ਕਿਵੇਂ ਦੱਸਦਾ ਤੁਹਾਨੂੰ ਮੈਂ। ਤਾਂ ਇਹ ਅੱਛਾ ਜੀ, ਮੈਂ ਇੱਥੇ ਫੋਟੋ ਪਾਈ ਸੀ ਯਾਰ, ਆਈ ਨਹੀਂ। ਓਹੋ, ਚਲੋ ਕੋਈ ਨਾ, ਇਹਨੂੰ ਸਟਾਰ ਲਗਾ ਲਓ, ਮੈਂ ਐਂਡ ਤੇ ਕਰਾ ਦੂੰਗਾ। ਸਟਾਰ ਲਾ ਲਓ, ਇਸ ਫੋਟੋ ਅੱਗੇ ਆ ਕੇ ਆਊਗੀ। ਸੰਬੰਧਕ, ਸੰਬੰਧਮਾਨ ਤੇ ਸੰਬੰਧੀ, ਇਹ 3 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਇਹ ਮੈਂ ਅੱਗੇ ਜਾ ਕੇ ਦੱਸ ਦੂੰਗਾ, ਉੱਥੇ ਫੋਟੋ ਪਾਈਏ ਜ਼ਿਆਦਾ ਕਲੀਅਰ ਹੋ ਜਾਊਗਾ, ਠੀਕ ਹੈ ਜੀ। ਤਾਂ ਅੱਗੇ ਚੱਲਦੇ ਆਪਾਂ। ਕਹਿੰਦਾ ਜੀ ਹੇਠ ਲਿਖਿਆ ਵਿੱਚੋਂ ਅਖਾਣ ਕਿਹੜੇ ਮੌਕੇ ਤੇ ਬੋਲਿਆ ਜਾਂਦਾ? 1 ਅਨਾਰ ਤੇ 100 ਬਿਮਾਰ। ਤਾਂ ਸੌਖਾ ਹੀ ਆ ਰਾਜੇ, ਕੋਈ ਚੀਜ਼ ਘੱਟ ਹੋਵੇ ਪਰ ਖਾਣ ਵਾਲੇ ਵੱਧ ਹੋਣ, ਠੀਕ ਹੈ ਜੀ, ਉਹਨੂੰ ਕਹਿ ਦਿੰਦੇ ਆ
ਜਦੋਂ ਚੀਜ਼ ਘੱਟ ਹੋਵੇ ਪਰ ਚਾਹਣ ਵਾਲੇ ਵੱਧ ਹੋਣ ਉਹਨੂੰ ਕਹਿ ਦਿੰਦੇ ਇੱਕ ਅਨਾਰ ਤੇ 100 ਬਿਮਾਰ। ਅੱਗੇ ਕਹਿੰਦਾ ਜੀ ਉਹ ਘਰ ਗਿਆ ਤੇ ਉਸਨੇ ਰੋਟੀ ਖਾਧੀ। ਤਾਂ ਵਾਕ ਦੀ ਕਿਹੜੀ ਕਿਸਮ ਹੈ ਭਾਈ? ਇਦਾਂ ਦੇ ਕੁਐਸਚਨ ਬਹੁਤ ਪੁੱਛੇ ਜਾਂਦੇ ਆ, ਬਹੁਤ ਜ਼ਿਆਦਾ। ਉਹ ਘਰ ਗਿਆ ਤੇ ਉਸਨੇ ਰੋਟੀ ਖਾਧੀ, ਦੱਸ ਸਕਦੇ ਹੋ ਤੁਸੀਂ? ਠੀਕ ਹੈ ਜੀ, ਦੱਸੋ ਕਿਹੜਾ ਇਹ ਹੈਗਾ ਜੀ ਸੰਯੁਕਤ। ਕਿਹੜਾ ਜੀ? ਸੰਯੁਕਤ ਵਾਕ। ਠੀਕ ਹੈ, ਇਹ ਤੁਹਾਨੂੰ ਦੇਖੋ ਕਲੀਅਰ ਹੋ ਜਾਊਗਾ, ਤੁਸੀਂ ਆਪਣੇ ਆਪ ਝਟਪਟ ਦੇ ਵਿੱਚ ਲਗਾਓਗੇ ਆਂਸਰ। ਅੱਗੇ ਕਹਿੰਦਾ ਜੀ ਸ਼ਬਦ ਕੀ ਹੈ? ਸ਼ਬਦ ਕੀ ਚੀਜ਼ ਹੈ? ਸ਼ਬਦ ਤਾਂ ਸ਼ਬਦ ਕਹਿੰਦਾ ਜੀ ਅਰਥ ਦੀ ਪੱਧਰ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ। ਹੁਣ ਧਿਆਨ ਰੱਖਿਓ ਭਾਈ, ਮੈਂ ਤੁਹਾਨੂੰ ਦੋ ਚੀਜ਼ਾਂ ਕਰਾਈਆਂ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈਗੀ ਹੈ? ਧੁਨੀ। ਠੀਕ ਹੈ ਜੀ, ਪਰ ਇੱਥੇ ਮੈਂ ਗੱਲ ਕਰ ਰਿਹਾ ਭਾਸ਼ਾ ਦੀ ਸਭ ਤੋਂ ਛੋਟੀ ਸੁਤੰਤਰ ਇਕਾਈ ਕਿਹੜੀ ਹੈਗੀ ਆ ਬੇਟੇ? ਉਹ ਹੈਗਾ ਸ਼ਬਦ। ਠੀਕ ਹੈ, ਯਾਦ ਰੱਖ ਲਿਓ। ਇੱਕ ਹੁੰਦਾ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੈਗੀ ਆ? ਵਾਕ। ਉਹ ਅੱਗੇ ਜਾ ਕੇ ਦੱਸੂਗਾ ਮੈਂ। ਤਾਂ ਸਾਰਾ ਕੁਝ ਯਾਦ ਰੱਖਣਾ। ਬੱਚਿਆਂ ਨੂੰ ਇਹ ਭੁਲੇਖਾ ਪਿਆ ਹੋਇਆ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਸ਼ਬਦ ਹੁੰਦੀ ਹੈ। ਨਹੀਂ ਭਾਈ, ਅਰਥ ਦੇ ਆਧਾਰ ਤੇ ਕਹਿ ਸਕਦੇ ਆ ਜਾਂ ਫਿਰ ਸੁਤੰਤਰ ਇਕਾਈ ਕਹਿ ਸਕਦੇ ਆ। ਕਿਹੜਾ? ਸ਼ਬਦ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦਾ ਜੀ ਸੰਖਿਅਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਗਏ ਹੈ? ਤਾਂ ਸੰਖਿਅਕ ਵਿਸ਼ੇਸ਼ਣ ਦੇ 6 ਰੂਪ ਮੰਨੇ ਗਏ ਬੇਟੇ। ਕਿਹੜੇ ਕਿਹੜੇ ਹੁੰਦੇ ਆ? ਜਿਵੇਂ ਸਧਾਰਨ ਸੰਖਿਅਕ ਵਿਸ਼ੇਸ਼ਣ ਹੁੰਦਾ, ਜਿਵੇਂ ਆਪਾਂ ਕਹਿ ਦਈਏ 10 15 20। ਇੱਕ ਹੁੰਦਾ ਜੀ ਕਰਮਵਾਚੀ ਸੰਖਿਅਕ ਵਿਸ਼ੇਸ਼ਣ, ਜਿਵੇਂ ਪਹਿਲਾ ਦੂਜਾ ਤੀਜਾ। ਇੱਕ ਹੁੰਦਾ ਜੀ ਸਮੁੱਚਤਾ ਬੋਧਕ ਸੰਖਿਅਕ ਵਿਸ਼ੇਸ਼ਣ, ਜਿਵੇਂ ਦੋਵੇਂ ਚਾਰੇ ਪੰਜੇ ਸੱਤੇ। ਕਸਰੀ ਸੰਖਿਆ ਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਜੀ? ਜਿਵੇਂ ਆਪਾਂ ਕਹਿ ਦਿੰਦੇ ਆ ਦੇਸੀ ਅੱਧਾ ਪੌਣਾ ਢਾਈ ਸਵਾ। ਠੀਕ ਹੈ ਜੀ। ਨਖੇੜੀ ਵਾਚਕ ਜਿਵੇਂ ਆਪਾਂ ਕਹਿ ਦਈਏ 2 ਕਰਕੇ ਅੰਦਰ ਆਓ, 4 ਕਰਕੇ ਬਾਹਰ ਚਲੇ ਜਾਓ, 5 ਕਰਕੇ ਠੀਕ ਹੈ ਜੀ ਸੌ ਜਾਓ, ਜਿਵੇਂ ਮਰਜੀ ਕਹਿ ਲਓ। ਠੀਕ ਹੈ ਜੀ, ਇਹ ਨਖੇੜੀ ਹੋ ਗਏ। ਤੇ ਅਗਲੇ ਹੋ ਗਏ ਜੀ ਅਨਿਸ਼ਚਿਤ ਸੰਖਿਆ ਵਿਸ਼ੇਸ਼ਣ, ਜਿਵੇਂ ਆਪਾਂ ਕਹਿ ਦਈਏ ਪਤਾ ਹੀ ਨਹੀਂ, ਆਪਾਂ ਕਹਿੰਦੇ ਆ ਕੁਝ ਅਮਰੂਦ ਲਿਆ, ਕੁਝ ਕੇਲੇ ਲਿਆ। ਆਪਾਂ ਐਗਜ਼ੈਕਟ ਨਹੀਂ ਦੱਸ ਰਹੇ, ਦਰਜਨ ਕਹਿ ਰਹੇ ਆ ਕਿ ਅੱਧਾ ਦਰਜਨ ਕਹਿ ਰਹੇ, ਕਿੰਨੇ ਕਹਿ ਰਹੇ ਆ। ਠੀਕ ਹੈ, ਇਹ ਸਾਰੇ ਤੁਹਾਡੇ ਕੀ ਹੋ ਗਏ? ਸੰਖਿਅਕ ਵਿਸ਼ੇਸ਼ਣ ਦੇ ਰੂਪ ਹੋ ਗਏ 6। ਅੱਗੇ ਆ ਗਿਆ ਜੀ ਤੁਹਾਡਾ ਕੁਐਸਚਨ, ਫਾਇਦਾ ਸ਼ਬਦ ਨੂੰ ਸ਼ੁੱਧ ਕਰਕੇ ਲਿਖੋ। ਸ਼ੁੱਧ ਵੀ ਬਹੁਤ ਆਉਂਦੇ ਆ ਰਾਜੇ। ਹੁਣ ਫਾਇਦਾ ਨੂੰ ਲਿਖਣਾ ਹੋਵੇ ਆਪਾਂ ਕਿਵੇਂ ਲਿਖਾਂਗੇ? ਫੱਫੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਦੱਦੇ ਨੂੰ ਕੰਨਾ, ਫਾਇਦਾ। ਤਾਂ ਇੱਥੇ ਕੀ ਆ? ਐੜਾ ਗਲਤ ਹੈ। ਇਹਨੂੰ ਸ਼ੁੱਧ ਕਰਨ ਵਾਸਤੇ ਆਪਾਂ ਨੂੰ ਕਿਹਦੀ ਜ਼ਰੂਰਤ ਪਊਗੀ? ਈੜੀ ਦੀ ਸਿਹਾਰੀ ਦੀ ਜ਼ਰੂਰਤ ਪਊਗੀ। ਬਾਕੀ ਸਾਰਾ ਠੀਕ ਹੈ। ਅਗਰ ਮੈਂ ਈੜੀ ਦੀ ਸਿਹਾਰੀ ਪਾ ਦੇਵਾਂ ਤਾਂ ਇੱਥੇ ਆਂਸਰ ਕੀ ਬਣ ਗਿਆ? ਏ ਬਣ ਗਿਆ। ਅੱਗੇ ਆ ਗਿਆ ਜੀ, ਕਹਿੰਦਾ ਜੀ ਪੰਜਾਬੀ ਭਾਸ਼ਾ ਵਿੱਚ ਕਾਰਕਾਂ ਦੀ ਕਿੰਨੀਆਂ ਕਿਸਮਾਂ ਨੇ? ਵੈਸੇ ਮੈਨੂੰ ਲੱਗਦਾ ਕਰਵਾਤਾ। ਕਾਰਕਾਂ ਦੀ ਹੈਗੀਆਂ ਰਾਜੇ 8 ਕਿਸਮਾਂ ਨੇ ਆਪਣੇ ਕੋਲੇ। ਕਿੰਨੀਆਂ ਕਿਸਮਾਂ ਨੇ? 8 ਨੇ। ਠੀਕ ਹੈ ਜੀ। ਕਰਤਾ ਕਾਰਕ, ਜਿਹੜਾ ਕੰਮ ਕਰਨ ਵਾਲਾ ਉਹਨੂੰ ਕਰਤਾ ਕਾਰਕ ਕਹਿੰਦੇ, ਜਿਵੇਂ ਗੁਰਜੀਤ ਖੇਡਦਾ। ਕਰਮ ਕਾਰਕ ਹੁੰਦਾ ਕਹਿੰਦਾ ਜੀ ਜਿਸ ਤੇ ਕੰਮ ਕੀਤਾ ਜਾਂਦਾ, ਜਿਵੇਂ ਗੁਰਜੀਤ ਨੇ ਰੋਟੀ ਖਾਧੀ, ਕੰਮ ਕੀਤੇ ਹੋਇਆ ਰੋਟੀ ਤੇ। ਠੀਕ ਹੈ ਜੀ। ਕਰਨ ਕਾਰਕ ਜਿਹਦੇ ਕਰਕੇ ਹੋਇਆ, ਜਿਵੇਂ ਉਹ ਕਹਿੰਦੇ ਸੀ ਉਹ ਪੈਨ ਨਾਲ ਲਿਖਦਾ ਹੈ, ਤਾਂ ਪੈਨ ਨਾਲ ਲਿਖ ਰਿਹਾ ਤਾਂ ਉਹਦੇ ਕਾਰਨ ਕੰਮ ਹੋ ਰਿਹਾ। ਸੰਪਰਦਾਨ ਕਾਰਕ ਕੀ ਹੁੰਦਾ? ਜਿਹਦੇ ਵਾਸਤੇ ਕੰਮ ਕੀਤਾ ਜਾਂਦਾ, ਜਿਵੇਂ ਪਿਤਾ ਨੇ ਬੱਚੇ ਲਈ ਕਾਪੀ ਖਰੀਦੀ, ਤਾਂ ਬੱਚੇ ਵਾਸਤੇ ਕਾਪੀ ਖਰੀਦੀ ਨਾ ਪਿਤਾ ਨੇ, ਤਾਂ ਇਹ ਕੀ ਹੋ ਗਿਆ ਜੀ? ਸੰਪਰਦਾਨ ਕਾਰਕ ਹੋ ਗਿਆ। ਅਪਾਦਾਨ ਕਾਰਕ ਹੁੰਦਾ ਰਾਜੇ ਜਦੋਂ ਕੋਈ ਚੀਜ਼ ਕਿਸੇ ਨਾਲ ਵੱਖ ਕੀਤੀ ਜਾਂਦੀ ਹੈ, ਜਿਵੇਂ ਜਲੰਧਰੋਂ ਚਿੱਠੀ ਆਈ ਹੈ, ਜਲੰਧਰ ਤੋਂ ਚਿੱਠੀ ਕੀ ਹੋ ਗਈ? ਵੱਖ ਹੋ ਗਈ। ਸੰਬੰਧ ਕਾਰਕ ਕੀ ਹੋ ਗਿਆ? ਜਦੋਂ ਮਾਲਕੀ ਸਿੱਧ ਹੋਵੇ, ਜਿਵੇਂ ਰਵੀ ਦੀ ਪੈਂਟ ਨੀਲੇ ਰੰਗ ਦੀ ਹੈ। ਠੀਕ ਹੈ ਜੀ, ਸੰਬੰਧ ਦੱਸ ਰਿਹਾ ਨਾ। ਠੀਕ ਹੈ ਜੀ। ਅਧਿਕਰਨ ਕਾਰਕ ਕੀ ਹੋ ਗਿਆ ਰਾਜੇ? ਜਦੋਂ ਕਿਸੇ ਦਾ ਆਸਰਾ ਲਿਆ ਜਾਵੇ। ਕੁੜੀ ਛੱਤ ਉੱਤੇ ਬੈਠੀ ਹੈ, ਉੱਤੇ ਮਤਲਬ ਛੱਤ ਦੇ ਉੱਪਰ ਬੈਠੂਗੀ ਤਾਂ ਹੀ ਬੈਠੂਗੀ ਨਾ, ਜੇ ਬੇਸ ਨਹੀਂ ਹੋਊਗਾ, ਛੱਤ ਨਹੀਂ ਹੋਊਗੀ, ਕਿਵੇਂ ਬਹਿ ਸਕਦੀ ਹੈ? ਸੰਬੋਧਨ ਕਾਰਕ ਹੋ ਗਿਆ ਰਾਜੇ, ਜਿਵੇਂ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ, ਓਏ, ਉਹ ਵੇ, ਹੇ ਪ੍ਰਮਾਤਮਾ ਮਿਹਰ ਕਰੀ, ਬਾਬਾ ਜੀ ਮਿਹਰ ਕਰਿਓ, ਪੇਪਰ ਵਧੀਆ ਹੋ ਜੇ। ਜਿਵੇਂ ਆਪਾਂ ਕਹਿੰਦੇ ਓਏ ਤੈਨੂੰ ਸਮਝ ਨਹੀਂ ਆਉਂਦੀ। ਠੀਕ ਹੈ, ਇਹ ਸਾਰੇ ਜਿਹੜੇ ਹੈਗੇ ਤੁਹਾਡੇ ਸੰਬੋਧਨ ਕਾਰਕ ਨੇ। ਤਾਂ ਬਾਈ ਇਹ ਕਰ ਲਿਓ। ਅੱਗੇ ਫੇਰ ਆ ਗਿਆ ਜੀ ਆਪਣਾ ਅਖਾਣ, ਕਰ ਮਨਜ਼ੂਰੀ ਖਾ ਚੂਰੀ। ਕਰ ਮਨਜ਼ੂਰੀ ਖਾ ਚੂਰੀ ਤੁਹਾਡੇ ਵਾਸਤੇ ਹੈ ਭਾਈ। ਜੇ ਮਿਹਨਤ ਕਰੋਗੇ ਤਾਂ ਹੀ ਤੁਸੀਂ ਕੀ ਹੋਵੋਗੇ? ਸਫਲ ਹੋਵੋਗੇ ਭਾਈ। ਮਿਹਨਤ ਕਰਨ ਨਾਲ ਹੀ ਕੀ ਮਿਲਦਾ? ਸੁੱਖ ਮਿਲਦਾ। ਸੁੱਖ, ਬੜਾ ਪਿਆਰਾ ਸੁੱਖ ਮਿਲਦਾ, ਬੜੀ ਸੌਖੀ ਨੀਂਦ ਆਉਂਦੀ ਹੈ। ਠੀਕ ਹੈ, ਨਜ਼ਾਰਾ ਆਉਂਦਾ, ਨਜ਼ਾਰਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਮੁੱਛ ਦਾ ਵਾਲ ਬਣਨਾ। ਇਹ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਹੋਈ। ਮੁੱਛ ਦਾ ਵਾਲ ਦਾ ਮਤਲਬ ਹੁੰਦਾ ਜਿਹੜਾ ਤੁਹਾਡੇ ਬਹੁਤ ਨੇੜੇ ਹੁੰਦਾ, ਤੁਹਾਡਾ ਕਰੀਬੀ ਦੋਸਤ, ਤੁਹਾਡਾ ਜਿਗਰ ਦਾ ਟੁਕੜਾ। ਠੀਕ ਹੈ ਜੀ। ਤਾਂ ਮੁੱਛ ਦਾ ਵਾਲ ਕੀ ਹੁੰਦਾ? ਜਿਹੜਾ ਬਹੁਤ ਨੇੜੇ ਹੋਵੇ, ਤੁਹਾਡਾ ਜਿਗਰੀ ਦੋਸਤ ਹੋਵੇ। ਠੀਕ ਹੈ। ਬੱਚੇ ਇੱਥੇ ਮੁੱਛ ਦਾ ਵਾਲ ਦੁਸ਼ਮਣ ਬਣਨਾ ਕਹਿ ਰਹੇ ਸੀ ਕਿ ਨਹੀਂ ਭਾਈ, ਨਹੀਂ। ਮੁੱਛ ਦੇ ਵਾਲ ਨੂੰ ਆਪਾਂ ਬੜਾ ਸੰਭਾਲ ਕੇ ਰੱਖਦੇ ਹਾਂ, ਮੁੱਛਾਂ ਨੂੰ, ਹਨਾ। ਤਾਂ ਮੁੱਛ ਦਾ ਵਾਲ ਜਿਹੜਾ ਹੁੰਦਾ ਆਪਣਾ ਦੋਸਤ ਹੁੰਦਾ। ਮੁੱਛ ਦਾ ਵਾਲ ਆਪਣੇ ਬਹੁਤ ਨੇੜੇ ਹੁੰਦਾ ਭਾਈ। ਠੀਕ ਹੈ ਜੀ। ਤਾਂ ਇਹ ਆਪਣੇ ਮੈਨੂੰ ਲੱਗਦਾ ਕਿੰਨੇ ਹੋ ਗਏ ਜੀ? 65 ਹੋ ਗਏ। ਤੇ ਇੱਥੇ ਮੈਂ ਤੁਹਾਨੂੰ ਇੱਕ ਨਾ ਕੋਟ ਦੱਸਦਾ ਹੈ, ਬੜਾ ਵਧੀਆ ਕੋਟ ਹੈ, ਵਿੱਚੋਂ ਬ੍ਰੇਕ ਲੈਣੀ ਜ਼ਰੂਰੀ ਹੋ ਜਾਂਦੀ ਹੈ। ਕਹਿੰਦਾ ਕਿਸੇ ਦੇ ਮਾੜੇ ਬੋਲ ਸੁਣ ਕੇ ਆਪਣੇ ਇਰਾਦੇ ਨਾ ਬਦਲੋ, ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਆ। ਤੁਹਾਡੇ ਨਾਲ ਵੀ ਹੁੰਦਾ ਹੋਊਗਾ, ਤੁਹਾਡੇ ਰਿਸ਼ਤੇਦਾਰ ਕਹਿੰਦੇ ਹੋਣਗੇ ਫਲਾਨਾ ਬੰਦਾ ਤਾਂ ਲੱਗ ਗਿਆ, ਤੁਸੀਂ ਤਾਂ ਇੰਨੀ ਦੇਰ ਹੋ ਗਈ ਤਿਆਰੀ ਕਰੀ ਜਾਂਦੇ ਹੋ, ਲੱਗੇ ਨਹੀਂਗੇ। ਬਹੁਤ ਤਾਨੇ ਮੇਨੇ ਵੱਜਦੇ ਆ।
ਪਰ ਮੈਂ कहना यकीन मन्नियो ये चीज़ां मैं जिंदगी च अपने पिंडे ते हड़ाइयां नहीं, कल्ली कल्ली चीज़ जो भी तुहानूं मैं दसदा हुन्ना वो मेरी हड्ड बीती हुंदी है। चलो मैं ज़्यादा दूर नहीं जांदा, स्टूडेंट लाइफ च नहीं जांदा, मैं चैनल की गल कर लैना। ਜਦੋਂ मैं चैनल स्टार्ट किया, देखो मैं पिंडां 'ਚ पढ़िया, मैनूं कोई ਇਹਦੇ 'ਚ मैनूं कोई मैं शर्म महसूस नहीं करता। मैं पिंड ਤੋਂ पढ़िया होया, सरकारी स्कूलों 'ਚ पढ़िया होया, मेरी इंग्लिश इन्नी स्ट्रोंग नहीं सीगी क्योंकि माड़े स्कूलों 'ਚ पढ़े होए हैं। ਤਾਂ ਕਈ ਵਾਰੀ ਗ੍ਰਾਮੈਟੀਕਲ ਐਰਰ ਵੀ ਹੋ ਸਕਦੀ ਹੈ, ਪ੍ਰੋਨਾਂਸੀਏਸ਼ਨ ਵੀ ਗਲਤ ਹੋ ਜਾਂਦੀ ਹੈ। ਜਦੋਂ ਮੈਂ ਚੈਨਲ ਸਟਾਰਟ ਕੀਤਾ ਸੀ, ਬੰਦਾ ਟਾਈਮ ਨਾਲ ਸਿੱਖਦਾ, ਬਟ ਬੇਟੇ ਬੰਦਾ ਡਿਗਰੀ ਸਵਾਰ ਹੁੰਦਾ ਹੈ। ਤਾਂ ਮੈਨੂੰ ਕਈ ਇੱਕ ਦੋ ਬੰਦਿਆਂ ਨੇ, ਮਤਲਬ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਬੰਦੇ ਸੁਣਦੇ ਆ ਮੈਨੂੰ ਹੁਣ। ਉਹ ਬੰਦੇ ਮੈਨੂੰ ਕਹਿੰਦੇ ਯਾਰ ਤੈਨੂੰ ਅੰਗਰੇਜ਼ੀ ਤਾਂ ਢੰਗ ਨਾਲ ਬੋਲਣੀ ਨਹੀਂ ਆਉਂਦੀ, ਤੂੰ ਕੀ ਚੈਨਲ ਚਲਾਏਂਗਾ। ਮੈਂ ਕਿਹਾ ਅੰਗਰੇਜ਼ੀ ਬੋਲਣੀ ਕਿਹੜੇ ਕੰਜਰ ਨੇ ਆ, ਇੱਥੇ ਤਾਂ ਪੰਜਾਬੀ 'ਚ ਚੱਲੂ ਕੰਮ ਸਾਰਾ ਦੇਸੀ। ਤਾਂ ਅੱਜ ਉਹ ਬੰਦੇ ਅੰਗਰੇਜ਼ੀ ਛੱਡ ਕੇ ਪੰਜਾਬੀ 'ਚ ਪੜਾਉਂਦੇ ਆ, ਤਾਂ ਟ੍ਰੈਂਡ ਸੈੱਟ ਕਰਤਾ ਆਪਾਂ। ਪੰਜਾਬੀ ਪਹਿਲਾਂ ਕੌਣ ਐਡ ਕਰਦਾ ਸੀ, ਤੁਸੀਂ ਆਪ ਨੋਟ ਕਰ ਲਿਓ। ਜਦੋਂ ਦਾ ਮਤਲਬ, ਚਲੋ ਮੈਂ ਹੰਕਾਰ ਨਹੀਂ ਕਰ ਰਿਹਾ, ਪਰ ਮੈਂ ਹੁਣ ਲੋਕਾਂ ਦੀ ਗੱਲ ਕਰ ਰਿਹਾ ਵੀ ਲੋਕਾਂ ਦੇ ਨਜ਼ਰੀਆ ਕਿਵੇਂ ਬਦਲਦਾ। ਉਹ ਲੋਕ ਪਹਿਲਾਂ ਇਕੱਲਾ ਅੰਗਰੇਜ਼ੀ 'ਚ ਪੜਾਉਂਦੇ ਸੀਗੇ, ਜਦੋਂ ਦਾ ਮੈਂ ਸਟਾਰਟ ਕੀਤਾ ਕੰਟੈਂਟ ਬਾਈਲੈਂਗੁਅਲ ਕਰਤਾ ਮਾਂ ਦੇ ਪੁੱਤਾਂ ਨੇ। ਹੁਣ ਪੰਜਾਬੀ 'ਚ ਚੱਲਦਾ, ਹਰੇਕ ਚੈਨਲ ਦੇਖ ਲਓ, ਜਿਹਨੂੰ ਪੰਜਾਬੀ ਨਹੀਂ ਵੀ ਬੋਲਣੀ ਆਉਂਦੀ, ਟੇਢੀ ਮੇਢੀ ਪੁੱਠੀ ਸਿੱਧੀ ਪੰਜਾਬੀ ਲਿਖੀ ਜਾਂਦਾ। ਚਲੋ ਖੁਸ਼ੀ ਦੀ ਗੱਲ ਹੈ, ਮਾਂ ਬੋਲੀ ਆਪਣੀ ਵੱਧ ਰਹੀ ਹੈ, ਪਰ ਮੈਂ ਗੱਲ ਕਰਦਾ ਵੀ ਲੋਕਾਂ ਦੇ ਜਿਹੜੇ ਬੋਲ ਹੁੰਦੇ ਤੇ ਉਹਨੂੰ ਨਾ ਇਗਨੋਰ ਕਰ ਦਿਆ ਕਰੋ। ਜਦੋਂ ਤੁਹਾਡੀ ਕਾਮਯਾਬੀ ਤੁਹਾਨੂੰ ਮਿਲੂਗੀ ਨਾ, ਉਹੀ ਲੋਕ ਤੁਹਾਡੀ ਜੀ ਅੱਗੇ ਜੀ ਹਜ਼ੂਰੀ ਕਰਨਗੇ। ਜਿਵੇਂ ਮੰਨ ਲਓ ਤੁਸੀਂ ਵਧੀਆ ਪੇਪਰ ਕਲੀਅਰ ਕਰ ਲਿਆ, ਉਹ ਫਲਾਨਾ ਸਾਡਾ ਮੁੰਡਾ ਤਾਂ ਕਲਰਕ ਲੱਗਾ ਉੱਥੇ, ਸਾਡਾ ਮੁੰਡਾ ਤਾਂ ਫੋਰੈਸਟ ਗਾਰਡ ਲੱਗਾ, ਸਾਡਾ ਮੁੰਡਾ ਤਾਂ ਉੱਥੇ ਫੂਡ ਇੰਸਪੈਕਟਰ ਲੱਗਾ। ਪਹਿਲਾਂ ਕਹਿਣਗੇ ਲੈ ਇਹ ਕਿਹਦਾ ਮੁੰਡਾ, ਉਹ ਫਲਾਣੇ ਦਾ ਮੁੰਡਾ ਜੀ, ਵਿਹਲਾ ਤੁਰਿਆ ਫਿਰਦਾ। ਤਾਂ ਲੋਕਾਂ ਦੇ ਬੋਲਾਂ ਤੇ ਜ਼ਿਆਦਾ ਨਾ ਜਾਇਆ ਕਰੋ। ਲੋਕ ਤਾਂ ਬੋਲ 1 ਮਿੰਟ 'ਚ ਬਦਲ ਲੈਂਦੇ ਆ ਜਦੋਂ ਤੁਹਾਡੀ ਕਾਮਯਾਬੀ ਦੇਖ ਲਈ। ਤਾਂ ਚਲੋ ਜੀ ਕਰਦੇ ਹਾਂ ਸਟਾਰਟ। ਆਈ ਹੋਪ ਤੁਸੀਂ ਜ਼ਰੂਰ ਜਿਹੜੇ ਲੋਕਾਂ ਦੇ ਬੋਲ ਹੈਗੇ ਉਹ ਬਦਲ ਦੋਗੇ ਆਪਣੀ ਕਾਮਯਾਬੀ ਨਾਲ। ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ, ਜਿਹੜੇ ਦਿਲ ਤੋਂ ਸੱਚੀ ਮਨ ਤੋਂ ਮਿਹਨਤ ਕਰ ਰਹੇ ਆ, ਉਹਨਾਂ ਦੇ ਮਿਹਨਤ ਨੂੰ ਫਲ ਬਖਸ਼ਣ ਬਾਬਾ ਜੀ। ਬਾਕੀ ਪੰਜਾਬੀ ਗ੍ਰਾਮਰ ਦੇਖੋ, ਵੈਸੇ ਤਾਂ ਤੁਹਾਨੂੰ ਮੈਂ ਦੱਸਤਾ ਵੀ ਥਿਊਰੀ ਬਿਲਕੁਲ ਫ੍ਰੀ ਹੈ, ਕੋਈ ਪੈਸਾ ਲਾਉਣ ਦੀ ਜ਼ਰੂਰਤ ਨਹੀਂ, 101% ਲੈਵਲ ਦੀ ਥਿਊਰੀ ਕਰਵਾਈ ਹੋਈ ਹੈ। ਬਾਕੀ ਜੇ ਫਿਰ ਵੀ ਕੋਈ ਮੇਰਾ ਵੀਰ ਭਰਾ ਇਹ ਲੈਣਾ ਚਾਹੁੰਦਾ ਕੋਰਸ, ਇਹਦੇ ਵਿੱਚ ਕੀ ਹੈ ਜੀ, ਤੁਹਾਡੇ ਕੋਲ 900+ MCQ ਹੈ, ਨਾਲ ਅਖਾਣ, ਮੁਹਾਵਰੇ, ਇੱਕ ਵਚਨ, ਬਹੁ ਵਚਨ, ਜੋ ਵੀ ਲਟਰਮ ਪਟਰਮ ਹੈਗਾ ਸਾਰਾ ਕੁਝ ਮਿਲੂਗਾ ਤੁਹਾਨੂੰ ਇੰਨੇ ਘੱਟ ਪੈਸਿਆਂ ਦੇ ਵਿੱਚ। ਠੀਕ ਹੈ, ਜੈਨੂਅਨ ਰੇਟ ਹੈ ਬਿਲਕੁਲ। ਤਾਂ ਤੁਹਾਡੇ ਪੁਰਾਣੇ ਪੇਪਰਾਂ ਦੇ ਸਾਰੇ ਕੁਐਸਚਨ ਕਵਰ ਹੋ ਜਾਣਗੇ। ਦੇਖੋ ਆਹ ਹੈਗਾ ਕੰਟੈਂਟ, ਥਿਊਰੀ ਵੀ ਪਈ ਹੈ ਜੋ ਮੈਂ ਕਰਾਈ ਹੋਈ ਹੈ, ਇੱਥੇ MCQ PDF ਪਈਆਂ ਨੇ, ਅਖਾਣ ਪਏ ਆ, ਮੁਹਾਵਰੇ ਪਏ ਆ, ਮਤਲਬ ਸਾਰਾ ਕੁਝ ਹੀ ਪਿਆ। ਜੇ ਕੋਈ ਲੈਣਾ ਚਾਹੁੰਦਾ ਤਾਂ ਮੈਨੂੰ ਸੰਪਰਕ ਕਰ ਸਕਦਾ ਇਸ ਨੰਬਰ ਦੇ ਉੱਪਰ। ਠੀਕ ਹੈ, ਮੈਸੇਜ ਕਰ ਦਿਓ 8427752303। ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ, ਪੇਪਰ ਕੋਈ ਵੀ ਦੇ ਲਓ, ਸਿਲੇਬਸ ਸੇਮ ਹੈ। ਇਹ ਨਹੀਂ ਹੈਗਾ ਵਾਰ-ਵਾਰ ਕੋਰਸ ਲੈਣਾ। ਠੀਕ ਹੈ, ਸਿਲੇਬਸ ਸੇਮ ਹੀ ਆ, ਚਾਹੇ ਤੁਸੀਂ ਐਕਸਾਈਜ਼ ਇੰਸਪੈਕਟਰ ਦੇਣਾ, ਫੋਰੈਸਟ ਗਾਰਡ ਦੇਣਾ, ਅੱਗੇ ਕੋਈ ਵੀ ਦੇਣਾ ਤੁਸੀਂ ਪੇਪਰ, ਸਾਰਿਆਂ ਵਿੱਚ ਸਿਲੇਬਸ ਸੇਮ ਹੈ। ਅੱਗੇ ਆ ਗਿਆ ਜੀ ਆਪਣਾ ਕੁਐਸਚਨ, ਕਹਿੰਦਾ ਜੀ ਪੰਜਾਬ ਦੇ ਜੰਮਦਿਆਂ ਨੂੰ ਡੈਸ਼। ਠੀਕ ਹੈ ਜੀ, ਇਹ ਦੇਖੋ ਪੰਜਾਬ ਤੇ ਸ਼ੁਰੂ ਤੋਂ ਹੀ ਬਹੁਤ ਹਮਲੇ ਹੁੰਦੇ ਰਹੇ ਆ। ਪੰਜਾਬ ਦੇ ਵਿੱਚ ਹੀ ਸੂਰਮਿਆਂ ਨੇ ਕੀ ਕੀਤਾ, ਟਾਕਰਾ ਕੀਤਾ, ਚਾਹੇ ਉਹ ਮੁਗਲ ਹੋਣ, ਚਾਹੇ ਉਹ ਅਫਗਾਨ ਹੋਣ, ਚਾਹੇ ਕੋਈ ਵੀ ਹੋਵੇ। ਤਾਂ ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਜੀ ਨਿੱਤੀ ਮਹਿਮਾ। ਮਹਿਮਾ ਦਾ ਮਤਲਬ ਕੀ ਹੁੰਦਾ, ਨਿੱਤ ਕੀ ਆ ਜੀ ਉਹਨਾਂ ਨੂੰ ਮੁਸੀਬਤਾਂ। ਤਾਂ ਪੰਜਾਬ ਦੇ ਜੰਮਿਆਂ ਨੂੰ ਨਿੱਤੀ ਮਹਿਮਾ ਹੁੰਦੀਆਂ। ਭਾਈ ਘਬਰਾਇਆ ਨਾ ਕਰੋ, ਪੰਜਾਬ 'ਚ ਜੰਮ ਪਏ ਤਾਂ ਉਹ ਸਮਝ ਲਓ ਵੀ ਉਸ ਦਿਨ ਤੁਹਾਡੇ ਤੇ ਮੁਸੀਬਤ ਪਈ ਹੈ। ਠੀਕ ਹੈ ਜੀ, ਤਾਂ ਇਹ ਇੱਕ ਮਤਲਬ ਕਿ ਅਖਾਣ ਵਰਤਿਆ ਜਾਂਦਾ ਹੈ। ਅੱਗੇ ਆ ਗਿਆ ਜੀ ਤਕਾਲਾਂ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਤਕਾਲਾਂ ਆਪਾਂ ਕਹਿ ਦਿੰਦੇ ਨਾ, ਤਕਾਲਾਂ ਮੌਕੇ, ਇਹ ਤੁਸੀਂ ਸ਼ਾਇਦ ਇੰਨਾ ਠੇਠ ਸ਼ਬਦ ਨਾ ਸੁਣਿਆ ਹੋਵੇ। ਤਕਾਲਾਂ ਰਾਜੇ ਸ਼ਾਮ ਨੂੰ ਕਹਿ ਦਿੰਦੇ, ਆਥਣ ਵੇਲਾ ਪੰਜਾਬ 'ਚ ਕਹਿ ਦਿੰਦੇ, ਸਾਡੇ ਕਹਿੰਦੇ ਪੰਜਾਬੀ 'ਚ ਆਥਣ ਵੇਲਾ। ਜਾਂ ਆਪਾਂ ਕਹਿੰਦੇ ਦੇਰ ਹੋ ਗਈ, ਤਾਂ ਇਹਦਾ ਉਲਟ ਕੀ ਬਣੂਗਾ, ਸਵੇਰ। ਦੇਰ ਦਾ ਉਲਟ ਕੀ ਬਣੂਗਾ, ਸਵੇਰ। ਤਕਾਲਾਂ ਦਾ ਮਤਲਬ ਹੁੰਦਾ ਸ਼ਾਮ ਵੇਲਾ, ਜਦੋਂ ਸੂਰਜ ਡੁੱਬ ਰਿਹਾ ਹੁੰਦਾ। ਠੀਕ ਹੈ ਜੀ, ਅੱਗੇ ਗੱਲ ਕਰਦੇ, ਕਹਿੰਦਾ ਜੀ ਮੂੰਹ ਦੀ ਖਾਣੀ ਮੁਹਾਵਰੇ ਦਾ ਸਹੀ ਅਰਥ ਦੱਸੋ। ਮੂੰਹ ਦੀ ਖਾਣੀ ਤਾਂ ਤੁਸੀਂ ਬਹੁਤ ਵਾਰੀ ਸੁਣਦੇ ਹੋਵੋਗੇ, ਮੂੰਹ ਦੀ ਖਾਣ ਦਾ ਮਤਲਬ ਕੀ ਹੁੰਦਾ, ਹਾਰ ਜਾਣਾ। ਠੀਕ ਹੈ, ਜਦੋਂ ਕੋਈ ਮਤਲਬ ਪੁਰਾਣੇ ਟਾਈਮ ਤੇ ਲੜਾਈ ਹੁੰਦੀ ਸੀ, ਕਹਿੰਦੇ ਸੀ ਕਿ ਫਲਾਣੇ ਨੇ ਮੂੰਹ ਦੀ ਖਾ ਲਈ, ਤਾਂ ਉਹ ਬੰਦਾ ਕੀ ਹੈ ਜੀ, ਹਾਰ ਗਿਆ। ਅੱਗੇ ਆ ਗਿਆ ਜੀ ਜਫਰ ਜਾਲਨੇ ਮੁਹਾਵਰੇ ਦਾ ਸਹੀ ਅਰਥ ਕੀ ਹੈ। 1 ਮਿੰਟ ਜਾਜੇ ਪਲੀਜ਼, ਮੈਂ ਚੈੱਕ ਕਰ ਲਾਂ, ਕਲਾਸ ਚੱਲ ਰਹੀ ਹੈ, ਕਿਤੇ ਇਹ ਨਾ ਹੋਵੇ ਮੈਂ ਇਕੱਲਾ ਹੀ ਬੋਲੀ ਜਾਵਾਂ। ਇੱਕ ਵਾਰੀ ਮੇਰੇ ਨਾਲ ਇਦਾਂ ਹੋ ਗਈ ਸੀਗੀ, ਤਾਂ ਇੱਕ ਸੈਕਿੰਡ ਵੇਟ ਕਰਿਓ ਬਸ। ਹਾਂਜੀ, ਮਾਫੀ ਚਾਹੁੰਦਾ ਰਾਜੇ ਡਿਸਟਰਬੈਂਸ ਵਾਸਤੇ, ਥੋੜਾ ਜਿਹਾ ਦੇਖਣਾ ਪੈਂਦਾ ਨਾ ਕਈ ਵਾਰੀ, ਕਿਉਂਕਿ ਆਪਾਂ ਐਡੀਟਿੰਗ ਨਹੀਂ ਕਰਦੇ ਨਾ, ਟਾਈਮ ਨਹੀਂ ਹੁੰਦਾ। ਗੱਲ ਕੀ ਹੈ ਜੀ, ਕਹਿੰਦਾ ਜੀ ਜਫਰ ਜਾਲਨੇ ਮੁਹਾਵਰੇ ਦਾ ਅਰਥ ਕੀ ਹੈ ਬੇਟੇ, ਜਿਵੇਂ ਬਹੁਤ ਜ਼ਿਆਦਾ ਮੁਸੀਬਤ ਚੱਲਣੀ। ਠੀਕ ਹੈ ਜੀ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਮਤਲਬ ਕਹਿ ਲਓ ਮੁਸੀਬਤ ਚੱਲੀ ਸੀਗੀ, ਜਦੋਂ ਅਨੰਦਪੁਰ ਸਾਹਿਬ ਛੱਡਿਆ, ਕਿੰਨਾ ਮਤਲਬ ਪਰਿਵਾਰ ਖੇਰੂ ਹੋ ਗਿਆ, ਅਲੱਗ-ਅਲੱਗ ਹੋ ਗਿਆ। ਤੇ ਉਸ ਮਤਲਬ ਪੋਜੀਸ਼ਨ ਨੂੰ ਆਪਾਂ, ਉਸ ਸਿਚੁਏਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਜਫਰ ਜਾਲਣੇ। ਠੀਕ ਹੈ ਜੀ, ਮੁਸੀਬਤ ਚੱਲਣੀ। ਆਪਣੇ ਤੇ ਕੀ ਮੁਸੀਬਤ ਆਉਂਦੀ, ਆਪਾਂ ਨੂੰ ਕੋਈ ਨੌਕਰੀ ਨਾ ਮਿਲੇ, ਆਪਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਕਿੱਡੀ ਤਕੜੀ ਮੁਸੀਬਤ ਆ ਗਈ। ਤਾਂ ਇਦਾਂ ਨਾ ਕਰਿਆ ਕਰੋ, ਥੋੜਾ ਜਿਹਾ ਹਿੰਮਤ ਰੱਖਿਆ ਕਰੋ। ਠੀਕ ਹੈ, ਮਿਹਨਤ ਕਰਨਾ ਆਪਣਾ ਕੀ ਹੈ, ਫਰਜ਼ ਹੈ। ਅੱਗੇ ਫਲ ਦੇਣਾ ਜਾਂ ਨਾ ਦੇਣਾ ਮਾਲਕ ਦੇ ਹੱਥ ਦੇ ਵਿੱਚ ਹੈ। ਅੱਗੇ ਆ ਗਿਆ ਜੀ ਈਦ ਪਿੱਛੋਂ ਤੰਬਾ ਫੂਕਣਾ। ਠੀਕ ਹੈ ਜੀ, ਇਹ ਵੀ ਅਖਾਣ ਬਹੁਤ ਵਰਤਿਆ ਜਾਂਦਾ ਬੇਟੇ। ਅਖਾਣ ਮੁਹਾਵਰੇ ਬਹੁਤ ਪੁੱਛੇ ਜਾਂਦੇ ਆ। ਤਾਂ ਇਹਦਾ ਮਤਲਬ ਹੈਗਾ ਜਦੋਂ ਕੋਈ ਲੋੜ ਪਵੇ ਤਾਂ ਮਦਦ ਨਾ ਕਰੇ। ਠੀਕ ਹੈ, ਜਦੋਂ ਮੰਨ ਲਓ ਕਿਸੇ ਨੂੰ ਪੈਸੇ ਦੀ ਲੋੜ ਪੈ ਗਈ
ਜਾਂ ਜਿਵੇਂ ਮੰਨ ਲਓ ਕੋਈ ਬੱਚਾ ਮੈਨੂੰ ਕਹਿ ਦੇਵੇ ਸਰ ਜੀ ਸਾਨੂੰ ਕੋਰਸ ਦੇ ਦਿਓ, ਮੇਰੇ ਕੋਲ ਪੈਸੇ ਨਹੀਂ ਹੈਗੇ, ਚਾਹੇ ਮੈਂ 10 ਦਿਨ ਬਾਅਦ ਪੈਸੇ ਦੇ ਦੂੰਗਾ, ਤੇ ਮੈਂ ਉਹਨੂੰ ਕਹਾਂ ਬਈ 10 ਦਿਨ ਬਾਅਦ ਹੀ ਲੈ ਲਈ ਕੋਰਸ, ਤੇ ਪੇਪਰ 10 ਦਿਨ ਦੇ ਵਿੱਚ ਹੋ ਜਾਵੇ, ਤੇ ਉਹਨੂੰ ਆਪਾਂ ਕੀ ਕਹਿ ਦਾਂਗੇ ਕਿ ਈਦ ਪਿੱਛੋਂ ਤੰਬਾ ਫੂਕਣ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਮੈਂ ਉਹਨੂੰ ਕਹਾਂ ਵੀ ਹਾਂ ਹੁਣ ਤੂੰ ਕੋਰਸ ਲੈ ਲਾ, ਠੀਕ ਹੈ। ਤਾਂ ਇਸ ਤਰ੍ਹਾਂ ਕੀ ਆ ਮਦਦ ਕਰਨੀ ਚਾਹੀਦੀ ਹੈ ਟਾਈਮ ਟੂ ਟਾਈਮ। ਕਹਿੰਦਾ ਜੀ ਉਹ ਅਖਬਾਰ ਜੋ ਹਫ਼ਤੇ ਬਾਅਦ ਨਿਕਲੇ ਉਹਨੂੰ ਕੀ ਕਹਿ ਦਿੰਦੇ ਆ ਰਾਜੇ, ਹਫ਼ਤਾਵਾਰੀ ਅਖਬਾਰ ਕਹਿ ਦਿੰਦੇ ਆ, ਹਫ਼ਤਾਵਾਰ ਅਖਬਾਰ, ਠੀਕ ਹੈ। ਇਹ ਕੁਐਸਚਨ ਵੀ ਆਇਆ ਹੋਇਆ, ਦੇਖੋ ਇਦਾਂ ਦੇ ਕੁਐਸਚਨ ਬਹੁਤ ਪੁੱਛੇ ਜਾਂਦੇ ਆ, ਬਹੁਤ ਪੁੱਛੇ ਜਾ ਸੌਰੀ ਓਹੋ ਮੇਰੇ ਤੋਂ ਮਾਫੀ ਚਾਹਣਾ ਮੈਂ ਬਹੁਤ ਜਲਦੀ ਚ ਇਹੀ ਗਲਤੀ ਤੁਸੀਂ ਕਰੋਗੇ। ਉਹ ਅਖਬਾਰ ਜੋ ਹਫ਼ਤੇ ਬਾਅਦ ਨਿਕਲੇ, ਹਫ਼ਤਾਵਾਰ ਨਹੀਂ ਹੁੰਦਾ ਰਾਜੇ, ਹਫ਼ਤਾਵਾਰ ਤਾਂ ਹੁੰਦਾ ਵੀ ਜਿਹੜਾ ਰੋਜ਼ ਆਵੇ, ਠੀਕ ਹੈ, ਜਾਂ ਹਫ਼ਤਾਵਾਰ ਆਵੇ ਮਤਲਬ, ਪਰ ਇੱਥੇ ਜਿਹੜਾ ਬੈਸਟ ਬਣਦਾ ਰਾਜੇ ਉਹ ਹੈਗਾ ਸਪਤਾਹਿਕ, ਠੀਕ ਹੈ। ਦੇਖੋ ਮੈਂ ਵੀ ਗਲਤੀ ਕਰ ਗਿਆ ਫਲੋ ਦੇ ਵਿੱਚ, ਤੁਸੀਂ ਇਹ ਗਲਤੀ ਨਹੀਂ ਕਰਨੀ, ਪੇਪਰ ਚ ਆਈ ਹੁੰਦਾ ਸਭ ਤੋਂ ਜਿਹੜੀ ਪਹਿਲੀ ਆਪਸ਼ਨ ਹੁੰਦੀ ਉਹ ਗਲਤੀ ਹੁੰਦੀ ਹੈ। ਮੈਂ ਦੁਬਾਰਾ ਦੱਸਦਾ, ਉਹ ਅਖਬਾਰ ਜੋ ਹਫ਼ਤੇ ਬਾਅਦ ਨਿਕਲੇ, ਬੇਟਾ ਇੱਥੇ ਜਿਹੜਾ ਆਨਸਰ ਆਊਗਾ ਸਪਤਾਹਿਕ, ਠੀਕ ਹੈ। ਇਹਨੂੰ ਸਪਤਾਹਿਕ ਸ਼ਬਦ ਆਪਾਂ ਵਰਤਾਂਗੇ, ਬੈਸਟ ਸੂਟੇਬਲ ਇਹੀ ਹੈ। ਹਫ਼ਤਾਵਾਰ ਵੀ ਆ ਸਕਦਾ, ਲੇਕਿਨ ਜਿਹੜਾ ਬੈਸਟ ਸੂਟੇਬਲ ਬਣਦਾ ਰਾਜੇ ਉਹ ਸਪਤਾਹਿਕ ਬਣਦਾ। ਜੇ ਸਪਤਾਹਿਕ ਨਾ ਹੁੰਦਾ ਫਿਰ ਆਪਾਂ ਹਫ਼ਤਾਵਾਰ ਲਾ ਸਕਦੇ ਸੀਗੇ, ਠੀਕ ਹੈ, ਪਰ ਇੱਥੇ ਕੀ ਆਊਗਾ ਸਪਤਾਹਿਕ ਆਊਗਾ। ਅੱਗੇ ਆ ਗਿਆ ਜੀ, ਕਹਿੰਦਾ ਜਿੰਦਰਾ ਦਾ ਸਮਾਨਾਰਥਕ ਸ਼ਬਦ ਕੀ ਹੈ। ਤਾਂ ਜਿੰਦਰਾ ਕੀ ਹੁੰਦਾ ਪੰਜਾਬੀ ਦੇ ਵਿੱਚ, ਕਹਿੰਦੇ ਮੋਗੇ ਵਾਲੀ ਸਾਈਡ ਕਹਿੰਦੇ ਜਿੰਦਰਾ, ਸਾਡੇ ਕਹਿੰਦੇ ਆ ਤਾਲਾ, ਲੌਕ, ਤਾਂ ਜਿਹਨੂੰ ਆਪਾਂ ਤਾਲਾ ਲੌਕ ਕਹਿ ਦਿੰਦੇ ਆ, ਤਾਂ ਇੱਥੇ ਰਾਈਟ ਆਨਸਰ ਕੀ ਬਣੂਗਾ ਰਾਜੇ, ਤਾਲਾ ਬਣੂਗਾ, ਠੀਕ ਹੈ ਜੀ, ਤਾਲਾ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਕੁੱਕੜ ਖੇ ਉਡਾਈ ਆਪਣੇ ਸਿਰ ਪਾਈ ਇਹ ਖਾਨ ਕਦੋਂ ਵਰਤਿਆ ਜਾਂਦਾ ਭਾਈ। ਇਹ ਖਾਨ ਤੁਸੀਂ ਦੇਖੋ ਬਹੁਤ ਸੌਖਾ ਹੈ, ਤੁਸੀਂ ਆਈਡੀਆ ਲਾ ਸਕਦੇ ਆ। ਜਦੋਂ ਕਹਿੰਦਾ ਜੀ ਕਦੋਂ ਕੋਈ ਬੰਦਾ ਖੁਦ ਗੱਲ ਕਰਕੇ ਆਪਣੀ ਬੇਇੱਜ਼ਤੀ ਕਰਾ ਲਵੇ, ਜਦੋਂ ਬੰਦਾ ਕੋਈ ਖੁਦ ਗੱਲ ਕਰਕੇ ਆਪਣੀ ਬੇਇੱਜ਼ਤੀ ਕਰਾ ਲਵੇ, ਜਿਵੇਂ ਆਲੀਆ ਭੱਟ ਕਰਾਉਂਦੀ ਹੈ। ਮੈਨੂੰ ਵੀ ਬੱਚੇ ਦੱਸਦੇ ਆ, ਮੈਨੂੰ ਨਾ ਮੇਰਾ ਬੇਟਾ ਦੇਖਦਾ ਰਹਿੰਦਾ ਕਈ ਵਾਰੀ, ਤਾਂ ਉਹ ਆ ਵੀ ਗੱਲ ਕਰਦੀ ਹੈ, ਕਹਿੰਦੇ ਜੀ ਆ ਵੀ ਗੱਲ ਕਰਕੇ ਤੇ ਆ ਵੀ ਬੇਇੱਜ਼ਤੀ ਆਪ ਕਰਾ ਲੈਂਦੀ ਹੈ, ਤਾਂ ਉੱਥੇ ਵਰਤਿਆ ਜਾਂਦਾ, ਕਹਿੰਦਾ ਜੀ ਕੁੱਕੜ ਖੇ ਉਡਾਈ ਤੇ ਆਪਣੇ ਸਿਰ ਪਾਈ। ਅੱਗੇ ਆ ਗਿਆ ਜੀ, ਕਹਿੰਦਾ ਜੀ ਤੁਹਾਨੂੰ ਉਸ ਬੇਈਮਾਨ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ, ਵਾਕ ਦੀ ਵੰਨਗੀ ਕੀ ਹੈ। ਵੰਨਗੀ ਦਾ ਮਤਲਬ ਹੈਗਾ ਕਿਸਮ ਕੀ ਆ, ਵਾਕ ਕਿਸ ਕਿਸਮ ਦਾ ਹੈਗਾ ਇਹ ਪੁੱਛਿਆ ਜਾ ਰਿਹਾ। ਤਾਂ ਰਾਜੇ ਦੇਖੋ ਬਿਲਕੁਲ ਸਿੰਪਲ ਸਧਾਰਨ ਵਾਕ ਹੈ, ਤੁਸੀਂ ਉਸ ਬੇਈਮਾਨ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ, ਤੁਹਾਨੂੰ ਉਸ ਬੇਈਮਾਨ ਉੱਪਰ ਇਤਬਾਰ ਨਹੀਂ ਕਰਨਾ ਚਾਹੀਦਾ, ਬਿਲਕੁਲ ਸਧਾਰਨ ਵਾਕ ਹੈ, ਠੀਕ ਹੈ, ਸਧਾਰਨ ਆਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਰੂੜੀ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ। ਰੂੜੀ ਪਿੰਡਾਂ ਵਾਲਿਆਂ ਨੂੰ ਪਤਾ ਹੋਊਗਾ ਰਾਜੇ, ਰਹਿੰਦ ਖੂਨ ਜਿਹੜੀ ਹੁੰਦੀ ਹੈ, ਗੋਬਰ ਜਿਹੜਾ ਹੁੰਦਾ ਪਸ਼ੂਆਂ ਦਾ, ਉਹਨੂੰ ਰੂੜੀ ਕਹਿ ਦਿੰਦੇ ਆ। ਇਹਦਾ ਕੀ ਹੋ ਗਿਆ ਜੀ, ਬੈਸਟ ਸੂਟੇਬਲ ਆਨਸਰ ਕੀ ਬਣ ਗਿਆ, ਰਹਿੰਦ ਖੂਨ ਦਾ ਢੇਰ, ਉਹਨੂੰ ਕਹਿੰਦੇ ਆ ਜੀ ਪੰਜਾਬੀ ਚ ਰੂੜੀ। ਅੱਗੇ ਆ ਗਿਆ ਜੀ, ਕਹਿੰਦਾ ਜੀ ਰੋਗੀਆਂ ਨਾਲ ਹਮਦਰਦੀ ਕਰੋ ਤੇ ਉਹਨਾਂ ਦੀਆਂ ਅਸੀਸਾਂ ਲਵੋ। ਹੁਣ ਦੱਸੋ ਜੀ ਵਾਕ ਦੀ ਵੰਨਗੀ ਕੀ ਹੈ। ਤਾਂ ਵਾਕ ਦੀ ਵੰਨਗੀ ਉਸ ਬੰਦੇ ਨੂੰ ਪਤਾ ਹੋਊਗੀ ਜਿਹਨੂੰ ਪਤਾ ਹੋਊਗਾ ਸਧਾਰਨ ਕਿਹੜਾ, ਮਿਸ਼ਰਤ ਕਿਹੜਾ, ਸੰਯੁਕਤ ਕਿਹੜਾ, ਠੀਕ ਹੈ। ਤਾਂ ਦੇਖੋ ਰੋਗੀਆਂ ਨਾਲ ਹਮਦਰਦੀ ਕਰੋ ਤੇ ਉਹਨਾਂ ਦੀਆਂ ਅਸੀਸਾਂ ਲਵੋ, ਜੇ ਆਪਾਂ ਹਮਦਰਦੀ ਕਰਾਂਗੇ ਤਾਂ ਹੀ ਅਸੀਸਾਂ ਮਿਲਣਗੀਆਂ ਨਾ, ਤਾਂ ਕਿਹੜਾ ਹੋ ਗਿਆ ਬੇਟੇ ਇਹ ਸੰਯੁਕਤ ਹੋ ਗਿਆ, ਠੀਕ ਹੈ ਜੀ, ਸੰਯੁਕਤ ਹੋ ਗਿਆ, ਕਿਉਂਕਿ ਇੱਕ ਪ੍ਰਧਾਨ ਹੈ ਤੇ ਕੀ ਹੈ ਜੀ ਉਪ ਪ੍ਰਧਾਨ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਕਹਿੰਦਾ ਜੀ ਤੇਰੇ ਪੀਠੇ ਦਾ ਕੀ ਡੈਸ਼ ਅਖਾਣ, ਬੜਾ ਵਧੀਆ ਅਖਾਣ ਹੈ। ਕਹਿੰਦਾ ਤੇਰੇ ਪੀਠੇ ਦਾ ਕੀ ਛਾਨਣਾ, ਤੇਰੇ ਪੀਠੇ ਦਾ ਕੀ ਛਾਨਣਾ ਦਾ ਮਤਲਬ ਕੀ ਹੁੰਦਾ ਹੈ, ਜਦੋਂ ਆਪਾਂ ਕਿਸੇ ਵਿੱਚ ਨੁਕਸ ਕੱਢ ਹੀ ਨਾ ਸਕੀਏ, ਆਪਾਂ ਨੂੰ ਪਤਾ ਵੀ ਉਹ ਬੰਦਾ 100% ਹੈ, ਆਪਾਂ ਨੂੰ ਜਦੋਂ ਪਤਾ ਹੁੰਦਾ ਕਿ ਉਹ ਬੰਦਾ ਪੂਰਾ ਘੈਂਟ ਹੈ, ਠੀਕ ਹੈ। ਤਾਂ ਜਿਵੇਂ ਹੁਣ ਤੁਸੀਂ ਕਹਿ ਦੋ ਕਿ ਸਰ ਦੀ ਜਿਹੜੀ ਮੈਰਾਥਨ ਹੁੰਦੀ ਹੈ ਉਹ ਤਾਂ ਅੱਤ ਹੁੰਦੀ ਹੈ, ਸਿਰਾ ਹੁੰਦੀ ਹੈ, ਤਾਂ ਉਹਨੂੰ ਕਹਿ ਸਕਦੇ ਆਪਾਂ ਤੇਰੇ ਪੀਠੇ ਦਾ ਕੀ ਛਾਨਣਾ। ਕਹਿਣ ਦਾ ਮਤਲਬ ਸਾਨੂੰ ਪਤਾ ਹੀ ਆ ਸਰ ਦੇ ਇਹ ਮੈਰਾਥਨ ਵਿੱਚੋਂ ਕੁਐਸਚਨ ਪੱਕਾ ਆਉਣਗੇ, ਉਦੋਂ ਆਪਾਂ ਇਹ ਖਾਨ ਵਰਤ ਸਕਦੇ ਆ, ਤੇਰੇ ਪੀਠੇ ਦਾ ਕੀ ਛਾਨਣਾ। ਹੁਣ ਮੈਨੂੰ ਦੱਸ ਦਿਓ ਵੀ ਕਿਹੜੇ ਨੂੰ ਇਹ ਲੱਗਦਾ ਵੀ ਇਹ ਮੈਂ ਬਿਲਕੁਲ ਠੀਕ ਕਹਿ ਰਿਹਾ। ਜੇ ਨਹੀਂ ਲੱਗ ਰਿਹਾ ਤਾਂ ਤੁਸੀਂ ਨੋ ਕਰ ਦਿਓ, ਜਿਹਨੂੰ ਲੱਗ ਰਿਹਾ ਯੈਸ ਕਰ ਦਿਓ। ਚਲੋ ਜੀ ਅੱਗੇ ਚੱਲਦੇ ਆ। ਪੰਜੇਬ ਸ਼ਬਦ ਦਾ ਬਹੁਵਚਨ ਚੁਣੋ। ਪੰਜੇਬ ਸ਼ਬਦ ਦਾ ਬਹੁਵਚਨ ਚੁਣਨਾ ਰਾਜੇ। ਪੰਜੇਬ ਕੀ ਹੁੰਦੀ ਹੈ, ਝਾਂਜਰ, ਜਿਹਨੂੰ ਪੰਜੇਬ ਨੂੰ ਆਪਾਂ ਦੇਸੀ ਭਾਸ਼ਾ ਝਾਂਜਰ ਕਹਿ ਦਿੰਦੇ ਆ। ਤਾਂ ਪੰਜੇਬ ਦਾ ਕੀ ਹੋ ਜਾਊਗਾ, ਪੰਜੇਬਾਂ। पंजेब का की हो जाऊगा बेटे, पंजेबा हो जाऊगा। तो पंजेब देखिए ना सारे ने, ठीक है जी। आ देखो अगे आ गया जी भूआ। भूआ का पलिंग चुनो। भूआ का पलिंग मैं तां कराउणा, हर बारी मैनूं एक बच्चे की याद आ जाती है। ये जिवें आपां कहंदे चाचा चाची, ताया ताई, वो कहंदा जी मैं फुफड़ दा फुफड़ी कर आया सीगा। फुफड़ दा फुफड़ी करके आ गया उत्थे ना। चलो ये तो क्वेश्चन उल्ट पूछा होया भूआ दा, तो फुफड़ आऊगा इत्थे, उत्थे सीगा फुफड़ दा, थल्ले भूआ सीगा। वो फुफड़ दा फुफड़ी कर आया, पतंदर चाचे दा चाची, ताए ते ताई, फुफड़ दा फुफड़ी कर आया। तो फुफड़ी नहीं हुंदा भाई, फुफड़ दा भूआ, ठीक है। फुफड़ कहण लगे वैसे मूँह भर जांदा है, ठीक है। अगे गल करदे हां जी, कहंदा जिहड़ियां चीज़ां ना देखियां जा सकन, ना फड़ियां जा सकन, केवल महसूस कीतियां जा सकन, उहनूं की कह दांगे आपां, उहनूं कह दांगे जी भाववाचक। जिवें कहदा मैं बहुत खुश हाँ, तो खुश जिहड़ा खुशी आ उहनूं आपां फड़ नहीं सकदे, सिर्फ महसूस कर सकते हैं। शुद्ध शब्द जोड़ चुनो। शुद्ध शब्द दसना भाई। ਹੁਣ ਇੱਥੇ ਬੜਾ ਪੰਗਾ ਹੈ। ਬੱਚੇ ਕਹਿਣਗੇ ਸਰ ਬੜਾ ਸੌਖਾ ਕੁਐਸਚਨ ਕਰਾ ਰਹੇ ਹੋ, ਆ ਚਲੋ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ, ਆ ਦੋਵਾਂ 'ਚ ਪੰਗਾ ਪੈਂਦਾ ਹੈ। ਐ ਬੰਦਾ ਕਹਿੰਦਾ ਯਾਰ ਮੈਨੂੰ ਸਮਝ ਹੀ ਨਹੀਂ ਆਉਂਦੀ,
ਇੱਕ ਨਾ ਬੜੀ ਫਨੀ ਜੀ ਫੋਟੋ ਚੱਲਦੀ ਹੁੰਦੀ ਆਹ ਕਿ ਮਲਟੀਪਲ ਚੁਆਇਸ ਜਿਹੜੇ ਕੁਐਸਚਨ ਹੁੰਦੇ ਇਦਾਂ ਦੇ ਹੁੰਦੇ ਆ, ਸਾਰੇ ਆਪਸ਼ਨ ਠੀਕ ਲੱਗਦੀਆਂ, ਜਿਵੇਂ ਏ ਆਪਸ਼ਨ ਵੀ ਠੀਕ ਹੈ, ਬੀ ਵੀ ਠੀਕ ਹੈ, ਸੀ ਵੀ ਠੀਕ ਹੈ, ਕਿਹੜੀ ਲਾਵਾਂ ਮੈਂ ਆਪਸ਼ਨ, ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਹੜੀ ਆਪਸ਼ਨ ਲਾਵਾਂ, ਸਾਰੀਆਂ ਠੀਕ ਲੱਗਦੀਆਂ ਹੁੰਦੀਆਂ। ਐਗਜ਼ਾਮ ਦੇ ਵਿੱਚ ਪ੍ਰੈਸ਼ਰ ਹੀ ਇੰਨਾ ਹੁੰਦਾ। ਤਾਂ ਦੇਖੋ ਆਹ ਵੀ ਕੁਐਸਚਨ ਬਿਲਕੁਲ ਉਵੇਂ ਦਾ ਮੈਂ ਤਾਂ ਹੀ ਪਾਇਆ। ਤਾਂ ਬੇਟੇ ਜਿਹੜਾ ਦੁਪਹਿਰ, ਇਹਦੇ ਵਿੱਚ ਡੀ ਸ਼ਬਦ ਬਿਲਕੁਲ ਠੀਕ ਹੈ, ਦੁਪਹਿਰ ਜਿਹੜਾ ਹੈਗਾ ਡੀ ਸ਼ਬਦ ਬਿਲਕੁਲ ਠੀਕ ਹੈ। ਠੀਕ ਹੈ ਜੀ, 81 ਦਾ ਡੀ ਆਊਗਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਭੇਡ ਦੀ ਚਾਲ ਤੋਂ ਕਿਹੜਾ ਸਮਾਸੀ ਸ਼ਬਦ, ਸਮਾਸੀ ਹੁੰਦਾ ਬੇਟੇ ਜਿਵੇਂ ਜਿਹਦੇ ਵਿੱਚ ਆਪਾਂ ਹਾਈਫਨ ਲਾ ਕੇ, ਜਿਵੇਂ ਹਾਈਫਨ ਲਾ ਕੇ ਦੋ ਸ਼ਬਦਾਂ ਨੂੰ ਆਪਾਂ ਜੋੜ ਦਿੰਨੇ ਆ, ਜਿਹਨੂੰ ਆਪਾਂ ਰਚਿਤ ਸ਼ਬਦ ਵੀ ਕਹਿ ਦਿੰਨੇ ਆ। ਤਾਂ ਇਹਦਾ ਕੀ ਆ ਜਾਊਗਾ ਜੀ, 82 ਦਾ ਕੀ ਆ ਜਾਊਗਾ ਆਪਣੇ ਕੋਲੇ, ਭੇਡ ਚਾਲ। ਭੇਡ ਦੀ ਚਾਲ ਤੋਂ ਬਣ ਜਾਂਦਾ ਜੀ ਭੇਡ ਚਾਲ। ਭੇਡ ਚਾਲ ਦਾ ਮਤਲਬ ਹੁੰਦਾ ਕਿਸੇ ਦੇ ਪਿੱਛੇ ਲੱਗ ਜਾਣਾ, ਸੋਚੇ ਸਮਝੇ ਬਿਨਾ, ਦਿਮਾਗ ਨਹੀਂ ਆਪਣਾ ਯੂਜ਼ ਕਰਨਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਹਰਮਨ ਬਹੁਤ ਡੈਸ਼ ਹੈ, ਸੌਰੀ ਹਰਮਨ ਬਹੁਤ ਉਦਾਸ ਹੈ, ਮਤਲਬ ਕਿ ਇਹਦੇ ਥੱਲੇ ਕੀ ਹੈ ਜੀ, ਲਕੀਰਿਆ ਸ਼ਬਦ ਹੈ। ਤਾਂ ਲਕੀਰੇ ਸ਼ਬਦ ਦੇ ਨਾਮ ਦੀ ਕਿਸਮ ਦੱਸਣੀ ਹੈ, ਨਾਮ ਦੀ ਕਿਸਮ ਦੱਸਣੀ ਹੈ ਵੀ ਕਿਹੜੀ ਕਿਸਮ ਹੈ। ਤਾਂ ਤੁਸੀਂ ਦੱਸ ਸਕਦੇ ਹੋ ਰਾਜੇ ਭਾਵਵਾਚਕ ਹੈ, ਖੁਸ਼ ਹੋਣਾ, ਉਦਾਸ ਹੋਣਾ। ਠੀਕ ਹੈ ਜੀ, ਇਹ ਸਾਰੇ ਕੀ ਨੇ ਤੁਹਾਡੇ ਭਾਵ ਨੇ। ਅੱਗੇ ਆ ਗਿਆ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ੁੱਧ ਸ਼ਬਦ ਹੈ, ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਤਾਂ ਸੌਖਾ ਹੀ ਹੈ ਰਾਜੇ, ਪੜ੍ਹਾਈ। ਠੀਕ ਹੈ ਜੀ, ਕਿਉਂਕਿ ਦੇਖੋ ਹਾਹਾ ਪੈਂਦਾ ਪੈਰ ਦੇ ਵਿੱਚ, ਕਈਆਂ ਨੂੰ ਨਹੀਂ ਪਤਾ ਹੋਊਗਾ ਰਾਜੇ, ਤਾਂ ਹਾਹਾ ਇੱਥੇ ਪੈਰ ਦੇ ਵਿੱਚ ਪਊਗਾ, ਤਾਂ ਇਹਦਾ ਏ ਆਂਸਰ ਬਣੂਗਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਪੰਜਾਬੀ ਦੇ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਨੇ, ਤਾਂ ਸੌਖਾ ਹੀ ਹੈ ਬੇਟੇ, ਲਿੰਗ ਦੋ ਤਰ੍ਹਾਂ ਦੇ ਹੁੰਦੇ ਆ, ਲਿੰਗ ਪੁਲਿੰਗ। ਠੀਕ ਹੈ, ਲਿੰਗ ਮਰਦਾਂ ਵਾਸਤੇ ਤੇ ਪੁਲਿੰਗ ਇਸਤਰੀ ਵਾਸਤੇ ਵਰਤਿਆ ਜਾਂਦਾ ਹੈ। ਠੀਕ ਹੈ, ਜਿਵੇਂ ਮੈਂ ਕਹਿ ਦੇਵਾਂ ਭੇਡ, ਨਹੀਂ ਭੇਡ ਨਹੀਂ ਕਹਿ ਸਕਦੇ ਆਪਾਂ, ਜਿਵੇਂ ਕਹਿ ਦੇਵਾਂ ਮੁੰਡਾ, ਤੇ ਮੁੰਡਾ ਕੀ ਹੋ ਗਿਆ ਤੁਹਾਡਾ, ਲਿੰਗ ਹੋ ਗਿਆ, ਤੇ ਕੁੜੀ ਕੀ ਹੋ ਗਿਆ, ਪੁਲਿੰਗ ਹੋ ਗਿਆ। ਠੀਕ ਹੈ ਜੀ, ਅੱਗੇ ਆ ਗਿਆ ਜੀ, ਕਹਿੰਦਾ ਜੀ ਪੰਜਾਬੀ ਧੁਨੀਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਹੁਣ ਦੇਖੋ ਪੰਜਾਬੀ ਧੁਨੀਆਂ ਦੀ ਗੱਲ ਹੋ ਰਹੀ ਹੈ ਤੇ ਧੁਨੀਆਂ ਦੀ ਗੱਲ ਹੋ ਰਹੀ ਹੈ, ਤਾਂ ਰਾਜੇ ਆਪਣੇ ਕੋਲੇ ਦੋ ਤਰ੍ਹਾਂ ਦੀਆਂ ਹੁੰਦੀਆਂ ਧੁਨੀਆਂ। ਠੀਕ ਹੈ ਜੀ, ਕਿਹੜੀਆਂ ਕਿਹੜੀਆਂ, ਸਵਰ ਤੇ ਵਿਅੰਜਨ। ਸੌਖਾ ਕੁਐਸਚਨ ਹੈ ਬਿਲਕੁਲ, ਸਵਰ ਤੇ ਵਿਅੰਜਨ। ਪਤਾ ਨਾ ਮੈਂ ਤੁਹਾਨੂੰ ਦੱਸ ਕੇ ਦਿੱਤਾ, ਜਿਹਦੇ ਵਿੱਚ ਵੋਵਲ ਤੇ ਮੈਂ ਤੁਹਾਨੂੰ ਉਹ ਦੱਸਿਆ ਸੀਗਾ, ਵੋਵਲ ਤੇ ਕੌਨਸੋਨੈਂਟ ਦੱਸੇ ਸੀਗੇ। ਅੱਗੇ ਆ ਗਿਆ ਜੀ, ਪੁਲਿੰਗ ਸ਼ਬਦ ਚੁਣੋ। ਪੁਲਿੰਗ ਸ਼ਬਦ ਕਿਹੜੇ ਹੁੰਦੇ ਆ, ਲਿੰਗ ਹੁੰਦੇ ਆ ਮੁੰਡਿਆਂ ਵਾਲੇ ਤੇ ਪੁਲਿੰਗ ਹੁੰਦੇ ਆ ਕੁੜੀਆਂ ਵਾਲੇ। ਠੀਕ ਹੈ ਜੀ, ਦੱਸੋ ਮੈਨੂੰ ਹੁਣ 87 ਦਾ ਕੀ ਆਂਸਰ ਆਊਗਾ, ਪੁਲਿੰਗ ਸ਼ਬਦ। ਠੀਕ ਹੈ, ਸੌਰੀ ਯਾਰ ਸੌਰੀ, ਮੈਂ ਪਿੱਛੇ ਵੀ ਗਲਤ ਦੱਸ ਗਿਆ, ਸ਼ਾਇਦ ਪਿੱਛੇ ਗਲਤ ਦੱਸ ਗਿਆ। ਪੰਜਾਬੀ ਵਿੱਚ ਲਿੰਗ ਰਾਜੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਜੀ ਪੁਲਿੰਗ ਤੇ ਇੱਕ ਹੁੰਦਾ ਜੀ ਇਸਤਰੀ ਲਿੰਗ। ਪੁਲਿੰਗ ਹੁੰਦਾ ਜੀ ਮਰਦਾਂ ਵਾਸਤੇ ਤੇ ਇਸਤਰੀ ਲਿੰਗ ਹੁੰਦਾ ਜੀ, ਇਸਤਰੀ ਲਿੰਗ ਹੁੰਦਾ ਜੀ ਕੁੜੀਆਂ ਵਾਸਤੇ ਜਾਂ ਔਰਤਾਂ ਵਾਸਤੇ। ਮੈਂ ਵੀ ਭਾਈ ਫਲੋ ਦੇ ਵਿੱਚ ਦੱਸ ਗਿਆ ਗਲਤ, ਤੇ ਹੁਣ ਇੱਥੇ ਪੁਲਿੰਗ ਦਾ ਮਤਲਬ ਕੀ ਹੈ, ਮਰਦਾਂ ਵਾਲੇ ਦੱਸਣੇ ਆ, ਮਰਦਾਂ ਵਾਲੇ। ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਨੇ ਮੇਲ, ਮੇਲ। ਠੀਕ ਹੈ ਜੀ, ਤਾਂ ਪੁਲਿੰਗ ਸ਼ਬਦ ਕਿਹੜੇ ਹੋ ਗਏ ਤੁਹਾਡਾ, ਘੋੜਾ, ਤੋਤਾ, ਚਾਚਾ, ਭਰਾ, ਇਹ ਹੋ ਗਏ ਜੀ। ਦੇਖੋ ਸਬਜ਼ੀ ਇਹ ਗਲਤ ਹੋ ਗਿਆ, ਲੜਕੀ ਵੀ ਗਲਤ ਹੋ ਗਿਆ, ਮੋਰਨੀ ਵੀ ਗਲਤ ਹੋ ਗਿਆ। ਤਾਂ ਧਿਆਨ ਦੇ ਨਾਲ, ਫਲੋ ਦੇ ਵਿੱਚ ਕਈ ਵਾਰੀ हो जाता है, छोटे छोटे बड़े बड़े शहरों में छोटी छोटी बातें होती रहती हैं, या बड़ी बड़ी क्लास में छोटी छोटी बातें होती रहती हैं। अगे गल करते हैं जी, किहड़े शब्द का विरोधी लिंग नहीं हुंदा, विरोधी लिंग नहीं हुंदा। हुण शेर का की होऊगा बेटे, शेरनी, भरा दा, भैन, दर्जी का दर्जी का की होऊगा, दर्जी का की होऊगा, दर्जनी। पता नहीं हुण की होऊगा, मेरे दिमाग च भी भुल गया, दर्जी का की होऊगा भाई, मेरे तुसीं दस्सिओ कमेंट करके, मैं भी भुल गया दर्जी का की होऊगा। पर इत्थे जिहड़ा राइट आंसर बनदा राजे डी, जिवें चन्न हो गया, धरती हो गया, आसमान हो गया, ਇਹਦਾ ਕੀ ਵਿਰੋਧੀ ਲਿੰਗ ਨਹੀਂ ਹੁੰਦਾ ਰਾਜੇ। ਚੰਨ, ਧਰਤੀ, ਅਸਮਾਨ, ਮੀਂਹ, ਇਹਦਾ ਕੋਈ ਵਿਰੋਧੀ ਲਿੰਗ ਨਹੀਂ ਹੁੰਦਾ। ਠੀਕ ਹੈ, ਦਰਜੀ ਦਾ ਮੈਨੂੰ ਹੁਣ ਧਿਆਨ 'ਚ ਨਹੀਂ ਆ ਰਿਹਾ, ਤੁਸੀਂ ਕਮੈਂਟ ਕਰ ਸਕਦੇ ਹੋ। ਅੱਗੇ ਆ ਗਿਆ ਜੀ, ਕਹਿੰਦਾ ਕਸਾਈ ਸ਼ਬਦ ਦਾ ਸਹੀ ਲਿੰਗ ਦੱਸੋ। ਇਹ ਬਹੁਤ ਆਉਂਦਾ ਰਾਜੇ, ਬਹੁਤ ਪੁੱਛਿਆ ਜਾਂਦਾ ਕਸਾਈ ਸ਼ਬਦ ਦਾ, ਤੇ ਇਹਦਾ ਹੁੰਦਾ ਰਾਜੇ ਕਸਾਈਨ। ਕੀ ਹੁੰਦਾ ਜੀ, ਕਸਾਈਨ। ਅੱਗੇ ਆ ਗਿਆ ਮਰਾਸੀ ਦਾ, ਤਾਂ ਇਹਦਾ ਕੀ ਹੋਊਗਾ ਜੀ, ਹੁਣ ਤੁਸੀਂ ਦੱਸਿਓ, ਬਹੁਤ ਸੌਖਾ ਕੁਐਸਚਨ ਹੈ, ਤੇ ਇਹਦਾ ਹੋਊਗਾ ਜੀ ਮਰਾਸਨ। ਅੱਗੇ ਐਵੇਂ ਇੱਕ ਹੋਰ ਪੁੱਛਦੇ ਹੁੰਦੇ ਆ, ਚਲੋ ਮੈਂ ਭੁੱਲ ਪਾਇਆ ਕੁਐਸਚਨ, ਸ਼ਾਇਦ ਅੱਗੇ ਆਊਗਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਅੱਕੀ ਪਲਾਹੀ ਹੱਥ ਮਾਰਨੇ। ਅੱਕੀ ਪਲਾਹੀ ਹੱਥ ਮਾਰਨੇ ਦਾ ਕੀ ਅਰਥ ਹੈ, ਤਾਂ ਇਹਦਾ ਅਰਥ ਹੈਗਾ ਭਾਈ ਆਸਰੇ ਭਾਲਦੇ ਫਿਰਨਾ। ਜਦੋਂ ਬੰਦਾ ਵਿਚਾਰਾ ਕੋਈ ਮੁਸੀਬਤ 'ਚ ਹੁੰਦਾ ਨਾ, ਤਾਂ ਹਰ ਥਾਂ ਆਸਰੇ ਭਾਲਦਾ ਹੈ, ਉਹਨੂੰ ਕਹਿ ਦਿੰਦੇ ਅੱਕੀ ਪਲਾਹੀ ਹੱਥ ਮਾਰਨੇ। ਪਾਪੀ ਸ਼ਬਦ ਦਾ ਸਹੀ ਲਿੰਗ ਦੱਸੋ। ਪਾਪੀ, ਠੀਕ ਹੈ ਜੀ, ਪੁਰਾਣਾ ਪਾਪੀ ਕਹਿ ਦਿੰਦੇ ਨਾ, ਤਾਂ ਪਾਪੀ ਸ਼ਬਦ ਦਾ ਕੀ ਹੋਗਾ ਜੀ, ਪਾਪਣ। ਨਾਣੇ ਵਾਲਾ ਆਊਗਾ ਰਾਜੇ, ਨੰਨੇ ਵਾਲਾ ਨਹੀਂ ਆਊਗਾ, ਪਾਪਣ। ਅੱਗੇ ਆ ਗਿਆ ਜੀ, ਕਹਿੰਦਾ ਜੀ ਬੰਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ, ਇੱਥੇ ਪੰਗਾ ਪਾਊਗਾ। ਹੁਣ ਦੇਖੋ, ਕੋਈ 4 ਕਹੂਗਾ, ਕੋਈ ਕੁਛ ਕਹੂਗਾ, ਬੇਟੇ 3 ਆਉਣਗੀਆਂ। ਕਿਉਂ? ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਕਹੂੰਗਾ ਵੀ 10ਵੀਂ ਕਲਾਸ ਦਾ ਜਿਹੜੀ ਲੇਖ ਤੇ ਰਚਨਾ ਕਿਤਾਬ ਹੈਗੀ, ਉਹਦਾ ਰੈਫਰੈਂਸ ਲੈਣਾ ਤੁਸੀਂ। ਮੈਂ ਇੱਕ ਦੋ ਪੇਪਰਾਂ 'ਚ ਵੀ ਦੇਖਿਆ, ਕਿਸੇ 'ਚ 4 ਆ, ਕਿਸੇ 'ਚ 3 ਆ, ਪਰ ਮੇਰੇ ਹਿਸਾਬ ਨਾਲ 3 ਆਊਗਾ। ਠੀਕ ਹੈ, ਵੈਸੇ ਹੈ ਤਾਂ ਇਹ ਕੰਟਰੋਵਰਸੀ ਵਾਲਾ ਕੁਐਸਚਨ ਹੈ, 4 ਵੀ ਆਉਂਦਾ, 3 ਵੀ ਆਉਂਦਾ, ਬਟ ਜੋ ਮੈਂ ਜ਼ਿਆਦਾਤਰ ਜਿਹੜਾ ਮੈਂ ਦੇਖਿਆ PEET+ ਬੋਰਡ ਸਹੀ ਕਰਦਾ, ਉਹ 10ਵੀਂ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ, ਉਹਦਾ ਰੈਫਰੈਂਸ ਲੈਂਦਾ, ਉਹਦੇ ਅਕੋਰਡਿੰਗ 3 ਆਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਕਈ ਵਾਕ ਵਿੱਚ ਕਹਿੰਦਾ ਜੀ ਹੈ
ਜਾਂ ਸੀ ਕੱਲਾ ਸ਼ਬਦ ਹੈ ਕਿਰਿਆ ਦਾ ਰੂਪ, ਕੱਲਾ ਜਿਵੇਂ ਹੈ ਜਾਂ ਸੀ ਕੱਲਾ ਕਿਰਿਆ ਦਾ ਸ਼ਬਦ ਜਿਹੜਾ ਹੁੰਦਾ ਕਿਰਿਆ ਦਾ ਰੂਪ ਬਣ ਕੇ ਆਉਂਦਾ ਉਸ ਨੂੰ ਕੀ ਕਹਿੰਦੇ ਆ ਬੇਟੇ, ਉਸ ਨੂੰ ਕੀ ਕਹਿੰਦੇ ਆ, ਉਸ ਨੂੰ ਕਹਿੰਦੇ ਆ ਜੀ ਸਸਰੰਗੀ ਕਿਰਿਆ। ਇਹ ਕਿਰਿਆ ਕਰਾਈਆਂ ਹੋਈਆਂ ਤੁਹਾਨੂੰ ਮੈਂ ਮੁੱਖ ਕਿਰਿਆ ਵੀ ਕਰਾਈ ਹੋਈ ਹੈ, ਸਹਾਇਕ ਕਿਰਿਆ ਵੀ ਕਰਾਈ ਹੋਈ ਹੈ, ਅਕਰਮਕ ਵੀ ਕਰਾਈ ਹੈ, ਸਕਰਮਕ ਵੀ ਕਰਾਈ ਹੈ, ਸਸਰੰਗੀ ਕਿਰਿਆ ਵੀ ਕਰਾਈ ਹੈ। ਠੀਕ ਹੈ ਜੀ, ਤਾਂ ਇਹ ਹੈਗੀ ਜੀ ਸਸਰੰਗੀ ਕਿਰਿਆ, ਪੜ੍ਹ ਲਿਓ ਧਿਆਨ ਨਾਲ ਇਹਨੂੰ। ਅੱਗੇ ਆ ਗਿਆ ਜੀ ਸੰਦੂਕ ਸ਼ਬਦ ਦਾ ਸਹੀ ਲਿੰਗ, ਇਹਦੀ ਗੱਲ ਕਰਦਾ ਸੀ ਮੈਂ। ਸੰਦੂਕ ਦਾ ਕੀ ਹੁੰਦਾ ਬੇਟੇ, ਸੰਦੂਕੜੀ। ਕੀ ਹੁੰਦਾ ਜੀ ਸੰਦੂਕ ਦਾ, ਸੰਦੂਕੜੀ। ਸੰਦੂਕ ਹੁੰਦਾ ਬਹੁਤ ਵੱਡਾ, ਜਿਵੇਂ ਆਪਣੇ ਅੱਜ ਕੱਲ ਅਨਵੀਰਾ ਹੁੰਦੀ ਆ, ਪੁਰਾਣੇ ਟਾਈਮ ਤੇ ਪੁਰਾਣੇ ਬਜ਼ੁਰਗਾਂ ਕੋਲੇ ਹੁੰਦੇ ਸੀਗੇ। ਸੰਦੂਕੜੀ ਹੋ ਗਈ ਛੋਟੀ। ਅੱਗੇ ਆ ਵੀ ਕੁਐਸਚਨ ਆਇਆ ਹੋਇਆ ਸੂਰਜ ਸ਼ਬਦ ਦਾ ਸਹੀ ਲਿੰਗ ਦੱਸੋ। ਬੇਟੇ ਸੂਰਜ ਦਾ ਕੋਈ ਵੀ ਨਹੀਂ ਹੁੰਦਾ, ਤੁਹਾਨੂੰ ਮੈਂ ਦੱਸਿਆ ਨਾ, ਸੂਰਜ ਹੋ ਗਿਆ, ਚੰਨ ਹੋ ਗਿਆ, ਅਸਮਾਨ ਹੋ ਗਿਆ, ਮੀਂਹ ਹੋ ਗਿਆ, ਇਹਦਾ ਕੋਈ ਵੀ ਲਿੰਗ ਜਾਂ ਲਿੰਗ ਮਤਲਬ ਇਹਦਾ ਉਲਟ ਲਿੰਗ ਪਲਿੰਗ ਨਹੀਂ ਹੁੰਦਾਗਾ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੁੰਦੀ ਹੈ ਭਾਈ, ਉਪਭਾਸ਼ਾ। ਜਿਵੇਂ ਮਾਝੀ, ਮਲਵਈ, ਪਠੋਰੀ। ਠੀਕ ਹੈ ਜੀ, ਇਹ ਸਾਰੀਆਂ ਕੀ ਨੇ ਤੁਹਾਡੀਆਂ ਉਪਭਾਸ਼ਾ ਨੇ। ਠੀਕ ਹੈ, ਇਲਾਕੇ ਦੇ ਆਧਾਰ ਤੇ ਬੋਲੀਆਂ ਜਾਂਦੀਆਂ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਕਾਰਜ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ। ਤਾਂ ਕਾਰਜ ਦੇ ਆਧਾਰ ਤੇ ਰਾਜੇ ਯੋਜਕ ਦੋ ਤਰ੍ਹਾਂ ਦਾ ਹੁੰਦਾ ਤੁਹਾਡਾ, ਸਮਾਨ ਤੇ ਅਧੀਨ। ਕਿਹੜਾ ਕਿਹੜਾ ਹੁੰਦਾ ਰਾਜੇ, ਸਮਾਨ ਯੋਜਕ ਤੇ ਅਧੀਨ ਯੋਜਕ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਠੀਕ ਹੈ ਜੀ, ਸਮਾਨ ਯੋਜਕ ਤੇ ਅਧੀਨ ਯੋਜਕ ਹੁੰਦਾ, ਦੋ ਤਰ੍ਹਾਂ ਦਾ ਹੁੰਦਾ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਅੱਗੇ ਆ ਗਿਆ ਜੀ ਕਰਦੰਤਕ। ਕਾਰਦੰਤਕ ਵੀ ਕਹਿ ਦਿੰਦੇ ਆ, ਕਿਰਦੰਤ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਕਿਰਦੰਤ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ, ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਭਾਈ, ਬਹੁਤ ਇੰਪੋਰਟੈਂਟ ਹੈ। ਠੀਕ ਹੈ, ਬੱਚੇ ਛੱਡ ਕੇ ਆ ਜਾਂਦੇ ਆ। ਜਿਵੇਂ ਜਿਹੜੇ ਮੂਲ ਸ਼ਬਦ ਹੁੰਦੇ ਉਹ ਤਾਂ ਆਪਾਂ ਰਚਿਤ ਸ਼ਬਦ ਬਣਾਉਣੇ ਆ ਨਾ। ਠੀਕ ਹੈ, ਤਾਂ ਉਹ ਕਾਰਦੰਤਕ ਤੁਹਾਨੂੰ ਮੈਂ ਚਲੋ ਅੱਗੇ ਦੱਸ ਵੀ ਦਿੰਦਾ ਥੋੜਾ ਜਿਹਾ। ਵੈਸੇ ਫਿਲਹਾਲ ਦੀ ਘੜੀ ਇਹਦੀਆਂ ਚਾਰ ਕਿਸਮਾਂ ਹੁੰਦੀਆਂ ਰਾਜੇ। ਕਿਹੜੀਆਂ ਕਿਹੜੀਆਂ ਹੁੰਦੀਆਂ ਚਾਰ ਕਿਸਮਾਂ, ਭਾਵਾਰਥਕ, ਭੂਤ, ਵਰਤਮਾਨ ਤੇ ਪੂਰਵ ਪੂਰਨ ਕਾਰਦੰਤਕ। ਹੁਣ ਹੁੰਦੇ ਕੀ ਹੈ ਰਾਜੇ, ਦੇਖੋ ਕਾਰਦੰਤ ਮਤਲਬ ਭਾਵਾਰਥਕ ਕਾਰਦੰਤਕ ਦੀ ਗੱਲ ਕਰਦਾ, ਜਦੋਂ ਕਹਿੰਦਾ ਵੀ ਮੂਲ ਜਿਹੜਾ ਸ਼ਬਦ ਹੁੰਦਾ ਜਾਂ ਫਿਰ ਜਿਹੜਾ ਰਚਿਤ ਧਾਤੂ ਹੁੰਦਾ ਉਹਦੇ ਪਿੱਛੇ ਨਾ ਜਾਂ ਨਾਣਾ, ਨੰਨੇ ਨੂੰ ਕਰਨਾ ਜਾਂ ਨਾਣੇ ਨੂੰ ਕਰਨਾ ਆਪਾਂ ਲਗਾ ਦਿੰਨੇ ਆ। ਜਿਵੇਂ ਹੁਣ ਮੂਲ ਸ਼ਬਦ ਕੀ ਆ, ਪੜ, ਪਿੱਛੇ ਨੰਨੇ ਨੂੰ ਕਰਨਾ ਲਾਤਾ, ਕੀ ਬਣ ਗਿਆ ਪੜਨਾ। ਪੀ ਸ਼ਬਦ ਮੂਲ ਸ਼ਬਦ ਹੈ, ਨਾਣਾ ਪਾਤਾ ਪੀਣਾ, ਲਿਖ ਨੂੰ ਲਿਖਣਾ, ਇਹ ਬਣ ਗਏ ਤੁਹਾਡੇ ਭਾਵਾਰਥਕ ਕਾਰਦੰਤਕ। ਭੂਤ ਕਾਰਦੰਤਕ ਹੁੰਦੇ ਜਦੋਂ ਆਪਾਂ ਮੂਲ ਜਾਂ ਰਚਿਤ ਸ਼ਬਦ ਦੇ ਪਿੱਛੇ ਕੀ ਲਗਾ ਦਿੰਨੇ ਆ, ਈੜੀ ਨੂੰ ਸਿਹਾਰੀ ਆਲੇ ਨੂੰ ਕਰਨਾ ਜਾਂ ਫਿਰ ਲੱਲੇ ਨੂੰ ਸਿਹਾਰੀ ਆਲੇ ਨੂੰ ਕਰਨਾ। ਜਿਵੇਂ ਪਾਲ ਪਾਲਿਆ, ਸੋਧ ਸੋਧਿਆ, ਗਾ ਗਾਇਆ, ਇਹ ਬਣ ਗਏ ਭੂਤ ਕਾਰਦੰਤਕ। ਵਰਤਮਾਨ ਦੇ ਵਿੱਚ ਕੀ ਕਰਾਂਗੇ ਆਪਾਂ, ਪਿੱਛੇ ਦਾ ਲਗਾ ਦਾਂਗੇ ਜਾਂ ਫਿਰ ਕੀ ਲਗਾ ਦਾਂਗੇ, ਦਾ ਹੀ ਲਗਾਉਣੇ ਵੈਸੇ ਮੋਸਟਲੀ। ਪੜਦਾ ਪੜਦਾ ਪੜਦਾ, ਗਿਣਦਾ ਗਿਣਦਾ, ਇਹ ਵਰਤਮਾਨ ਹੋ ਗਈ। ਠੀਕ ਹੈ, ਅੱਗੇ ਆ ਗਿਆ ਜੀ ਪੂਰਵ ਪੂਰਨ ਕਾਰਦੰਤਕ। ਜਦੋਂ ਆਪਾਂ ਕੇ ਲਗਾ ਦਈਏ ਪਿੱਛੇ, ਜਿਵੇਂ ਪੜ ਪੜ ਕੇ, ਗਿਣ ਗਿਣ ਕੇ, ਲਿਖ ਲਿਖ ਕੇ, ਸੋ ਸੋ ਕੇ। ਠੀਕ ਹੈ, ਇਹ ਕੀ ਬਣ ਗਏ ਤੁਹਾਡੇ ਪੂਰਵ ਪੂਰਨ ਕਾਰਦੰਤਕ। ਬਾਕੀ ਡਿਟੇਲ ਵਾਸਤੇ ਭਾਈ ਥਿਊਰੀ ਵੀਡੀਓ ਦੇਖ ਲਿਓ। ਅੱਗੇ ਆ ਗਿਆ ਜੀ, ਕਹਿੰਦਾ ਜੀ ਮੱਧਮ ਪੁਰਖ ਚੁਣੋ। ਮੱਧਮ ਦੇਖੋ ਤੁਹਾਨੂੰ ਦੱਸਿਆ ਨਾ, ਉੱਤਮ ਪੁਰਖ, ਮੱਧਮ ਪੁਰਖ, ਅਨਿਆਂ ਪੁਰਖ। ਤਾਂ ਮੱਧਮ ਪੁਰਖ ਕਿਹੜਾ ਹੋ ਗਿਆ, ਜਿਹੜਾ ਆਪਣੇ ਨਾਲ ਕੀ ਕਰ ਰਿਹਾ, ਗੱਲ ਕਰ ਰਿਹਾ, ਮਤਲਬ ਮੈਂ ਗੱਲ ਕਰ ਰਿਹਾ, ਜਿਹੜਾ ਸੁਣ ਰਿਹਾ, ਕਹਿਣ ਦਾ ਭਾਵ। ਤਾਂ ਹੁਣ ਤੁਸੀਂ ਚੁਣ ਸਕਦੇ ਹੋ ਰਾਜੇ ਕਿਹੜਾ ਹੋਊਗਾ, ਤੂੰ, ਤੁਸੀਂ, ਤੁਹਾਡਾ। ਠੀਕ ਹੈ ਜੀ, ਤੂੰ, ਤੁਸੀਂ, ਤੁਹਾਡਾ ਕੀ ਬਣ ਗਿਆ, ਤੁਹਾਡਾ ਮੱਧਮ ਪੁਰਖ ਬਣ ਗਿਆ। ਅੱਗੇ ਆ ਗਿਆ ਜੀ ਸੰਖਿਆਵਾਚਕ ਵਿਸ਼ੇਸ਼ਣ ਚੁਣੋ। ਤੁਹਾਨੂੰ ਮੈਂ ਹੁਣੇ ਕਰਵਾ ਕੇ ਆਇਆ, ਤੁਸੀਂ ਦੱਸ ਸਕਦੇ ਹੋ, ਬਹੁਤ ਸੌਖਾ ਹੈ। ਸੰਖਿਆਵਾਚਕ ਕਿਹੜੇ ਹੋ ਗਏ, ਜਿਵੇਂ 1, 100, ਦੁੱਗਣਾ। ਤਾਂ ਆ ਨਹੀਂ ਹੈਗੇ ਭਾਈ ਤੁਹਾਡੇ ਸਾਰੇ, ਤਾਂ ਇਹ ਆਨਸਰ ਬਣ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਉਹ ਸ਼ਬਦ ਜਿਹੜੇ ਕਿਸੇ ਹੋਰ ਸ਼ਬਦਾਂ ਜਾਂ ਸ਼ਬਦਾਂਸ਼ਾਂ ਦੀ ਸਹਾਇਤਾ ਨਾਲ ਬਣਨ ਤੇ ਕੀ ਖਵਾਉਂਦੇ ਆ। ਠੀਕ ਹੈ ਜੀ, ਇਹ ਕਿਹੜੇ ਹੁੰਦੇ ਨੇ ਰਾਜੇ, ਇਹ ਹੁੰਦੇ ਨੇ ਤੁਹਾਡੇ ਰਚਿਤ ਸ਼ਬਦ। ਕਿਹੜੇ ਸ਼ਬਦ ਹੁੰਦੇ ਆ ਬੇਟੇ, ਰਚਿਤ ਸ਼ਬਦ ਹੁੰਦੇ ਜਿਹੜੇ ਮੂਲ ਸ਼ਬਦ ਤੋਂ ਬਣਦੇ ਆ। ਠੀਕ ਹੈ, ਮੂਲ ਸ਼ਬਦ ਤੋਂ ਅੱਗੇ ਸ਼ਬਦ ਬਣ ਜਾਣਗੇ, ਉਹਨੂੰ ਕਹਿ ਦਾਂਗੇ ਆਪਾਂ ਰਚਿਤ ਸ਼ਬਦ ਕਹਿ ਦਾਂਗੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਬਣਤਰ ਦੇ ਆਧਾਰ ਤੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਆ। ਮੈਂ ਹੁਣੇ ਦੱਸ ਕੇ ਹਟਿਆ ਰਾਜੇ, ਦੋ ਤਰ੍ਹਾਂ ਦੇ ਹੁੰਦੇ ਆ। ਕਿਹੜੇ ਕਿਹੜੇ, ਇੱਕ ਤਾਂ ਹੁੰਦੇ ਮੂਲ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਧਾਤੂ। ਧਾਤੂ ਸ਼ਬਦ ਵੀ ਕਹਿ ਦਿੰਦੇ ਆ ਤੇ ਮੂਲ ਸ਼ਬਦ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਸ਼ਬਦ। ਇੱਕ ਹੁੰਦੇ ਆ ਜੀ ਆਪਣੇ ਰਚਿਤ ਸ਼ਬਦ। ਕਿਹੜੇ ਹੁੰਦੇ ਆ ਜੀ, ਰਚਿਤ ਸ਼ਬਦ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਆ ਗਿਆ, ਊਰ ਤੋਂ ਛਾਨਣੀ ਲਾਇਆ ਡੈਸ਼। ਕਹਿੰਦੇ ਜੀ ਊਰ ਤੋਂ ਛਾਨਣੀ ਲਾਇਆ ਭਾਰ ਹੌਲਾ ਨਹੀਂ ਹੁੰਦਾ। ਕਹਿਣ ਦਾ ਮਤਲਬ ਪੀ ਟ੍ਰਿਪਲ ਬੋਰਡ ਕਹਿ ਦੇਵੇ ਤੁਹਾਨੂੰ, ਪੀ ਟ੍ਰਿਪਲ ਬੋਰਡ ਕਹਿ ਦੇਵੇ ਕਿ 7 ਸਬਜੈਕਟ ਨੇ ਤੁਹਾਡੇ, 7 ਸਬਜੈਕਟਾਂ ਦੇ ਵਿੱਚੋਂ ਪੇਪਰ ਆਊਗਾ, ਬਾਅਦ ਚ ਕਹਿ ਦਿੰਦੇ ਨਹੀਂ 6 ਸਬਜੈਕਟ ਹੀ ਹੈ, ਤਾਂ ਤੁਹਾਨੂੰ ਕੋਈ ਫਰਕ ਪਊਗਾ, ਨਹੀਂ ਪਊਗਾ। ਇੱਕ ਸਬਜੈਕਟ ਨਾਲ ਕੀ ਫਰਕ ਪੈਣਾ, ਜਾਂ ਤਾਂ 2-3 ਸਬਜੈਕਟ ਹਟਾ ਦੇਣ, ਤੈਨੂੰ ਕਹਿ ਦਾਂਗੇ ਊਰ ਤੋਂ ਛਾਨ ਨਹੀਂ ਲਾਇਆ ਭਾਰ ਹੌਲਾ ਨਹੀਂ ਹੁੰਦਾ ਭਾਈ। ਠੀਕ ਹੈ, ਇੱਕ ਸਬਜੈਕਟ ਨਾਲ ਕੋਈ ਫਰਕ ਨਹੀਂ ਪੈਣਾ, ਜਿੱਥੇ 5-6 ਪੜ੍ਹਨੇ ਉੱਥੇ 7 ਵੀ ਪੜ੍ਹ ਲਾਂਗੇ। ਠੀਕ ਹੈ, ਤਾਂ ਇਹ ਖਾਨ ਉਦੋਂ ਵਰਤਿਆ ਜਾਊਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਪੋਠਹਾਰੀ। ਪੋਠਹਾਰੀ ਕੀ ਹੈ ਜੀ, ਪੋਠਹਾਰੀ ਇੱਕ ਉਪਭਾਸ਼ਾ ਰਾਜੇ। ਡੋਗਰੀ ਹੋ ਗਿਆ, ਪੋਠਹਾਰੀ ਹੋ ਗਿਆ, ਮਾਝੀ, ਮਲਵਈ, ਇਹ ਸਾਰੀਆਂ ਨੇ ਆਪਣੀਆਂ ਉਪਭਾਸ਼ਾਵਾਂ। ਅੱਗੇ ਆ ਗਿਆ ਜੀ ਬਿੰਦੀ। ਚਲੋ ਵਾਰ-ਵਾਰ ਕੁਐਸਚਨ ਰਿਪੀਟ ਹੋ ਰਿਹਾ ਰਾਜੇ, ਬਿੰਦੀ ਕੀ ਹੋ ਗਿਆ, ਲਗਾ ਅੱਖਰ। ਠੀਕ ਹੈ, ਵਾਰ-ਵਾਰ ਰਿਪੀਟ ਹੋ ਰਿਹਾ, ਤਾਂ ਇਹ ਯਾਦ ਰੱਖ ਲਿਓ, ਕਿਉਂਕਿ ਰਿਪੀਟ ਵੀ ਉਹ ਕੁਐਸਚਨ ਹੁੰਦਾ ਜਿਹੜਾ ਜ਼ਿਆਦਾ ਵਾਰੀ ਆਉਂਦਾ ਪੇਪਰਾਂ ਵਿੱਚ।
ਅੱਗੇ ਗੱਲ ਕਰਦੇ ਹਾਂ ਜੀ ਵਾਕ ਵਿੱਚ ਕਰਤਾ ਜਿਸ ਵਿੱਚ ਨਾਮ ਜਾਂ ਪੜਨਾਮ ਨੂੰ ਸਾਧਨ ਬਣਾ ਕੇ ਕੰਮ ਕਰੇ। ਵਾਕ ਵਿੱਚ ਕਰਤਾ ਜਿਸ ਨਾਮ ਜਾਂ ਪੜਨਾਮ ਨੂੰ ਸਾਧਨ ਬਣਾ ਕੇ ਕੰਮ ਕਰੇ ਉਹ ਕਿਹੜਾ ਕਾਰਕ ਹੁੰਦਾ ਹੈ? ਤਾਂ ਤੁਹਾਨੂੰ ਮੈਂ ਦੱਸਿਆ ਹੀ ਆ ਹੁਣ ਕਿਹੜਾ ਕਾਰਕ ਹੋਊਗਾ ਰਾਜੇ, ਉਹ ਕਰਨ ਕਾਰਕ ਹੋਊਗਾ ਜਿਹਦੇ ਕਰਕੇ ਕੰਮ ਹੋ ਰਿਹਾ ਉਹਨੂੰ ਕਹਾਂਗੇ ਕਰਨ ਕਾਰਕ। ਠੀਕ ਹੈ ਜੀ, ਆ ਦੇਖੋ ਕਰਾਏ ਹੋਇਆ ਤੁਹਾਨੂੰ ਕਰਨ ਕਾਰਕ, ਉਹ ਪੈਨ ਨਾਲ ਲਿਖਦਾ ਹੈ, ਪੈਨ ਦੀ ਸੱਤ ਨਾਲ ਲਿਖੂਗਾ ਤਾਂ ਕੀ ਬਣ ਜਾਊਗਾ? ਕਰਨ ਕਾਰਕ ਬਣ ਜਾਊਗਾ। ਅੱਗੇ ਆ ਗਿਆ ਜੀ, ਕਹਿੰਦਾ ਅੱਕ ਦਾ ਪਿਛੇਤਰ ਕਿਸ ਸ਼ਬਦ ਵਿੱਚ ਨਹੀਂ ਹੈਗਾ? ਨਹੀਂ ਪੁੱਛਿਆ ਉਹਨੇ, ਅੱਕ। ਠੀਕ ਹੈ ਜੀ, ਕਿਹੜਾ ਸ਼ਬਦ ਨਹੀਂ ਹੈਗਾ? ਤਾਂ ਦੇਖੋ ਪਾਲਕ। ਠੀਕ ਹੈ ਜੀ, ਠੀਕ ਹੈ, ਪਾਲ ਪਲੱਸ ਅੱਕ ਤੋਂ ਬਣਦਾ ਪਾਲਕ, ਪਾਲ ਪਲੱਸ ਅੱਕ ਤੋਂ ਬਣੂਗਾ ਜੀ ਪਾਲਕ। ਠੀਕ ਹੈ ਜੀ, ਜਿਵੇਂ ਪਾਠਕ ਵੀ ਬਣ ਜਾਊਗਾ, ਕਾਰਕ ਵੀ ਬਣ ਜਾਊਗਾ, ਪਰ ਤਰਾਕ ਨਹੀਂ ਹੈਗਾ, ਤਰਾਕ ਨਹੀਂ ਹੈਗਾ। ਠੀਕ ਹੈ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਕਿਹੜਾ ਸ਼ਬਦ ਜ਼ੁਲਮ ਦਾ ਸਮਾਨਾਰਥੀ ਨਹੀਂ ਹੈਗਾ? ਸੌਰੀ, ਸਮਾਨਾਰਥੀ ਹੈਗਾ। ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ, ਕਿਹੜਾ ਸ਼ਬਦ ਜ਼ੁਲਮ ਦਾ ਸਮਾਨਾਰਥੀ ਹੈਗਾ? ਜ਼ੁਲਮ ਦਾ ਸਮਾਨਾਰਥੀ ਕਿਹੜਾ ਹੋਊਗਾ? ਅਤਿਆਚਾਰ। ਠੀਕ ਹੈ, ਪਾਪ ਪੁੰਨ ਤੇ ਕਤਲ ਨਹੀਂ ਹੋਊਗਾ। ਠੀਕ ਹੈ ਜੀ, ਜ਼ੁਲਮ। ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਵਧਦੇ ਹਾਂ। ਭਗਤ ਸਿੰਘ ਜੀ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ, ਵਾਕ ਵਿੱਚ ਸੰਪਰਦਾਨ ਕਾਰਕ ਕਿਹੜਾ ਹੈਗਾ? ਸੰਪਰਦਾਨ। ਹੁਣ ਦੇਖੋ ਕਾਰਕ ਤੁਹਾਨੂੰ ਜੇ ਪਤਾ ਹੋਊਗਾ ਤੁਸੀਂ ਤਾਂ ਹੀ ਦੱਸੋਗੇ ਨਾ। ਤਾਂ ਦੇਸ਼ ਦੀ ਖਾਤਰ, ਇਹ ਮੈਂ ਕਰਵਾਇਆ ਹੋਇਆ ਥਿਊਰੀ ਦੇ ਵਿੱਚ, ਦੇਸ਼ ਦੀ ਜਿਹੜਾ ਖਾਤਰ ਹੋਊਗਾ ਰਾਜੇ ਉਹ ਸੰਪਰਦਾਨ ਕਾਰਕ ਹੋਊਗਾ ਤੁਹਾਡਾ। ਅੱਗੇ ਕਹਿੰਦਾ ਜੀ ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਸ਼ੁਰੂ ਹੋਣ ਜਾਂ ਫਿਰ ਵੱਖ ਹੋਣ ਦਾ ਪਤਾ ਲੱਗੇ ਉਹ ਕਿਹੜਾ ਕਾਰਕ ਹੋਊਗਾ? ਤਾਂ ਕਿਹੜਾ ਕਾਰਕ ਹੁੰਦਾ ਬੇਟੇ? ਉਹ ਆਪਾਦਾਨ ਕਾਰਕ ਹੁੰਦਾ ਹੈ। ਤਾਂ ਕਾਰਕ ਤੋਂ ਬਹੁਤ ਕੁਐਸਚਨ ਆਉਂਦੇ ਰਾਜੇ, ਮੈਂ ਸਾਰਾ ਕੁਝ ਤੁਹਾਨੂੰ ਕਰਾਇਆ ਹੋਇਆ। ਅੱਗੇ ਗੱਲ ਕਰਦੇ ਆ ਜੀ, ਸਸਰੰਗੀ ਸਹਾਇਕ ਤੇ ਮੁੱਖ ਕਿਰਿਆ ਕਿਸ ਦੇ ਰੂਪ ਨੇ? ਠੀਕ ਹੈ, ਕਿਸ ਦੇ ਰੂਪ ਨੇ ਰਾਜੇ? ਤਾਂ ਬਹੁਤ ਸੌਖਾ, ਕਿਰਿਆ ਦੇ ਰੂਪ ਨੇ ਰਾਜੇ, ਮੁੱਖ ਕਿਰਿਆ ਵੀ ਇਹਦੇ ਵਿੱਚ ਹੀ ਆਉਂਦੀ ਹੈ। ਅੱਗੇ ਆ ਗਿਆ ਜੀ, ਸਾਈਆਂ ਕਿਤੇ ਤੇ ਡੈਸ਼, ਸਾਈਆਂ ਕਿਤੇ ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ। ਗੁਰਦਾਸ ਮਾਨ ਜੀ ਦਾ ਗਾਣਾ ਯਾਦ ਆ ਗਿਆ, ਸਾਈਆਂ ਕਿਤੇ ਤੇ ਵਧਾਈਆਂ ਕਿਤੇ। ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਯਾਰ ਆਪਾਂ ਨਾ ਫੋਰੈਸਟ ਗਾਰਡ ਪੇਪਰ ਦੇਣ ਇਕੱਠੇ ਚੱਲਾਂਗੇ, ਤਾਂ ਬੰਦਾ ਵੇਖਦਾ ਵੀ ਨਾਲ ਵਾਲਾ ਤਾਂ ਨਿਕਲ ਵੀ ਗਿਆ ਕਿਤੇ ਪਹਿਲਾਂ, ਉਹ ਕਹਿੰਦਾ ਯਾਰ ਬਾਈ ਚੱਲੀਏ ਪੇਪਰ ਦੇਣ, ਉਹ ਕਹਿੰਦਾ ਮੈਂ ਤਾਂ ਪਹੁੰਚ ਗਿਆ ਚੰਡੀਗੜ੍ਹ। ਤਾਂ ਕਹਿਣ ਦਾ ਮਤਲਬ ਸਾਈਆਂ ਕਿਤੇ ਵਧਾਈਆਂ ਕਿਤੇ। ਠੀਕ ਹੈ, ਯਾਦ ਰੱਖ ਲਿਓ। ਇੰਜੋਏ ਕਰਕੇ ਪੜਿਆ ਕਰੋ ਯਾਰ, ਤਾਂ ਹੀ ਸਵਾਦ ਆਉਂਦਾ, ਬੋਰਿੰਗ ਨਹੀਂ ਆਪਾਂ ਕਰਨੀ ਕਲਾਸ ਕਦੇ ਵੀ। ਠੀਕ ਹੈ, ਅੱਜ ਥੋੜਾ ਮੂਡ ਜੌਲੀ ਹੋਇਆ ਹੋਇਆ ਹੈ ਥੋੜਾ ਜਿਹਾ ਜ਼ਿਆਦਾ ਬੋਲਿਆ ਗਿਆ ਹੋਵੇ, ਬਕਵਾਸ ਜ਼ਿਆਦਾ ਕੀਤੀ ਗਈ ਹੋਵੇ, ਮਾਫੀ ਚਾਹੁੰਦੇ ਆ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ, ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਉਹਨੂੰ ਕੀ ਕਹਿੰਦੇ ਆ ਭਾਈ? ਉਹਨੂੰ ਕਹਿ ਦਿੰਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ। ਸਮਾਂ, ਸਮੇਂ ਦਾ ਮਤਲਬ ਕੀ ਹੁੰਦਾ? ਕਾਲ। ਆਪਾਂ ਕਹਿੰਦੇ ਨੇ ਕੱਲ ਨਾਮ ਕਾਲ ਦਾ, ਤਾਂ ਕਹਿਣ ਦਾ ਮਤਲਬ ਕਾਲ। ਠੀਕ ਹੈ, ਸਮਾਂ ਦੱਸਦੇ ਆ। ਕਹਿੰਦਾ ਜੀ ਜਿਹੜੇ ਸੰਬੰਧਕ ਹੋਰਨਾਂ ਸੰਬੰਧਾਂ ਦੇ ਨਾਲ ਵਰਤੇ ਜਾਣ ਉਹਨੂੰ ਕੀ ਕਹਿੰਦੇ ਆ ਜੀ? ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਦੇ ਨਾਲ ਵਰਤੇ ਜਾਂਦੇ ਆ ਬੇਟੇ ਉਹਨਾਂ ਨੂੰ ਕਹਿ ਦਿੰਦੇ ਆ ਆਪੂਰਨ। ਪੂਰਨ ਤੇ ਅਪੂਰਨ, ਦੇਖੋ ਪੂਰਨ ਜਿਹੜੇ ਆਪਣੇ ਆਪ ਪੂਰੇ ਹੋਣਗੇ, ਅਪੂਰਨ ਦੂਜੇ ਦੀ ਸਹਾਇਤਾ ਲੈਣਗੇ, ਦੂਜੇ ਸੰਬੰਧਕ ਦੀ ਸਹਾਇਤਾ ਲੈਣਗੇ, ਤਾਂ ਹੀ ਉਹ ਬਣਨਗੇ ਅਪੂਰਨ। ਠੀਕ ਹੈ ਜੀ, ਤਾਂ ਦੇਖੋ ਪਰਿਭਾਸ਼ਾ ਵੀ ਕਰਵਾ ਦਿੰਦਾ, ਕਹਿੰਦਾ ਜੀ ਜਿਹੜੇ ਸੰਬੰਧਕ ਇਕੱਲੇ ਹੀ ਅਰਥਾਤ ਸੁਤੰਤਰ ਰੂਪ ਦੇ ਵਿੱਚ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦੇ ਸਮਰੱਥ ਨਾ ਹੋਣ ਤੇ ਹੋਰ ਸੰਬੰਧਕ ਦੀ ਸਹਾਇਤਾ ਲੈਣ ਉਹਨੂੰ ਕੀ ਕਹਾਂਗੇ ਆਪਾਂ? ਅਪੂਰਨ। ਜਿਵੇਂ ਕਹਿੰਦਾ ਜੀ ਮੇਰਾ ਘਰ ਸਕੂਲ ਦੇ ਨਾਲ ਹੈ, ਦੇ ਨਾਲ, ਮੇਰੇ ਮਾਮਾ ਜੀ ਦੀ ਦੁਕਾਨ ਸ਼ਹਿਰ ਦੇ ਵਿਚਕਾਰ ਹੈ। ਠੀਕ ਹੈ ਜੀ, ਨਾਲ ਹੋ ਗਿਆ, ਵਿਚਕਾਰ ਸ਼ਬਦ ਹੋ ਗਿਆ, ਕੀ ਬਣ ਗਏ? ਅਪੂਰਨ ਸੰਬੰਧਕ ਬਣ ਗਏ। ਕਹਿੰਦਾ ਜੀ ਜਿਹੜੇ ਸੰਬੰਧਕ ਕਦੇ ਪੂਰਨ ਹੋਣ ਤੇ ਕਦੇ ਅਪੂਰਨ ਹੋਣ, ਕਦੇ ਪੂਰਨ ਦਾ ਕੰਮ ਕਰਨ ਕਦੇ ਅਪੂਰਨ ਦਾ ਕੰਮ ਕਰਨ, ਉਹਨੂੰ ਕਹਿ ਦਿੰਦੇ ਆ ਜੀ ਦੁਬਾਜਰੇ ਜਾਂ ਫਿਰ ਮਿਸ਼ਰਿਤ। ਮਿਸ਼ਰਿਤ ਦਾ ਮਤਲਬ ਕੀ ਹੋ ਗਿਆ? ਉਹ ਚ ਪੂਰਨ ਵੀ ਆ ਗਿਆ ਤੇ ਅਪੂਰਨ ਵੀ ਆ ਗਿਆ। ਠੀਕ ਹੈ ਜੀ, ਇਹ ਕਿਹੜੇ ਹੁੰਦੇ ਆ? ਦੇਖੋ ਜਿਹੜੇ ਸ਼ਬਦ ਕਦੇ ਪੂਰਨ ਤੇ ਕਦੇ ਅਪੂਰਨ ਵਾਲੀ ਭੂਮਿਕਾ ਨਿਭਾਉਂਦੇ ਆ। ਜਿਵੇਂ ਕਹਿੰਦਾ ਜੀ ਬੱਚਾ ਪੈਨ ਨਾਲ ਲਿਖਦਾ ਹੈ, ਬੱਚਾ ਪੈਨ ਦੇ ਨਾਲ ਲਿਖਦਾ ਹੈ, ਬੱਚਾ ਪੈਨ ਨਾਲ ਲਿਖਦਾ, ਦੇ ਨਾਲ ਲਿਖਦਾ। ਦੇਖੋ ਪੂਰਨ ਵੀ ਆ ਤੇ ਅਪੂਰਨ ਵੀ ਹੈਗਾ, ਇਹਨੂੰ ਕਹਾਂਗੇ ਦੁਭਾਜਰੇ। ਅੱਗੇ ਆ ਗਿਆ ਜੀ, ਕਹਿੰਦਾ ਜੀ ਸੰਬੰਧੀ ਕਿਸ ਨੂੰ ਕਹਿੰਦੇ ਆ? ਹੁਣ ਮੈਂ ਦੱਸਦਾ, ਦੇਖੋ ਸੰਬੰਧਕ ਕੀ ਹੁੰਦਾ, ਸੰਬੰਧਮਾਨ ਤੇ ਸੰਬੰਧੀ ਕੀ ਹੁੰਦਾ। ਜਿਹੜਾ ਪਿੱਛੇ ਮੈਂ ਕੁਐਸਚਨ ਰਹਿ ਗਿਆ ਸੀਗਾ, ਉਹ ਦੇਖੋ ਇੱਕ ਵਾਕ ਹੈ, ਇਹ ਸੋਨੂ ਦੀ ਸਾਈਕਲ ਹੈ। ਹੁਣ ਦੇਖੋ ਜਿਹੜਾ ਸੰਬੰਧੀ ਕੌਣ ਹੈ ਇੱਥੇ? ਮਤਲਬ ਸੰਬੰਧ ਕਿਹਦੇ ਨਾਲ ਪ੍ਰਗਟ ਹੋ ਰਿਹਾ? ਸੋਨੂ ਨਾਲ। ਤਾਂ ਸੰਬੰਧੀ ਕੌਣ ਹੋ ਗਿਆ? ਸੋਨੂ। ਸੰਬੰਧਕ ਕੌਣ ਹੋ ਗਿਆ? ਸੰਬੰਧਕ ਜਿਵੇਂ ਦੀ, ਦੇ, ਵਿੱਚ, ਇਹ ਸੰਬੰਧਕ ਹੋ ਗਿਆ। ਸੰਬੰਧਮਾਨ ਕੀ? ਆ ਦੇਖੋ ਸੰਬੰਧਮਾਨ ਕੀ ਹੋ ਗਿਆ? ਸਾਈਕਲ, ਬੈਂਚ, ਪਾਣੀ। ਤੁਸੀਂ ਮੈਨੂੰ ਦੱਸ ਸਕਦੇ ਹੋ ਰਾਜੇ, ਦੇਖੋ ਸੰਬੰਧੀ ਕਿਸ ਨੂੰ ਕਹਿੰਦੇ ਆ? ਸੰਬੰਧੀ ਕਿਸ ਨੂੰ ਕਹਿੰਦੇ ਹੈ? ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਸ਼ਬਦ। ਆ ਦੇਖੋ ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਸ਼ਬਦ ਉਹਨੂੰ ਕੀ ਕਹਾਂਗੇ? ਸੰਬੰਧੀ। ਤਾਂ ਸੰਬੰਧਕ ਕਿਹੜਾ ਹੋ ਗਿਆ? ਦੀ, ਇਹ ਤੋਂ ਪਹਿਲਾਂ ਕੀ ਆ ਰਿਹਾ? ਸੋਨੂ, ਇਹਨੂੰ ਆਪਾਂ ਕਹਿ ਦਾਂਗੇ ਸੰਬੰਧੀ। ਠੀਕ ਹੈ ਜੀ, ਯਾਦ ਰੱਖ ਲਿਓ ਤੁਸੀਂ। ਅੱਗੇ ਆ ਗਿਆ ਜੀ ਸੰਬੰਧਮਾਨ। ਹੁਣ ਤੁਸੀਂ ਦੱਸ ਸਕਦੇ ਹੋ ਸੰਬੰਧਮਾਨ ਕੀ ਹੋਣਗੇ? ਜਿਹੜੇ ਸੰਬੰਧਕਾਂ ਤੋਂ ਬਾਅਦ ਲੱਗਦੇ ਆ। ਸੰਬੰਧਮਾਨ ਕੀ ਆ? ਬਾਅਦ ਚ ਲੱਗਦੇ ਆ ਤੇ ਸੰਬੰਧੀ ਪਹਿਲਾਂ ਲੱਗਦੇ ਆ, ਬਸ ਇਹਨਾਂ ਕੁ ਯਾਦ ਰੱਖਣਾ। ਤਾਂ ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦ। ਠੀਕ ਹੈ ਜੀ, ਕੀ ਆ ਜਾਊਗਾ ਆਪਣਾ? ਬੀ ਆਂਸਰ ਆ ਜਾਊਗਾ। ਅੱਗੇ ਆ ਗਿਆ ਜੀ ਸਮਾਨ ਯੋਜਕ। ਸਮਾਨ ਤੇ ਅਧੀਨ ਯੋਜਕ ਦੋ ਤਰ੍ਹਾਂ ਦੇ ਹੁੰਦੇ ਰਾਜੇ। ਸਮਾਨ ਯੋਜਕ ਦੱਸਣਾ ਤੁਸੀਂ। ਤਾਂ ਸਮਾਨ ਯੋਜਕ ਕਿਹੜੇ ਹੋ ਗਏ? ਤੇ, ਅਤੇ, ਸਗੋਂ, ਭਾਵੇਂ, ਤਾਈਓ, ਪਰ, ਇਹ ਸਾਰੇ ਤੁਹਾਡੇ ਕੀ ਹੋ ਗਏ? ਸਮਾਨ ਯੋਜਕ ਹੋ ਗਏ। ਦੇਖੋ
ਜਿਹੜੇ ਸ਼ਬਦ ਸਮਾਨ ਹੋਣ ਜਾਂ ਬਰਾਬਰ ਦੇ ਸ਼ਬਦਾਂ ਨੂੰ, ਵਾਕਾਂਸ਼ਾਂ ਨੂੰ ਜਾਂ ਵਾਕਾਂ ਨੂੰ ਜੋੜਦੇ ਨੂੰ ਕਹਿੰਦੇ ਸਮਾਨ ਯੋਜਕ। ਜਿਵੇਂ ਰਾਮ ਅਤੇ ਸ਼ਾਮ ਦਾ ਕੱਦ ਇੱਕੋ ਜਿਹਾ ਹੈ, ਚਾਹ ਵੀ ਪੀਓ ਤੇ ਰੋਟੀ ਵੀ ਖਾਓ। ਠੀਕ ਹੈ, ਦੋਨੇ ਕੰਮ ਦੇਖੋ, ਰੋਟੀ ਖਾਣਾ ਚਾਹ ਪੀਣਾ ਕੰਮ ਤਾਂ ਇੱਕੋ ਜਿਹਾ ਹੈ ਨਾ। ਅੱਗੇ ਆ ਗਿਆ ਜੀ ਅਧੀਨ ਯੋਜਕ। ਅਧੀਨ ਯੋਜਕ ਕਿਹੜੇ ਹੁੰਦੇ ਆ ਬੇਟੇ? ਜਿਵੇਂ ਕੀ, ਕਿਉਂਕਿ, ਤਾਂ ਜੋ, ਫਿਰ ਵੀ। ਠੀਕ ਹੈ, ਜਿਵੇਂ ਹੁਣ ਦੇਖੋ ਕਹਿੰਦਾ ਜੀ ਮੈਂ ਤੁਹਾਡੇ ਉੱਤੇ ਪੈਸੇ ਖਰਚਾਂਗਾ ਤਾਂ ਕਿ ਤੁਸੀਂ ਕੁਝ ਬਣ ਸਕੋ, ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਬੇਟੇ? ਇਹ ਅਧੀਨ ਯੋਜਕ ਹੋ ਗਿਆ ਤੁਹਾਡਾ। ਠੀਕ ਹੈ ਜੀ, ਤਾਂ ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਆ ਗਿਆ, ਕਹਿੰਦਾ ਜੀ ਰੋਂਦੂ ਮੁੰਡਾ। ਠੀਕ ਹੈ, ਰੋਂਦੂ ਮੁੰਡਾ ਇਟਲੀਆਂ ਵਿੱਚੋਂ ਕੀ ਹੈ? ਮੁੰਡਾ ਕੱਲਾ ਕੀ ਹੋ ਗਿਆ? ਉਹ ਤਾਂ ਸਿੰਪਲ ਹੈ। ਰੋਂਦੂ ਕੀ ਹੋ ਗਿਆ? ਉਹਦਾ ਵਿਸ਼ੇਸ਼ਤਾ ਹੋ ਗਈ, ਉਹਦੀ ਕੀ ਹੋ ਗਿਆ? ਉਹਦਾ ਵਿਸ਼ੇਸ਼ ਹੋ ਗਿਆ, ਵਿਸ਼ੇਸ਼ਤਾ ਹੋ ਗਈ ਉਹ ਰੋਂਦੂ ਮੁੰਡਾ। ਤਾਂ ਇੱਕ ਹੋ ਗਿਆ ਗੁਣਵਾਚਕ, ਮਤਲਬ ਗੁਣ ਉਹਦਾ, ਰੋਂਦਾ ਹੀ ਰਹਿੰਦਾ 24 ਘੰਟੇ। ਠੀਕ ਹੈ, ਰੋਂਦੂ ਮੁੰਡਾ। ਹਾਂ, ਮੇਰੇ ਕੋਲ ਬਥੇਰੇ ਆਉਂਦੇ, ਪੀਡੀਐਫ ਦੇ ਦਿਓ ਜੀ, ਪੀਡੀਐਫ ਕਿਉਂ ਨਹੀਂ ਦਿੰਦੇ? ਉਹ ਭਾਈ ਪੀਡੀਐਫ ਇਕੱਠੀਆਂ ਕਰਕੇ ਰੱਖੀਆਂ ਨੂੰ ਕੀ ਫਾਇਦਾ ਪੀਡੀਐਫ ਦਾ? ਕਲਾਸ ਤੁਹਾਡੇ ਸਾਹਮਣੇ ਲੱਗ ਰਹੀ ਹੈ, ਫ੍ਰੀ ਤੁਹਾਨੂੰ ਕਲਾਸ ਮਿਲ ਰਹੀ ਹੈ, ਇੰਨੀ ਮਿਹਨਤ ਨਾਲ ਕਲਾਸਾਂ ਲਾਓ, ਪੀਡੀਐਫ ਨੂੰ ਕੀ ਕਰੋਗੇ? ਚੱਟੋਗੇ। ਪੀਡੀਐਫ ਇਕੱਠੀਆਂ ਕਰਨ ਨਾਲ ਕੁਝ ਨਹੀਂ ਹੋਣਾ ਬੇਟੇ, ਸਿੱਖਣ ਦੀ ਆਦਤ ਪਾਓ, ਸਿੱਖੋ। ਸਿੱਖਿਆ ਤੁਹਾਡੇ ਕਦੇ ਵੀ ਮਤਲਬ ਕਿ ਵੇਸਟ ਨਹੀਂ ਜਾਊਗਾ। ਪੀਡੀਐਫ ਪਈ ਵੇਸਟ ਹੋ ਸਕਦੀ ਹੈ। ਠੀਕ ਹੈ, ਪੀਡੀਐਫਾਂ ਇਕੱਠੀਆਂ ਕਰਨੀਆਂ ਗਰੁੱਪਾਂ ਦੇ ਵਿੱਚੋਂ, ਇਧਰੋਂ ਉਧਰੋਂ, ਫਲਾਣੇ ਟੀਚਰ ਤੋਂ, ਉਹਦਾ ਕੋਈ ਫਾਇਦਾ ਨਹੀਂ, ਡੱਕਾ ਫਾਇਦਾ ਨਹੀਂ ਹੈਗਾ। ਪੜੋ, ਜਿੰਨਾ ਟਾਈਮ ਪੜੋ, ਦਿਮਾਗ ਤੋਂ ਪੜੋ, ਮਨ ਲਾ ਕੇ ਪੜੋ, ਤਾਂ ਹੀ ਫਾਇਦਾ ਹੋਊਗਾ। ਪੇਪਰ ਤਾਂ ਹੀ ਨਹੀਂ ਕਲੀਅਰ ਹੁੰਦੇ ਜੇ ਆਪਾਂ ਸਿਰਫ ਕਿਤਾਬਾਂ ਇਕੱਠੀਆਂ ਕਰਨ ਤੇ ਲੱਗੇ ਹੋਏ ਹਾਂ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਵਿਸਮਿਕ ਚਿੰਨ। ਤੁਹਾਨੂੰ ਮੈਂ ਦੱਸਿਆ ਰਾਜੇ ਵਿਸਮਿਕ ਚਿੰਨ ਕਿਹੜਾ ਹੁੰਦਾ? ਆਹ, ਤੇ ਵਾਕ ਤੋਂ ਪਹਿਲਾਂ ਹੁੰਦੇ ਆ ਵਿਸਮਿਕ। ਲਾਈਕ ਜਿਵੇਂ ਆਪਾਂ ਕਹਿ ਦਈਏ ਆਹ ਕਿੰਨਾ ਸੁਹਾਵਣਾ ਮੌਸਮ ਹੈ, ਸ਼ਾਬਾਸ਼ ਤੇਰੀ ਮਿਹਨਤ ਤੇਰੇ ਕੰਮ ਆਈ। ਜੋ ਪੇਪਰ ਕਲੀਅਰ ਹੋ ਗਿਆ, ਤੁਸੀਂ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੀ ਮਦਰ ਕਹਿਣਗੇ ਸ਼ਾਬਾਸ਼ ਤੇਰੀ ਮਿਹਨਤ ਤੇਰੇ ਕੰਮ ਆ ਗਈ ਭਾਈ। ਠੀਕ ਹੈ ਜੀ, ਜਿਵੇਂ ਤੁਸੀਂ ਮੈਨੂੰ ਕਹਿ ਦਿੰਦੇ ਆ ਮੈਰਾਥਨ ਤੋਂ ਬਾਅਦ ਸਰ ਜੀ ਸਵਾਦ ਆ ਗਿਆ ਤੁਹਾਡੇ ਪੜ੍ਹਾਇਆ ਚੋਂ ਆਇਆ, ਤਾਂ ਤੁਸੀਂ ਮੈਨੂੰ ਕਹਿ ਸਕਦੇ ਆ ਸ਼ਾਬਾਸ਼ ਸਰ ਜੀ ਤੁਹਾਡੀ ਮਿਹਨਤ ਕੰਮ ਆਈ। ਠੀਕ ਹੈ, ਅੱਗੇ ਗੱਲ ਕਰਦੇ ਆ ਜੀ। ਕਹਿੰਦਾ ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਭਾਈ। ਸੱਚੇ ਬੰਦੇ ਨੂੰ ਕਾਹਦਾ ਡਰ ਹੈ? ਤਾਂ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ। ਉਹ ਨੱਚ ਨਾ ਲੱਗ ਜਾਓ ਕੋਠੇ ਚੜ ਕੇ। ਠੀਕ ਹੈ, ਪੇਪਰ ਦੇ ਲਓ ਪਹਿਲਾਂ, ਉਹ ਲੱਤ ਮੱਤ ਤੜਵਾ ਲਿਓ। ਕਹਿੰਦਾ ਜੀ ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਦੇ ਵਿੱਚ ਕੀ ਕਹਿੰਦੇ ਆ? ਕਿਰਿਆ ਕਰਨ ਵਾਲੇ ਨੂੰ ਕਵਾਂਗੇ ਜੀ ਕਰਤਾ। ਜਿਵੇਂ ਮੈਂ ਕਹਿੰਦਾ ਮੈਂ ਪੜ੍ਹਾ ਰਿਹਾ, ਤਾਂ ਮੈਂ ਭਾਈ ਕਿਰਿਆ ਕਰ ਰਿਹਾ, ਮੈਂ ਪੜ੍ਹਾ ਰਿਹਾ, ਤੁਹਾਨੂੰ ਮਿਹਨਤ ਕਰਵਾ ਰਿਹਾ। ਕਹਿੰਦਾ ਜੀ ਮੋਹਨ ਤੇਜ਼ ਦੌੜਦਾ ਹੈ, ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ। ਤਾਂ ਭਾਈ ਦੇਖੋ ਕਿਰਿਆ ਵਿਸ਼ੇਸ਼ਣ ਕੀ ਹੈ? ਤੇਜ਼ ਦੌੜਦਾ ਉਹ ਬਾਈ, ਤੇਜ਼, ਫਾਸਟ। ਅੱਗੇ ਆ ਗਿਆ ਜੀ ਜਿਨ੍ਹਾਂ ਦੇ ਨਾਮ ਇੱਕੋ ਜਿਹੇ ਹੋਣ। ਇੱਕੋ ਜਿਹੇ ਨਾਮ, ਜਿਵੇਂ ਕਿਸੇ ਦਾ ਨਾਮ ਬਲਜਿੰਦਰ ਸਿੰਘ ਵੀ ਹੋਊਗਾ, ਮੇਰਾ ਨਾਮ ਵੀ ਬਲਜਿੰਦਰ ਸਿੰਘ ਹੈ, ਅਸੀਂ ਕੀ ਬਣ ਗਏ ਫਿਰ? ਅਸੀਂ ਬਣ ਗਏ ਸਰਨਾਵੀਏ। ਸਰਨਾਵੀਏ ਕਹਿ ਦਿੰਦੇ ਉਹਨੂੰ ਪੰਜਾਬੀ ਚ। ਦੇਖੋ ਤੁਸੀਂ ਸ਼ਬਦ ਸੁਣਿਆ ਨਹੀਂ ਹੋਊਗਾ, ਹੁਣ ਬੰਦੇ ਸਮਾਂਤਰ ਲਾ ਕੇ ਆ ਜਾਣਗੇ, ਸਮਲਿੰਗੀ ਨਹੀਂ ਲਾ ਸਕਦੇ ਆਪਾਂ, ਸਰਨਾਵੀਏ ਕਹਿੰਦੇ ਉਹਨੂੰ। ਜਿਹੜੇ ਵਾਕਾਂਸ਼ ਕਿਸੇ ਨਾਮ ਦੀ ਥਾਂ ਤੇ ਆਏ ਉਹਨੂੰ ਕੀ ਕਹਿੰਦੇ ਆ? ਹੁਣ ਵਾਕਾਂਸ਼ ਨਹੀਂ ਪਤਾ ਤਾਂ ਉਹ ਬੰਦਾ ਕੀ ਦੱਸੂਗਾ? ਤਾਂ ਵਾਕਾਂਸ਼ ਪੜ੍ਹਨ ਵਾਸਤੇ ਤੁਸੀਂ ਮੇਰੀ YouTube ਤੇ ਚਲੇ ਜਾਓ, ਉੱਥੇ ਤੁਸੀਂ ਪੜ੍ਹ ਸਕਦੇ ਹੋ। ਜਿਹੜੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਉਹਨੂੰ ਕਹਿੰਦੇ ਨੇ ਨਾਮ ਵਾਕਾਂਸ਼, ਜਿਹੜੇ ਪੜਨਾਮ ਥਾਂ ਤੇ ਵਰਤੇ ਜਾਂਦੇ ਉਹਨੂੰ ਕਹਿੰਦੇ ਪੜਨਾਮ, ਜਿਹੜੇ ਕਿਰਿਆ ਥਾਂ ਤੇ ਉਹਨੂੰ ਕਹਿੰਦੇ ਕਿਰਿਆ ਵਾਕਾਂਸ਼। ਤਾਂ ਵਾਕਾਂਸ਼ ਹੁੰਦਾ ਕੀ ਹੈ ਬੇਸਿਕਲੀ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਕੀ ਕਹਿ ਦਿੰਦੇ ਹੋ? ਫਰੇਜ਼ ਕਹਿ ਦਿੰਦੇ ਹੋ, ਫਰੇਜ਼। ਜਿਵੇਂ ਵਾਕ ਪਲੱਸ ਅੰਸ਼ ਤੋਂ ਆਪਾਂ ਪੜਾਇਆ ਹੋਇਆ, ਉਹਦੇ ਸਕਰੀਨਸ਼ਾਟ ਲਿਆ, ਵਾਕ ਪਲੱਸ ਅੰਸ਼ ਤੋਂ ਬਣਿਆ ਰਾਜੇ ਵਾਕਾਂਸ਼। ਠੀਕ ਹੈ ਜੀ, ਹੁਣ ਵਾਕ ਦੇ ਵਿੱਚ ਕੀ ਹੁੰਦਾ? ਵਿਸ਼ੇਸ਼ਣ ਵੀ ਹੋ ਸਕਦਾ, ਕਿਰਿਆ ਵੀ ਹੋ ਸਕਦੀ ਹੈ, ਕਿਰਿਆ ਵਿਸ਼ੇਸ਼ਣ ਵੀ ਹੋ ਸਕਦਾ, ਨਾਮ ਵੀ ਹੋ ਸਕਦਾ, ਪੜਨਾਮ ਵੀ ਹੋ ਸਕਦਾ, ਇਹਨੂੰ ਆਪਾਂ ਕਹਿੰਦੇ ਵਾਕਾਂਸ਼। ਤੇ ਇੱਕ ਚੀਜ਼ ਯਾਦ ਰੱਖਿਓ, ਵਾਕਾਂਸ਼ ਉਪਵਾਕ ਤੋਂ ਛੋਟੀ ਤੇ ਸ਼ਬਦ ਤੋਂ ਵੱਡੀ ਵਿਆਕਰਨ ਇਕਾਈ ਹੈ। ਵਾਕ ਤੋਂ ਕੀ ਹੈ ਜੀ? ਦੇਖੋ ਧਿਆਨ ਨਾਲ, ਉਪਵਾਕ ਤੋਂ ਛੋਟੀ ਤੇ ਸ਼ਬਦ ਤੋਂ ਵੱਡੀ, ਕਹਿਣ ਦਾ ਮਤਲਬ ਸ਼ਬਦ ਤੇ ਉਪਵਾਕ ਦੇ ਵਿਚਕਾਰ ਲਾਈ ਕਰਦਾ ਵਾਕਾਂਸ਼। ਬਾਕੀ ਧਿਆਨ ਨਾਲ ਪੜ੍ਹਨਾ ਤਾਂ ਤੁਸੀਂ ਪਲੀਜ਼ ਮੇਰੀ ਵੀਡੀਓ ਕਲਾਸ, ਥਿਊਰੀ ਵੀਡੀਓ ਕਲਾਸ ਜ਼ਰੂਰ ਦੇਖਿਓ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਸ਼ਬਦ ਜਿਹੜੇ ਕਿਰਿਆ ਵਾਂਗ ਜਾਪਦੇ ਹਨ ਪਰ ਕੰਮ ਦਾ ਸਮਾਂ ਨਾ ਦੱਸਣ। ਜਿਵੇਂ ਖਾਣਾ ਪੀਣਾ, ਕੀ ਹੈ ਇਹ? ਖਾਣਾ ਪੀਣਾ ਇਹ ਕੀ ਹੋਊਗਾ ਜੀ ਤੁਹਾਡਾ? ਕਿਰਦੰਤਕ। ਕਿਰਦੰਤ ਕਹਿ ਸਕਦੇ ਹਾਂ ਆਪਾਂ। ਠੀਕ ਹੈ ਜੀ, ਕਿਰਦੰਤ ਕਹਿ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਏਡ ਲਿਖਿਆ ਵਿੱਚੋਂ ਸ਼ੁੱਧ ਵਾਕ ਚੁਣੋ। ਤਾਂ ਇਹ ਤੁਸੀਂ ਦੱਸਣਾ ਭਾਈ ਸ਼ੁੱਧ ਵਾਕ ਕਿਹੜਾ ਹੈਗਾ? ਕਿੱਥੇ ਰਹਿੰਦੇ ਹੋ ਤੁਸੀਂ? ਗਲਤ ਹੈ। ਰਹਿੰਦੇ ਹੋ ਜੀ ਕਿੱਥੇ? ਤੁਸੀਂ ਹੋ ਕਿੱਥੇ ਰਹਿੰਦੇ? ਤੁਸੀਂ ਕਿੱਥੇ ਰਹਿੰਦੇ ਹੋ? ਇਹ ਹੈ ਜੀ ਤੁਹਾਡਾ ਸਹੀ। ਮੈਂ ਰਹਿਣਾ ਜੀ ਪਟਿਆਲੇ। ਕਾਵਾਂ ਦੇ ਆਖੇ ਡੈਸ਼, ਕਾਵਾਂ ਦੇ ਆਖੇ, ਕਾਵਾਂ ਦੇ ਆਖੇ ਕੀ ਨਹੀਂ ਹੁੰਦਾ? ਦੱਸੋ ਭਾਈ। ਕਾਵਾਂ ਦੇ ਆਖੇ ਢੱਗੇ ਨਹੀਂ ਮਰਦੇ। ਠੀਕ ਹੈ ਜੀ, ਢੱਗੇ। ਠੀਕ ਹੈ ਜੀ, ਢੱਗੇ ਕਹਿੰਦੇ ਪਸ਼ੂਆਂ ਨੂੰ। ਠੀਕ ਹੈ ਜੀ, ਕਾਵਾਂ ਦੇ ਆਖੇ ਮਤਲਬ ਕੋਈ ਤੁਹਾਨੂੰ ਕਹੂਗਾ ਤੁਹਾਡਾ ਨਹੀਂ ਪੇਪਰ ਕਲੀਅਰ ਹੁੰਦਾ, ਉਹਨੂੰ ਕਹੋ ਮਿਹਨਤ ਕੀਤੀ ਆ, ਮਿਹਨਤ ਕਲੀਅਰ ਕਰਕੇ ਦਿਖਾਵਾਂਗੇ, ਤੁਹਾਡੇ ਆਖੇ ਨਹੀਂ ਅਸੀਂ ਫੇਰ ਹੋਣ ਲੱਗੇ। ਅੱਗੇ ਆ ਗਿਆ ਜੀ ਸੰਬੋਧਨੀ ਵਿਸਮਿਕ ਚੁਣੋ। ਸੰਬੋਧਨੀ ਵਿਸਮਿਕ ਦੀ ਵੱਖਰੀ ਵੱਖਰੀ ਕੀ ਹੁੰਦੀ ਹੈ? ਕਿਸਮ ਹੁੰਦੀ ਹੈ। ਤਾਂ ਸੰਬੋਧਨ ਕਰਨ ਵਾਸਤੇ ਜਿਹੜੇ ਵਿਸਮਿਕ ਵਰਤੇ ਜਾਂਦੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੇ, ਨੀ, ਵੇ ਬੀਬਾ, ਓਏ ਮੁੰਡਿਆ, ਇਹ ਹੁੰਦੇ ਤੁਹਾਡੇ ਸੰਬੋਧਨੀ। ਆਪਾਂ ਮਤਲਬ ਕਿ ਉਹਨੂੰ ਬੁਲਾਉਣੇ ਆ, ਸਿੰਗਸ। ਅੱਗੇ ਆ ਗਿਆ ਜੀ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ।
ਤਾਂ ਸੌਖਾ ਆ ਗਿਆ ਜੀ ਤੁਹਾਡਾ ਕੁਐਸਚਨ। ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ? ਵਾਕ। ਤੇ ਛੋਟੀ ਕਿਹੜੀ ਹੈਗੀ ਹੈ? ਤੁਸੀਂ ਮੈਨੂੰ ਕਮੈਂਟ ਕਰਿਓ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈਗੀ ਹੈ। ਅਸੀਸ ਵਾਚਕ ਵਿਸਮਿਕ ਚੁਣੋ। ਅਸੀਸ, ਠੀਕ ਹੈ ਜੀ। ਜਿਉਂਦੇ ਰਹੋ, ਜਵਾਨੀਆਂ ਮਾਣੋ, ਜੁਗ ਜੁਗ ਜੀਓ, ਇਹ ਸਾਰੀਆਂ ਤੁਹਾਡੀਆਂ ਅਸੀਸਾਂ ਭਾਈ, ਅਸੀਸਾਂ। ਅੱਗੇ ਗੱਲ ਕਰਦੇ ਆ ਜੀ ਆਪਾਂ, ਜਿਹੜੇ ਸ਼ਬਦ ਵਾਕਾਂ, ਵਾਕਾਂਸ਼ਾਂ ਤੇ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਆ ਉਹਨੂੰ ਕੀ ਕਹਿੰਦੇ ਆ ਭਾਈ? ਉਹਨੂੰ ਕਹਿੰਦੇ ਆ ਜੀ ਯੋਜਕ। ਕੀ ਕਹਿ ਦਿੰਦੇ ਆ? ਯੋਜਕ ਕਹਿ ਦਿੰਦੇ ਆ, ਯੋਜਕ। ਠੀਕ ਹੈ ਜੀ। ਅੱਗੇ ਗੱਲ ਕਰਦੇ ਆ ਜੀ ਆਪਾਂ, ਜਿਹੜੇ ਸ਼ਬਦ ਨਾਵਾਂ, ਪੜਨਾਵਾਂ ਜਾਂ ਵਿਸ਼ੇਸ਼ਣਾਂ ਦਾ ਵਾਕ ਦਾ ਬਾਕੀ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦੇ ਆ ਜਾਂ ਸੰਬੰਧ ਸਪਸ਼ਟ ਕਰਦੇ ਆ, ਉਹਨੂੰ ਕੀ ਕਵਾਂਗੇ ਆਪਾਂ? ਸੰਬੰਧਕ ਕਵਾਂਗੇ। ਤਾਂ ਸਮਝ ਆ ਗਈ ਯੋਜਕ ਤੇ ਸੰਬੰਧਕ ਦੇ ਵਿੱਚ ਕੀ ਫਰਕ ਹੈ? ਤਾਂ ਆ ਯੋਜਕ ਹੈ, ਇਹ ਸੰਬੰਧਕ ਹੈ। ਤਾਂ ਧਿਆਨ ਨਾਲ ਪੜ੍ਹ ਲਿਓ। ਕਹਿੰਦਾ ਜੀ ਕਿਸੇ ਸ਼ਬਦ ਦੇ ਵਿੱਚ ਕੈ ਅਗੇਤਰ, ਕਿਹੜੇ ਸ਼ਬਦ ਵਿੱਚ ਕੈ ਅਗੇਤਰ ਹੈਗਾ? ਤਾਂ ਆ ਹੈਗਾ ਜੀ ਕਪੁੱਤਰ। ਜਿਵੇਂ ਪੁੱਤਰ ਇੱਕ ਮੂਲ ਸ਼ਬਦ ਹੈ, ਇਹਦੇ ਮੈਂ ਅੱਗੇ ਲਾ ਦਾਂ ਕੈ ਲਾ ਦਾਂ ਤਾਂ ਕਪੁੱਤਰ ਬਣ ਜਾਊਗਾ, ਸਹਿ ਲਾ ਦਾਂ ਤਾਂ ਸਪੁੱਤਰ ਬਣ ਜਾਊਗਾ। ਤਾਂ ਸਪੁੱਤਰ ਬਣਿਓ ਭਾਈ, ਕਪੁੱਤਰ ਕੋਈ ਨਾ ਬਣਿਓ। ਕਪੁੱਤਰ ਅੱਜ ਕੱਲ੍ਹ ਬਹੁਤ ਹੋ ਰਹੇ ਆ, ਸਪੁੱਤਰ ਬਣਿਓ। ਮਾਪਿਆਂ ਦਾ ਆਦਰ ਸਤਿਕਾਰ ਕਰਿਆ ਕਰੋ। ਆਪਣੇ ਜੀਵਨ ਬਾਰੇ ਆਪ ਲਿਖੀ ਪੁਸਤਕ ਨੂੰ ਕਹਿ ਦਿੰਦੇ ਆ ਜੀ ਸਵੈ ਜੀਵਨੀ। ਕੀ ਕਹਿ ਦਿੰਦੇ ਆ? ਸਵੈ ਜੀਵਨੀ ਕਹਿ ਦਿੰਦੇ ਆ। ਕਹਿੰਦਾ ਜੀ ਜੋ ਕਿਸੇ ਦੇ ਕੀਤੇ ਨੂੰ ਨਾ ਜਾਣੇ ਆਕ੍ਰਿਤ ਕੰਨ। ਬਥੇਰੇ ਹੈਗੇ ਆ ਬੇਟੇ, ਇੱਥੇ ਬਥੇਰੇ ਹੈਗੇ ਆ, ਦੁਨੀਆ ਤੇ ਬਥੇਰੇ ਹੈਗੇ ਆ। ਇੱਥੇ ਤਾਂ ਮਹਾਰਾਜ ਨੇ ਬਲਿਦਾਨ ਦਿੱਤਾ ਸੀਗਾ, ਉਹਨਾਂ ਦੀ ਮਤਲਬ ਕਿ ਕੁਰਬਾਨੀ ਨੂੰ ਨਹੀਂ ਜਾਣਦੇ ਆ। ਸਾਡੀ ਤਾਂ ਕੀ ਔਕਾਤ ਹੈਗੀ ਇੱਥੇ, ਮੈਂ ਤੁਹਾਨੂੰ ਕੀ ਦੱਸਾਂ। ਬਥੇਰੇ ਬੰਦੇ ਹੈਗੇ ਇੱਥੇ ਮੈਸੇਜ ਕਰਦੇ ਆ, ਸਰ ਜੀ ਅਸੀਂ ਬਹੁਤ ਗਰੀਬ ਆ, ਸਾਨੂੰ ਕੋਰਸ ਦੇ ਦਿਓ। ਕੋਰਸ ਲੈਣ ਤੋਂ ਬਾਅਦ ਸਾਰੇ ਮੈਸੇਜ ਡਿਲੀਟ ਕਰ ਦਿੰਦੇ ਆ। ਉਹਨਾਂ ਨੂੰ ਕੀ ਪਤਾ ਵੀ ਜੇ ਮੈਂ ਕੋਰਸ ਚਾਹਾਂ ਤਾਂ ਕੋਰਸ ਵੀ ਡਿਲੀਟ ਕਰਵਾ ਸਕਦਾ, ਬਟ ਮੈਂ ਕਦੇ ਇਦਾਂ ਨਹੀਂ ਕਰਦਾ ਹੁੰਦਾ। ਓਵਰ ਸਮਾਰਟ ਬਣਦੇ ਆ। ਦੇਖੋ ਭੋਲੇ ਤੇ, ਮੈਂ ਇੱਕ ਅੱਗੇ ਗੱਲ ਕਹਿਣਾ ਹੁੰਦਾ, ਭੋਲੇ ਤੇ ਬੇਵਕੂਫ ਦੇ ਵਿੱਚ ਬਹੁਤ ਛੋਟਾ ਫਰਕ ਹੈ। ਮੈਂ ਬੇਵਕੂਫ ਨਹੀਂ ਹੈਗਾ, ਮੈਂ ਭੋਲਾ, ਮਤਲਬ ਕਿ ਮੈਂ ਬੇਵਕੂਫ ਨਹੀਂ ਹੈਗਾ, ਭੋਲਾ ਜ਼ਰੂਰ ਹਾਂ। ਠੀਕ ਹੈ। ਨੈਕਸਟ ਹੈਗਾ ਜੀ, ਕਹਿੰਦਾ ਦੀਵਾਲੀ ਵਾਲੇ ਦਿਨ ਲੋਕਾਂ ਨੇ ਆਪਣੇ ਘਰਾਂ ਦੀ ਸਫਾਈ, ਸਾਫ਼ ਸਫਾਈ ਕਰਕੇ ਦੀਪਮਾਲਾ ਕੀਤੀ। ਤੇ ਵਾਕ ਵਿੱਚ ਖਾਸ ਨਾਮ ਕੀ ਹੈ? ਤਾਂ ਲੋਕਾਂ ਨੇ ਸਫਾਈ ਕੀਤੀ ਕਦੋਂ ਕੀਤੀ ਭਾਈ? ਦੀਵਾਲੀ ਵਾਲੇ ਦਿਨ ਕੀਤੀ। ਤਾਂ ਰਾਈਟ ਆਂਸਰ ਕੀ ਬਣ ਜਾਊਗਾ? ਏ ਬਣ ਜਾਊਗਾ। ਅੱਗੇ ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਸ਼ਬਦਾਂ ਦੇ ਸਮੂਹ ਦੇ ਵਿੱਚੋਂ ਕਿਹੜਾ ਸ਼ਬਦ ਜੋੜਾ ਸਹੀ ਹੈਗਾ? ਹੁਣ ਦੇਖੋ ਤਿੰਨੇ ਸ਼ਬਦ ਦੇਖਣੇ ਪੈਣਗੇ, ਇਕੱਲਾ ਇੱਕ ਸ਼ਬਦ ਨਹੀਂ ਦੇਖਣਾ ਆਪਾਂ, ਤਿੰਨੇ ਸ਼ਬਦ ਹੀ ਆਪਾਂ ਨੂੰ ਦੇਖਣੇ ਪੈਣਗੇ। ਦੇਖੋ ਇਹਦੇ ਵਿੱਚ ਕੀ ਹੈ, ਜੇ ਮੈਂ ਗੱਲ ਕਰਾਂ ਨਕੀਲਾ ਤਾਂ ਬਿਲਕੁਲ ਠੀਕ ਹੈ, ਨਿਚੜ ਦਾ ਗਲਤ ਹੋ ਗਿਆ। ਇਹ ਚ ਨਕੀਲਾ ਠੀਕ ਹੈ, ਨਿਚੜ ਦਾ ਗਲਤ ਹੈ। ਨਿਚੜ ਦਾ ਗਲਤ ਹੈ ਜੀ, ਨਿਚੜ ਦਾ ਕੀ ਹੈ? ਗਲਤ ਹੈ। ਨਿਚੜ ਦਾ ਨਹੀਂ ਹੁੰਦਾ, ਨੁੱਚੜਦਾ ਹੁੰਦਾ, ਨੁੱਚੜਦਾ। ਠੀਕ ਹੈ ਜੀ। ਤਾਂ ਆਂਸਰ ਆ ਗਿਆ ਇਹ, ਨਕੀਲਾ, ਨੁੱਚੜਦਾ ਤੇ ਨਿਗਾਰ। ਠੀਕ ਹੈ ਜੀ। ਅੱਗੇ ਆ ਗਿਆ ਜੀ, ਕਹਿੰਦਾ ਜੀ ਘਰ ਸਿਰਫ ਇੱਟਾਂ, ਲੱਕੜ, ਗਾਰੇ ਆਦਿ ਨਾਲ ਨਹੀਂ ਬਣਦੇ, ਸਗੋਂ ਵਿਸ਼ਵਾਸ ਤੇ ਭਰੇ ਰਿਸ਼ਤੇ ਬਣਾਉਂਦੇ ਨੇ। ਬਿਲਕੁਲ ਠੀਕ ਹੈ ਭਾਈ। ਘਰ ਤੇ ਮਕਾਨ ਦੇ ਵਿੱਚ ਬਹੁਤ ਫਰਕ ਹੁੰਦਾ। ਘਰ ਬਣਦਾ ਜੀ ਪਿਆਰ ਨਾਲ, ਵਿਸ਼ਵਾਸ ਨਾਲ, ਤੇ ਮਕਾਨ ਤੇ ਇੱਟਾਂ ਗਾਰੇ ਨਾਲ ਬਣ ਜਾਂਦਾ। ਹੁਣ ਗੱਲ ਕੀ ਕਰਦਾ? ਕਹਿੰਦਾ ਜੀ ਵਾਕ ਵਿੱਚ ਕਿੰਨੇ ਨਾਮ ਆਏ ਆ? ਤਾਂ ਨਾਮ ਗਿਣਨੇ ਕਿੰਨੇ ਆਏ ਆ? ਤਾਂ ਟੋਟਲ ਕਿੰਨੇ ਆਏ ਬੇਟਾ? 6 ਨਾਮ ਆਏ ਆ। ਇਹ ਚ ਵੀ ਕੰਟਰੋਵਰਸੀ ਬਹੁਤ ਆ, ਕੋਈ 5 ਕਹੂਗਾ, ਪਰ ਇੱਥੇ 6 ਆਏ ਆ। ਹੁਣ 6 ਕਿਹੜੇ ਕਿਹੜੇ ਆਏ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ ਘਰ ਹੋ ਗਿਆ, ਇੱਟਾਂ ਹੋ ਗਏ, ਲੱਕੜ ਹੋ ਗਏ, ਗਾਰੇ ਹੋ ਗਏ, ਰਿਸ਼ਤੇ ਹੋ ਗਏ, ਇਹ ਆਮ ਨਾਮ ਨੇ ਸਾਰੇ। ਤੇ ਵਿਸ਼ਵਾਸ ਕੀ ਹੋ ਗਿਆ? ਤੁਹਾਡਾ ਭਾਵਵਾਚਕ ਨਾਮ। ਤਾਂ ਟੋਟਲ ਕਿੰਨੇ ਉਹਨੇ ਨਾਮ ਪੁੱਛੇ, ਉਹਨੇ ਇਹ ਨਹੀਂ ਪੁੱਛਿਆ ਵੀ ਭਾਵਵਾਚਕ ਕਿਹੜਾ ਹੈ। ਤਾਂ ਟੋਟਲ 6 ਹੋ ਗਏ ਤੁਹਾਡੇ। ਨੋਟ ਕਰ ਲਿਓ, ਇਹ 'ਚ ਬਹੁਤ ਕੰਟਰੋਵਰਸੀ ਹੁੰਦੀ ਹੈ, ਬੇਸਿਕ ਮੈਨੂੰ ਬਹੁਤ ਕਮੈਂਟ ਆਉਂਦੇ ਪਰਸਨਲੀ। ਕਹਿੰਦਾ ਜੀ ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ। ਇਹ ਬਹੁਤ ਕੁਐਸਚਨ ਆਉਂਦਾ ਹੈ। ਹੁਣ ਇਹਦੇ ਮੈਂ ਸਰਚ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਮੈਨੂੰ ਵੀ ਇਹਦਾ ਤੋੜ ਨਹੀਂ ਥਿਆਇਆ। ਬਟ ਮੈਂ ਇਹੀ ਕਹੂੰਗਾ ਰੱਟਾ ਮਾਰ ਲਿਓ, ਇਹ ਬਹੁਤ ਆਉਂਦਾ ਹੁੰਦਾ ਹੈ। ਥੋੜੀ ਲਿਆਕਤ ਵਾਲਾ, ਵੈਸੇ ਇਹਦਾ ਮੈਂ ਜੋ ਮੰਨਦਾ ਸੀਗਾ ਵੀ ਆਂਸਰ ਆਉਣਾ ਚਾਹੀਦਾ ਵੀ ਗਊ ਦਾ ਜਾਇਆ, ਬਟ ਨਹੀਂ ਆਉਂਦਾ। ਖੂਹ ਦਾ ਡੱਡੂ ਦਾ ਆਂਸਰ ਆਉਂਦਾ, ਪਤਾ ਨਹੀਂ ਕਿਉਂ ਆਉਂਦਾ। ਇਹ PSSS ਬੋਰਡ ਵਾਲੇ ਮਹਾਨ ਬੰਦੇ ਦੱਸ ਸਕਦੇ, ਪਰ ਮੈਨੂੰ ਨਹੀਂ ਪਤਾ ਇਹਦੇ ਬਾਰੇ। ਠੀਕ ਹੈ ਜੀ। ਤਾਂ ਇਹਦਾ ਆਂਸਰ ਤੁਸੀਂ ਰੱਟਾ ਮਾਰ ਸਕਦੇ ਹੋ, ਖੂਹ ਦਾ ਡੱਡੂ। ਇਹਦਾ ਮੈਂ ਤੁਹਾਨੂੰ ਹਜੇ ਦੱਸ ਨਹੀਂ ਸਕਦਾ ਵੀ ਕਾਰਨ ਕਿਉਂ ਆਉਂਦਾ ਖੂਹ ਦਾ ਡੱਡੂ। ਪਾਸੇ ਮਾਰਨੇ, ਜਦੋਂ ਆਪਾਂ ਨੂੰ ਨੀਂਦ ਨਹੀਂ ਨਾ ਆਉਂਦੀ, ਕੋਈ ਚਿੰਤਾ ਹੁੰਦੀ ਆ, ਉਦੋਂ ਆਪਾਂ ਪਾਸੇ ਮਾਰਦੇ ਰਹਿੰਦੇ, ਇਹਨੂੰ ਕਹਿ ਦਿੰਦੇ ਆ ਉਸਲ ਵੱਟੇ ਲੈਣੇ। ਠੀਕ ਹੈ। ਉਸਲ ਵੱਟੇ ਦਾ ਮਤਲਬ ਕਿ ਨੀਂਦ ਨਹੀਂ ਜਦੋਂ ਆਪਾਂ ਨੂੰ ਆਉਂਦੀ। ਹੇਠ ਲਿਖੇ ਸ਼ਬਦਾਂ ਸਮੂਹ ਵਿੱਚੋਂ ਕਹਿੰਦਾ ਜੀ ਕਿਹੜਾ ਸ਼ਬਦ ਜੋੜ ਪੱਖੋਂ ਸਹੀ ਹੈਗਾ? ਤਾਂ ਫਿਰ ਤੁਸੀਂ ਦੱਸਣਾ ਵੀ ਕਿਹੜਾ ਜੋੜਾ ਸਹੀ ਹੈਗਾ। ਸੁਣਾਉਣਾ, ਠੀਕ ਹੈ ਜੀ, ਸੁਣਾਉਣਾ ਠੀਕ ਹੈ, ਕਢਾਈ ਗਲਤ ਹੈ। ਠੀਕ ਹੈ ਜੀ। ਸੁਣਾਉਣਾ ਠੀਕ ਹੈ, ਕਢਾਈ ਠੀਕ ਹੈ, ਹੰਢਣਸਾਰ ਗਲਤ ਹੈ। ਸੁਣਾਉਣਾ ਠੀਕ ਹੈ, ਸੁਣਾਉਣਾ ਗਲਤ ਹੋ ਗਿਆ ਇੱਥੇ। ਤਾਂ ਆਹ ਠੀਕ ਹੈ ਜੀ। ਆ ਦੇਖੋ ਸੁਣਾਉਣਾ, ਕਢਾਈ ਤੇ ਹੰਢਣਸਾਰ, ਇਹ ਬਿਲਕੁਲ ਠੀਕ ਹੈ, ਡੀ। ਕਹਿੰਦਾ ਜੀ ਹੇਠ ਲਿਖਿਆ 4 ਸ਼ਬਦਾਂ ਵਿੱਚੋਂ ਸੁਚੱਜਾ ਸ਼ਬਦ। ਸੁਚੱਜਾ ਦਾ ਮਤਲਬ ਹੁੰਦਾ, ਸੁਚੱਜਾ ਹੁੰਦਾ ਮਤਲਬ ਬਿਲਕੁਲ ਸਹੀ ਹੋਵੇ, ਜਿਹਦੇ ਸਾਰੇ ਅੰਗ ਪੈਰ ਠੀਕ ਹੋਣ। ਠੀਕ ਹੈ। ਕੁਚੱਜਾ ਹੋ ਗਿਆ ਜਿਹਦਾ ਕੋਈ ਵਿਚਾਰੇ ਦਾ ਅੰਗ ਪੈਰ ਖਰਾਬ ਹੋਵੇ। ਠੀਕ ਹੈ ਜੀ। ਅੱਗੇ ਕਹਿੰਦਾ ਜੀ ਪਿੰਡ ਦੀ ਸਾਂਝੀ ਥਾਂ, ਉਹਨੂੰ ਕਹਿ ਦਿੰਦੇ ਆ ਸ਼ਾਮਲਾਟ। ਠੀਕ ਹੈ ਜੀ। ਸ਼ਾਮਲਾਟ, ਸਾਂਝੀ ਥਾਂ ਜਿਹੜੀ ਪਿੰਡ ਦੀ ਫਿਰਨੀ ਹੁੰਦੀ ਹੈ। ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ। ਫੋਕੀਆਂ ਟੋਰਾਂ ਮਾਰਨ, ਟੌਰਾਂ ਹੁੰਦੀਆਂ, ਟਾਰਾਂ ਨਹੀਂ ਹੈਗਾ ਵੈਸੇ ਬੇਟਾ, ਟੌਰਾਂ ਹੁੰਦੀਆਂ ਵੈਸੇ। ਚਲੋ ਪੇਪਰ 'ਚ ਚੱਕਿਆ ਹੋਇਆ ਮੇਰਾ ਕੁਐਸਚਨ, ਮੇ ਵੀ ਉੱਥੇ ਗਲਤ ਲਿਖਿਆ ਹੋਵੇ।
ਤਾਂ ਫੋਕੀਆ ਟੋਰਾ ਮਾਰਨ ਦਾ ਅਰਥ ਹੈਗਾ ਜ਼ੁਬਾਨੀ ਜਮਾ ਖਰਚ ਕਰਨਾ। ਪੱਲੇ ਕੱਖ ਨਾ ਹੋਵੇ, ਮੇਰੇ ਵਰਗਾ ਕਈ ਐਵੇਂ ਕਹਿੰਦਾ ਫਿਰੇ ਕਿ ਮੈਂ ਕੱਲ ਨੂੰ ਐਂ ਕਰ ਦੂੰਗਾ ਜੀ, ਜਿਉਂ ਕਰ ਦੂੰਗਾ, ਵੋਂ ਕਰ ਦੂੰਗਾ, ਪੱਲੇ ਮੇਰੇ ਕਹਿੰਦਾ ਪੱਲੇ ਨਹੀਂ ਧੇਲਾ ਕਰਦੀ ਫਿਰਦੀ ਮੇਲਾ ਮੇਲਾ, ਠੀਕ ਹੈ। ਤਾਂ ਜ਼ੁਬਾਨੀ ਜਮਾ ਖਰਚ ਕਰਨਾ ਮਤਲਬ ਉਹੀ ਗੱਪਾਂ ਮਾਰੀ ਜਾਣੀਆਂ। ਕਹਿੰਦਾ ਜੀ ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜ ਪੱਖੋਂ ਸਹੀ ਹੈ। ਦੇਖੋ ਇੱਕ ਬਹੁਤ ਕੁਐਸਚਨ ਆਉਂਦੇ, ਮੈਂ ਤਾਂ ਜ਼ਿਆਦਾ ਪਾਏ ਆ। ਹੁਣ ਇਹਦੇ ਵਿੱਚ ਦੇਖੋ 84 ਗਲਤ ਲਿਖਿਆ ਹੋਇਆ ਹੈ। 84 ਹੋ ਗਿਆ, ਦੁਪਹਿਰ ਹੋ ਗਿਆ, ਤੇ ਚੌਗਿਰਦਾ। ਚੌਗਿਰਦਾ ਹੁੰਦਾ ਜਿਵੇਂ ਚੌਗਿਰਦਾ ਆਪਾਂ ਕਹਿ ਦਿੰਦੇ ਨਾ, ਜਿਵੇਂ ਘਰ ਦੀ ਚਾਰ ਦੀਵਾਰੀ ਚੌਗਿਰਦਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਹੇਠ ਲਿਖੇ ਵਿੱਚੋਂ ਬਹੁਤੇ ਸ਼ਬਦ ਦੀ ਥਾਂ ਤੇ ਇੱਕ ਸ਼ਬਦ ਦੱਸਣਾ ਤੁਸੀਂ। ਖੇਤ ਦੇ ਖੜੇ ਅੰਨ ਦਾ ਅੰਦਾਜ਼ਾ ਲਾਉਣਾ। ਫਸਲ ਖੜੀ ਹੋਵੇ, ਹੁਣ ਆਪਾਂ ਅੰਦਾਜ਼ਾ ਲਾ ਲਈਏ ਵੀ ਐਤਕੀ ਯਾਰ ਫਸਲ ਦਾ ਝਾੜ ਬਹੁਤ ਵਧੀਆ ਹੋਊਗਾ, 60 ਮਣ ਤਾਂ ਹੋ ਹੀ ਜਾਊਗੀ ਆਰਾਮ ਦੇ ਨਾਲ। ਜਿਵੇਂ ਪਿੰਡਾਂ 'ਚ ਆਪਾਂ ਆਮ ਜਿਹੜੇ ਕਿਸਾਨ ਭਾਈ ਹੈਗੇ ਉਹਨਾਂ ਨੂੰ ਪਤਾ ਹੋਊਗਾ, ਜਿਵੇਂ ਆਪਾਂ ਆਈਡੀਆ ਜਿਵੇਂ ਆਪਾਂ ਕਹਿ ਦਿੰਦੇ ਆ ਯਾਰ ਇਸ ਵਾਰੀ ਪੇਪਰ ਕਲੀਅਰ ਹੋ ਜਾਊਗਾ ਮੇਰਾ, ਉਵੇਂ ਕਿਸਾਨ ਭਰਾ ਲਾਉਂਦੇ ਆ ਵੀ ਇਸ ਵਾਰੀ ਫਸਲ ਵਧੀਆ ਹੋਊਗੀ, 4 ਪੈਸੇ ਬਚ ਜਾਣਗੇ, ਠੀਕ ਹੈ। ਵੈਸੇ ਖੇਤੀਬਾੜੀ 'ਚ ਅੱਜ ਕੱਲ੍ਹ ਬਚਦਾ ਕੁਛ ਨਹੀਂ, ਪਰ ਵੈਸੇ ਗੱਲ ਦੱਸਦੇ ਆ। ਤਾਂ ਇੱਥੇ ਆਨਸਰ ਕੀ ਆ ਜਾਊਗਾ ਜੀ ਰਾਜੇ? ਕਨਕਸ਼। ਖੜੇ ਖੇਤ ਦੇ ਅੰਨ ਦਾ ਅੰਦਾਜ਼ਾ ਲਾਉਣ ਨੂੰ ਕਹਿ ਦਿੰਦੇ ਆ ਕਨਕਸ਼, ਠੀਕ ਹੈ ਜੀ, ਕਨਕਸ਼। ਜਿਹੜਾ ਕੰਮ ਮੁੱਕਣ ਤੇ ਨਾ ਆਵੇ ਉਹਨੂੰ ਕਹਿ ਦਿੰਦੇ ਆ ਜੀ ਗਿੱਲਾ ਪੀਣ, ਠੀਕ ਹੈ ਜੀ। ਜਿੰਨਾ ਮਰਜ਼ੀ ਕੰਮ ਕਰ ਲਓ, ਜਿਵੇਂ ਹੁਣ ਆਪਾਂ ਜੀਕੇ ਪੜ੍ਹਦੇ ਆ ਨਾ, ਜਿੰਨੀ ਮਰਜ਼ੀ ਪੜ੍ਹ ਲਓ ਐਂ ਲੱਗੂਗਾ ਮੈਂ ਕੁਛ ਨਹੀਂ ਪੜ੍ਹਿਆ, ਉਹਨੂੰ ਕਹਿ ਦਿੰਦੇ ਗਿੱਲਾ ਪੀਣ, ਠੀਕ ਹੈ। ਜੀਕੇ ਜਿੰਨੀ ਮਰਜ਼ੀ ਪੜ੍ਹੀ ਜਾਓ। ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜ ਸਹੀ ਹੈਗਾ? ਫਿਰ ਸ਼ਬਦ ਜੋੜ ਸਹੀ ਦੱਸਣਾ ਤੁਸੀਂ ਬੇਟਾ। ਤੇ ਹੈਸੀਅਤ ਬਿਲਕੁਲ ਠੀਕ ਹੈ, ਕਹਿੰਦਾ ਗਲਤ ਹੈ, ਇਹ ਵੀ ਗਲਤ ਹੈ, ਆ ਵੀ ਗਲਤ ਹੈ। ਤਾਂ ਇਹ ਡੀ ਠੀਕ ਹੈ, ਹੈਸੀਅਤ, ਕਹਿੰਦਾ ਤੇ ਟੌਰ। ਕਿਹੜਾ ਸ਼ਬਦ ਇਸਤਰੀ ਲਿੰਗ ਤੇ ਪੁਲਿੰਗ ਦੋਵਾਂ ਵਾਸਤੇ ਵਰਤਿਆ ਜਾਂਦਾ? ਕਿਹੜਾ ਜੀ? ਦੋਵਾਂ ਵਾਸਤੇ ਹੀ ਵਰਤਿਆ ਜਾਂਦਾ। ਮੰਗੇਤਰ, ਠੀਕ ਹੈ। ਆਪਾਂ ਚਾਹੇ ਮੰਗੇਤਰ ਕਹਿ ਦਈਏ, ਚਾਹੇ ਉਹ ਮੁੰਡਾ ਚਾਹੇ ਕੁੜੀ, ਆਪਾਂ ਕਹਿੰਦੇ ਉਹ ਮੇਰਾ ਮੰਗੇਤਰ ਹੈ ਜਾਂ ਉਹ ਮੇਰੀ ਮੰਗੇਤਰ ਹੈ, ਠੀਕ ਹੈ। ਤਾਂ ਮੰਗੇਤਰ ਦੋਵਾਂ ਵਾਸਤੇ ਵਰਤਿਆ ਜਾਂਦਾ ਬੇਟੇ। ਅੱਗੇ ਕਹਿੰਦਾ ਜੀ ਜੋ ਅੱਜ ਕੱਲ ਦੇ ਸਮੇਂ ਦਾ ਹੋਵੇ ਉਹਨੂੰ ਕੀ ਕਹਿੰਦੇ ਆ? ਉਹਨੂੰ ਕੀ ਕਹਿ ਦਿੰਦੇ ਆ ਜੀ? ਅਜੋਕਾ। ਕੀ ਕਵਾਂਗੇ? ਅਜੋਕਾ ਮਤਲਬ ਅੱਜ ਦਾ, ਵਰਤਮਾਨ ਦਾ। ਪੰਜਾਬੀ ਦੀ ਖਹਿ ਧੁਨੀ ਕੀ ਹੈ ਜੀ? ਹੁਣ ਦੇਖੋ ਮੈਂ ਤੁਹਾਨੂੰ ਹੁਣੇ ਪੜ੍ਹਾ ਕੇ ਗਿਆ, ਇਹ ਕੀ ਹੈ ਜੀ? ਅਘੋਸ਼ ਮਹਾਪੁਰਾਣ, ਠੀਕ ਹੈ। ਭਾਸ਼ਾ ਵਿਭਾਗ, ਪੰਜਾਬੀ ਭਾਸ਼ਾ ਵਿਭਾਗ ਹੈਗਾ ਪਟਿਆਲੇ ਬੇਟਾ। ਇਹਦੀ ਸਥਾਪਨਾ ਕਦੋਂ ਹੋਈ ਸੀਗੀ? ਆ ਦੇਖੋ, ਆ ਇਹਨਾਂ ਦਾ ਹੈਗਾ ਧੰਨ ਲਿਖਾਰੀ ਨਾਨਕਾ ਭਾਸ਼ਾ ਵਿਭਾਗ ਪੰਜਾਬ ਹੈ, ਪਟਿਆਲੇ ਵਿਖੇ ਦਫ਼ਤਰ ਇਹਨਾਂ ਦਾ। ਤਾਂ ਇਹ ਕਦੋਂ ਆ ਜੀ ਰਾਜੇ? ਇਹ ਹੈਗਾ ਜੀ 1948 ਮੌਕੇ ਐਸਟੈਬਲਿਸ਼ ਹੋਇਆ ਸੀਗਾ। ਇੱਕ ਮਿੰਟ ਬੇਟਾ, ਮੇਰਾ ਨਾ ਬੇਟਾ ਆ ਗਿਆ ਸਕੂਲ ਤੋਂ, ਮਾੜਾ ਜਿਹਾ ਮੈਂ ਉਹਨੂੰ ਰਿਸੀਵ ਕਰ ਲਾਂ ਤੇ ਫੇਰ ਲਾਉਣੇ ਆ ਜੀ ਆਪਾਂ ਕਲਾਸ 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 ਕਲਾਸ। ਹਾਂਜੀ, ਤਾਂ ਕਰਦੇ ਆ ਜੀ ਨੈਕਸਟ ਆਪਾਂ। ਦੇਖੋ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਮੇਰੇ ਤੇ, ਤਾਂ ਹੀ ਮੈਂ ਲਾਈਵ ਕਲਾਸ ਨਹੀਂ ਲਾਉਂਦਾਗਾ, ਵਿੱਚ ਬਹੁਤ ਜ਼ਿਆਦਾ ਕੰਮ ਵਗੈਰਾ ਆ ਜਾਂਦਾ ਘਰੇ, ਦੱਸਾਂਗੇ ਕਦੇ। ਚਲੋ ਜੀ, ਭਾਸ਼ਾ ਵਿਭਾਗ ਦੀ ਸਥਾਪਨਾ ਹੋਈ ਸੀ 1948 ਬੇਟਾ। ਆ ਹੈਗਾ ਜੀ ਇਹਨਾਂ ਦਾ ਲੋਗੋ ਕਹਿ ਸਕਦੇ ਹਾਂ, ਧੰਨ ਲਿਖਾਰੀ ਨਾਨਕਾ ਭਾਸ਼ਾ ਵਿਭਾਗ ਪੰਜਾਬ ਪਟਿਆਲੇ ਵਿਖੇ ਦਫ਼ਤਰ ਹੈ। 1948 ਦੇ ਟਾਈਮ ਤੇ ਐਸਟੈਬਲਿਸ਼ ਹੋਇਆ ਸੀ ਇਹ। ਅੱਗੇ ਚੱਲਦੇ ਆ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਰਕਬੀ ਮਜਬੇ ਮੁਹਾਵਰੇ ਦਾ ਕੀ ਅਰਥ ਹੈਗਾ? ਰਕਬੀ ਮਜਬੇ ਮੁਹਾਵਰੇ ਦਾ ਅਰਥ ਹੈਗਾ ਬੇਟੇ ਜੋ ਖਾਣ ਪੀਣ ਦਾ ਭਾਈਵਾਲ ਹੋਵੇ। ਹੁਣ ਕਈ ਮਤਲਬੀ ਦੋਸਤ ਹੁੰਦੇ ਆ ਜਿਹੜੇ ਸਿਰਫ ਖਾਣ ਪੀਣ ਵਾਸਤੇ ਥੋੜੇ ਦੋਸਤ ਬਣਦੇ ਆ, ਪੈਸੇ ਕਰਕੇ ਦੋਸਤ ਬਣਦੇ, ਉਹਨੂੰ ਕਹਿ ਦਿੰਦੇ ਆ ਰਕਬੀ ਮਜਬੇ। ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਧੁਨੀ ਨਾਲ ਸ਼ਬਦ ਸ਼ੁਰੂ ਨਹੀਂ ਹੁੰਦਾਗਾ? ਤਾਂ ਬਈ ਸਾਨੂੰ ਤਾਂ ਪਤਾ ਹੈ, ਅਸੀਂ ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਆ, ਬੜਾ ਪੜ੍ਹਾਇਆ ਮਾਸਟਰਾਂ ਨੇ, ਊੜਾ ਊਠ, ਆੜਾ ਅੰਬ, ਤਾਂ ਸਾਨੂੰ ਕਹਿੰਦੇ ਨਾਣਾ ਖਾਲੀ। ਤਾਂ ਨਾਣਾ ਕੀ ਹੈਗਾ ਜੀ? ਖਾਲੀ। ਮੈਂ ਨਾ ਇੱਕ ਫਿਲਮ ਦੇਖੀ, ਬੜਾ ਸਵਾਦ ਆਇਆ, ਲਵ ਪੰਜਾਬ, ਅਮਰਿੰਦਰ ਗਿੱਲ ਦੀ ਫਿਲਮ, ਉਹਦਾ ਕੰਸੈਪਟ ਵਧੀਆ ਹੀ ਹੁੰਦਾ। ਉਹ 'ਚ ਨਾ ਰਾਣਾ ਰਣਵੀਰ ਬਣਿਆ ਹੁੰਦਾ ਮਾਸਟਰ। ਮੈਨੂੰ ਆਪਦੇ ਮਾਸਟਰਾਂ ਦੀ ਯਾਦ ਆਉਂਦੀ, ਬੜੀ ਕੁੱਟ ਪੈਂਦੀ ਸੀਗੀ। ਅਸੀਂ ਫੱਟੀ ਵੀ ਪੋਚੀ ਹੋਈ ਹੈ, ਹੁਣ ਪਤਾ ਹੀ ਨਹੀਂ ਹੋਣਾ ਫੱਟੀ ਕੀ ਹੁੰਦੀ ਹੈ, ਫੱਟੀਆਂ ਪੋਚੀਆਂ ਹੋਈਆਂ ਭਾਈ। ਤਾਂ ਨਾਣਾ ਖਾਲੀ ਦਾ ਬਹੁਤ ਵਾਰੀ ਬੁਲਾਇਆ, ਬਹੁਤ ਵਾਰੀ ਬੋਲਦੀ ਸੀ ਉੱਚੀ ਉੱਚੀ। ਉਹ ਹੁਣ ਦੇਖੋ ਟਾਈਮ ਹੀ ਚਲੇ ਗਏ, ਬੜੇ ਵਧੀਆ ਟਾਈਮ ਹੁੰਦੇ ਸੀਗੇ। ਤਾਂ ਇੱਥੇ ਜਿਹੜਾ ਤੁਹਾਡਾ ਆਨਸਰ ਬਣਦਾ ਰਾਜੇ ਬੀ ਬਣਦਾ, ਨਾਣਾ ਖਾਲੀ, ਮਤਲਬ ਕਿ ਇੱਥੇ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ। ਗੁਰਮੁਖੀ ਲਿਪੀ ਵਿੱਚ ਅਦਕ ਕੀ ਹੈ ਬੇਟੇ? ਅਦਕ ਕੀ ਹੈ ਤੁਹਾਡਾ? ਲਗਾ ਅੱਖਰ, ਠੀਕ ਹੈ ਜੀ। ਮੈਂ ਪੜ੍ਹਾਇਆ ਤੁਹਾਨੂੰ ਟਿੱਪੀ, ਬਿੰਦੀ ਤੇ ਅਦਕ, ਇਹ ਕੀ ਨੇ ਤੁਹਾਡੇ? ਲਗਾ ਅੱਖਰ ਨੇ। ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ, ਅਲੜ, ਉਹਨੂੰ ਕਹਿ ਦਿੰਦੇ ਆ ਅਲੜ ਜਾਂ ਨਾ ਹੋਵੇ ਤਾਂ ਪਾਸੇ ਹਟ, ਠੀਕ ਹੈ। ਅਲੜ ਦਾ ਮਤਲਬ ਕਿ ਜਿਹਨੂੰ ਕੰਮ ਕਰਨ ਦਾ ਕੋਈ ਤਰੀਕਾ ਨਾ ਹੋਵੇ। ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ? ਤਾਂ ਫੇਰ ਦੇਖੋ ਤੁਸੀਂ ਦੱਸਣਾ ਮੈਨੂੰ। ਗੋਭੀ, ਗਵਾਂਢ ਤੇ ਪਹਿਰਾਵਾ, ਬਿਲਕੁਲ ਠੀਕ ਹੈ। ਇੱਥੇ ਗੋਭੀ ਗਲਤ ਲਿਖਿਆ ਹੋਇਆ, ਇੱਥੇ ਵੀ ਗਲਤ ਲਿਖਿਆ, ਇੱਥੇ ਵੀ ਗਲਤ ਲਿਖਿਆ। ਅੱਗੇ ਆ ਗਿਆ ਜੀ ਖੰਡੇ ਅਤੇ ਮੋਹਲੇ ਨਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਪਿਛੇਤਰ? ਪਿਛੇਤਰ ਹੁੰਦਾ ਜਿਹੜਾ ਪਿੱਛੇ ਮੂਲ ਸ਼ਬਦ ਦੇ ਪਿੱਛੇ ਲੱਗੇ ਉਹਨੂੰ ਪਿਛੇਤਰ, ਜਿਹੜਾ ਅੱਗੇ ਲੱਗ ਕੇ ਨਵਾਂ ਸ਼ਬਦ ਬਣੇ ਉਹਨੂੰ ਕਹਿ ਦਿੰਦੇ ਆ ਅਗੇਤਰ, ਠੀਕ ਹੈ ਜੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਖੰਡੇ ਅਤੇ ਮੋਹਲੇ ਨਾਲ ਕਿਹੜਾ ਪਿਛੇਤਰ ਲੱਗਦਾ ਹੈ, ਠੀਕ ਹੈ। ਤਾਂ ਇਹਦੇ ਨਾਲ ਲੱਗਦਾ ਬੇਟੇ ਮੈਨੂੰ ਲੱਗਦਾ ਧਾਰ ਲੱਗਦਾ, ਠੀਕ ਹੈ। ਕਿਹੜਾ ਲੱਗਦਾ? ਧਾਰ, ਕਿਉਂਕਿ ਇਹ ਸ਼ਬਦ ਕਿਹੜਾ ਬਣਦਾ ਹੈ? ਖੰਡੇ ਧਾਰ, ਮੋਹਲੇ ਧਾਰ, ਠੀਕ ਹੈ ਜੀ। ਅੱਗੇ ਆ ਗਿਆ ਜੀ, ਕਹਿੰਦਾ ਸਮਾਨ ਯੋਜਕ ਦੀ ਕਿੰਨੇ ਪ੍ਰਕਾਰ ਦੇ ਹੁੰਦੇ ਆ? ਸਮਾਨ ਯੋਜਕ, ਤਾਂ ਸਮਾਨ ਯੋਜਕ ਬੇਟਾ 4 ਤਰ੍ਹਾਂ ਦੇ ਹੁੰਦੇ ਆ, ਠੀਕ ਹੈ ਜੀ।
ਸਮਾਨਯੋਜਕ ਕਿਹੜੇ ਹੁੰਦੇ? ਇੱਕ ਤਾਂ ਹੁੰਦਾ ਜੀ ਸਮੁੱਚੀ ਸਮਾਨਯੋਜਕ, ਵਿਕਲਪੀ, ਨਿਖੇਧੀ ਤੇ ਕਾਰਜਬੋਧਕ। ਠੀਕ ਹੈ ਜੀ, ਪੜ੍ਹ ਲਿਓ। ਠੀਕ ਹੈ ਜੀ, ਸਮਾਨਯੋਜਕ ਕਹਿੰਦਾ ਜੀ ਕਾਰਜ ਦੇ ਆਧਾਰ ਤੇ ਵਿਧੇਤਰ ਕਿੰਨੇ ਪ੍ਰਕਾਰ ਦਾ ਹੁੰਦਾ? ਹੁਣ ਵਿਧੇਤਰ ਅਗੇਤਰ ਪਿਛੇਤਰ ਆਪਾਂ ਪੜ੍ਹੇ ਹੋਏ ਆ, ਵਿਧੇਤਰ ਵੀ ਹੁੰਦਾ ਰਾਜੇ। ਤਾਂ ਕਾਰਜ ਦੇ ਆਧਾਰ ਤੇ ਜਿਹੜਾ ਵਿਧੇਤਰ ਹੁੰਦਾ ਬੇਟੇ, ਇਹ ਦੋ ਤਰ੍ਹਾਂ ਦਾ ਹੁੰਦਾ। ਇਹ ਵੀ ਮੈਂ ਇਹ ਕਲਾਸ ਲਾਉਣੀ ਸੀਗੀ, ਮੇਰੇ ਤੋਂ ਲੱਗੀ ਨਹੀਂ ਟਾਈਮ ਦੀ ਕਮੀ ਕਰਕੇ ਰਾਜੇ। ਇਹ ਬਹੁਤ ਕੁਐਸਚਨ ਆਉਂਦੇ ਹੁੰਦੇ ਵਿਧੇਤਰ ਕੀ ਹੈ, ਕੋਈ ਕਿਸੇ ਬੁੱਕ 'ਚ ਨਹੀਂ ਤੁਹਾਨੂੰ ਮਿਲੂਗਾ, ਬਹੁਤ ਘੱਟ ਬੁੱਕਸ ਜਿਹਦੇ ਵਿੱਚ ਮਿਲਦਾ। ਤਾਂ ਵਿਧੇਤਰ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ, ਰੂਪਾਂਤਰੀ ਹੁੰਦਾ ਤੇ ਵਿਉਂਤਪੱਤ ਹੁੰਦਾ। ਹੁਣ ਵਿਧੇਤਰ ਥੋੜਾ ਜਿਹਾ ਜ਼ਿਆਦਾ ਨਹੀਂ ਕਰਾਉਂਦਾ ਮੈਂ, ਦੇਖੋ ਮੇਰੇ ਕੋਲ ਟਾਈਮ ਨਹੀਂ ਸੀ ਟਾਈਪਿੰਗ ਦਾ, ਮੈਂ ਨਾ ਕਿਤੋਂ ਮਤਲਬ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਚੱਕਿਆ ਥੋੜਾ ਜਿਹਾ ਡਾਟਾ। ਵਿਧੇਤਰ ਕੀ ਹੁੰਦਾ ਬੇਟੇ? ਕਹਿੰਦਾ ਜੀ ਧਾਤੂਆਂ ਨਾਲ ਜੁੜ ਕੇ ਨਵੇਂ ਸ਼ਬਦ ਬਣਾਉਣ ਵਾਲੀਆਂ ਇਕਾਈਆਂ ਨੂੰ ਵਿਧੇਤਰ ਕਹਿੰਦੇ ਆ। ਦੇਖੋ ਅਗੇਤਰ ਵੀ ਇਸ ਤਰ੍ਹਾਂ ਹੀ ਬਣਦਾ ਹੈ, ਧਾਤੂ ਨਾਲ ਮਿਲ ਕੇ ਨਵੇਂ ਸ਼ਬਦ ਬਣਦੇ ਉਹਨੂੰ ਵੀ ਅਗੇਤਰ ਕਹਿੰਦੇ, ਐਵੇਂ ਵਿਧੇਤਰ ਬਣਦਾ ਹੈ। ਕਹਿੰਦਾ ਜੀ ਵਿਧੇਤਰ ਆਪ ਖੁਦ ਸ਼ਬਦ ਵਜੋਂ ਨਹੀਂ ਵਿਚਰ ਸਕਦੇ, ਕੇਵਲ ਧਾਤੂਆਂ ਨਾਲ ਜੁੜ ਕੇ ਹੀ ਵਿਚਰ ਸਕਦੇ ਆ। ਜਿਹੜੇ ਵਿਧੇਤਰ ਹੁੰਦੇ ਆ ਉਹ ਹਮੇਸ਼ਾ ਮਤਲਬ ਕਿ ਧਾਤੂਆਂ ਨਾਲ, ਮੂਲ ਸ਼ਬਦ ਨਾਲ ਮਿਲ ਕੇ ਹੀ ਇੱਕ ਸ਼ਬਦ ਬਣਾਉਣਗੇ। ਤਾਂ ਦੋ ਭਾਗਾਂ ਦਾ ਹੁੰਦਾ, ਇੱਕ ਹੁੰਦਾ ਰੂਪਾਂਤਰੀ, ਇੱਕ ਹੁੰਦਾ ਜੀ ਵਿਉਂਤਪੱਤ। ਹੁਣ ਜਿਹੜਾ ਰੂਪਾਂਤਰੀ ਹੁੰਦਾ ਬੇਟੇ, ਰੂਪਾਂਤਰੀ ਦਾ ਮਤਲਬ ਕੀ ਹੈ? ਕਹਿੰਦਾ ਜੀ ਜਿਹੜਾ ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਰੂਪ ਨੂੰ ਅਗੇਤਰ ਅਤੇ ਧਾਤੂ ਤੋਂ ਪਿੱਛੇ ਵਿਚਰਨ ਵਾਲੇ ਰੂਪ ਨੂੰ ਕੀ ਕਹਿੰਦੇ ਨੇ ਆਪਾਂ? ਪਿਛੇਤਰ ਕਹਿੰਦੇ ਆ। ਤਾਂ ਰੂਪਾਂਤਰੀ ਵਿਧੇਤਰ ਕੇਵਲ ਪਿਛੇਤਰਾਂ ਦੇ ਵਜੋਂ ਹੀ ਕੰਮ ਕਰਦਾ ਹੈ, ਹਮੇਸ਼ਾ ਪਿੱਛੇ ਹੀ ਲੱਗੂਗਾ। ਠੀਕ ਹੈ ਜੀ, ਪਰ ਜਿਹੜਾ ਵਿਉਂਤਪੱਤ ਹੁੰਦਾ ਉਹ ਅੱਗੇ ਵੀ ਲੱਗ ਸਕਦਾ, ਪਿੱਛੇ ਵੀ ਲੱਗ ਸਕਦਾ। ਬਸ ਇੰਨਾ ਕੁ ਯਾਦ ਰੱਖ ਲਿਓ। ਠੀਕ ਹੈ ਜੀ, ਤਾਂ ਇੱਥੇ ਆਨਸਰ ਤੁਹਾਡਾ ਕੀ ਆ ਗਿਆ? 2 ਆ ਗਏ। ਅੱਗੇ ਆ ਗਿਆ ਜੀ ਸੰਪਾਦਕ। ਸੰਪਾਦਕ ਦਾ ਇਸਤਰੀ ਲਿੰਗ ਸੰਪਾਦਿਕਾ। ਠੀਕ ਹੈ, ਇੱਕ ਮਿੰਟ ਹਾਂ, ਨਹੀਂ, ਇਹਦਾ ਆਊਗਾ ਜੀ ਏ। ਧਿਆਨ ਨਾਲ ਦੇਖੋ, ਇੱਕੋ ਜਿਹੇ ਲੱਗਦੇ ਨਾ ਸਾਰੇ। ਸੰਪਾਦਕ ਦਾ ਕੀ ਆਊਗਾ ਜਾਂ ਜੇ ਸੰਪਾਦਿਕਾ ਆਊਗਾ, ਸੰਪਾਦਿਕਾ। ਠੀਕ ਹੈ ਜੀ, ਤਾਂ ਮੈਂ ਆਈ ਥਿੰਕ ਠੀਕ ਹੈ, ਇਹ ਹੀ ਆਊਗਾ। ਸੰਪਾਦਕ ਹੁੰਦਾ ਜਿਵੇਂ ਕਿਸੇ ਅਖਬਾਰ ਦਾ ਐਡੀਟਰ, ਜਿਹਨੂੰ ਆਪਾਂ ਐਡੀਟਰ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਵਾਕ ਵਿੱਚ ਜਿਸ ਸੰਬੰਧੀ ਗੱਲ ਕੀਤੀ ਜਾਵੇ ਉਸਨੂੰ ਕੀ ਕਹਿੰਦੇ ਆ? ਜਿਹਦੇ ਬਾਰੇ ਗੱਲ ਕੀਤੀ ਜਾਵੇ ਉਹਨੂੰ ਕੀ ਕਹਿੰਦੇ ਆ ਬੇਟੇ? ਤਾਂ ਇਹਨੂੰ ਕਹਿ ਦਿੰਦੇ ਆ ਜੀ ਉਦੇਸ਼। ਠੀਕ ਹੈ ਜੀ, ਮੈਂ ਕਰਵਾਇਆ ਹੋਇਆ ਤੁਹਾਨੂੰ, ਉਦੇਸ਼ ਵਿਧੇਯ ਕਰਾਇਆ ਹੋਇਆ। ਠੀਕ ਹੈ ਜੀ, ਇਹ ਪੜ੍ਹ ਲਿਓ ਬਹੁਤ ਧਿਆਨ ਨਾਲ, ਬਹੁਤ ਵਧੀਆ ਢੰਗ ਨਾਲ ਕਰਾਇਆ ਹੋਇਆ। ਕੋਝਾ ਦਾ ਕੀ ਅਰਥ ਹੈ? ਕੋਝਾ ਜਿਹੜਾ ਸ਼ਬਦ ਹੈ ਉਹਦਾ ਕੀ ਅਰਥ ਹੈ ਬੇਟੇ? ਕਰੂਪ, ਜਿਹਨੂੰ ਆਪਾਂ ਕਹਿੰਦੇ ਨੇ ਬਦ ਸ਼ਕਲ। ਠੀਕ ਹੈ, ਵੈਸੇ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ, ਸਾਰੇ ਜੀਵ ਜੰਤੂ ਪਰਮਾਤਮਾ ਨੇ ਬਣਾਏ ਹੋਏ ਆ, ਤਾਂ ਪਰਮਾਤਮਾ ਦਾ ਰੂਪ ਹੀ ਹੁੰਦਾ ਹਰੇਕ ਜੀਵ ਜੰਤੂ। ਕਹਿੰਦਾ ਜੀ ਖਾਸ ਨਾਮ ਚੁਣੋ। ਗੁਰਦੁਆਰਾ ਇਹ ਤਾਂ ਆਮ ਨਾਮ ਹੈ, ਮੰਦਿਰ ਵੀ ਆਮ ਹੈ, ਮਸਜਿਦ ਵੀ ਆਮ ਹੈ, ਹਰਮੰਦਰ ਸਾਹਿਬ ਹੋ ਗਿਆ। ਹਰਮੰਦਰ ਸਾਹਿਬ ਖਾਸ ਨਾਮ ਹੋ ਗਿਆ ਤੁਹਾਡਾ। ਮੈਨੂੰ ਥੋੜਾ ਜਿਹਾ ਦੁੱਧ ਚਾਹੀਦਾ ਹੈ, ਵਾਕ ਵਿੱਚ ਥੋੜਾ ਜਿਹਾ ਕਿਹੜਾ ਵਿਸ਼ੇਸ਼ਣ ਹੈਗਾ? ਥੋੜਾ ਜਿਹਾ ਕਿਹੜਾ ਵਿਸ਼ੇਸ਼ਣ ਹੈ ਬੇਟੇ? ਪ੍ਰਮਾਣਵਾਚਕ ਵਿਸ਼ੇਸ਼ਣ। ਠੀਕ ਹੈ, ਵਾਚਕ ਲਿਖ ਲਿਓ ਇੱਥੇ, ਪ੍ਰਮਾਣਵਾਚਕ ਵਿਸ਼ੇਸ਼ਣ ਹੈ ਰਾਜੇ ਇਹ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਵੱਲ। ਦੇਖੋ ਪ੍ਰਮਾਣਵਾਚਕ ਕੀ ਹੁੰਦਾ ਬੇਟੇ? ਕਹਿੰਦਾ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪੜਨਾਮ ਦੀ ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਹੋਵੇ। ਜਿਵੇਂ ਕਹਿੰਦੇ ਜੀ ਦੀਨਾਨਾਥ ਕੋਲੇ ਬਹੁਤ ਧਨ ਹੈ, ਹੁਣ ਬਹੁਤ ਧਨ, ਇਹ ਨਹੀਂ ਪਤਾ ਕਿੰਨਾ ਕਰੋੜ ਰੁਪਈਆ ਉਹਦੇ ਕੋਲੇ। ਰਾਮ ਦਾ ਥੋੜਾ ਜਿਹਾ ਕੰਮ ਬਾਕੀ ਹੈ, ਥੋੜਾ ਹੁਣ ਪਤਾ ਨਹੀਂ 5 ਪੇਜ ਪੜਨ ਵਾਲੇ ਜਾਂ ਲਿਖਣ ਵਾਲੇ ਹੈਗੇ ਕਿ ਨਹੀਂ ਹੈਗੇ। ਤਾਂ ਉਹਦੇ ਬਾਰੇ ਪ੍ਰੋਪਰ ਆਪਾਂ ਕੀ ਹੈ ਜੀ ਪ੍ਰਮਾਣ ਨਹੀਂ ਲਗਾ ਸਕਦੇ, ਤਾਂ ਪ੍ਰਮਾਣਵਾਚਕ ਹੋ ਗਿਆ ਉਹ। ਕਹਿੰਦਾ ਜੀ ਜਿਸ ਵਿੱਚ ਨਵੀਆਂ ਤੇ ਅਸਾਰੂ ਰੁਚੀਆਂ ਹੋਣ, ਜਿਹੜਾ ਇਨੋਵੇਟਿਵ ਹੋਵੇ ਬੰਦਾ, ਜਿਹੜਾ ਕੁਝ ਨਾ ਕੁਝ ਨਵੀਆਂ ਢੰਗ ਕੱਢਦਾ ਰਵੇ। ਠੀਕ ਹੈ ਜੀ, ਉਹਨੂੰ ਆਪਾਂ ਕੀ ਕਵਾਂਗੇ? ਅਗਰਗਾਮੀ। ਠੀਕ ਹੈ, ਅਗਾਂਹ ਵਾਧੂ ਸੋਚ ਵਾਲਾ ਬੰਦਾ ਹੁੰਦਾ ਉਹਨੂੰ ਕਹਿੰਦੇ ਅਗਰਗਾਮੀ। ਅੱਗੇ ਕਹਿੰਦਾ ਜੀ ਡੈਸ਼ ਦਾ ਪੱਤ ਸਦਾ ਖਾਲੀ। ਪੱਤ ਦਾ ਮਤਲਬ ਹੁੰਦਾ ਜਿਹੜਾ ਬੰਦਾ ਰੱਜਦਾ ਹੀ ਨਹੀਂ ਹੈਗਾ। ਅੱਜ ਕੱਲ ਬਥੇਰੇ ਲੋਕ ਹੈਗੇ ਆ। ਦੇਖੋ ਮੈਂ ਨਾ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰੂੰਗਾ। ਮੇਰਾ ਇੱਕ ਸੁਪਨਾ ਹੈ, ਸੁਪਨਾ ਇਹ ਹੈ ਕਿ ਹਰੇਕ ਬੱਚਾ ਪੜ੍ਹੇ, ਹਰੇਕ ਬੱਚਾ ਪੇਟ ਦੇ ਵਿੱਚ ਪੜ੍ਹੇ, ਚਾਹੇ ਉਹਦੇ ਕੋਲ ਇੱਕ ਪੈਸਾ ਹੈਗਾ ਚਾਹੇ ਨਹੀਂ ਹੈਗਾ। ਜੇ ਹੈਗਾ ਤਾਂ ਉਹ ਭਰੇ, ਜੇ ਨਹੀਂ ਹੈਗਾ ਤਾਂ ਉਹਨੂੰ ਫ੍ਰੀ ਪੜ੍ਹਾਇਆ ਜਾਵੇ। ਇਹ ਸੁਪਨਾ ਪੂਰਾ ਕਰਨਾ ਆਪਾਂ। ਮੈਂ ਤੁਹਾਡੇ ਨਾਲ ਇੱਕ ਸਲਾਹ ਕਰੂੰਗਾ, ਪੇਪਰ ਹੋ ਜਾਣ ਦੇ ਫੋਰੈਸਟ ਗਾਰਡ ਦਾ, ਤੁਹਾਨੂੰ ਇੱਕ ਮੈਂ ਵੀਡੀਓ ਪਾਊਂਗਾ। ਮੈਨੂੰ ਪਤਾ ਕਈ ਲੋਕਾਂ ਨੇ ਮੈਨੂੰ ਗਾਲਾਂ ਕੱਢਣੀਆਂ ਨੇ ਉਹਦੇ ਵਿੱਚ, ਜਿਹੜੇ ਮੇਰੇ ਕੰਪੀਟੀਟਰ ਹੈਗੇ ਆ, ਪਰ ਮੈਂ ਹਮੇਸ਼ਾ ਸੋਚਦਾ ਵੀ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਭਲਾ ਹੋਵੇ। ਉਹ ਤੇ ਇੱਕ ਵੀਡੀਓ ਪਾਊਂਗਾ, ਜ਼ਰੂਰ ਤੁਸੀਂ ਸਾਥ ਦਿਓਗੇ, ਮੈਨੂੰ ਪਤਾ ਕੁਝ ਬੱਚੇ ਮੇਰਾ ਸਾਥ ਦੇ ਵੀ ਰਹੇ ਨੇ। ਤਾਂ ਇਹ ਕੁਐਸਚਨ ਹੋ ਗਿਆ ਜੀ, ਕਹਿੰਦਾ ਜੀ ਡੈਸ਼ ਦਾ ਪੱਤ ਸਦਾ ਹੀ ਖਾਲੀ। ਤਾਂ ਪੱਤ ਮਤਲਬ ਲੋਭੀ, ਜਿਹੜਾ ਲੋਭੀ ਬੰਦਾ ਹੁੰਦਾ ਉਹਦੀ ਕਦੇ ਵੀ ਪੱਤ ਨਹੀਂ ਭਰਦੀ, ਚਾਹੇ ਉਹ ਕਰੋੜ ਰੁਪਈਆ ਕਮਾ ਲੇ ਚਾਹੇ 2 ਕਰੋੜ ਕਮਾ ਲੇ। ਠੀਕ ਹੈ ਜੀ, ਤਾਂ ਤਮਾ ਭਰਨੀ ਚਾਹੀਦੀ ਆਪਣੀ। ਕਹਿੰਦਾ ਜੀ ਵਾਕ ਵਿਚਲੇ ਆਦੇਸ਼ ਨੂੰ ਛੱਡ ਕੇ ਬਾਕੀ ਹਿੱਸੇ ਨੂੰ ਕੀ ਕਹਿੰਦੇ ਆ? ਠੀਕ ਹੈ, ਵਿਧੇਯ ਕਹਿੰਦੇ ਆ। ਮੈਂ ਕਰਵਾਇਆ ਹੋਇਆ ਰਾਜੇ, ਆਦੇਸ਼ ਕੀ ਹੁੰਦਾ, ਵਿਧੇਯ ਕੀ ਹੁੰਦਾ, ਮੈਂ ਕਰਵਾਇਆ ਹੋਇਆ। ਲਗਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? ਦੇਖੋ ਹੁਣ ਲਗਾਂ ਆਪਾਂ 10 ਪੜ੍ਹ ਕੇ ਆਏ ਆ, ਲਗਾਂ ਦੀਆਂ 10 ਕਿਸਮਾਂ ਹੁੰਦੀਆਂ। ਇੱਥੇ 10 ਤਾਂ ਹੈ ਹੀ ਨਹੀਂ ਆਪਸ਼ਨ ਦੇ ਵਿੱਚ, ਬੱਚੇ ਚੱਕਰਾਂ 'ਚ ਪੈ ਜਾਂਦੇ, ਸਰ ਜੀ ਤੁਸੀਂ ਤਾਂ 10 ਕਰਾਇਆ ਭਾਈ। ਇੱਥੇ ਉਹਦੀਆਂ ਦੂਜੀਆਂ ਪੁੱਛ ਰਿਹਾ। ਇਹ 2 ਤਰ੍ਹਾਂ ਦੀਆਂ ਹੁੰਦੀਆਂ। ਦੇਖੋ ਹੁਣ ਲਗਾਂ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ 2 ਤਰ੍ਹਾਂ ਦੀਆਂ ਹੁੰਦੀਆਂ। ਕਿਹੜੀਆਂ ਹੁੰਦੀਆਂ ਰਾਜੇ ਤੁਹਾਨੂੰ ਮੈਂ ਦੱਸ ਦਿੰਦਾ। ਵੈਸੇ ਦੇਖੋ 10 ਵਾਲਾ ਵੀ ਹੁੰਦਾ, ਪਰ ਜਿਹੜੀਆਂ ਮੇਨ ਜਿਹੜਾ ਬਣਤਰ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ, ਬਣਤਰ ਦੇ ਆਧਾਰ ਤੇ ਕੀ ਹੈ ਜੀ, ਉਹਦੀਆਂ 2 ਹੁੰਦੀਆਂ। ਕਿਹੜੀਆਂ ਹੁੰਦੀਆਂ ਰਾਜੇ? ਇੱਕ ਹੁੰਦੀ ਹੈ ਜੀ ਹਸਵ ਲਘੂ, ਜਿਹਨੂੰ ਆਪਾਂ ਕਹਿ ਦਿੰਦੇ ਆ ਹਰਸਵ, ਤੇ ਇੱਕ ਹੁੰਦਾ ਦੀਰਘ ਲਗ। ਤਾਂ ਮੈਂ ਪੜ੍ਹਾਇਆ ਹੋਇਆ ਤੁਹਾਨੂੰ। ਦੇਖੋ ਉਹ ਲਾਗਾਂ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਵਿੱਚ ਥੋੜਾ ਸਮਾਂ ਲੱਗਦਾ ਹੈ। ਠੀਕ ਹੈ, ਥੋੜਾ ਟਾਈਮ ਲੱਗਦਾ ਹੈ। ਠੀਕ ਹੈ ਜੀ, ਜਿਵੇਂ ਮੁਕਤਾ ਹੋ ਗਿਆ, ਸਿਹਾਰੀ ਹੋ ਗਈ, ਔਂਕੜ ਹੋ ਗਈ। ਲਘੂ ਦੀਰਘ ਲਗ ਜਿਹੜੀ ਹੋ ਗਈ, ਜਾਂ ਜਿਹਨੂੰ ਗੁਰੂ ਲਗ ਵੀ ਕਹਿੰਦੇ ਆ, ਇਹਦੇ ਵਿੱਚ ਟਾਈਮ ਡਬਲ ਲੱਗਦਾ, ਜਿਵੇਂ ਕੰਨਾ, ਬਿਹਾਰੀ, ਦਲੈਂਕੜ, ਦਲਾਵਾਂ, ਹੌੜਾ, ਕਨੌੜਾ। ਠੀਕ ਹੈ, ਯਾਦ ਰੱਖ ਲਿਓ।
कहता जी भद्दी का की अर्थ है, ठीक है, भद्दी का की अर्थ है बेटे, भद्दी का अर्थ है करूप, ठीक है, जिवें मैं तुहानूं कहा बद शकल, जिसनों जाणिया ना जा सके ਉਹਦੀ ਥਾਂ ਤੇ ਇੱਕ ਸ਼ਬਦ ਦੱਸਣਾ ਹੈ, ਜਿਹਨੂੰ ਜਾਣਿਆ ਨਾ ਜਾ ਸਕੇ ਉਹਨੂੰ ਕੀ ਕਹਿੰਦੇ ਆ ਬੇਟੇ, ਅਲਖ। ਕੀ ਕਹਿ ਦਿੰਦੇ ਆ, ਆਲਖ ਕਹਿ ਦਿੰਦੇ ਆ। ਕਈ ਵਾਰ ਅੰਨੇ ਦੇ ਹੱਥ ਵੀ ਡੈਸ਼ ਲੱਗ ਜਾਂਦੀ ਹੈ, ਅੰਨੇ ਦੇ ਹੱਥ ਕੀ ਲੱਗ ਜਾਂਦਾ ਬੇਟੇ, ਲੱਗ ਜਾਂਦਾ ਹੈ, ਠੀਕ ਹੈ, ਜਾਂਦੀ ਨਹੀਂ ਆਊਗਾ ਤੇ ਜਾਂਦਾ ਆਊਗਾ ਭਾਈ, ਜਾਂਦਾ ਹੈ ਤਾਂ ਬਟੇਰ ਆਊਗਾ, ਠੀਕ ਹੈ ਜੀ। ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਫਲਾਣੇ ਬੰਦੇ ਨੇ ਮਿਹਨਤ ਤਾਂ ਕੀਤੀ ਨਹੀਂ ਤਾਂ ਪੇਪਰ ਕਲੀਅਰ ਹੋ ਗਿਆ, ਵੈਸੇ ਇਦਾਂ ਕਿਤੇ ਹੁੰਦਾ ਨਹੀਂ, ਪਰ ਚਲੋ ਤੁੱਕੇ ਨਾਲ ਕਿਸੇ ਦਾ ਹੋ ਗਿਆ, ਆਪਾਂ ਕਹਿੰਦੇ ਅੰਨੇ ਹੱਥ ਕੀ ਲੱਗ ਗਿਆ, ਬਟੇਰ ਲੱਗ ਗਿਆ। ਆਪਣੀ ਮਰਜ਼ੀ ਕਰਨ ਵਾਲਾ, ਠੀਕ ਹੈ, ਇਹ ਦੱਸਣਾ ਤੁਸੀਂ, ਇਸ ਥਾਂ ਤੇ ਬਹੁਤੇ ਸ਼ਬਦ ਦੀ ਥਾਂ ਤੇ ਇੱਕ ਸ਼ਬਦ ਦੱਸਣਾ, ਵਨ ਵਰਡ ਸਬਸਟੀਟਿਊਸ਼ਨ ਜਿਹਨੂੰ ਤੁਸੀਂ ਬੋਲਦੇ ਅੰਗਰੇਜ਼ੀ ਦੇ ਵਿੱਚ, ਤਾਂ ਇਹਦਾ ਆਨਸਰ ਕੀ ਆਊਗਾ, ਆਪਹੁਦਰਾ, ਠੀਕ ਹੈ, ਆਪਹੁਦਰਾ, ਠੀਕ ਹੈ, ਆਪਣੀ ਮਰਜ਼ੀ ਕਰਨ ਵਾਲਾ। ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਦਾ ਰੂਪ ਬਹੁਵਚਨ ਵਿੱਚ ਤਬਦੀਲ ਨਹੀਂ ਹੁੰਦਾ, ਹਨਾ, ਉਹ ਆਪਣੇ ਆਪ ਦੇ ਵਿੱਚ ਬਹੁਵਚਨ ਹੈ। ਮੁੰਡਾ ਮੁੰਡੇ, ਘੋੜਾ ਘੋੜੇ, ਤੋਤਾ ਤੋਤੇ, ਹਾਥੀ। ਹੁਣ ਹਾਥੀ ਚਾਹੇ ਇੱਕ ਵਾਸਤੇ ਵੀ ਆਪਾਂ ਹਾਥੀ, ਇੱਕ ਹਾਥੀ ਖੜਾ ਤਾਂ ਵੀ ਹਾਥੀ ਕਵਾਂਗੇ, ਜੇ ਜ਼ਿਆਦਾ ਹਾਥੀ ਖੜੇ ਤਾਂ ਮੈਂ ਕਹਾਂਗੇ ਹਾਥੀ ਖੜੇ ਆ, ਠੀਕ ਹੈ, ਤਾਂ ਹਾਥੀ ਦਾ ਕੋਈ ਵੀ ਬਹੁਵਚਨ ਨਹੀਂ ਹੁੰਦਾ, ਇਹ ਯਾਦ ਰੱਖ ਲਿਓ। ਕਹਿੰਦਾ ਜੀ ਮੁਹਾਵਰਾ ਪੂਰਾ ਕਰੋ, ਅੱਖਾਂ ਵਿੱਚੋਂ ਡੈਸ਼ ਉਤਰਨਾ, ਅੱਖਾਂ ਵਿੱਚ ਡੈਸ਼ ਉਤਰਨਾ ਲਹੂ, ਜਦੋਂ ਬਹੁਤ ਜ਼ਿਆਦਾ ਗੁੱਸਾ ਆਉਣਾ, ਬਹੁਤ ਜ਼ਿਆਦਾ ਗੁੱਸਾ, ਜੇ ਕੋਈ ਤੁਹਾਡੇ ਨਾਲ ਧੋਖਾ ਕਰਦਾ ਤੁਹਾਨੂੰ ਗੁੱਸਾ ਆਉਂਦਾ, ਠੀਕ ਹੈ ਜੀ, ਤਾਂ ਉਹਨੂੰ ਕਹਿ ਦਿੰਦੇ ਅੱਖਾਂ ਵਿੱਚ ਲਹੂ ਉਤਰਨਾ। ਜਿਸ ਸ਼ਬਦ ਤੋਂ ਕਿਰਿਆ ਬਣਦੀ ਉਸਨੂੰ ਕੀ ਕਹਿੰਦੇ ਆ ਬੇਟੇ, ਉਸਨੂੰ ਕੀ ਕਹਿੰਦੇ ਆ, ਉਸਨੂੰ ਕਹਿੰਦੇ ਆ ਜੀ ਮੂਲ ਸ਼ਬਦ ਜਾਂ ਧਾਤੂ, ਧਾਤੂ ਜਾਂ ਮੂਲ ਸ਼ਬਦ। ਕਸਾਈ ਸ਼ਬਦ ਦਾ ਇਸਤਰੀ ਲਿੰਗ ਰਾਜੇ ਤੁਹਾਨੂੰ ਮੈਂ ਕਰਾਤਾ ਕਸਾਈਨ, ਠੀਕ ਹੈ ਜੀ, ਕਸਾਈ ਦਾ ਕੀ ਆਊਗਾ ਰਾਜੇ, ਕਸਾਈਨ ਆਊਗਾ। ਸੰਦੂਕ ਦਾ ਕੀ ਆਊਗਾ ਰਾਜੇ, ਸੰਦੂਕੜੀ। ਮੈਨੂੰ ਲੱਗਦਾ ਰਿਪੀਟ ਹੋ ਗਏ ਥੋੜੇ ਜਿਹੇ ਕੁਐਸਚਨ, ਠੀਕ ਹੈ, ਮਾਫ ਕਰਿਓ। ਅੱਗੇ ਗੱਲ ਕਰਦੇ ਹਾਂ ਜੀ ਸੱਜਣ ਦਾ ਵਿਰੋਧ ਆਰਥਕ ਸ਼ਬਦ। ਸੱਜਣ ਹੁੰਦਾ ਜਿਹੜਾ ਚੰਗਾ ਬੰਦਾ ਹੋਵੇ, ਤਾਂ ਸੱਜਣ ਦਾ ਕੀ ਵਿਰੋਧੀ ਸ਼ਬਦ ਕੀ ਹੋਊਗਾ, ਦੁਰਜਨ, ਠੀਕ ਹੈ ਜੀ, ਜਿਹੜਾ ਮਾੜਾ ਬੰਦਾ ਹੁੰਦਾ। ਕਿਹੜਾ ਸ਼ਬਦ ਉਜਾਲਾ ਸ਼ਬਦ ਦਾ ਸਮਾਨ ਅਰਥਕ ਨਹੀਂ ਹੈਗਾ। ਉਜਾਲਾ ਜਦੋਂ ਆਪਾਂ ਕੀ ਹੈ, ਚਾਨਣ ਹੋਊਗਾ, ਪ੍ਰਕਾਸ਼, ਲੋ। ਵਿਰਾਣਾ, ਵਿਰਾਣਾ ਹੁੰਦਾ ਜਿੱਥੇ ਕੋਈ ਮਤਲਬ ਕੋਈ ਰਹਿੰਦਾ ਨਾ ਹੋਵੇ, ਠੀਕ ਹੈ, ਵਿਰਾਨੀ ਜਗ੍ਹਾ ਹੁੰਦੀ ਜਿੱਥੇ ਕੋਈ ਮਤਲਬ ਮਤਲਬ ਕੋਈ ਬੱਤੀ ਨਾ ਜਗਦੀ ਹੋਵੇ, ਠੀਕ ਹੈ, ਉਜਾਲਾ ਨਾ ਹੋਵੇ, ਰੋਸ਼ਨੀ ਨਾ ਹੋਵੇ, ਤੇ ਇਹਦਾ ਆਨਸਰ ਕੀ ਬਣ ਗਿਆ, ਤੁਹਾਡਾ ਡੀ ਬਣ ਗਿਆ, ਠੀਕ ਹੈ। ਸੰਖੇਪ, ਸੰਖੇਪ ਦਾ ਮਤਲਬ ਹੁੰਦਾ ਕਿ ਜਿਵੇਂ ਆਪਾਂ ਕਹਿ ਦਿੰਦੇ ਨਾ, ਜਿਵੇਂ ਮਤਲਬ ਬਰੀਕ ਬਰੀਕ ਦੱਸਦੇ ਵੀ ਕੱਲ ਕੀ ਹੋਇਆ ਪੇਪਰ ਦੇ ਵਿੱਚ, ਕਿਵੇਂ ਦਾ ਪੇਪਰ ਆਇਆ, ਵਧੀਆ ਆਇਆ, ਕਿਵੇਂ ਆਇਆ। ਇੱਕ ਹੁੰਦਾ ਵਿਸਥਾਰ ਨਾਲ ਦੱਸਣਾ, ਡਿਟੇਲ 'ਚ ਦੱਸਣਾ। ਸੰਖੇਪ ਹੁੰਦਾ ਓਵਰਵਿਊ ਦੇਣਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਉੰਨਣਾ ਸ਼ਬਦ। ਉੰਨਣਾ ਨੂੰ ਨਾ ਪੰਜਾਬੀ ਦੇ ਵਿੱਚ ਬੁਣਨਾ ਵੀ ਕਹਿ ਦਿੰਦੇ ਆ। ਤੁਹਾਡੀਆਂ ਘਰਾਂ ਦੇ ਵਿੱਚ ਮਾਤਾ ਤੁਹਾਡੇ ਸਵੈਟਰ ਬੁਣਦੀ ਹੋਊਗੀ, ਕੋਈ ਮੰਜਾ ਵੀ ਬੁਣਦਾ ਹੋਊਗਾ, ਤਾਂ ਉੰਨਾ ਸ਼ਬਦ ਦਾ ਵਿਰੋਧਾਰਥਕ ਪੁੱਛਿਆ ਉਹਨਾਂ ਨੇ, ਤਾਂ ਉਹਨਾਂ ਦਾ ਵਿਰੋਧਾਰਥਕ ਹੈਗਾ ਉਧੇੜਨਾ, ਠੀਕ ਹੈ। ਜਿਵੇਂ ਹੁਣ ਤੁਹਾਡੇ ਮੰਜਾ, ਆ ਦੇਖੋ ਭਾਈ ਮਾਫ ਕਰਿਓ, ਕਿਸੇ ਦੀ ਫੋਟੋ ਮੈਂ ਚੱਕ ਕੇ ਲਾਈ ਹੈ, ਤੇ ਕਿਸੇ ਦੀ ਹੋਈ ਤਾਂ ਕੋਈ ਦੱਸ ਵੀ ਦਿਓ। ਆ ਮੰਜਾ ਹੁੰਦੇ ਸੀ ਬਹੁਤ, ਮੰਜਾ ਬੁਣਨਾ, ਸਵੈਟਰ ਬੁਣਨਾ, ਠੀਕ ਹੈ ਜੀ। ਤਾਂ ਬੁਣਨਾ ਮਤਲਬ ਕੀ ਆਪਾਂ ਬਣਾ ਰਹੇ ਆ, ਉਧੇੜਨ ਦਾ ਮਤਲਬ ਕੀ ਉਹਨੂੰ ਉਧੇੜ ਰਹੇ ਆ, ਠੀਕ ਹੈ। ਜਿਹੜਾ ਕਦੇ ਇੱਕ ਧੜੇ ਨਾਲ ਹੋਵੇ, ਕਦੇ ਦੂਜੇ ਧੜੇ ਨਾਲ ਹੋਵੇ, ਨੇਤਾ ਲੋਕ ਇਹੀ ਕਰਦੇ ਆ ਨਾ, ਕਦੇ ਕਾਂਗਰਸ 'ਚ, ਕਦੇ ਅਕਾਲੀਆਂ 'ਚ, ਕਦੇ ਫਲਾਣੇ 'ਚ, ਤਾਂ ਜਿਹੜਾ ਕਦੇ ਇੱਕ ਧੜੇ ਨਾਲ ਹੋਵੇ, ਕਦੇ ਦੂਜੇ ਧੜੇ ਨਾਲ ਹੋਵੇ, ਉਹਨੂੰ ਕੀ ਕਹਿੰਦੇ ਆ ਬੇਟੇ, ਉਹਨੂੰ ਕਹਿ ਦਿੰਦੇ ਆ ਚੁਫੇਰ ਗੜੀਆ। ਕੀ ਕਹਿ ਦਿੰਦੇ ਆ, ਚੁਫੇਰ ਗੜੀਆ। ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਇਸਤਰੀ ਲਿੰਗ ਤੇ ਪੁਲਿੰਗ ਦੋਵਾਂ ਵਾਸਤੇ ਵਰਤਿਆ ਜਾਂਦਾ ਹੈ। ਦੇਖੋ ਨਰਸ, ਮੁੰਡਾ, ਧੋਬੀ, ਸ਼ੇਰ। ਤੇ ਜਿਹੜਾ ਨਰਸ ਸ਼ਬਦ ਹੈਗਾ ਬੇਟੇ, ਉਹ ਮੁੰਡੇ ਵਾਸਤੇ ਵੀ ਵਰਤਦੇ ਆ ਤੇ ਕੁੜੀਆਂ ਵਾਸਤੇ ਵੀ ਵਰਤਦੇ ਆ। ਜੇ ਤੁਹਾਨੂੰ ਪਤਾ ਨਹੀਂ ਹੋਊਗਾ, ਵੈਸੇ ਆਪਾਂ ਕਹਿੰਦੇ ਨੇ ਕੰਪਾਊਂਡਰ, ਪਰ ਨਰਸ ਹੀ ਕਹਿੰਦੇ ਉਹਨੂੰ, ਉਹਦੀ ਜਿਹੜੀ ਪੋਸਟ ਹੁੰਦੀ ਹੈ ਨਰਸ ਦੀ ਹੁੰਦੀ ਹੈ, ਚਾਹੇ ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਹੇਠ ਲਿਖਿਆਂ ਵਿੱਚੋਂ ਕਿਹੜਾ ਚਿੰਨ੍ਹ ਥੋੜੇ ਠਹਿਰਾਅ ਨੂੰ ਪ੍ਰਗਟ ਕਰਨ ਵਾਸਤੇ ਵਰਤਿਆ ਜਾਂਦਾ ਹੈ। ਠਹਿਰਾਅ ਨੂੰ ਪ੍ਰਗਟ ਕਰਨ ਵਾਸਤੇ ਰਾਜੇ ਕੋਮਾ ਹੁੰਦਾ, ਕੋਮਾ, ਠੀਕ ਹੈ, ਕੋਮਾ ਕੁਛ ਦੇਰ ਵਾਸਤੇ ਵਰਤਿਆ ਜਾਂਦਾ ਹੈ। ਅੱਗੇ ਕਹਿੰਦਾ ਜੀ ਆਥਣ ਦਾ ਸਮਾਨ ਅਰਥਕ। ਆਥਣ ਤੁਹਾਨੂੰ ਮੈਂ ਦੱਸਿਆ ਰਾਜੇ, ਜਿਹੜਾ ਸ਼ਾਮ ਦਾ ਟਾਈਮ ਹੁੰਦਾ ਉਹਨੂੰ ਕਹਿ ਦਿੰਦੇ ਆ ਆਥਣ, ਇਹਨੂੰ ਕਹਿ ਦਿੰਦੇ ਆ ਸੰਝ ਵੀ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਸੰਝ। ਇਸ ਤੋਂ ਇਲਾਵਾ ਕਹਿ ਦਿੰਦੇ ਆ ਤ੍ਰਿਕਾਲਾਂ ਵੇਲਾ, ਸ਼ਾਮ, ਸੰਧਿਆ, ਤ੍ਰਿਕਾਲ, ਠੀਕ ਹੈ ਜੀ। ਇਹ ਸਾਰੇ ਸ਼ਬਦ ਕੀ ਨੇ, ਆਥਣ ਸ਼ਬਦ, ਸ਼ਾਮ ਜਿਹਨੂੰ ਆਪਾਂ ਕਹਿ ਦਿੰਦੇ ਆ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ ਤੋਂ ਲੈ ਕੇ ਲੱਲੇ ਪੈਰ ਬਿੰਦੀ ਅੱਖਰ ਜਿਹੜੇ ਹੁੰਦੇ ਉਹਨੂੰ ਕੀ ਕਹਿੰਦੇ ਆ ਬੇਟੇ, ਉਹਨਾਂ ਨੂੰ ਕੀ ਕਹਿੰਦੇ ਆ, ਉਹਨਾਂ ਨੂੰ ਕਹਿ ਦਿੰਦੇ ਆ ਨਵੀਨ ਟੋਲੀ। ਨਵੇਂ ਸ਼ਬਦ ਇਹ ਐਡ ਕੀਤੇ ਆ ਫਾਰਸੀ ਭਾਸ਼ਾ ਨੂੰ ਉਚਾਰਨ ਵਾਸਤੇ। ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਮ ਦੀ ਕਿਸਮ ਨਹੀਂ ਹੈਗਾ। ਚਲੋ ਇਹ ਤਾਂ ਸੌਖਾ ਹੀ ਹੈਗਾ ਰਾਜੇ, ਇਹਦਾ ਆਨਸਰ ਆ ਜਾਊਗਾ ਭਾਵਵਾਚਕ। ਦੁਬਾਰਾ ਰਿਪੀਟ ਹੋਇਆ ਕੁਐਸਚਨ। ਅੱਗੇ ਕਹਿੰਦਾ ਜੀ ਆ ਸੇਮ ਫੇਰ ਆ ਗਿਆ ਯਾਰ, ਸੱਸੇ ਪੈਰ, ਮੈਨੂੰ ਲੱਗਦਾ ਕੁਐਸਚਨ ਰਿਪੀਟ ਹੋ ਗਏ ਮੇਰੇ ਤੋਂ ਗਲਤੀ ਨਾਲ, ਨਵੀਨ ਟੋਲੀ ਆ ਗਿਆ, ਠੀਕ ਹੈ, ਕੁਐਸਚਨ ਰਿਪੀਟ ਹੋ ਗਏ। ਜਿਹੜਾ ਸੁਭਾਅ ਵਜੋਂ ਮਸਤ ਮਲੰਗ ਹੋਵੇ ਉਹਨੂੰ ਕੀ ਕਹਿੰਦੇ ਆ ਜੀ, ਮਸਤਾਨਾ। ਕੀ ਕਹਿੰਦੇ ਆ, ਅਲਬੇਲਾ ਕਹਿੰਦੇ ਭਾਈ, ਮਸਤਾਨਾ ਨਹੀਂ ਕਹਿੰਦੇ। ਦੇਖੋ ਅਲਬੇਲਾ, ਜਿਹੜਾ ਸੁਭਾਅ ਵਜੋਂ ਮਸਤ ਮਲੰਗ ਹੋਵੇ ਬੇਟਾ ਉਹਨੂੰ ਕਹਿ ਦਿੰਦੇ ਆ ਅਲਬੇਲਾ, ਠੀਕ ਹੈ ਜੀ। ਕੀ ਕਹਿ ਦਿੰਦੇ ਆ, ਅਲਬੇਲਾ। ਤੁਸੀਂ ਵੀ ਮਸਤਾਨਾ ਲਾ ਕੇ ਆਉਣਾ ਸੀ, ਮੈਨੂੰ ਪੱਕਾ ਪਤਾ ਸੀਗਾ, ਮੈਂ ਤਾਂ ਹੀ ਬੋਲਿਆ ਸੀ ਜਾਣ ਕੇ, ਮਸਤਾਨਾ। ਅਲਬੇਲਾ ਆਊਗਾ ਆਨਸਰ। ਅੱਗੇ ਆ ਗਿਆ ਜੀ ਜਿਸ ਦੀ ਕੋਈ ਔਲਾਦ ਨਾ ਹੋਵੇ ਉਹਨੂੰ ਕੀ ਕਹਿ ਦਿੰਦੇ ਆ ਭਾਈ, ਉਹਨੂੰ ਕਹਿ ਦਿੰਦੇ ਆ ਔਂਤਰਾ। ਹੁਣ ਤੁਸੀਂ ਬੇਔਲਾਦ ਲਾਉਣਾ ਸੀਗਾ, ਔਂਤਰਾ ਕਹਿੰਦੇ ਭਾਈ, ਔਂਤਰਾ, ਠੀਕ ਹੈ। ਇਹ ਚੀਜ਼ਾਂ ਦੇਖੋ, ਮੈਂ ਚੀਜ਼ਾਂ ਉਹੀ ਪਾਈਆਂ ਜਿਹੜੀਆਂ ਤੁਹਾਨੂੰ ਨਹੀਂ ਆਉਂਦੀਆਂ ਹੈਗੀਆਂ। ਕਹਿੰਦਾ ਜਿੱਥੇ ਰੁਪਏ ਜਾਂ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਉਹਨੂੰ ਕੀ ਕਹਿ ਦਿੰਦੇ ਆ, ਟਕਸਾਲ। ਜਿੱਥੇ ਸਿੱਕੇ ਘਟੇ ਜਾਂਦੇ ਉਹਨੂੰ ਕਹਿ ਦਿੰਦੇ ਆ ਟਕਸਾਲ, ਕਹਿੰਦੇ ਆ ਟਕਸਾਲ। ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਕ ਕਵਿਤਾ
ਤਾਂ ਤੁਸੀਂ ਕੱਲ ਹੀ ਸੁਣਿਆ ਹੋਊਗਾ ਆਪਣੇ ਛੋਟੇ ਵੀਰ ਸਿੱਧੂ ਮੂਸੇਵਾਲੇ ਦਾ ਗਾਣਾ ਵਾਰ, ਬਹੁਤ ਵਧੀਆ ਸੌਂਗ ਸੀਗਾ, ਜਰੂਰ ਸੁਣਿਓ। ਆਪਾਂ ਕਿਸੇ ਦਿਨ ਵੀਡੀਓ 'ਚ ਚਰਚਾ ਕਰਾਂਗੇ ਹਰੀ ਸਿੰਘ ਨਲੂਆ ਜੀ ਬਾਰੇ। ਮੇਰਾ ਬਹੁਤ ਮਨ ਸੀਗਾ, ਟਾਈਮ ਨਹੀਂ ਹੁੰਦਾ, ਲੇਕਿਨ ਮੇਰਾ ਬਹੁਤ ਮਨ ਕਰਦਾ ਤੁਹਾਨੂੰ ਸਾਰੇ ਯੋਧਿਆਂ ਨਾਲ ਕੀ ਕਰਾਇਆ ਜਾਵੇ, ਇੰਟਰੋਡਿਊਸ ਕਰਾਇਆ ਜਾਵੇ, ਕਿਉਂਕਿ ਆਪਾਂ ਇਹ ਭੁੱਲ ਚੁੱਕੇ ਹਾਂ, ਵਿਸਾਰ ਚੁੱਕੇ ਹਾਂ। ਇਹਨੂੰ ਕਹਿ ਦਿੰਦੇ ਆ ਜੀ ਵਾਰ। ਠੀਕ ਹੈ ਜੀ, ਵਾਰ ਦਾ ਮਤਲਬ ਹੁੰਦਾ ਜਦੋਂ ਯੋਧਿਆਂ ਦੀ ਮਹਿਮ ਦੇ ਵਿੱਚ ਆਪਾਂ ਮਹਿਮਾਂ ਦੇ ਵਿੱਚ ਆਪਾਂ ਕੀ ਕਰਦੇ ਹਾਂ, ਵਰਤਾਂਤ ਗਾਉਣੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਸ਼ਾਇਦ, ਮੈਨੂੰ ਲੱਗਦਾ, ਕਿਉਂਕਿ ਜਦੋਂ ਉਹ ਲੜਾਈ ਜੰਗ ਤੇ ਜਾਂਦੇ ਆ ਨਾ, ਤਾਂ ਵਾਰਾਂ ਗਾਈਆਂ ਜਾਂਦੀਆਂ ਜੋਸ਼ ਭਰਨ ਵਾਸਤੇ ਯੋਧਿਆਂ ਦੇ ਵਿੱਚ। ਠੀਕ ਹੈ ਜੀ, ਯੋਧਿਆਂ ਦੀਆਂ ਵਾਰਾਂ ਹੁੰਦੀਆਂ। ਯੋਧੇ ਐਵੇਂ ਲੰਡੂ ਬੁੱਚੀ ਬੰਦੇ ਨਹੀਂ ਯੋਧੇ ਬਣ ਸਕਦੇ। ਯੋਧਿਆਂ ਦੀ ਆਪਣੀ ਮਤਲਬ ਹੁੰਦੀ ਹੈ, ਇੱਕ ਆਪਣਾ ਕਰੈਕਟਰ ਹੁੰਦਾ ਹੈ। ਮੈਂ ਗੱਲ ਕਰੂੰਗਾ ਹਰੀ ਸਿੰਘ ਨਲੂਆ ਜੀ ਬਾਰੇ, ਆਪਾਂ ਵੀਡੀਓ ਪਾਵਾਂਗੇ। ਕੋਈ ਗੀਤ ਗਾ ਰਿਹਾ ਹੈ, ਵਾਕ ਵਿੱਚੋਂ ਕੋਈ ਕਿਸ ਤਰ੍ਹਾਂ ਦਾ ਪੜਨਾਮ ਹੈ। ਕੋਈ ਗੀਤ ਗਾ ਰਿਹਾ, ਆਪਾਂ ਨੂੰ ਪਤਾ ਨਹੀਂ ਕੌਣ ਗਾ ਰਿਹਾ, ਇਹਨੂੰ ਕਹਿ ਦਾਂਗੇ ਅਨਿਸ਼ਚੈਵਾਚਕ। ਜਿਵੇਂ ਹੁਣ ਆਪਾਂ ਕਹਿ ਦਈਏ ਸਿੱਧੂ ਮੂਸੇਵਾਲਾ ਗੀਤ ਗਾ ਰਿਹਾ, ਤਾਂ ਉਹ ਹੋਊਗਾ ਨਿਸ਼ਚੈਵਾਚਕ ਕਿ ਸਿੱਧੂ ਮੂਸੇਵਾਲਾ ਹੀ ਗਾ ਰਿਹਾ। ਅਨਿਸ਼ਚੈਵਾਚਕ ਦਾ ਮਤਲਬ ਹੀ ਨਹੀਂ, ਸਾਨੂੰ ਪਤਾ ਨਹੀਂ ਕਿਹੜਾ ਗਾ ਰਿਹਾ। ਸਰ ਕਰਨਾ, ਤਾਂ ਸਰ ਦਾ ਮਤਲਬ ਕੀ ਹੈ ਜੀ, ਜਿੱਤ ਲੈਣਾ। ਸਰ ਦਾ ਮਤਲਬ ਕੀ ਹੈ ਤੁਹਾਡਾ, ਜਿੱਤ ਲੈਣਾ। ਜਿਵੇਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੇਪਰ ਸਰ ਕਰ ਲਿਆ ਭਾਈ, ਤੁਸੀਂ ਮੈਨੂੰ ਕਹੋ ਸਰ ਜੀ ਅਸੀਂ ਪੇਪਰ ਸਰ ਕਰ ਲਿਆ, ਜਿੱਤ ਲਿਆ, ਪੇਪਰ ਕਲੀਅਰ ਹੋ ਗਿਆ। ਕੌਣ ਕਹੇ ਰਾਣੀ ਅੱਗਾ ਢੱਕ, ਆਏ ਹੈ ਅਖਾਣ ਆ ਗਿਆ ਜੀ ਤੁਹਾਡਾ। ਜਦੋਂ ਆਪਾਂ ਕਿਸੇ ਵੱਡੇ ਬੰਦੇ ਨੂੰ ਕਹਿ ਨਹੀਂ ਸਕਦੇ, ਹੁਣ ਆਪਾਂ ਭਗਵੰਤ ਮਾਨ ਜੀ ਨੂੰ ਨਹੀਂ ਕਹਿ ਸਕਦੇ ਵੀ ਸਾਡੀ ਨੌਕਰੀਆਂ ਜਲਦੀ ਕੱਢ, ਸਾਨੂੰ ਜਲਦੀ ਅਪਾਇੰਟਮੈਂਟ ਲੈਟਰ ਦੇ, ਅਸੀਂ ਨਹੀਂ ਕਹਿ ਸਕਦੇ। ਉਹਨੂੰ ਕਹਾਂਗੇ ਕੌਣ ਕਹੇ ਰਾਣੀ ਅੱਗਾ ਢੱਕ। ਤਾਂ ਇਹਦਾ ਆਨਸਰ ਕੀ ਬਣੂਗਾ ਰਾਜੇ, ਇਹਦਾ ਆਨਸਰ ਬਣੂਗਾ ਸੀ, ਵੱਡੇ ਬੰਦੇ ਨੂੰ ਕੋਈ ਉਸਦੇ ਔਗਣ ਨਹੀਂ ਦੱਸ ਸਕਦਾ। ਠੀਕ ਹੈ, ਜਾਂ ਆਪਾਂ ਕਹਿ ਦਈਏ ਕਿ ਭਗਵੰਤ ਮਾਨ ਜੀ ਸ਼ਰਾਬ ਛੱਡ ਦਿਓ, ਤਾਂ ਵੱਡੇ ਬੰਦੇ ਨੂੰ ਕੋਈ ਉਸਦੇ ਔਗਣ ਨਹੀਂ ਦੱਸ ਸਕਦਾ ਭਾਈ। ਠੀਕ ਹੈ, ਚਿੱਤਰ ਥੋੜੀ ਖਾਣੇ ਆ, ਕੱਲ ਨੂੰ ਅਗਲੇ ਕੇਸ ਪਾ ਕੇ ਅੰਦਰ ਕਰ ਦੇਣਗੇ। ਅੱਗੇ ਆ ਗਿਆ ਜੀ ਕ੍ਰਿੰਤਾ ਸ਼ਬਦ ਦਾ ਸਮਾਨਾਰਥਕ। ਠੀਕ ਹੈ ਜੀ, ਇਹਦਾ ਜਿਹੜਾ ਸਮਾਨਾਰਥਕ ਬਣੂਗਾ ਉਹ ਬਣੂਗਾ ਜੀ ਕਰਮ। ਕੀ ਬਣੂਗਾ ਜੀ, ਕਰਮ ਕਰੀ ਜਾਓ, ਫਲ ਦੀ ਇੱਛਾ ਨਾ ਕਰੋ, ਫਲ ਜ਼ਰੂਰ ਮਿਲੂਗਾ। ਤੇ ਮੈਨੂੰ ਲੱਗਦਾ ਤੁਹਾਨੂੰ ਕਲਾਸ ਬੜੀ ਪਸੰਦ ਆਈ ਹੋਊਗੀ। ਬਾਕੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਪੇਪਰ 'ਚ ਜਾਣ ਲੱਗੇ ਇਹ ਕਹਿ ਕੇ ਜਾਇਆ ਕਰੋ ਕਿ ਪ੍ਰਮਾਤਮਾ ਮੈਂ ਆਪਣਾ 100% ਦੇ ਕੇ ਆਊਂਗਾ। ਅੱਗੇ ਪੇਪਰ ਕਲੀਅਰ ਹੁੰਦਾ ਜਾਂ ਨਹੀਂ ਕਲੀਅਰ ਹੁੰਦਾ ਇਹ ਮੇਰੀ ਕਿਸਮਤ ਹੈ। ਤਾਂ ਇਹ ਨਹੀਂ ਸੋਚਣਾ ਵੀ ਮੈਂ ਕਲੀਅਰ ਕਰਨਾ ਹੀ ਕਰਨਾ। ਤਾਂ ਇਦਾਂ ਕਰੋਗੇ ਤਾਂ ਓਵਰ ਕੌਨਫੀਡੈਂਟ ਵੀ ਹੋ ਸਕਦੇ ਆ, ਜਾਂ ਤੁਸੀਂ ਉੱਥੇ ਤੁਹਾਡਾ ਜਿਹੜਾ ਕੌਨਫੀਡੈਂਸ ਆ ਲੂਜ਼ ਹੋ ਸਕਦਾ ਹੈ। ਬਾਕੀ ਚਿੰਤਾ ਨਾ ਕਰਿਆ ਕਰੋ, ਜੋ ਹੋ ਰਿਹਾ ਮਹਾਰਾਜ ਦੀ ਰਜ਼ਾ 'ਚ ਹੋ ਰਿਹਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਤਾਂ ਗੁਰੂ ਜੀ ਫਰਮਾਉਂਦੇ ਆ ਵੀ ਚਿੰਤਾ ਨਾ ਕਰ, ਤੇਰੀ ਚਿੰਤਾ ਕਿਹਨੂੰ ਆ, ਅਕਾਲ ਪੁਰਖ ਨੂੰ। ਕਿਉਂਕਿ ਅਸਲੀ ਮਾਂ-ਬਾਪ ਕੌਣ ਹੈ, ਆਪਣਾ ਅਕਾਲ ਪੁਰਖ ਮਹਾਰਾਜ, ਭਗਵਾਨ, ਰੱਬ, ਅੱਲਾ, ਗੋਡ, ਵਾਹਿਗੁਰੂ, ਉਹ ਆਪਣਾ ਅਸਲੀ ਮਾਂ-ਬਾਪ ਹੈ। ਤੇ ਮਾਂ-ਬਾਪ ਨੂੰ ਹਮੇਸ਼ਾ ਚਿੰਤਾ ਹੁੰਦੀ ਹੈ ਆਪਣੇ ਬੱਚੇ ਦੀ, ਆਪਣੇ ਬੱਚੇ ਦੀ ਰੋਜੀ ਰੋਟੀ ਦੀ, ਰਿਜ਼ਕ ਦੀ। ਤਾਂ ਆਪਣਾ ਰਿਜ਼ਕ ਤਾਂ ਪਹਿਲਾਂ ਹੀ ਆ ਗਿਆ, ਸਿਰ ਰਿਜ਼ਕ ਸੁਭਾਏ ਠਾਕੁਰ ਕਾਹੇ ਮਨ ਕੋ ਭਰਿਆ। ਤਾਂ ਆਪਣੇ ਸਿਰ ਤੇ ਰਿਜ਼ਕ ਪਹਿਲਾਂ ਹੀ ਲਿਖਿਆ ਹੋਇਆ ਭਾਈ, ਚਿੰਤਾ ਨਹੀਂ ਕਰਨੀਗੀ। ਪਰਮਾਤਮਾ ਦੀ ਰਜ਼ਾ 'ਚ ਰਿਹਾ ਕਰੋ, ਖੁਸ਼ ਰਿਹਾ ਕਰੋ, ਜ਼ਿੰਦਗੀ 'ਚ ਹੱਸਿਆ ਖੇਡਿਆ ਕਰੋ ਤੇ ਇੰਜੋਏ ਕਰਕੇ ਪੜ੍ਹਿਆ ਕਰੋ। ਅੱਜ ਦੀ ਮੈਂ ਕਲਾਸ ਵੀ ਤਾਂ ਹੀ ਦੇਖੋ ਪੂਰੀ ਖੁਸ਼ ਹੋ ਕੇ ਲਾਈ ਹੈ, ਮਤਲਬ ਬੋਰਿੰਗ ਟਾਈਪ ਨਹੀਂ ਪੜਾਇਆ ਹੈਗਾ, ਸੀਰੀਅਸ ਹੋ ਕੇ ਨਹੀਂ ਪੜਾਇਆ। ਉਹਦਾ ਕਾਰਨ ਵੀ ਇਹੀ ਸੀਗਾ ਕਿ ਚਿੰਤਾ ਨਾ ਕਰਿਆ ਕਰੋ। ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਭਾਈ। ਆਪਾਂ ਪਹੁੰਚਣ ਵਾਲੇ ਹਾਂ, ਕਿੱਥੇ ਪਹੁੰਚਣ ਵਾਲੇ ਹਾਂ, ਆਪਾਂ 1 ਲੱਖ ਸਬਸਕ੍ਰਾਈਬਰ ਤੇ ਪਹੁੰਚਣ ਵਾਲੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਥ ਦਿੰਦੇ ਰਹੋ। ਹੋਰਨਾਂ ਤੋਂ ਵੀ ਤੁਸੀਂ ਸਬਸਕ੍ਰਾਈਬ ਕਰਾਓ ਚੈਨਲ ਨੂੰ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਥੇ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਵਾਸਤੇ ਬਿਲਕੁਲ ਫ੍ਰੀ ਕੰਟੈਂਟ, ਤੁਹਾਡੀ ਹੈਲਪ ਵਾਸਤੇ। ਪਰਮਾਤਮਾ ਮਿਹਰ ਕਰੇ, ਤੁਸੀਂ ਬਹੁਤ ਪਿਆਰ ਕਰ ਰਹੇ ਹੋ ਆਪਣੇ ਇਸ ਚੈਨਲ ਨੂੰ, ਪੋਜ਼ਿਟਿਵ ਵਾਈ ਪੰਜਾਬ ਨੂੰ। ਇਹ ਤੁਹਾਡਾ ਆਪਣਾ ਚੈਨਲ ਹੈ। ਬਾਕੀ ਇਸ ਤੋਂ ਇਲਾਵਾ ਦੇਖੋ ਸਾਰਾ ਕੁਝ ਫ੍ਰੀ ਪਿਆ ਹੈ, ਫ੍ਰੀ 'ਚ ਵੀ ਪੜ੍ਹ ਸਕਦੇ ਹੋ। ਬਾਕੀ ਜਾਣਕਾਰੀ ਵਾਸਤੇ ਤੁਸੀਂ ਮੇਰੇ ਤੋਂ ਇਸ ਨੰਬਰ ਤੇ ਮੈਸੇਜ ਕਰ ਦਿਓ। ਜੇ ਕਿਸੇ ਨੇ ਸਪੈਸ਼ਲ ਕੰਪਿਊਟਰ ਦੇ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ ਪੰਜਾਬ ਜੀਕੇ ਦੇ ਪੰਜਾਬੀ ਵਿਆਕਰਨ ਦੇ ਕੁਐਸਚਨ ਲੈਣੇ ਆ, ਤਿਆਰੀ ਕਰਨੀ ਆ ਐਕਸਟਰਾ, ਉਹ ਮੈਨੂੰ ਸੰਪਰਕ ਕਰ ਸਕਦੇ ਆ। ਤੇ ਬਾਕੀ ਚਿੰਤਾ ਨਾ ਕਰਿਆ ਕਰੋ, ਪਰਮਾਤਮਾ ਮਿਹਰ ਕਰੇ, ਤੁਹਾਡੀ ਕੀਤੀ ਮਿਹਨਤ ਤੁਹਾਡੇ ਪੱਲੇ ਪਵੇ, ਪਰਮਾਤਮਾ ਤੁਹਾਨੂੰ ਸਫਲਤਾਵਾਂ ਬਖਸ਼ੇ। ਮੇਰੀਆਂ ਸ਼ੁਭ ਕਾਮਨਾਵਾਂ ਦਿਲ ਤੋਂ। ਸਾਰੇ ਬੱਚੇ ਜਿਹੜੇ ਫੋਰੈਸਟ ਗਾਰਡ ਵਾਲੇ ਜਾ ਰਹੇ ਨੇ ਧਿਆਨ ਨਾਲ ਜਾਇਓ, ਇੱਕ ਤਾਂ ਸੈਂਟਰ ਅੱਗੇ ਪਿੱਛੇ ਦੂਰ ਹੋ ਸਕਦੇ ਆ। ਕਾਹਲੀ ਨਹੀਂ ਕਰਨੀ ਗੀ, ਆਰਾਮ ਨਾਲ ਜਾਣਾ, ਆਪਣਾ ਧਿਆਨ ਰੱਖਣਾ। ਜ਼ਿੰਦਗੀ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈਗੀ। ਤਾਂ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ, ਹੁੱਲੜਬਾਜ਼ੀ ਨਹੀਂ ਕਰਨੀ। ਠੀਕ ਹੈ, ਆਪਣਾ ਆਰਾਮ ਨਾਲ ਪੇਪਰ ਦੇ ਕੇ ਆਉਣਾ, ਪਰਮਾਤਮਾ ਨੂੰ ਯਾਦ ਕਰਨਾ। ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ ਜਿੱਥੇ ਤੁਸੀਂ ਮੱਥਾ ਟੇਕਣਾ ਟੇਕ ਕੇ, ਗੁਰਦੁਆਰਾ ਸਾਹਿਬ ਜਿੱਥੇ ਵੀ ਮੱਥਾ ਟੇਕਦੇ ਹੋ ਤੁਸੀਂ, ਜਿਹਨੂੰ ਮੰਨਦੇ ਹੋ, ਮੰਨ ਕੇ ਧਿਆ ਕੇ ਪਰਮਾਤਮਾ ਨੂੰ ਜਾਇਓ ਪੇਪਰ ਦੇਣ। ਪਰਮਾਤਮਾ ਮਿਹਰ ਕਰੂਗਾ, ਸਫਲਤਾ ਬਖਸ਼ੂਗਾ। ਤਾਂ ਸ਼ੁਕਰੀਆ ਜੀ, ਧੰਨਵਾਦ। ਤਾਂ ਮਿਲਦੇ ਹਾਂ ਅਗਲੀ ਪੰਜਾਬ ਜੀਕੇ ਦੀ ਮੈਰਾਥਨ ਦੇ ਵਿੱਚ।